ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰਜ ਸੱਜਣਾਂ ਨੂੰ ਜੋ ਇਸ ਵਕਤ ਜੁੜ ਚੁੱਕੇ ਨੇ ਟਿਵਾਣਾ ਰੇਡੀਓ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ। ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਭ ਸੱਜਣਾਂ ਦਾ ਸਵਾਗਤ ਕਰਦਾ। ਤੇ ਇਸ ਪ੍ਰੋਗਰਾਮ ਜਿਸ ਦੀ ਰੂਪਰੇਖਾ ਇਹ ਹੈ ਕਿ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਇਹ 4 ਘੰਟੇ ਰੋਜ਼ਾਨਾ ਪ੍ਰੋਗਰਾਮ 2 ਘੰਟੇ ਸਵੇਰੇ 2 ਸ਼ਾਮ ਮੇਰੇ ਵੱਲੋਂ ਪਟਿਆਲਾ ਸਟੂਡੀਓ 'ਚ ਪੇਸ਼ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ 98 763 09655 'ਤੇ ਕਾਲ ਕਰਕੇ। ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਜਿਹੜੇ ਖਿਆਲਾਤ ਜਜ਼ਬਾਤ ਭੇਟ ਕਰਨੇ ਨੇ ਉਸ ਦੇ ਵਾਸਤੇ ਨੰਬਰ ਹੈ 98 763 09655 9876309655 98 09655 ਨੰਬਰ 'ਤੇ ਤੁਸੀਂ ਕਾਲ ਕਰਨੀ ਹੈ। ਇਸੇ ਨੰਬਰ 'ਤੇ ਵਟਸਐਪ ਦੇ ਜ਼ਰੀਏ ਵੀ ਤੁਸੀਂ ਸੁਨੇਹਾ ਦੇ ਸਕਦੇ ਹੋ, ਰਿਕਾਰਡਡ ਮੈਸੇਜ ਵੀ ਦੇ ਸਕਦੇ ਹੋ। ਅਤੇ ਜੇ ਤੁਸੀਂ ਅਮਰੀਕਾ ਦੇ ਵਿੱਚ ਹੋ ਤਾਂ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਕਾਲ ਟੂ ਲਿਸਨ ਨੰਬਰ ਹੈ ਜਿਹੜਾ ਉਹ ਹੈ 6679309260 ਯਾਨੀ ਕਿ 667 930 9260 'ਤੇ ਕਾਲ ਕਰਕੇ ਵੀ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅੱਜ ਤਾਰੀਖ 11 ਜਨਵਰੀ 2021 ਦਿਨ ਸੋਮਵਾਰ 28 ਪੋ ਨਾਨਕ ਸ਼ਾਹੀ ਸੰਮਤ 552। ਸੋ ਇਸ ਵਕਤ ਭਾਰਤ ਦੇ ਵਿੱਚ 7:02 ਹੋਏ ਨੇ। ਸੋ ਸ਼ਾਮ ਦੀ ਆਪਣੀ ਜਿਹੜੀ ਸਭਾ ਹੈ ਉਹ ਸ਼ਾਮ ਨੂੰ 7 ਤੋਂ 9 ਹੁੰਦੀ ਹੈ ਅਤੇ ਸਵੇਰੇ 8 ਤੋਂ 10 ਸੋਮਵਾਰ ਤੋਂ ਸ਼ਨੀਵਾਰ ਲਗਾਤਾਰ 6 ਦਿਨ। ਕਿਸਾਨ ਅੰਦੋਲਨ ਨੂੰ ਲੈ ਕੇ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਅੱਜ ਸੁਣਵਾਈ ਕੀਤੀ ਗਈ, ਜਿਸ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਖਤੀ ਦੇ ਨਾਲ ਪੁੱਛਿਆ ਕਿ ਇਸ ਅੰਦੋਲਨ 'ਚੋਂ ਲਗਾਤਾਰ ਜਿਸ ਤਰ੍ਹਾਂ 65 ਦੇ ਕਰੀਬ ਜਾਨਾਂ ਜਾ ਚੁੱਕੀਆਂ ਨੇ, ਸਰਕਾਰ ਕਾਨੂੰਨਾਂ 'ਤੇ ਰੋਕ ਲਾਏ ਅਤੇ ਜਾਂ ਫਿਰ ਅਦਾਲਤ ਆਪਣੇ ਵੱਲੋਂ ਕੋਈ ਹੁਕਮ ਜਾਰੀ ਕਰੇ। ਇਹ ਕੇਂਦਰ ਸਰਕਾਰ ਨੂੰ ਪੁੱਛਿਆ ਗਿਆ ਕਿਉਂਕਿ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ 'ਤੇ ਦੂਜੇ ਬੰਨੇ ਦਿੱਲੀ ਦੀਆਂ ਸਰਹੱਦਾਂ 'ਤੇ ਲੱਖਾਂ ਦੀ ਤਾਦਾਦ 'ਚ ਜੋ ਕਿਸਾਨ ਬੈਠੇ ਨੇ, ਉਹਨਾਂ ਦੇ ਨਾਲ ਜੇ ਕਿਸੇ ਨੂੰ ਜਿਸ ਤਰ੍ਹਾਂ ਰਿਸ਼ਵ ਸ਼ਰਮਾ ਜਾਂ ਹੋਰਾਂ ਦੀਆਂ ਜੋ ਪਟੀਸ਼ਨਸ ਨੇ ਉਹਨਾਂ ਦੇ ਆਧਾਰ 'ਤੇ ਇਹ ਸੁਣਵਾਈ ਸੁਪਰੀਮ ਕੋਰਟ ਨੇ ਕੀਤੀ ਹੈ। ਕਿਉਂਕਿ ਸਿਖਰਲੀ ਅਦਾਲਤ ਨੇ ਇਸ ਗੱਲ ਦਾ ਫਿਕਰ ਕੀਤਾ ਕਿ ਅੰਦੋਲਨ ਦੇ ਕਾਰਨ ਕਿਸਾਨਾਂ ਦੀ ਜਾਨ ਜਾ ਰਹੀ ਹੈ, ਜਾਂ ਤਾਂ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੋਕ ਲਾ ਦੇਵੇ ਅਤੇ ਜਾਂ ਫਿਰ ਅਦਾਲਤ ਹੀ ਕੋਈ ਹੁਕਮ ਜਾਰੀ ਕਰੇ। ਅਦਾਲਤ ਨੇ ਵੀ ਆਖਿਆ ਕਿ ਨਵੇਂ ਕਾਨੂੰਨਾਂ ਨੂੰ ਲੈ ਕੇ ਜਿਸ ਤਰ੍ਹਾਂ ਸਰਕਾਰ ਅਤੇ ਕਿਸਾਨਾਂ ਦੇ ਦਰਮਿਆਨ ਗੱਲਬਾਤ ਚੱਲ ਰਹੀ ਹੈ ਉਸ ਤੋਂ ਉਹ ਨਿਰਾਸ਼ ਹੈ। ਸੁਪਰੀਮ ਕੋਰਟ ਦੇ ਜਸਟਿਸ MR ਲੋਢਾ ਸਹਿਤ ਚੀਫ ਜਸਟਿਸ ਨੇ ਇਸ ਸੁਣਵਾਈ ਨੂੰ ਸੁਣਿਆ ਅਤੇ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਜੋ ਪ੍ਰਦਰਸ਼ਨ ਹੈ ਉਸ ਦੇ ਸੰਭਾਵੀ ਹੱਲ ਦੇ ਵਾਸਤੇ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦਾ ਨਾਂ ਵੀ ਐਲਾਨ ਦਿੱਤਾ। ਚੀਫ ਜਸਟਿਸ ਬੋਬਡੇ ਨੇ ਆਖਿਆ ਕਿ ਮੈਂ ਇਹ ਕਹਿਣ ਦਾ ਜੋਖਮ ਚੁੱਕਣਾ ਚਾਹੁੰਦਾ ਕਿ ਪ੍ਰਦਰਸ਼ਨਕਾਰੀ ਕਿਸਾਨ ਆਪਣੇ ਘਰਾਂ ਨੂੰ ਮੁੜਨ। ਸਾਡੇ ਵੱਲੋਂ ਨਿਯੁਕਤ ਕੀਤੀ ਕਮੇਟੀ ਦੇ ਜ਼ਰੀਏ ਖੇਤੀ ਕਾਨੂੰਨਾਂ ਦੀ ਮੁਸ਼ਕਲ ਦਾ ਹੱਲ ਕੱਢਣ ਦੀ ਅਸੀਂ ਤਜਵੀਜ਼ ਰੱਖ ਰਹੇ ਹਾਂ। ਹੁਣ ਇਹ ਜਿਹੜੀ RM ਲੋਢਾ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਗਈ ਹੈ, ਉਹ ਕਮੇਟੀ ਕੀ ਫੈਸਲਾ ਕਰਦੀ ਹੈ, ਇਹ ਉਹਨਾਂ ਦੀ ਤਜਵੀਜ਼ ਹੈ। ਸੁਪਰੀਮ ਕੋਰਟ ਆਖਿਆ ਕਿ ਸਾਨੂੰ ਅਫਸੋਸ ਹੈ ਕਿ ਕੇਂਦਰ ਇਸ ਸਮੱਸਿਆ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਕੋਈ ਹੱਲ ਨਹੀਂ ਕੱਢ ਸਕਿਆ। ਅਦਾਲਤ ਨੇ ਕੇਂਦਰ ਸਰਕਾਰ ਨੂੰ ਇਹ ਵੀ ਪੁੱਛਿਆ ਕਿ ਇਹ ਕੀ ਚੱਲ ਰਿਹਾ, ਸੂਬਾ ਸਰਕਾਰਾਂ ਵੱਲੋਂ ਤੁਹਾਡੇ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਹਾਲ ਦੀ ਘੜੀ ਖੇਤੀ ਕਾਨੂੰਨਾਂ 'ਤੇ ਲੀਕ ਮਾਰਨ ਦੀ ਗੱਲ ਤੁਸੀਂ ਨਹੀਂ ਕਰ ਰਹੇ। ਮੌਜੂਦਾ ਹਾਲਤ ਬਹੁਤ ਨਾਜ਼ੁਕ ਨੇ, ਸਾਨੂੰ ਨਹੀਂ ਪਤਾ। ਇਹਨਾਂ 3 ਮੈਂਬਰੀ ਬੈਂਚ ਨੇ ਇਹ ਵੀ ਆਖਿਆ ਕਿ ਸਾਨੂੰ ਨਹੀਂ ਪਤਾ ਤੁਸੀਂ ਇਸ ਮਾਮਲੇ ਦੇ ਹੱਲ ਦਾ ਹਿੱਸਾ ਹੋ ਜਾਂ ਸਮੱਸਿਆਵਾਂ ਦਾ, ਪਰ ਸਾਡੇ ਕੋਲ ਕੋਈ ਵੀ ਅਜਿਹੀ ਪਟੀਸ਼ਨ ਨਹੀਂ ਜੋ ਇਹ ਆਖਦੀ ਹੋਵੇ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਨੇ। ਜਸਟਿਸ AR ਬੋਪੰਨਾ ਅਤੇ ਰਾਮਾ ਸੁਬਰਾਮਨੀਅਮ ਦੀ ਸ਼ਮੂਲੀਅਤ ਵਾਲੇ ਇਸ ਬੈਂਚ ਨੇ ਭਾਰਤ ਸਰਕਾਰ ਦੀ ਖਿਚਾਈ ਕੀਤੀ ਹੈ ਕਿ ਜੇਕਰ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਅਤੇ ਤੁਸੀਂ ਇਹੀ ਆਖੀ ਜਾਂਦੇ ਹੋ ਕਿ ਕਾਨੂੰਨਾਂ 'ਤੇ ਅਮਲ ਰੋਕਦੇ ਅਸੀਂ ਫੈਸਲਾ ਲੈਣ ਲਈ ਕਮੇਟੀ ਗਠਿਤ ਕਰਾਂਗੇ, ਪਰ ਸਾਨੂੰ ਇਸ ਗੱਲ ਦੀ ਵੀ ਸਮਝ ਨਹੀਂ ਆਉਂਦੀ ਕਿ ਕਾਨੂੰਨ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਕਰਨ ਲਈ ਇੰਨਾ ਜ਼ੋਰ ਕਿਉਂ ਪਾਇਆ ਜਾ ਰਿਹਾ, ਕਿ ਤੁਸੀਂ ਇਹ ਕਾਨੂੰਨ ਲਾਗੂ ਕਰਨ ਲਈ ਇੰਨੇ ਤਹੂ ਕਿਉਂ ਹੋ। ਸੁਪਰੀਮ ਕੋਰਟ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਸਾਡਾ ਇਰਾਦਾ ਬਿਲਕੁਲ ਸਾਫ਼ ਹੈ, ਅਸੀਂ ਚਾਹੁੰਦੇ ਕਿ ਇਸ ਮਾਮਲੇ ਦਾ ਸ਼ਾਂਤੀਪੂਰਵਕ ਹੱਲ ਨਿਕਲੇ। ਇਸੇ ਲਈ ਪਿਛਲੀ ਸੁਣਵਾਈ ਦੇ ਦੌਰਾਨ ਕੇਂਦਰ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਕਾਨੂੰਨ ਦੇ ਪ੍ਰੋਸੈਸ ਨੂੰ ਰੋਕ ਕਿਉਂ ਨਹੀਂ ਲੈਂਦੇ, ਪਰ ਤੁਸੀਂ ਸਮਾਂ ਮੰਗੀ ਜਾਂਦੇ ਹੋ ਕਿ 8 ਨੂੰ ਗੱਲ ਹੋ ਰਹੀ ਹੈ, 11 ਨੂੰ ਗੱਲ ਹੋ ਰਹੀ ਹੈ। ਅਸੀਂ ਕਾਨੂੰਨ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ ਹੈ ਇਸ ਪਾਸੇ ਨਹੀਂ ਜਾਂਦੇ, ਅਸੀਂ ਇਸ ਨੂੰ ਰੱਦ ਕਰਨ ਦੀ ਵੀ ਗੱਲ ਨਹੀਂ ਕਰਦੇ, ਪਰ ਅਸੀਂ ਚਿੰਤਤ ਹਾਂ ਕਿ ਹਾਲਾਤ ਨਾਜ਼ੁਕ ਨੇ।
ਜਾਣੀ ਕਿ ਚੀਫ ਜਸਟਿਸ ਅਤੇ ਏਐਸ ਬੋਪੰਨਾ ਤੇ ਸੁਬਰਾਮਨੀਅਮ ਦਾ ਜਿਹੜਾ ਬੈਂਚ ਹੈ ਉਸਨੇ ਜਿਸ ਤਰ੍ਹਾਂ ਚਿੰਤਾ ਜ਼ਾਹਰ ਕੀਤੀ ਹੈ, ਉਸ ਤੋਂ ਲੱਗਦਾ ਕਿ ਉਹ ਕਿਸੇ ਕਾਨੂੰਨੀ ਨੁਕਤੇ ਨੂੰ ਕਿਵੇਂ ਲਾਗੂ ਕਰਦੇ ਨੇ। ਇਸ ਸੰਬੰਧੀ ਆਪਾਂ ਮਾਹਰ ਮਹਿਮਾਨ ਨਾਲ ਰਾਬਤਾ ਕਰਾਂਗੇ। ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸਵਾ ਸੁਰਿੰਦਰ ਸਿੰਘ ਹੋਰਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਚੰਦ ਪਲਵਾ ਸੱਦਾ ਦਿੰਦੇ ਹਾਂ। ਤੇ ਇਸ ਦੇ ਨਾਲ ਤੁਹਾਡੇ ਮਨ 'ਚ ਵੀ ਜੇ ਕੋਈ ਸਵਾਲ ਹੋਵੇ ਤਾਂ ਤੁਸੀਂ ਵੀ ਇਸ ਮੁਤਲਕ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ। ਤੇ ਤੁਸੀਂ ਵੀ ਇਸ ਦੇ ਵਾਸਤੇ ਫ਼ੋਨ ਨੰਬਰ 98 763 09655 'ਤੇ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ, ਜਾਂ ਲਿਖਤੀ ਸਵਾਲ ਜਿਹੜਾ ਹੈਗਾ ਫੇਸਬੁੱਕ 'ਤੇ ਵੀ ਕਰ ਸਕਦੇ ਹੋ। ਸੋ ਟਿਵਾਣਾ ਰੇਡੀਓ ਦੇ ਫੇਸਬੁੱਕ 'ਤੇ ਕਰ ਸਕਦੇ ਹੋ, ਅਤੇ ਜਾਂ ਫਿਰ ਮੈਨੂੰ ਵੀ ਲਿਖਤੀ ਵਟਸਐਪ ਮੈਸੇਜ ਆ ਜਿਹੜਾ ਮੇਰੇ ਨੰਬਰ 'ਤੇ ਉਹ ਵੀ ਕਰ ਦਿਓ, ਤਾਂ ਜੋ ਤੁਹਾਡਾ ਸਵਾਲ ਵੀ ਆਪਾਂ ਇਸ ਮੁਤਾਬਕ ਮਾਹਰ ਮਹਿਮਾਨ ਨੂੰ ਪੁੱਛ ਸਕੀਏ। ਅਤੇ ਇਸ ਦੇ ਨਾਲ ਵਿਰਾਸਤ ਦੀ ਵੀ ਗੱਲਬਾਤ ਹੋਵੇਗੀ ਇਸ ਪ੍ਰੋਗਰਾਮ ਦੇ ਵਿੱਚ। ਹਲਕਾ ਗੀਤ ਸੰਗੀਤ ਵੀ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਵਿਰਾਸਤ ਨਾਲ ਜੁੜੀਆਂ ਗੱਲਾਂ ਦੀ ਵੀ ਸਾਂਝ ਇਸ ਪ੍ਰੋਗਰਾਮ ਦਾ ਹਿੱਸਾ ਹੋਇਆ ਕਰੇਗੀ। ਇਸ ਦੇ ਵਾਸਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਲੁਤਫ ਵੱਖ-ਵੱਖ ਵੰਨਗੀਆਂ ਦਾ ਹਾਸਲ ਕਰੋਗੇ। ਇਹ ਜਿਹੜੀ ਸੁਣਵਾਈ ਹੋ ਰਹੀ ਹੈ, ਪਰ ਇਸ ਦੌਰਾਨ ਕੁਛ ਨੇਤਾਗਣ ਨੇ ਜੋ ਭਾਰਤੀ ਜਨਤਾ ਪਾਰਟੀ ਦੇ, ਉਹ ਇਸ ਅੰਦੋਲਨ ਦੇ ਬਾਰੇ ਫਿਰ ਉਹੀ ਕੁਛ ਕਿ ਖਾਲਿਸਤਾਨੀ ਖੱਬੇ ਪੱਖੀ ਇੱਕ ਦੋ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ ਇਸੇ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਹੈ, ਜਿਹੜੀ ਇਸ ਮਾਮਲੇ ਨੂੰ ਬੜੀ ਅਜੀਬ ਰੂਪ ਦੇ ਵਿੱਚ ਪੇਸ਼ ਕਰਦੀ ਹੈ ਕਿ ਸ਼ਾਇਦ ਭਾਰਤ ਸਰਕਾਰ ਦੇ ਨੇਤਾ ਹੀ ਇਸ ਬਾਰੇ ਸੰਜੀਦਾ ਨਹੀਂ ਹੈ। ਉਹ ਇਸ ਅੰਦੋਲਨ ਨੂੰ ਕਦੇ ਖਾਲਿਸਤਾਨੀ ਕਦੇ ਮਾਓਵਾਦੀ ਐਲਾਨਦੇ ਨੇ, ਇਹ ਸਿਲਸਿਲਾ ਵੀ ਨਹੀਂ ਰੁਕ ਰਿਹਾ। ਇਸ ਦੌਰਾਨ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਕਹਿਣਾ ਕਿ ਪਿਛਲੀ ਸਰਕਾਰ ਨੇ ਇਸ ਨੂੰ ਸ਼ੁਰੂ ਕੀਤਾ ਸੀ, ਇਸ ਨਾਲ ਤੁਹਾਨੂੰ ਕੋਈ ਰਾਹਤ ਨਹੀਂ ਮਿਲਣੀ, ਭਾਵੇਂ ਮਨਮੋਹਨ ਸਿੰਘ ਨੇ ਜਾਂ ਕਿਸੇ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ, ਇਸ ਬਣਾ 'ਤੇ ਤੁਹਾਨੂੰ ਬਰੀ ਨਹੀਂ ਕੀਤਾ ਜਾ ਸਕਦਾ, ਰਾਹਤ ਨਹੀਂ ਦਿੱਤੀ ਜਾ ਸਕਦੀ ਕਿ ਤੁਹਾਡੀ ਮਜਬੂਰੀ ਹੈ ਕਾਨੂੰਨ ਲਾਗੂ ਕਰਨੇ। ਪਰ ਸਾਨੂੰ ਇਹ ਪਤਾ ਕਿ ਤੁਸੀਂ ਇਸ ਮਾਮਲੇ ਦਾ ਹਿੱਸਾ ਹੋ ਜਾਂ ਹੱਲ ਹੋ, ਇਸ ਕਰਕੇ ਤੁਹਾਡੇ ਕੋਲੋਂ ਹੀ ਇਹ ਮਸਲਾ ਹੱਲ ਹੋਣਾ ਚਾਹੀਦਾ, ਨਹੀਂ ਤਾਂ ਅਦਾਲਤ ਆਪਣੇ ਤੌਰ 'ਤੇ ਹੱਲ ਕਰੇਗੀ। ਇਸ ਦੌਰਾਨ ਭਾਰਤ ਸਰਕਾਰ ਦੀ ਤਰਫੋਂ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਆਖਿਆ ਕਿ ਅਸੀਂ ਇਸ ਮਸਲੇ ਦੇ ਹੱਲ ਦਾ ਹਿੱਸਾ ਹਾਂ, ਅਤੇ ਸਾਡੇ ਤੱਕ ਕਈ ਕਿਸਾਨ ਜਥੇਬੰਦੀਆਂ ਨੇ ਪਹੁੰਚ ਕਰਕੇ ਦੱਸਿਆ ਕਿ ਖੇਤੀ ਕਾਨੂੰਨ ਪ੍ਰਗਤੀਸ਼ੀਲ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜੀਆਂ ਸਰਕਾਰ ਦੀਆਂ ਧਿਰਾਂ ਨੇ, ਇਹ ਧਿਰਾਂ ਅਜੇ ਵੀ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਇਹੀ ਪੇਸ਼ ਕਰਦੀਆਂ ਨੇ ਕਿ ਕੁਝ ਇੱਕ ਜਥੇਬੰਦੀਆਂ ਨੇ ਜਿਹੜੀਆਂ ਇਸ ਕਾਨੂੰਨ ਦਾ ਬੇਵਜ੍ਹਾ ਵਿਰੋਧ ਕਰ ਰਹੀਆਂ ਨੇ, ਅਤੇ ਹਾਲਾਂਕਿ ਉਹ ਜਥੇਬੰਦੀਆਂ ਨੇ ਜਿਹੜੀਆਂ ਕਿਸ ਪੱਖ ਦੀਆਂ ਨੇ ਇਹ ਸਾਰਿਆਂ ਨੂੰ ਪਤਾ ਹੈ, ਕਿਉਂਕਿ ਕਿਸਾਨ ਅੰਦੋਲਨ ਦਾ ਅੱਜ 47ਵਾਂ ਦਿਨ ਹੈ ਤਕਰੀਬਨ ਇੰਡੀਆ ਦੇ ਵਿੱਚ। ਸੋ 2 ਘੰਟੇ ਅੱਜ ਇਸ ਦੇ ਵਿੱਚ ਸੁਣਵਾਈ ਹੋਈ ਹੈ। ਸੋ ਅਦਾਲਤ ਦਾ ਰੁਖ ਕਾਫੀ ਸਖਤ ਸੀ। ਇਸ ਸੰਬੰਧੀ ਕੱਲ੍ਹ ਇਸ ਮਸਲੇ ਦੇ ਹੱਲ ਦੇ ਬਾਰੇ ਹੋਰ ਐਕਸ਼ਨ ਕੋਈ ਹੋ ਸਕਦਾ। ਇਸ ਦੇ ਨਾਲ ਜਨਾਰਦਨ ਮਿਸ਼ਰਾ ਭਾਰਤੀ ਜਨਤਾ ਪਾਰਟੀ ਦੇ ਮੱਧ ਪ੍ਰਦੇਸ਼ ਰੀਵਾ ਤੋਂ ਆਗੂ ਨੇ, ਉਹਨਾਂ ਨੇ ਇਸ ਮਾਮਲੇ 'ਤੇ ਆਪਣੀ ਜਿਹੜੀ ਕੜੀ ਘੋਲੀ ਹੈ ਇਸ ਸੰਬੰਧੀ, ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਗ੍ਹਾ ਜਗ੍ਹਾ ਆਪਣੀਆਂ ਕਿਸਾਨ ਰੈਲੀਆਂ ਕਰ ਰਹੀ ਹੈ, ਜਿਸ ਤਰ੍ਹਾਂ ਖੱਟੜ ਹੋਰਾਂ ਨੇ ਵੀ, ਮਨੋਹਰ ਲਾਲ ਖੱਟੜ ਹੋਰਾਂ ਨੇ ਵੀ ਹਰਿਆਣਾ ਦੇ ਵਿੱਚ ਰੈਲੀ ਕੀਤੀ ਸੀ, ਕਿਸਾਨ ਮਹਾਸਭਾ। ਇਸ ਮੁਤਲਕ ਇੱਕ ਪ੍ਰੋਗਰਾਮ ਦੇ ਵਿੱਚ ਭਾਜਪਾ ਦੇ ਮੈਂਬਰ ਪਾਰਲੀਮੈਂਟ ਨੇ ਜਨਾਰਦਨ ਮਿਸ਼ਰਾ ਰੀਵਾ ਤੋਂ, ਜੋ ਹਮੇਸ਼ਾ ਵਿਵਾਦਤ ਬਿਆਨਾਂ ਕਰਕੇ ਜਾਣੇ ਜਾਂਦੇ ਨੇ, ਇਸ ਸੰਬੰਧੀ ਉਹਨਾਂ ਨੇ ਕੱਲ੍ਹ ਵੱਡਾ ਬਿਆਨ ਦਿੱਤਾ ਹੈ ਕਿ ਕਿਸਾਨ ਅੰਦੋਲਨ ਦੇ ਵਾਸਤੇ ਕੈਨੇਡਾ ਤੋਂ ਵੱਡਾ ਫੰਡ ਮਿਲ ਰਿਹਾ, ਇਹ ਲਹਿਰ ਅਪਰਾਧੀਆਂ ਨੂੰ ਸਮਰਥਨ ਦੇ ਰਹੀ ਹੈ। ਸੋ ਰੀਵਾ ਦੇ ਜ਼ਿਲ੍ਹੇ ਤਿਓਤਰ ਦੇ ਵਿੱਚ ਭਾਜਪਾ ਦੇ ਇਸ ਮੈਂਬਰ ਪਾਰਲੀਮੈਂਟ ਜਨਾਰਦਨ ਮਿਸ਼ਰਾ ਨੇ ਆਖਿਆ ਕਿ ਵਿਦੇਸ਼ਾਂ ਤੋਂ ਜਿਹੜਾ ਪੈਸਾ ਖਾਸ ਕਰਕੇ ਕੈਨੇਡਾ ਤੋਂ ਆ ਰਿਹਾ, ਇਸ ਦੇ ਵਿੱਚ ਇਹ ਅੰਦੋਲਨ ਦਾ ਹਰ ਰੂਪ ਹੈ ਜਿਹੜਾ ਖਾਲਿਸਤਾਨੀ ਜਾਪਦਾ ਹੈ। ਇਹ ਕਿਸਾਨ ਅੰਦੋਲਨ ਉਸ ਪੈਸੇ ਦੇ ਨਾਲ ਚੱਲ ਰਿਹਾ। ਇਸ ਸੰਬੰਧੀ ਆਖਿਆ ਕਿ ਅੰਦੋਲਨ ਦਾ ਸਮਰਥਨ ਕਰਨਾ ਗਲਤ ਹੋਵੇਗਾ ਜਿਸ ਦੇ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾ ਰਿਹਾ ਹੋਵੇ। ਜਨਾਰਦਨ ਮਿਸ਼ਰਾ ਨੇ ਵੀ ਆਖਿਆ ਕਿ ਜੇਕਰ ਕਾਂਗਰਸ ਸਰਜੀਕਲ ਸਟ੍ਰਾਈਕ ਤੇ ਕਰੋਨਾ ਦੇ ਟੀਕੇ ਦਾ ਵਿਰੋਧ ਕਰਦੀ ਹੈ ਤਾਂ ਉਹ ਖੇਤੀਬਾੜੀ ਬਿੱਲ ਦਾ ਸਮਰਥਨ ਕਿਵੇਂ ਕਰੇਗੀ। ਅਤੇ ਜਾਣੀ ਕਿ ਇਸ ਦੌਰਾਨ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ
ਉਹ ਗਾਹੇ ਬਗਾਹੇ ਇਸ ਅੰਦੋਲਨ ਨੂੰ ਕਦੇ ਮਾਓਵਾਦੀਆਂ ਨਾਲ ਕਦੇ ਖਾਲਿਸਤਾਨੀਆਂ ਨਾਲ ਜੋੜਨ ਦੀ ਆਪਣੀ ਫਿਤਰਤ ਨੂੰ ਰੋਕ ਨਹੀਂ ਰਹੇ, ਬਲਕਿ ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਕਿਵੇਂ ਨਾ ਕਿਵੇਂ ਇਸ ਅੰਦੋਲਨ ਦੇ ਵਿੱਚ ਕੁਝ ਅਜਿਹੀ ਗੱਲ ਵਾਪਰੇ ਜਿਸ ਦੇ ਨਾਲ ਉਹਨਾਂ ਨੂੰ ਇਸ ਅੰਦੋਲਨ ਨੂੰ ਖ਼ਤਮ ਕਰਨ ਦਾ ਬਹਾਨਾ ਮਿਲ ਜਾਵੇ। ਕਿਉਂਕਿ ਹਰਿਆਣਾ ਦੇ ਵਿੱਚ ਵੀ ਜੋ ਕੁਛ ਹੋਇਆ ਇਹ 28 ਸਾਲ ਪਹਿਲਾਂ ਵੀ ਹੋਇਆ ਸੀਗਾ। ਜਦੋਂ ਭਜਨ ਲਾਲ ਨੇ ਇੱਕ ਸਟੇਟ ਰੈਲੀ ਕਰਨੀ ਸੀ, ਉਦੋਂ ਵੀ ਬਿਜਲੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਸੀਗਾ ਚੀਫ ਮਿਨਿਸਟਰ ਭਜਨ ਲਾਲ ਦਾ, ਅਤੇ 28 ਸਾਲ ਪਹਿਲਾਂ ਵੀ 2 ਕਿਸਾਨਾਂ ਨੂੰ ਜਾਨ ਗਵਾਉਣੀ ਪਈ ਸੀ। ਇਸ ਲਈ ਜਿਹੜਾ ਕੁਛ ਕੱਲ੍ਹ ਕੈਮਲਾ ਦੇ ਵਿੱਚ ਹੋਇਆ ਉਸ 'ਤੇ ਹਰਿਆਣਾ ਸਰਕਾਰ ਨੇ ਜਿਹੜਾ ਹੈਗਾ ਸਖਤੀ ਕਰਨ ਤੋਂ ਗੁਰੇਜ਼ ਕੀਤਾ, ਕਿਉਂਕਿ ਇਸ ਹਲਕੇ ਦੀ ਜਿਹੜੀ ਸੰਬੰਧਿਤ SP ਸੀ ਉਸ ਦਾ ਬਿਆਨ ਸੀ ਕਿ ਮੈਨੂੰ ਪੁਰਾਣੇ ਤਜਰਬੇ ਚੇਤੇ ਨੇ ਜੋ ਕੁਛ ਪਹਿਲਾਂ ਵਾਪਰਿਆ ਸੀ, ਇਸ ਕਰਕੇ ਅਸੀਂ ਇਸ ਨੂੰ ਆਪਣੇ ਤਰੀਕੇ ਨਾਲ ਨਜਿੱਠਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਅਤੇ ਤੁਸੀਂ ਦੋਸਤੋ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀਆਂ ਜਿਹੜੀਆਂ ਐਪਸ ਨੇ ਆਈਫੋਨ ਐਪਸ 'ਤੇ ਜਾਂ ਐਂਡਰਾਇਡ ਦੇ ਰਾਹੀਂ ਸੁਣ ਸਕਦੇ ਹੋ, ਅਤੇ ਐਪਸ ਜ਼ਰੂਰ ਇੰਸਟਾਲ ਕਰੋ। ਅਤੇ ਇਸ ਪ੍ਰੋਗਰਾਮ ਦੇ ਜਿਹੜੇ ਰਿਪੀਟ ਪ੍ਰੋਗਰਾਮ ਨੇ ਉਹ ਟਿਵਾਣਾ ਰੇਡੀਓ ਦੇ YouTube ਪੇਜ 'ਤੇ ਹੁੰਦੇ ਨੇ, ਉੱਥੋਂ ਵੀ ਤੁਸੀਂ ਸੁਣ ਸਕਦੇ ਹੋ। ਅਤੇ ਜਾਂ ਫਿਰ ਅਮਰੀਕਾ ਦਾ ਜਿਹੜਾ ਕਾਲ ਟੂ ਲਿਸਨ ਨੰਬਰ ਹੈ 667 930 9260, ਯਾਨੀ ਕਿ 667-930-9260 'ਤੇ ਕਾਲ ਕਰਕੇ ਵੀ ਸੁਣ ਸਕਦੇ ਹੋ। ਅਤੇ ਕੋਸ਼ਿਸ਼ ਕਰੋ ਕਿ ਜਿਹੜਾ ਟਿਵਾਣਾ ਰੇਡੀਓ ਦਾ YouTube ਪੇਜ ਹੈ ਜ਼ਰੂਰ ਇੰਸਟਾਲ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਅਤੇ ਉਸ 'ਤੇ ਤੁਹਾਨੂੰ ਉਸ 'ਤੇ ਰਿਪੀਟ ਪ੍ਰੋਗਰਾਮ ਮਿਲਣਗੇ। ਭਾਰਤੀ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ, ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਲਾਈਵ ਹੁੰਦਾ, ਜਿਸ ਦੇ ਵਿੱਚ ਤੁਸੀਂ 9863 ਨੰਬਰ 'ਤੇ ਕਾਲ ਕਰ ਸਕਦੇ ਹੋ। WhatsApp ਦੇ ਜ਼ਰੀਏ ਵੀ ਇਸ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ 9876309655। ਅਤੇ ਲਓ ਸੁਣਦੇ ਹਾਂ ਹਲਕਾ ਗੀਤ ਸੰਗੀਤ, ਅਤੇ ਇਸ ਤੋਂ ਬਾਅਦ ਜੁੜਦੇ ਹਾਂ ਆਪਣੇ ਮਾਹਰ ਮਹਿਮਾਨ ਦੇ ਨਾਲ। ਪ੍ਰਦੇਸ਼ ਦੀ ਪੀੜ ਦੇ ਦਰਦ ਨੂੰ ਬਿਆਨ ਦੀ ਬੜੀ ਹੀ ਮੰਝੀ ਹੋਈ ਆਵਾਜ਼ ਅਮਰਿੰਦਰ ਗਿੱਲ ਨੂੰ ਤੁਸੀਂ ਸੁਣਿਆ, ਪਰ ਕਿਸਾਨੀ ਦੀ ਜਿਹੜੀ ਪੀੜ ਹੈ ਉਸ ਨੂੰ ਬੜੇ ਆਪਣੇ ਜਾਵੀ ਤੋਂ ਜਜ਼ਬਾਤ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਹਰ ਇਨਸਾਨ ਚਾਹੁੰਦਾ ਕਿ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਵੇ। ਮੀਡੀਆ ਦਾ ਵੱਡਾ ਰੋਲ ਇਸ ਮਾਮਲੇ 'ਚ ਰਿਹਾ। ਸੋ ਇਸ ਵਕਤ ਆਪਣੇ ਨਾਲ ਜੁੜ ਚੁੱਕੇ ਨੇ ਰਾਜਨੀਤਿਕ ਮਾਮਲਿਆਂ ਨਾਲ ਵਾਬਸਤਾ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ। ਮਿਹਰਬਾਨੀ ਟਿਵਾਣਾ ਸਾਹਿਬ, ਮਿਹਰਬਾਨੀ ਜੀ। ਮਿਹਰਬਾਨੀ। ਰਾਜਨੀਤੀ ਦੇ ਨਾਲ ਨਾਲ ਵਕਾਲਤ ਨਾਲ ਵੀ ਵਾਬਸਤਾ ਨੇ ਸੁਰਿੰਦਰ ਸਿੰਘ ਜੀ। ਥੋੜ੍ਹਾ ਜਿਹਾ ਤੁਹਾਡੇ ਇਹ ਵੀ ਇਤਫਾਕ ਹੈ ਕਿ ਤੁਸੀਂ ਪੱਤਰਕਾਰ ਵੀ ਹੋ, ਵਕੀਲ ਵੀ ਹੋ, ਸਾਡੇ ਲਈ ਦੋਵੇਂ ਕੰਮ ਇੱਕੋ ਵਾਰ ਹੋ ਜਾਂਦੇ ਆ। ਅਤੇ ਬਾਈ ਜੀ ਸੁਰਿੰਦਰ ਸਿੰਘ, ਇਹ ਦੱਸੋ ਕਿ ਜਿਹੜਾ ਸੁਪਰੀਮ ਕੋਰਟ ਦੇ ਪਾਲੇ ਦੇ ਵਿੱਚ ਹੁਣ ਗੇਂਦ ਹੈ ਇਸ ਅੰਦੋਲਨ ਦੇ ਵਿੱਚ ਕੀ ਨੈਗੇਟਿਵ ਪੋਜ਼ੀਟਿਵ ਹੋ ਸਕਦਾ ਹੈ? ਅੱਜ ਹੀ ਨਹੀਂ, ਪਿਛਲੀਆਂ ਜਿਹੜੀਆਂ ਸੁਣਵਾਈਆਂ ਦੇ ਦੌਰਾਨ ਵੀ ਜਿਹੜੀ ਟਿੱਪਣੀ ਸੀ ਮਾਣਯੋਗ ਚੀਫ ਜਸਟਿਸ ਆਫ ਇੰਡੀਆ ਦੀ, ਅਤੇ ਅੱਜ ਦੀ ਜਿਹੜੀ ਸੁਣਵਾਈ ਹੈ ਇਸ ਤੋਂ ਕੀ ਸੂਬੂ ਲੱਗਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫੈਸਲੇ ਦੀ? ਜੀ ਟਿਵਾਣਾ ਸਾਹਿਬ, ਜਿੱਥੋਂ ਤੱਕ ਸੁਪਰੀਮ ਕੋਰਟ ਦੀ ਟਿੱਪਣੀ ਦਾ ਸਵਾਲ ਹੈ, ਟਿੱਪਣੀਆਂ ਤਾਂ ਖੈਰ ਕੋਰਟ ਦੇ ਅੰਦਰ ਹਮੇਸ਼ਾ ਹੋਇਆ ਹੀ ਕਰਦੀਆਂ ਨੇ, ਪਰ ਟਿੱਪਣੀਆਂ ਜਿਹੜੀਆਂ ਉਹ ਕਦੀ ਵੀ ਫੈਸਲਾ ਜਿਹੜਾ ਹੁੰਦਾ ਫੈਸਲੇ 'ਚ ਅੰਕਿਤ ਨਹੀਂ ਕੀਤੀਆਂ ਜਾਂਦੀਆਂ। ਜੇ ਮੈਂ ਸ਼ੁਰੂਆਤ ਕਰਾਂ ਤਾਂ ਜਿਸ ਤਰ੍ਹਾਂ ਬੱਕਰੇ ਨੂੰ ਜਿਹੜਾ ਵੱਢਣ ਤੋਂ ਪਹਿਲਾਂ ਜਿਹੜਾ ਨਹਾਇਆ ਜਾਂਦਾ ਤੇ ਮੁਰਗੇ ਨੂੰ ਵੀ ਕੱਟਣ ਤੋਂ ਪਹਿਲਾਂ ਦਾਣਾ ਖਵਾਇਆ ਜਾਂਦਾ, ਇਹ ਸੁਪਰੀਮ ਕੋਰਟ ਸ਼ਾਇਦ ਉਸ ਰਸਤੇ ਨੂੰ ਜਿਹੜਾ ਉਹ ਇਖਤਿਆਰ ਕਰ ਰਹੀ ਆ। ਕਹਿਣ ਨੂੰ ਤਾਂ ਇਹ ਆ ਕਿ ਆਮ ਲੋਕ ਤਾਂ ਇਹ ਤੋਂ ਖੁਸ਼ ਹੋਣਗੇ ਕਿ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਦੇ ਵਿਰੁੱਧ ਬੜੀਆਂ ਸਖਤ ਟਿੱਪਣੀਆਂ ਕੀਤੀਆਂ, ਪਰ ਟਿਵਾਣਾ ਸਾਹਿਬ ਸੁਪਰੀਮ ਕੋਰਟ ਨੇ ਅਖੀਰ ਉਹੀ ਕੁਛ ਕਰਨਾ ਜੋ ਕੁਛ ਭਾਰਤ ਸਰਕਾਰ ਚਾਹੁੰਦੀ ਹੈ। ਠੀਕ ਹੈ, ਹੁਣ ਭਾਰਤ ਸਰਕਾਰ ਦਾ ਇੱਕੋ ਹੀ ਆ ਕਿ ਇਹ ਕਾਨੂੰਨ ਜਿਹੜੇ ਆ ਇਹ ਰੱਦ ਨਾ ਹੋਣ, ਤੇ ਸੁਪਰੀਮ ਕੋਰਟ ਵੀ ਉਹੀ ਕਰਨ ਜਾ ਰਹੀ ਆ ਕਿ ਇਹਨਾਂ ਦੇ ਉੱਤੇ ਫਿਲਹਾਲ ਲਾਗੂ ਕਰਨ ਤੇ ਰੋਕ ਲਗਾ ਦਿੱਤੀ ਜਾਵੇ। ਰੋਕ ਲਗਾਉਣ ਦਾ ਕੀ ਮਤਲਬ ਆ? ਅੱਜ ਤੁਸੀਂ ਰੋਕ ਲਾਤੀ ਆ, ਧਰਨਾ ਹਟਾਓ ਤੇ ਕੱਲ ਨੂੰ ਫੇਰ ਦੁਬਾਰਾ ਲਾਗੂ ਕਰ ਦਿਓ। ਇਹੀ ਕੁਛ ਭਾਰਤ ਸਰਕਾਰ ਚਾਹੁੰਦੀ ਹੈ, ਉਹੀ ਕੁਛ ਹੁਣ ਜਿਹੜੀ ਆ ਉਹ ਸੁਪਰੀਮ ਕੋਰਟ ਚਾਹੁੰਦੀ ਹੈ। ਕਿਤੇ ਨਾ ਕਿਤੇ ਸੁਪਰੀਮ ਕੋਰਟ ਨੇ ਟਿੱਪਣੀਆਂ ਸਖਤ ਕਰ ਦਿੱਤੀਆਂ ਤੇ ਕੱਲ ਨੂੰ ਫੈਸਲੇ ਦੀ ਵੀ ਉਡੀਕ ਆ। ਇਹ ਵੀ ਕਹਿ ਦਿੱਤਾ ਕਿ ਕਿਸਾਨ ਉੱਥੇ ਮਰ ਰਿਹਾ, ਕਿਸਾਨਾਂ ਦੀ ਸੁਣੀ ਨਹੀਂ ਗਈ, ਤੁਸੀਂ ਹੁਣ ਤੱਕ ਫੈਸਲਾ ਨਹੀਂ ਕੀਤਾ। ਮਤਲਬ ਜੋ ਕੁਛ ਕੇਂਦਰ ਨੂੰ ਕਹਿਣਾ
ਸੀ ਉਹਨਾਂ ਨੇ ਕਹਿ ਦਿੱਤਾ, ਪਰ ਇੱਕ ਗਿਣੀ ਮਿਥੀ ਸਾਜ਼ਿਸ਼ ਆ। ਗਿਣੀ ਮਿਥੀ ਸਾਜ਼ਿਸ਼ ਦੇ ਅੰਡਰ ਆ ਕੇ ਕਿਸਾਨਾਂ ਨੂੰ ਬਦਨਾਮ ਕਰਨਾ ਤੇ ਕਿਸਾਨਾਂ ਦਾ ਸੰਘਰਸ਼ ਜਿਹੜਾ ਉਹਨੂੰ ਰੋਕਣ ਦਾ ਤਰੀਕਾ, ਕਿਉਂਕਿ 26 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਵੱਲ ਨੂੰ ਜਿਹੜਾ ਉਹ ਮੂੰਹ ਮੋੜਿਆ ਕਿ ਦਿੱਲੀ 'ਚ ਐਂਟਰੀ ਪਾਉਣੀ, ਅਸੀਂ ਕਿਸਾਨ ਪਰੇਡ ਕਰਨੀ ਆ, ਉਹਦੇ ਤੋਂ ਡਰੇ ਹੋਏ ਆ। ਤੇ ਜਿਸ ਤਰ੍ਹਾਂ ਕੱਲ ਦਾ ਵਿਚਾਰੇ ਮਨੋਹਰ ਲਾਲ ਖੱਟੜ ਦਾ ਜਿਹੜਾ ਹੈਲੀਕਾਪਟਰ ਉਹ ਹਵਾ 'ਚ ਹੀ ਉੜਦਾ ਰਹਿ ਗਿਆ, ਕੋਈ ਲੱਭਿਆ ਹੀ ਨਹੀਂ ਕਿ ਕਿੱਥੇ ਉਤਾਰਨਾ ਕਿੱਥੇ ਨਹੀਂ, ਤਾਂ ਹੀ ਨਹੀਂ ਲੱਭੀ ਵਿਚਾਰਿਆਂ ਨੂੰ ਹਰਿਆਣੇ 'ਚ। ਤੇ 26 ਜਨਵਰੀ ਨੂੰ ਹਰਿਆਣੇ ਦੇ 8 ਜ਼ਿਲ੍ਹੇ ਜਿਹੜੇ ਨੇ ਉਹਨਾਂ ਦੇ ਵਿੱਚ ਕਿਸੇ ਵੀ 8 ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਕੋਈ ਵੀ ਮੰਤਰੀ ਜਿਹੜਾ ਉਹ ਤਿਰੰਗਾ ਲਹਿਰਾਉਣ ਨਹੀਂ ਜਾਏਗਾ। ਇਹ ਹਾਲਾਤ ਬਣ ਗਈ ਆ ਕਿ ਉੱਥੇ ਡੀਸੀਆਂ ਨੂੰ ਪਾਵਰਾਂ ਦੇਤੀਆਂ ਕਿ ਇੱਥੇ ਕਿਸਾਨ ਆ ਜਾਣਗੇ। ਇੰਨਾ ਕੁ ਹਰਿਆਣਾ ਸਰਕਾਰ ਜਿਹੜੀ ਉਹ ਸਹਿਮ ਗਈ ਆ। ਕਿਤੇ ਨਾ ਕਿਤੇ ਟਵਾਣਾ ਸਾਹਿਬ ਹਰਿਆਣਾ ਸਰਕਾਰ ਡਰੀ ਹੋਈ ਤੇ ਕੇਂਦਰ ਸਰਕਾਰ ਡਰੀ ਹੋਈ। ਸੁਪਰੀਮ ਕੋਰਟ ਜਿਹੜੀ ਆ ਉਹਦੇ ਮੋਢੇ ਦੇ ਉੱਤੇ ਰੱਖ ਕੇ ਜਿਹੜਾ ਇਸ ਵਕਤ ਚਲਾਉਣਾ ਚਾਹ ਰਹੀ ਆ, ਜਿਹਨੂੰ ਕਿਸਾਨਾਂ ਨਹੀਂ ਮੰਨਣਾ। ਤੇ ਕਿਸਾਨਾਂ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਕੀ ਕਰਨਾ। ਕਿਸਾਨ ਅਜੇ ਤੱਕ ਉਹਦੇ 'ਚ ਪਾਰਟੀ ਨਹੀਂ ਬਣੇ। ਜਿਹੜੇ ਕਿਸਾਨ ਪਾਰਟੀ ਬਣੇ ਨੇ ਉਹਨਾਂ ਕਿਸਾਨਾਂ ਦਾ ਇਸ ਅੰਦੋਲਨ ਨਾਲ ਕੋਈ ਲੈਣ ਦੇਣ ਨਹੀਂ ਹੈ। ਇਸ ਕਰਕੇ ਕਿਸਾਨ ਜਿਹੜੇ ਆ ਉਹ ਸੁਪਰੀਮ ਕੋਰਟ ਦੇ ਕਿਸੇ ਵੀ ਫੈਸਲੇ ਨੂੰ ਜਿਹੜਾ ਉਹ ਨਹੀਂ ਮੰਨਣਗੇ। ਜੀ, ਇਹਦੇ 'ਚ ਜਿਸ ਤਰ੍ਹਾਂ ਸਰਕਾਰਾਂ ਸਟੇਟਸ ਕੋ ਕਰ ਦਿੰਦੀਆਂ ਨੇ ਕਿ ਸਥਿਤੀ ਐਜ਼ ਇਟ ਇਜ਼ ਰਹੇ, ਕੀ ਉਸ ਐਜ਼ ਇਟ ਇਜ਼ ਦਾ ਫੈਸਲੇ ਨੂੰ ਲਾਗੂ ਕਰਨਾ ਨਹੀਂ ਕਰਨਾ ਇਹ ਲੋਕਾਂ 'ਤੇ ਮਨਸਰ ਕਰਦਾ। ਮੈਂ ਪਹਿਲਾਂ ਅਕਸਰ ਜ਼ਿਕਰ ਕਰਦਾ ਹੁੰਦਾ ਕਿ ਸਬਰੀਮਾਲਾ ਮੰਦਿਰ ਦੇ ਮਾਮਲੇ 'ਚ ਕਾਨੂੰਨ ਬਣਿਆ ਹੋਇਆ, ਸਰਕਾਰ ਇੰਪਲੀਮੈਂਟ ਨਹੀਂ ਕਰਾ ਸਕੀ, ਉੱਥੇ ਕੋਈ ਕੋਰਟ ਦੀ ਕੰਟੈਂਪਟ ਨਹੀਂ ਪਈ, ਅਦਾਲਤ ਦੀ ਮਾਣਹਾਨੀ ਨਹੀਂ ਹੋਈ, ਬਲਕਿ ਸੱਤਾਧਾਰੀ ਪਾਰਟੀ ਮੋਦੀ ਸਾਹਿਬ ਇਹ ਚੋਣ ਮੈਨੀਫੈਸਟੋ ਲੈ ਕੇ ਆਏ ਕਿ ਅਸੀਂ ਇਸ ਕਾਨੂੰਨ ਨੂੰ ਕਿ ਸਬਰੀਮਾਲਾ ਦੇ ਵਿੱਚ ਔਰਤਾਂ ਦੀ ਜਿਹੜੀ ਜਾਣ 'ਤੇ ਰੋਕ ਹੈ, ਜਿਨ੍ਹਾਂ ਨੂੰ ਮਾਸਿਕ ਧਰਮ ਆਉਂਦਾ ਹੈ, ਜੇ ਉਹ ਕਾਨੂੰਨ ਦੀ ਕੋਈ ਕੰਟੈਂਪਟ ਨਹੀਂ ਪਈ, ਇਸੇ ਸੁਪਰੀਮ ਕੋਰਟ ਨੇ ਇਸ ਬਾਰੇ ਮੋੜ ਕੇ ਪੁੱਛਿਆ ਵੀ ਨਹੀਂ ਹੈਗਾ ਕਿ ਲੋਕ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ, ਤੇ ਫਿਰ ਇਸ ਕਾਨੂੰਨ ਨੂੰ ਵੀ ਇਸ ਤਰ੍ਹਾਂ ਦੇਖਿਆ ਜਾ ਸਕਦਾ ਜਾਂ ਫਿਰ ਕਿਸਾਨਾਂ ਨੂੰ ਸਖਤੀ ਕਰਕੇ ਉੱਥੋਂ ਖਦੇੜਨ ਦੇ ਵਿੱਚ ਇਹ ਕਾਨੂੰਨ ਸਹਾਈ ਹੋ ਸਕਦੇ ਨੇ? ਜੀ ਟਵਾਣਾ ਸਾਹਿਬ, ਸਵਾਲ ਤਾਂ ਇਹ ਹੈ ਸਭ ਤੋਂ ਵੱਡਾ ਕਿ ਦੇਖੋ ਕੱਲਾ ਤੁਸੀਂ ਸਬਰੀਮਾਲਾ ਦਾ ਮਸਲਾ ਉਠਾਓ, ਅੱਜ ਤੱਕ ਕਿੰਨੇ ਮਸਲੇ ਨੇ ਜਿਹੜੇ ਸੁਪਰੀਮ ਕੋਰਟ ਦੇ ਵਿੱਚੋਂ ਜਦੋਂ ਸਰਕਾਰ ਦੇ ਵਿਰੁੱਧ ਹੋਏ ਤੇ ਸਰਕਾਰ ਉਹਨਾਂ ਨੂੰ ਦੁਬਾਰਾ ਜਿਹੜਾ ਕੈਬਨਿਟ 'ਚ ਲੈ ਆਈ, ਫਿਰ ਪਾਰਲੀਮੈਂਟ 'ਚ ਆ ਕੇ ਉਹਨਾਂ ਨੇ ਉਹ ਪਾਸ ਕਰ ਦਿੱਤੇ ਤੇ ਸੁਪਰੀਮ ਕੋਰਟ ਨੂੰ ਸਾਈਡਲਾਈਨ ਕਰ ਦਿੱਤਾ। ਹੁਣ ਇਸ ਵੇਲੇ ਦੀ ਜਿਹੜੀ ਹਾਲਾਤ ਆ ਉਹ ਇਹ ਆ ਕਿ ਜੇਕਰ ਉਹਦੇ ਤੇ ਸਟੇਟਸ ਕੋ ਕਰ ਦਿੱਤਾ ਜਾਊਗਾ ਕਿ ਭਾਈ ਉਹਨੂੰ ਚਲੋ ਉਹ ਜਾਂ ਉਹਦੇ ਤੇ ਰੋਕ ਲਗਾ ਦੇਣਗੇ ਕਿ ਇਹਨੂੰ ਲਾਗੂ ਨਹੀਂ ਕਰਨਾ, ਉਹ ਲਾਗੂ ਨਹੀਂ ਕਰਨ ਦਾ ਕੀ ਮਤਲਬ ਆ? ਜੇ ਕਿ ਸੁਪਰੀਮ ਕੋਰਟ ਇਹਨਾਂ ਕਾਨੂੰਨਾਂ ਨੂੰ ਰੱਦ ਕਰਦੀ ਆ ਤੇ ਪਾਰਲੀਮੈਂਟ ਕੋਲੇ ਫੇਰ ਵੀ ਅਧਿਕਾਰ ਆ, ਉਹ ਫੇਰ ਵੀ ਇਹਨਾਂ ਨੂੰ ਲਾਗੂ ਕਰ ਸਕਦੀ ਆ। ਟਵਾਣਾ ਸਾਹਿਬ ਰੌਲਾ ਤੇ ਆ ਕਿ ਇਹਨਾਂ ਨੂੰ ਜੇ ਰੱਦ ਕਰਨਾ ਤਾਂ ਪਾਰਲੀਮੈਂਟ ਰੱਦ ਕਰੇ, ਜਿਹੜਾ ਮੇਨ ਆ। ਉਹ ਪਾਰਲੀਮੈਂਟ ਕੇਂਦਰ ਸਰਕਾਰ ਭੱਜਣਾ ਚਾਹੁੰਦੀ ਹੈ, ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸੁਪਰੀਮ ਕੋਰਟ ਬਣਾ ਰੱਦ ਕਰੇ ਤੇ ਸੁਪਰੀਮ ਕੋਰਟ ਵੀ ਰੱਦ ਨਹੀਂ ਕਰਨਾ ਚਾਹੁੰਦੀ ਤੇ ਸੁਪਰੀਮ ਕੋਰਟ ਕੇਵਲ ਤੇ ਕੇਵਲ ਇੱਕੋ ਹੀ ਗੱਲ ਚਾਹੁੰਦੀ ਹੈ ਕਿ ਇਹਨਾਂ ਦੇ ਉੱਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਜਾਵੇ ਤੇ ਕਿਸਾਨਾਂ ਨੂੰ ਕਹੀਏ ਕਿ ਤੁਸੀਂ ਉੱਠ ਕੇ ਘਰੋਂ ਘਰੀ ਚੱਲ ਜਾਓ। ਪਰ ਕਿਸਾਨ ਇਸ ਵੇਲੇ ਆਰ ਪਾਰ ਦੀ ਲੜਾਈ ਟਵਾਣਾ ਸਾਹਿਬ ਲੜਨ ਲਈ ਗਏ ਹੋਏ ਆ, ਕਿਸਾਨ ਉੱਥੋਂ ਵਾਪਸ ਨਹੀਂ ਆਉਣਗੇ। ਔਰ 26 ਤਰੀਕ ਜੇ ਕਿਸਾਨਾਂ ਤੇ ਭਾਰੀ ਆ ਤੇ ਭਾਰਤ ਸਰਕਾਰ ਤੇ ਵੀ ਬਹੁਤ ਵੱਡੀ ਭਾਰੀ ਆ। ਭਾਰਤ ਸਰਕਾਰ ਨੂੰ ਸੰਭਲਿਆ ਨਹੀਂ ਜਾਣਾ। ਜੇ ਉਹਨਾਂ ਨੇ ਕੋਈ ਗਲਤੀ ਕਰ ਲਈ ਭਾਰਤ ਸਰਕਾਰ ਨੇ ਉਹਨੂੰ ਭੁਗਤਣੀ ਪੈਣੀ ਆ। 1984 ਜਾਂ 2002 ਗੁਜਰਾਤ ਵਾਲਾ ਉਹ ਨਹੀਂ ਹੈ ਅੱਜ ਜਿਹੜਾ ਉਹ ਅੱਜ 2020 ਆ। ਇਹਨਾਂ 2021 ਆ। ਅੱਜ ਇਹਨਾਂ ਨੂੰ ਸੰਭਲਣਾ ਔਖਾ ਹੋ ਜਾਣਾ। ਇਹ ਮਤ ਸੋਚਣ ਕਿ ਅਸੀਂ ਉਹੋ ਜਿਹੀ ਕਾਰਵਾਈ ਕਰਕੇ ਅਸੀਂ ਬਚ ਜਾਵਾਂਗੇ, ਬਚਿਆ ਨਹੀਂ ਜਾਣਾ। ਜਿਹੜਾ ਜਨ ਸਲਾਬ ਏਡਾ ਉਮੜਿਆ ਵਾ ਉਹਨੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਹਾਸ਼ੀਏ ਤੇ ਲਿਆ ਕੇ ਟਵਾਣਾ ਸਾਹਿਬ ਜਿਹੜਾ ਉਹ ਖੜਾ ਕਰ ਦਿੱਤਾ ਵਾ। ਜੀ ਅੱਛਾ, ਇਹ ਜਿਹੜੇ ਬਹੁਤ ਸਾਰੇ ਮਾਮਲਿਆਂ 'ਚ ਸਥਿਤੀ ਜਿਉਂਦੀ ਤੋਂ ਜਿਹਨੂੰ ਤੁਹਾਡੀ ਭਾਸ਼ਾ 'ਚ ਅਦਾਲਤੀ ਭਾਸ਼ਾ 'ਚ ਸਟੇਟਸ ਕੋ ਕਹਿ ਦਿੱਤਾ ਜਾਂਦਾ ਕਿ ਐਜ਼ ਇਟ ਇਜ਼ ਇਹਨੂੰ ਹੋਲਡ 'ਤੇ ਪਾ ਲਿਓ। ਹੋਲਡ 'ਤੇ ਪਾਉਣ ਦਾ ਵਕੀਲ ਸਾਹਿਬ ਇਹ ਦੱਸੋ ਕਿ ਕੋਈ ਸਮਾਂ ਸੀਮਾ ਹੁੰਦੀ ਹੈ ਜਾਂ ਹੋਲਡ ਸਦੀਵੀ ਰਹਿ ਸਕਦਾ? ਕਿਉਂਕਿ ਜੇ ਇੱਕ ਵਾਰੀ ਅੰਦੋਲਨ ਖਿੰਡ ਗਿਆ ਮੁੜ ਕੇ ਪੰਜਾਬ ਦੇ ਵਿੱਚੋਂ ਤਾਂ ਅਜਿਹੀਆਂ ਬਹੁਤ ਸਾਰੀਆਂ ਧਿਰਾਂ ਨੇ, ਕੁਛ ਜਿਹੜੇ ਲੋਕ ਨੇ ਜਿਹੜੇ ਧਾਰਮਿਕ ਬਾਬੇ ਨੇ ਜਿਨ੍ਹਾਂ ਨੇ ਲੰਗਰ ਵੀ ਲਾਏ ਨੇ, ਜਾਂ ਜਿਹੜੀਆਂ ਕੁਛ ਧਿਰਾਂ ਮਾਫ਼ ਕਰਨਾ ਪੋਲੀਟੀਕਲ ਪਾਰਟੀਆਂ ਆ ਤਾਂ ਗਈਆਂ ਆਪਣੀ ਮਜਬੂਰੀ ਨੂੰ, ਕਿਉਂਕਿ ਕਿਸਾਨ ਅੰਦੋਲਨ ਸੀ, ਉਹਨਾਂ ਨੂੰ ਅਸਤੀਫੇ ਦੇਣੇ ਪਏ, ਉਹ ਆਉਣਾ ਉਹਨਾਂ ਦੀ ਮਜਬੂਰੀ ਬਣ ਗਈ। ਹੁਣ ਜੇ ਇੱਕ ਸਟੇਟਸ ਕੋ ਲਾ ਕੇ ਉੱਥੋਂ ਅੰਦੋਲਨ ਤੋਂ ਬਾਅਦ ਲੋਕ ਵਾਪਸ ਆ ਜਾਂਦੇ ਨੇ ਤਾਂ ਐਜ਼ ਇਟ ਇਜ਼ ਜਦੋਂ ਦੁਬਾਰਾ ਸਟੇਟਸ ਕੋ ਹੋਲਡ ਖਤਮ ਹੋ ਜਾਂਦਾ ਹੈ ਫਿਰ ਦੁਬਾਰਾ ਉਹਨਾਂ ਲੋਕਾਂ ਨੇ ਘੇਸਲ ਮਾਰ ਜਾਣੀਆਂ ਜਿਹੜੇ ਪੋਲੀਟੀਕਲ ਪਾਰਟੀਆਂ ਨਾਲ ਸੰਬੰਧਿਤ ਨੇ, ਕੇਂਦਰ ਦੀ ਭਾਈਵਾਲੀ ਜਾਂ ਡਰ ਦੇ ਡਰੋਂ ਕਿ ਆਪਾਂ ਯਾਰ ਛੱਡੋ ਪਰੇ ਹੁਣ ਨਾ ਜਾਈਏ। ਦੁਬਾਰਾ ਇੰਨਾ ਇਕੱਠ ਤਾਂ ਨਹੀਂ ਹੋਣਾ
ਕੀ ਸਟੇਟਸ ਕੋ ਤੋਂ ਬਾਅਦ ਮੇਰਾ ਖਿਆਲ ਹੈ ਕਿਸਾਨ ਤਾਂ ਇਹਨੂੰ ਹਰਗਿਜ਼ ਨਹੀਂ ਮੰਨਣਗੇ, ਜੋ ਮਰਜ਼ੀ ਕੂ ਕਰੀ ਜਾਵੇ ਸਿਸਟਮ, ਕਿਸਾਨ ਉੱਥੋਂ ਧਰਨੇ ਨਹੀਂ ਪੱਟਣਗੇ। ਇਹਦਾ ਕੀ ਪ੍ਰਭਾਵ ਦੇਖਿਆ ਜਾ ਸਕਦਾ ਸਟੇਟਸ ਕੋ ਦੇ ਅਸਰ ਦਾ? ਕੀ ਸਟੇਟਸ ਕੋ ਤੋਂ ਬਾਅਦ ਕਿਸਾਨਾਂ ਨੂੰ ਉੱਥੋਂ ਜਬਰੀ ਉਠਾਇਆ ਜਾ ਸਕਦਾ? ਜੀ ਟਿਵਾਣਾ ਸਾਹਿਬ, ਪਹਿਲੀ ਗੱਲ ਤਾਂ ਜਿਹੜਾ ਸਟੇਟਸ ਕੋ ਦਾ ਤੁਸੀਂ ਟਾਈਮ ਪੁੱਛਿਆ, ਇਹਦਾ ਕੋਈ ਟਾਈਮ ਨਹੀਂ ਹੁੰਦਾ। ਇਹਨੂੰ ਜਦੋਂ ਚਾਹੇ ਸਰਕਾਰ, ਕਿਉਂਕਿ ਹੁਣ ਆਪਾਂ ਨੂੰ ਪਤਾ ਕਿ ਭਾਰਤ ਸਰਕਾਰ ਨੇ ਕਾਨੂੰਨ ਨੂੰ ਕਿਸ ਤਰ੍ਹਾਂ ਵਰਤਿਆ ਤੇ ਕਾਨੂੰਨ ਕਿਸ ਤਰ੍ਹਾਂ ਵਿਕਿਆ ਭਾਰਤ ਸਰਕਾਰ ਦੇ ਸਾਹਮਣੇ, ਉਹ ਆਪਣੇ ਸਾਰਾ ਕੁਝ ਉਹਦੀ ਮੇਰਾ ਖਿਆਲ ਤਰਤੀਬ 'ਚ ਜਾਣ ਦੀ ਜ਼ਰੂਰਤ ਹੀ ਨਹੀਂ ਹੈ। ਰਹੀ ਗੱਲ ਤਾਂ ਹੁਣ ਸਟੇਟਸ ਕੋ, ਅੱਜ ਤੁਸੀਂ ਸਟੇਟਸ ਕੋ ਕਰ ਦਿੰਦੇ ਹੋ ਕਿ ਭਾਈ ਇਹਨਾਂ ਨੂੰ ਹੋਲਡ ਕਰ ਦਿੱਤਾ, ਜਿੱਦਣ ਦੁਬਾਰਾ ਚਾਹਣਗੇ ਉਦਣ ਇਹਨਾਂ ਨੂੰ ਦੁਬਾਰਾ ਉਹ ਸਟੇਟਸ ਕੋ ਖਤਮ ਕਰ ਦੇਣਗੇ, ਭਾਰਤ ਸਰਕਾਰ ਉਹਨੂੰ ਲਾਗੂ ਕਰ ਦੂ। ਹੁਣ ਗੱਲ ਤਾਂ ਟਿਵਾਣਾ ਸਾਹਿਬ, ਜਿਹੜਾ ਪ੍ਰੈਸ਼ਰ ਅੱਜ ਬਣਿਆ ਹੋਇਆ ਇਹ ਕਿਸਾਨਾਂ ਨੂੰ ਵੀ ਪਤਾ, ਜੇ ਅਸੀਂ ਇੱਕ ਵਾਰ ਉੱਠ ਗਏ ਪ੍ਰੈਸ਼ਰ ਦੁਬਾਰਾ ਨਹੀਂ ਬਣਨਾ। ਔਰ ਰਹੀ ਗੱਲ, ਕਿਸਾਨਾਂ ਨੂੰ ਜਬਰੀ ਨਹੀਂ ਉਠਾਇਆ ਜਾਣਾ। ਕਿਸਾਨਾਂ ਨੂੰ ਜੇ ਇਸ ਵੇਲੇ ਇਹ ਭਾਰਤ ਸਰਕਾਰ ਕੋਲੇ ਆਖਰੀ ਹੱਥ ਕੰਡਾ ਸੀ ਜਿਹੜਾ ਉਹਨੇ ਅਪਣਾ ਲਿਆ, ਇਹ ਆਪਾਂ ਨੂੰ ਪਹਿਲੇ ਦਿਨ ਤੋਂ ਦੇਖਦਾ ਸੀ ਕਿ ਕੋਰਟ ਦਾ ਸਹਾਰਾ ਲੈਣਗੇ। ਇਸੇ ਕਰਕੇ ਕਿਸਾਨ ਇਹਦੇ ਵਿੱਚ ਪਾਰਟੀ ਨਹੀਂ ਸੀ ਬਣੇ। ਜੇ ਇੱਕ ਕਿਸਾਨ ਯੂਨੀਅਨ ਨੇ ਜਾ ਕੇ ਪਾਰਟੀ ਆਪਣਾ ਅਪੀਲ ਪਾਉਣ ਲੱਗੇ ਸੀ ਇਹਨਾਂ ਕਾਨੂੰਨਾਂ ਦੇ ਵਿਰੁੱਧ, ਤੇ ਉਹਨੂੰ ਉਹਨਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀਗਾ। ਔਰ ਉਹਨੇ ਕਿੱਦਾਂ ਮਾਫੀਆ ਮੰਗ ਕੇ ਦੁਬਾਰਾ ਵਿੱਚ ਸ਼ਾਮਲ ਹੋਏ ਆ ਕੇ, ਔਰ ਉਹ ਪਟੀਸ਼ਨ ਜਿਹੜੀ ਸੀ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਵਾਪਸ ਲੈਣੀ ਪਈ ਸੀ। ਹੁਣ ਵੀ ਟਿਵਾਣਾ ਸਾਹਿਬ, ਅੱਜ ਤੱਕ ਜਿਹੜੀਆਂ ਇਹ ਪਾਰਟੀਆਂ ਇਸ ਵੇਲੇ ਯੂਨੀਅਨਾਂ ਜਿਹੜੇ ਸੰਘਰਸ਼ ਕਰ ਰਹੀਆਂ, ਉਹਨਾਂ 'ਚ ਕੋਈ ਵੀ ਯੂਨੀਅਨ ਜਿਹੜੀ ਆ ਉਹ ਇਹਦੇ 'ਚ ਪਾਰਟੀ ਨਹੀਂ ਬਣੀ। ਜਿਹੜੀਆਂ ਜੋ ਪਾਰਟੀ ਬਣੀਆਂ ਹੋਈਆਂ ਨੇ ਉਹ ਸਰਕਾਰੀ ਧਿਰ ਦੀਆਂ ਯੂਨੀਅਨ ਨੇ ਜਿਹੜੀਆਂ ਇਹਦੇ ਵਿੱਚ ਪਾਰਟੀ ਬਣੀਆਂ, ਤੇ ਸਰਕਾਰੀ ਧਿਰ ਦੀ ਤਾਂ ਕਿਸੇ ਨੇ ਸੁਣਨੀ ਨਹੀਂ ਹੈ। ਇੱਥੋਂ ਤੱਕ VM ਸਿੰਘ ਵਰਗੇ ਦੀ ਨਹੀਂ ਬਣੀ, ਜਿਹੜਾ ਬਰਾੜੀ ਦੇ ਮੈਦਾਨ ਦੇ ਵਿੱਚ ਬੈਠਾ, ਉਹਦੀ ਨਹੀਂ ਕਿਸੇ ਨੇ ਸੁਣੀ ਹੁਣ ਤੱਕ। ਇਸ ਕਰਕੇ ਟਿਵਾਣਾ ਸਾਹਿਬ, ਜੋ ਮਰਜ਼ੀ ਕਹਿਣ, ਜੋ ਮਰਜ਼ੀ ਹੋ ਜਾਏ, ਇਹ ਆਖਰੀ ਹਥਿਆਰ ਆ। ਪਰ ਕੀ ਚੀਫ ਜਸਟਿਸ ਜਿਹੜਾ ਉਹ ਇਹ ਆਰਡਰ ਦੇ ਦੂਗਾ ਕਿ ਇੱਥੇ ਬੈਠੇ ਕਿਸਾਨਾਂ ਦੇ ਉੱਤੇ ਗੋਲੀ ਚਲਾ ਦਿਓ, ਤੁਸੀਂ ਇਹਨਾਂ ਨੂੰ ਠਾਲ ਦਿਓ, ਕੀ ਇਹਨਾਂ ਤੇ ਲਾਠੀ ਚਾਰਜ ਕਰ ਦਿਓ? ਉਹ ਤਾਂ ਮਰਨ ਲਈ ਤਿਆਰ ਬੈਠੇ ਆ। ਉਹ ਕਹਿੰਦੇ ਅਸੀਂ ਕਿਸੇ ਤੇ ਇੱਟ ਵੱਟਾ ਨਹੀਂ ਮਾਰਨਾ, ਪਰ ਅਸੀਂ ਮਰਨ ਦੇ ਲਈ ਤਿਆਰ ਬੈਠੇ ਆ। ਜਿੱਤਾਂਗੇ ਜਾਂ ਮਰਾਂਗੇ, ਦੋਵਾਂ 'ਚ ਇੱਕ ਕਰਾਂਗੇ। ਪਰ ਜੇ ਉਹਨਾਂ ਨੂੰ ਮਾਰ ਦਿਓ ਤਾਂ ਤੁਸੀਂ ਐਡੀ ਲੰਬੀ ਲਾਈਨ ਕਿੱਥੋਂ ਲਾ ਲਓਗੇ? ਫਿਰ ਟਿਵਾਣਾ ਸਾਹਿਬ ਐਡਾ ਸੌਖਾ ਥੋੜ੍ਹੀ ਆ। ਹਾਂ, ਜਦੋਂ ਭਾਰਤ ਸਰਕਾਰ ਨੂੰ ਇਹ ਸਾਰਾ ਕੁਝ ਸਾਂਭਣਾ ਚਾਹੀਦਾ ਸੀ, ਉਸ ਵੇਲੇ ਭਾਰਤ ਸਰਕਾਰ ਨੇ ਨਹੀਂ ਸਾਂਭਿਆ। ਭਾਰਤ ਸਰਕਾਰ ਦੀਆਂ ਨਲਾਇਕੀਆਂ ਸੀਗੀਆਂ, ਉਹਦੀਆਂ ਬੇਵਕੂਫੀਆਂ ਕਰਕੇ ਸਾਰਾ ਕੁਝ ਇੱਥੋਂ ਤੱਕ ਪਹੁੰਚਿਆ। ਤੇ ਹੁਣ ਭਾਰਤ ਸਰਕਾਰ ਦੇ ਹੱਥੋਂ ਨਿਕਲ ਗਿਆ। ਜੇ ਭਾਰਤ ਸਰਕਾਰ ਨੇ ਆਪਣੀ ਚਮੜੀ ਬਚਾਉਣੀ ਆ, ਆਉਣ ਵਾਲੀ ਚੋਣ ਦੁਬਾਰਾ ਜਿੱਤਣ ਲਈ ਕੋਸ਼ਿਸ਼ ਕਰਨੀ ਹੈ, ਤਾਂ ਉਸ ਲਈ ਇੱਕੋ ਇੱਕ ਰਸਤਾ, ਚੁੱਪ ਕਰਕੇ ਕਾਨੂੰਨ ਜਿਹੜੇ ਆ ਇਹਨਾਂ ਨੂੰ ਰੱਦ ਕਰੇ ਤੇ ਕਿਸਾਨਾਂ ਨਾਲ ਬੈਠੇ, ਜਿਹੜੀ ਪ੍ਰੋਕਿਉਰਮੈਂਟ ਦਾ ਤੇ MSP ਦਾ ਉਹਦੇ ਤੇ ਕਾਨੂੰਨ ਬਣਾ ਦੇਵੇ, ਸਾਰੀ ਖਰੀਦ ਆਪ ਕਰੇ, ਤੇ ਜਿਹੜੀਆਂ ਪ੍ਰਾਈਵੇਟ ਫਰਮਾਂ ਨੇ ਉਹਨਾਂ ਨੂੰ ਅੱਗੇ ਉਹ ਸਾਰਾ ਕੁਝ ਦੇ ਦੇਵੇ। ਕਿੱਡੀ ਕੁ ਵੱਡੀ ਗੱਲ ਆ। ਔਰ ਨਾਲ ਦੀ ਨਾਲ ਉਹਨਾਂ ਨੂੰ ਆਪਣੇ ਕੋਲੋਂ ਕੁਝ ਖਰਚਣ ਦੀ ਵੀ ਜ਼ਰੂਰਤ ਨਹੀਂ ਹੈ। ਨਾਲ ਦੀ ਨਾਲ ਪ੍ਰਾਈਵੇਟ ਫਰਮਾਂ ਤੋਂ ਸਾਰਾ ਦਾ ਸਾਰਾ ਕੁਝ ਜਿਹੜੀ ਉਹ ਪੇਮੈਂਟ ਆਈ ਜਾਣੀ, ਉਹ ਅੱਗੇ ਕਿਸਾਨਾਂ ਮਰੀ ਜਾਣੀ ਆ। ਰੌਲਾ ਹੀ ਕੋਈ ਨਹੀਂ। ਟਿਵਾਣਾ ਸਾਹਿਬ, ਕਿਤੇ ਨਾ ਕਿਤੇ ਭਾਰਤ ਸਰਕਾਰ ਦੀ ਨੀਅਤ ਬਣੀ, ਤਾਂ ਉਹਨਾਂ ਨੇ ਪੰਗਾ ਤਾਂ ਲੈ ਲਿਆ, ਪਰ ਹੁਣ ਇਸ ਵੇਲੇ ਉਹਨਾਂ ਤੋਂ ਸੰਭਲਿਆ ਨਹੀਂ ਜਾ ਰਿਹਾ। ਇਸੇ ਕਰਕੇ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਉਹਨਾਂ ਨੇ ਜਿਹੜੀ ਆ ਇਹ ਗੇਮ ਚਲਾਈ ਆ। ਜੀ, ਪਰ ਇਸ ਮਾਮਲੇ 'ਚ ਸੁਰਿੰਦਰ ਸਿੰਘ ਜੀ, ਇਹ ਦੱਸੋ ਕਿ ਜਿਹੜਾ RM ਲੋਢਾ ਜਸਟਿਸ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਉਣ ਦਾ ਜਿਹੜਾ ਸੁਝਾਅ ਸੀਗਾ, ਇਹਦੇ ਬਾਰੇ ਕੱਲ੍ਹ ਨੂੰ ਫੈਸਲਾ ਆ ਸਕਦਾ। ਕੱਲ੍ਹ ਜੇ ਕਮੇਟੀ ਬਣਾ ਦਿੰਦੇ ਆ ਤੇ ਫਿਰ ਇਹ ਕਮੇਟੀ ਵੀ 2-4 ਦਿਨ ਲਏਗੀ, ਜਾਂ ਕਮੇਟੀ ਤੁਰਤ ਫੈਸਲਾ ਸੁਣਾ ਦੇਗੀ ਕਿ ਕੀ ਕਰਨਾ ਚਾਹੀਦਾ ਜਾਂ ਨਹੀਂ? ਕੱਲ੍ਹ ਤਾਂ ਕੋਈ ਫਾਈਨਲ ਡਿਸੀਜ਼ਨ ਲੱਗਦਾ ਨਹੀਂ, ਕਿਉਂਕਿ MR ਲੋਢਾ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਉਣ ਦਾ ਅੱਜ ਸੁਝਾਅ ਦਿੱਤਾ। ਕੱਲ੍ਹ ਇਹ ਸੁਝਾਅ ਫਾਈਨਲ ਹੋ ਸਕਦਾ ਜਾਂ ਫੈਸਲਾ ਫਾਈਨਲ ਹੋ ਸਕਦਾ। ਆਖਰੀ ਐਕਸ਼ਨ ਤਾਂ ਮੇਰੇ ਖਿਆਲ ਹੈ ਜਿਹੜੀ ਚੀਫ ਜਸਟਿਸ ਦੇ ਇਸ ਬੈਂਚ ਨੇ ਕਮੇਟੀ ਬਣਾਉਣੀ ਹੈ, ਕਮੇਟੀ ਕੋਈ ਡਿਸੀਜ਼ਨ ਲਏਗੀ ਜਾਂ ਚੀਫ ਜਸਟਿਸ ਹੀ ਆਖਰੀ ਡਿਸੀਜ਼ਨ ਲੈਣਗੇ ਜਾਂ ਕਮੇਟੀ ਡਿਸੀਜ਼ਨ ਲਏਗੀ? ਜੀ ਟਿਵਾਣਾ ਸਾਹਿਬ, ਅਜੇ ਤੱਕ ਕੁਝ ਪਤਾ ਨਹੀਂ, ਕਿਉਂਕਿ ਟਿੱਪਣੀਆਂ ਕਰ ਦਿੱਤੀਆਂ, ਟਿੱਪਣੀਆਂ ਹੁੰਦੀਆਂ ਨੇ, ਲੇਕਿਨ ਜਿਹੜਾ ਆਖਰੀ ਫੈਸਲਾ ਆਉਂਦਾ, ਫੈਸਲਾ ਕੀ ਲਿਖਿਆ ਹੁੰਦਾ, ਜਿਹੜੀ ਜੱਜਮੈਂਟ ਆ ਉਹ ਕੀ ਆ, ਉਹਦੇ ਤੇ ਆਉਂਦਾ ਵਾ। ਠੀਕ ਹੈ ਨਾ? ਆਰਡਰ ਦੀ ਕਾਪੀ ਕੀ ਆਉਂਦੀ ਆ, ਉਹ ਸਾਰੇ ਨੂੰ ਦੇਖਣਾ ਪੈਂਦਾ ਵਾ। ਠੀਕ ਹੈ, ਉਹ ਜਦੋਂ ਆਏਗੀ ਉਦੋਂ ਦੇਖਿਆ ਜਾਊਗਾ। ਜਿੱਥੋਂ ਤੱਕ ਸਵਾਲ ਆ ਕਿ ਚੀਫ ਜਸਟਿਸ ਦਾ, ਜਿਹੜੀ ਚੀਫ ਜਸਟਿਸ ਦੀ ਅਗਵਾਈ 'ਚ ਕਮੇਟੀ ਆ, ਆਪਣਾ ਬੈਂਚ ਬੈਠਾ, ਉਹ ਕੀ ਫੈਸਲਾ ਦਿੰਦਾ, ਉਹ ਜਿਹੜਾ ਫੈਸਲਾ ਦੇਗਾ ਉਹਨੂੰ ਤਾਂ ਕਿਸਾਨਾਂ ਨੇ ਮੰਨਣਾ ਨਹੀਂ। ਇਹੀ ਗੱਲ ਕਮੇਟੀ ਦੀ, ਜਿਹੜੀ ਉਹ ਕਮੇਟੀ ਬਣੇਗੀ, ਉਸ ਕਮੇਟੀ ਨੂੰ ਵੀ ਕਿਸਾਨਾਂ ਨਹੀਂ ਮੰਨਣਾ। ਕਿਸਾਨ ਕਹਿੰਦੇ ਆ ਸਾਡਾ ਤਾਂ ਸਿਰਫ ਇੱਕ ਆ ਕਿ ਸੰਸਦ ਵਿੱਚ ਇਹ ਬਿੱਲ ਪਾਸ ਹੋਏ ਨੇ, ਸੰਸਦ ਇਹਨੂੰ ਰੱਦ ਕਰੇ, ਅਸੀਂ ਹੋਰ ਕਿਤੇ ਨਹੀਂ ਜਾਣਾ। ਉਹ ਕਹਿੰਦੇ ਅਸੀਂ ਕਾਨੂੰਨ ਦੇ ਦਾਇਰੇ 'ਚ ਨਹੀਂ ਜਾ ਕਹਿੰਦੇ। ਉਹ ਇੱਥੋਂ ਤੱਕ ਬਲਵੀਰ ਸਿੰਘ ਰਾਜੇਵਾਲ ਨੇ ਸਿੱਧਾ ਕਿਹਾ, ਉਹ ਕਹਿੰਦੇ ਵੀ
ਕਿੰਨੇ ਅਸੀਂ ਤੁਹਾਨੂੰ ਫੈਸਲੇ ਦੇ ਦਿੰਨੇ ਆ ਜਿਹੜੇ ਸੁਪਰੀਮ ਕੋਰਟ ਦੇ ਆਰਡਰ ਆਏ ਆ, ਤੁਸੀਂ ਅੱਜ ਤੱਕ ਇੰਪਲੀਮੈਂਟ ਨਹੀਂ ਕੀਤੇ। ਤੁਸੀਂ ਕਿੱਥੇ ਫਿਰਦੇ ਹੋ? ਇਸ ਕਰਕੇ ਟਵਾਣਾ ਸਾਹਿਬ ਇਹ ਤਾਂ ਕੇਵਲ ਤੇ ਕੇਵਲ ਕੇਂਦਰ ਸਰਕਾਰ ਜਿਹੜੀ ਆ ਉਹਦੀ ਮਿਲੀ ਭੁਗਤਾ। ਮੈਂ ਸ਼ੁਰੂ 'ਚ ਕੀਤਾ ਬੱਕਰੇ ਨੂੰ ਵਿਚਾਰੇ ਨੂੰ ਨਵਾਇਆ ਜਾਂਦਾ, ਬੱਕਰੇ ਨੂੰ ਇਹ ਥੋੜੀ ਪਤਾ ਹੁੰਦਾ ਕਿ ਮੈਨੂੰ ਵੱਢਣ ਲਈ ਨਵਾਇਆ ਜਾ ਰਿਹਾ। ਮੁਰਗੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਨੂੰ ਦਾਣਾ ਕਿਉਂ ਪਾ ਰਿਹਾ, ਕਿ ਥੋੜੀ ਦੇਰ ਤੱਕ ਮੇਰੀ ਗਰਦਨ ਅਲੱਗ ਕਰ ਦੇਣੀ। ਇਹ ਸਾਰਾ ਕੁਝ ਕਿਸਾਨਾਂ ਨੂੰ ਇਸ ਟਰੈਕ ਤੋਂ ਲਾਉਣ ਦੇ ਲਈ ਸਾਰਾ ਕੁਝ ਚੱਲ ਰਿਹਾ, ਚਾਹੇ ਉਹ ਸਰਕਾਰੀ ਏਜੰਸੀਆਂ ਦੇ ਥਰੂ ਹੋਵੇ, ਚਾਹੇ ਉਹਦੇ ਵਿੱਚ ਆਪਣੇ ਬੰਦੇ ਵਾੜ ਕੇ ਹੋਵੇ, ਤੇ ਚਾਹੇ ਉਹਨੂੰ ਕੋਰਟ ਦੇ ਥਰੂ ਹੋਵੇ। ਸਾਰੇ ਹੱਥ ਕੰਡੇ ਉਹਨਾਂ ਨੇ ਅਪਣਾਏ ਆ। ਇਹ ਲਾਸਟ ਹੱਥ ਕੰਡਾ ਸੀ। ਇਹਦੇ ਬਾਅਦ ਉਹਨਾਂ ਦੇ ਹੱਥ ਜਿਹੜੇ ਉਹ ਖੜੇ ਹੋ ਜਾਣੇ ਆ ਕੇਂਦਰ ਸਰਕਾਰ ਦੇ। ਕੇਂਦਰ ਸਰਕਾਰ ਦੀ ਤਾਂ ਟਵਾਣਾ ਸਾਹਿਬ ਅੱਜ ਦੇ ਦਿਨ 'ਚ ਉਸ ਦੀਵੇ ਵਾਲੀ ਹਾਲਤ ਬਣੀ ਹੋਈ ਆ, ਜਿਹੜਾ ਬੁਝਣ ਲੱਗਾ ਨਾ ਵੱਡੇ ਵੱਡੇ ਭੁਆਕੇ ਛੱਡਦਾ ਤੇ ਉੱਚੀ ਉੱਚੀ ਲਪਟਾਂ ਨਿਕਲਦੀਆਂ, ਲੱਗਦਾ ਕਿ ਪਤਾ ਨਹੀਂ ਇਹਨੇ ਕਿੰਨੀ ਕੁ ਦੇਰ ਬਲਣਾ। ਪਰ ਜਿਹੜੇ ਜਾਣਨ ਵਾਲੇ ਉਹਨਾਂ ਨੂੰ ਪਤਾ ਹੋਣਾ ਕਿ ਇਹ ਦੀਵਾ ਜਿਹੜਾ ਇਹ ਬੁਝਣ ਦੇ ਕਿਨਾਰੇ ਤੇ ਹੈ। ਇਸ ਭਾਰਤ ਸਰਕਾਰ ਦਾ ਦੀਵਾ ਜਿਹੜਾ ਉਹ ਬੁਝਣ ਦੇ ਕਿਨਾਰੇ ਤੇ ਪਿਆ ਵਾ, ਲੇਕਿਨ ਲਪਟਾਂ ਵੱਡੀਆਂ ਜ਼ਰੂਰ ਨਿਕਲ ਰਹੀਆਂ। ਜਦੋਂ ਡਿੱਗੇ ਇੱਕਦਮ ਡਿੱਗਣਗੇ ਔਰ ਸਾਰੇ ਦੇ ਸਾਰੇ ਕਾਨੂੰਨ ਜਿਹੜੇ ਉਹ ਰੱਦ ਕਰਕੇ ਹੀ ਉਹਦਾ ਖਹਿੜਾ ਜਿਹੜਾ ਉਹ ਛੁੱਟਣਾ ਵਾ। ਜੀ, ਥੋੜ੍ਹਾ ਜਿਹਾ ਹੁਣ ਕੇਂਦਰ ਸਰਕਾਰ ਦੇ ਇਸ ਸੀਨ ਸਿਨੈਰੀਓ ਨੂੰ ਤੁਸੀਂ ਐਡਵੋਕੇਟ ਸਾਹਿਬ ਸਾਂਝਾ ਕੀਤਾ। ਇਸ ਦੌਰਾਨ ਇਹ ਦੱਸੋ ਸੁਰਿੰਦਰ ਸਿੰਘ ਜੀ, ਜਿਹੜਾ ਹੁਣ ਉਹ ਕਹਿੰਦੇ ਆ ਨਾ ਕਿ ਅੱਖ ਨਾਲ ਗੱਲ ਕਰ ਗਈ ਪੱਲਾ ਮਾਰ ਕੇ ਬੁਝਾ ਗਈ ਦੀਵਾ। ਪੰਜਾਬ ਦੇ ਸਿਆਸਤਦਾਨੀਆਂ ਇੱਦਾਂ ਹੀ ਕਰਦੀਆਂ ਨੇ, ਪੱਲਾ ਮਾਰ ਕੇ ਕਈਆਂ ਦਾ ਦੀਵਾ ਬੁਝਾਉਂਦੀਆਂ ਨੇ, ਅੱਖਾਂ ਨਾਲ ਗੱਲਾਂ ਕਰਦੀਆਂ ਨੇ। ਇਸ ਦੌਰਾਨ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਦੂਸਰੇ 'ਤੇ ਦੋਸ਼ ਪ੍ਰਤੀ ਦੋਸ਼ ਜਿਹੜੇ ਨੇ ਲੱਗੀ ਜਾ ਰਹੇ ਨੇ, ਅਤੇ ਪੰਜਾਬ ਦੀ ਸਿਆਸਤ ਵਿੱਚ ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਅੰਦੋਲਨ ਦੇ ਵਿੱਚ ਆਪਣਾ ਉੱਲੂ ਸਿੱਧਾ ਕਰਨ ਦੇ ਫਿਰਾਕ ਦੇ ਵਿੱਚ ਨੇ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈ। ਸੈਂਟਰ ਪੋਲੀਟਿਕਸ ਅਜੇ ਇਸ ਮਾਮਲੇ 'ਚ ਸੁਸਤ ਹੈ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਸੈਂਟਰ ਪੋਲੀਟਿਕਸ ਦੇ ਵਿੱਚ ਕੋਈ ਹਿਲਜੁਲ ਬਹੁਤੀ ਨਹੀਂ ਹੈ। ਸਾਰੇ ਆਪਣਾ ਪਨਾ ਵਜਾਉਂਦੇ ਆ। ਮੋਦੀ ਸਾਹਿਬ ਦੀਆਂ ਏਜੰਸੀਆਂ ਤੋਂ ਡਰਦੇ, ਭਾਵੇਂ ਉਹ ਬਹੁਜਨ ਸਮਾਜ ਪਾਰਟੀ ਆ, ਯਾਦਵ ਹੋਰੀ ਨੇ ਜਾਂ ਬਿਹਾਰ ਵਾਲੇ ਨੇ। ਹਾਲਾਂਕਿ ਬਿਹਾਰ ਵਾਲਿਆਂ ਨੇ ਤਾਂ ਕਹਿ ਦਿੱਤਾ ਜਨਤਾ ਦਲ ਯੂਨਾਈਟਿਡ ਨੇ ਕਿ ਅਸੀਂ ਇੱਕ ਰਵਾਂਗੇ, ਪਰ ਆਪਣੇ ਇੱਧਰ ਹਿਲਜੁਲ ਬਹੁਤ ਹੈ। ਹਰਿਆਣੇ 'ਚ ਹਿਲਜੁਲ ਬਹੁਤ ਹੈ। ਚੁਟਾਲਿਆਂ ਦੀ ਪਾਰਟੀ 'ਤੇ ਦੂਹਰਾ ਪ੍ਰੈਸ਼ਰ ਹੈ। ਇੱਕ ਤਾਂ ਸਾਂਝਾਂ ਬਾਦਲ ਸਾਹਿਬ ਨਾਲ ਵੀ ਨੇ ਪਰਿਵਾਰ ਦੀਆਂ, ਦੂਸਰੀਆਂ ਜਿਹੜੀਆਂ ਸਾਂਝਾਂ ਨੇ ਬੀਜੇਪੀ ਨਾਲ ਨਵੀਆਂ ਦੁਸ਼ਯੰਤ ਹੋਰਾਂ ਦੀਆਂ ਬਣੀਆਂ ਸੀ, ਉਹ ਦਾਅ 'ਤੇ ਲੱਗ ਗਈਆਂ ਕਿਉਂਕਿ ਖਾਪ ਵਾਲੇ ਤਾਊ ਪੈ ਨਿਕਲੇ ਦੁਸ਼ਯੰਤ ਹੋਰਾਂ ਨੂੰ ਵੀ। ਹਰਿਆਣਾ 'ਚ ਖੱਟੜ ਸਰਕਾਰ ਨੂੰ ਖਮਿਆਜਾ ਬਹੁਤ ਭੁਗਤਣਾ ਪੈ ਸਕਦਾ, ਕਿਉਂਕਿ ਜਾਟ ਅੰਦੋਲਨ ਦੀਆਂ ਵੀ ਕਿੜਾਂ ਅਜੇ ਵੀ ਉਹਨਾਂ ਦੇ ਮਨ 'ਚ ਨੇ ਕਿ ਕਿਸ ਤਰ੍ਹਾਂ ਇਹ ਜਿਹੜੇ ਖੱਟੜ ਸਰਕਾਰ ਇੱਕ ਤਰਫਾ ਦੂਜੀ ਧਿਰ ਵੱਲ ਭੁਗਤੀ ਸੀ। ਹਰਿਆਣੇ ਦੀ ਸਥਿਤੀ ਤੇ ਪੰਜਾਬ ਦੀ ਸਥਿਤੀ ਕੀ ਕਹਿੰਦੀ ਹੈ ਇਸ ਅੰਦੋਲਨ ਦੇ ਵਿੱਚੋਂ? ਜੀ ਟਵਾਣਾ ਸਾਹਿਬ, ਉਹ ਵੱਖਰੀ ਗੱਲ ਆ ਕਿ ਪੰਜਾਬ 'ਚ ਕਾਂਗਰਸ ਦੀ ਨਹੀਂ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ, ਤੇ ਹਰਿਆਣੇ 'ਚ ਬੀਜੇਪੀ ਤੇ ਜੇਜੇਪੀ ਦੀ ਸਾਂਝੀ ਸਰਕਾਰ ਆ। ਪਰ ਦੋਨੋਂ ਸਰਕਾਰਾਂ ਨੂੰ ਤੇ ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਦੋਨਾਂ ਸਟੇਟਾਂ ਦੀਆਂ ਨੂੰ, ਉਹਨਾਂ ਨੂੰ ਇਸ ਕਿਸਾਨ ਅੰਦੋਲਨ ਨੇ ਹਾਸ਼ੀਏ ਤੇ ਲਿਆ ਕੇ ਖੜਾ ਕਰ ਦਿੱਤਾ। ਸਾਰੇ ਦਿਸ਼ਾਹੀਣ ਹੋ ਗਏ ਨੇ। ਕਿਸੇ ਨੂੰ ਵੀ ਆਪਣਾ ਰਸਤਾ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ। ਇਸ ਕਰਕੇ ਜੋ ਊਲ ਜਲੂਲ ਬੋਲਿਆ ਆ ਸਕਦਾ, ਉਹ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਦੇ ਵਿਰੁੱਧ ਜਿਹੜੀਆਂ ਟਵਾਣਾ ਸਾਹਿਬ ਉਹ ਬੋਲ ਰਹੀਆਂ ਨੇ। ਠੀਕ ਹੈ, ਚਾਹੇ ਉਹ ਤੁਸੀਂ ਪੰਜਾਬ ਦੀਆਂ ਪਾਰਟੀਆਂ ਤਿੰਨ ਦੀ ਗੱਲ ਕੀਤੀ, ਮੈਂ ਕਿਹਾ ਤਿੰਨ ਦੀ ਛੱਡਿਆ, ਚਾਹੇ ਚੌਥੀ ਵੀ ਕਰੋ। ਚੌਥੀ ਜਿਹਦੀ ਕੇਂਦਰ ਤੇ ਸਰਕਾਰ ਆ, ਉਹ ਕੀ ਊਲ ਜਲੂਲ ਬੋਲ ਰਹੇ ਨੇ, ਉਹਨਾਂ ਦੀ ਹਾਲਤ ਕੀ ਬਣੀ ਪਈ ਆ। ਉਹਨਾਂ ਦਾ ਸਮਾਜਿਕ ਬਾਈਕਾਟ ਦਾ ਐਲਾਨ ਕਿਸਾਨਾਂ ਨੇ ਕਰ ਦਿੱਤਾ। ਜਦੋਂ ਸਮਾਜਿਕ ਬਾਈਕਾਟ ਦਾ ਐਲਾਨ ਹੋਇਆ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਸਾਡੇ ਨਾਲ ਕੀ ਵਾਪਰ ਕੀ ਰਿਹਾ। ਇਸ ਕਰਕੇ ਟਵਾਣਾ ਸਾਹਿਬ, ਪੰਜਾਬ ਦੀਆਂ ਤਾਂ ਜਿੰਨੀਆਂ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਸਾਰੀਆਂ ਦਿਸ਼ਾਹੀਣ ਹੋ ਚੁੱਕੀਆਂ ਨੇ। ਕਿਸੇ ਦੇ ਪੱਲੇ ਕੁਛ ਨਹੀਂ। ਕਿਸਾਨ ਜਿਹੜਾ ਥੋੜਾ ਬਹੁਤਾ ਬਚਿਆ ਸੀ ਜਾਂ ਇੱਥੇ ਪੰਜਾਬ ਦੇ ਵਿੱਚ ਰਹਿੰਦਾ ਸੀ, ਉਹ 22, 23 ਤੇ 24 ਤਰੀਕ ਨੂੰ ਇੱਥੋਂ ਚਾਲੇ ਪਾ ਜਾਣੇ ਆ। ਇਹਨਾਂ ਦੇ ਤਾਂ ਪੱਲੇ ਹੀ ਇੱਥੇ ਕਿਸੇ ਪਾਰਟੀ ਦੇ ਕੱਖ ਨਹੀਂ ਹੈ। ਔਰ ਇਹ ਵੱਖਰੀ ਗੱਲ ਆ ਕਿ ਕੋਈ ਆ ਕੇ ਕਹਿ ਦਿੰਦਾ ਕਿ ਜਿਹੜੇ 50 ਕਿਸਾਨ ਹੈ ਇਹਦੇ ਜੋ 40 ਸਾਡੀ ਪਾਰਟੀ ਦੇ, ਉਹਨੂੰ ਇਹ ਪਤਾ ਹੀ ਨਹੀਂ ਜੇ ਤੁਹਾਡੇ 40 ਜਿਹੜੇ ਸੀ ਉਹ ਤੁਹਾਡੀ ਪਾਰਟੀ ਨਾਲ ਸੰਬੰਧਿਤ ਸੀ। ਭਲੇ ਮਾਨਸੋ, ਤੁਸੀਂ ਕਿੰਨਿਆਂ ਦੇ ਸੰਸਕਾਰ ਤੇ ਗਏ ਆ, ਕਿੰਨਿਆਂ ਦੇ ਭੋਗ ਤੇ ਗਏ, ਉਹ ਤਾਂ ਦੱਸ ਦਿਓ। ਤੁਹਾਨੂੰ ਤਾਂ ਦੋ ਦੇ ਭੋਗ ਤੇ ਨਹੀਂ ਅਗਲਿਆਂ ਨੇ ਟਪਕਣ ਦਿੱਤਾ, ਉੱਥੋਂ ਤੁਹਾਨੂੰ ਨਾਰੇ ਮਾਰ ਕੇ ਅਗਲੇ ਨੇ ਭਜਾ ਤੇ ਵੀ ਬਾਹਰ ਨਿਕਲੋ। ਇਸ ਕਰਕੇ ਟਵਾਣਾ ਸਾਹਿਬ, ਕਿਸੇ ਦੇ ਪੱਲੇ ਕੁਛ ਨਹੀਂ ਹੈ। ਸਾਰੇ ਦੇ ਸਾਰੇ ਦਿਸ਼ਾਹੀਣ ਨੇ। ਰਹੀ ਗੱਲ ਹਰਿਆਣੇ ਦੀ, ਹਰਿਆਣੇ ਦੇ ਵਿੱਚ ਜੇ ਕੱਲ ਨੂੰ ਉੱਠ ਸਕੀ ਤੇ ਉੱਥੇ ਕਾਂਗਰਸ ਉੱਠ ਸਕੇਗੀ। ਨੈਲੋ ਜਿਹੜੀ ਆ ਉਹਦੇ ਕੋਲ ਇੱਕ ਸੀ, ਉਹਦਾ ਜਿਹੜਾ ਸੂਬਾ ਪ੍ਰਧਾਨ ਸੀ ਉਹਦੇ ਇਕੱਲੇ ਦੇ ਕੋਲ ਇੱਕ MLA ਸੀਗਾ, ਉਹ ਵੀ ਉਹਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ।
रही गल जेजेपी की, जेजेपी बीजेपी नाल रल के हाशिए ते चल गई। जे जेजेपी ने बचना तो उन्होंने तुरंत जिहड़ा वो बीजेपी तो सपोर्ट वापस लैनी पैगी ते हरियाणे च प्रेजिडेंट रूल आ जाना और उन्होंने दे पल्ले कुछ नहीं। हाँ कांग्रेस जिहड़ी आ वो पहले दिन तो कह रही है कि असीं इन्हां बिलों का समर्थन करते हैं। ये नहीं कि वो दिलों कर रही है, वो सिर्फ इस करके कर रही है क्योंकि ये कानून जिहड़े आ बीजेपी ने लिआंदे आ ते बीजेपी दे कानून लिआउण करके कांग्रेस ने उन्हां कानूनां दा विरोध करना सी ते इस करके वो विरोध कर रहे हैं। जे कह दिए दिलों उन्हां दी कोई सहमति होवे, दिलों किसानां नाल सहमति नहीं है, पर उत्थे होर बचदा कुछ नहीं। जो बचदा नहीं है तो कांग्रेस की आटोमैटिकली हाँ जिहड़ा ये किसान अंदोलन आ ये जिन्ना लंबा चल गया उन्ने लंबे दे विच जिहड़ियां पोलीटिकल पार्टियां इन्हां दा बिल्कुल सूफड़ा जिहड़ा टवाणा साहब साफ हो जाना ते इन्हां दे विचों कोई ना कोई इहो जी वेव निकल के आ जानी है कि जिन्हां ने सारिਆਂ ਨੂੰ अपने कला विच लै लेना ते इन्हां ਨੂੰ दुबारा जिहड़ा ਉਹ ਜਿਹੜਾ सत्ता ਦਾ सुख भोगण ਦੀ ਇਹ सोच रहे सी ਉਹਦੇ ਤੋਂ इन्हां ने सारिਆਂ ने बाहर जिहड़ा हो जाना वा। ਤੇ ਇਸ ਦੌਰਾਨ ਪੰਜਾਬ ਦੇ ਵਿੱਚੋਂ ਸੁਰਿੰਦਰ ਸਿੰਘ ਜੀ ਲੋਕ ਧੜਾ ਧੜ ਜਾ ਰਹੇ ਨੇ ਹੈ ਨਾ, ਇਹਦਾ ਕੀ ਅਸਰ ਵੇਖਦੇ ਹੋ ਕਿ ਲੋਕਾਂ 'ਚ ਇਸ ਅਦਾਲਤ ਦੇ ਸਾਰੇ ਸਿਲਸਿਲੇ ਦਾ ਉਤਸ਼ਾਹ ਕੀ ਮਹਿਸੂਸ ਹੁੰਦਾ ਕਿ ਇਹ ਅਦਾਲਤੀ ਫੈਸਲਿਆਂ ਦਾ ਲੋਕਾਂ ਦੇ ਮਨਾਂ 'ਤੇ ਕੋਈ ਅਸਰ ਖੌਫ ਮਹਿਸੂਸ ਹੋ ਰਿਹਾ? ਟਵਾਣਾ ਸਾਹਿਬ ਕੋਈ ਖੌਫ नहीं, कोई कुछ नहीं, ਨਿਧੜਕ हो के एक बच्चे तो लैके बजुर्ग तक ਟਵਾਣਾ ਸਾਹਿਬ सब निकल रहे ने पिंडां दे विच ਇਹ कर दिता कि एक एक पिंड दे विच जिन्ने घर ने और जिन्ने ट्रैक्टर ने उन्हां च कोई भी ट्रैक्टर जिहड़ा वो घर च नहीं रहेगा। जिहड़ा घर च रहना वो उन्होंने प्लानिंग कर लिया, उन्होंने कहा असीं 2100 रुपया देवांगे कि असीं पिछे पूरे पिंड की देखभाल करांगे, तुसीं ट्रैक्टर बाकी दे कड्डो। मतलब उन्होंने हर पिंड ने आपो अपनी प्लानिंग बना लिया और तुसीं देखो कि 22 तरीक जिहड़ी मिथ दित्ती गई है पूरे पंजाब दी दिल्ली वल कूच करन दे लई और 24 तक सारे दे सारे जिहड़े वो दिल्ली बैठे होणगे। 22 तरीक तो रवानगी आ, खास करके जिहड़ा माझा। सुरेंद्र जी माफ़ी चाਹੁੰਦੇ ਹਾਂ, ਸੁਰਿੰਦਰ ਸਿੰਘ ਹੋਰਾਂ ਨਾਲ ਸੰਪਰਕ ਆਪਣਾ ਟੁੱਟ ਗਿਆ। ਚੰਦ ਪਲ ਬਾਅਦ ਫਿਰ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ। ਜਿਸ ਤਰ੍ਹਾਂ ਸੁਰਿੰਦਰ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਰੇ ਸਿਲਸਿਲੇ ਦੇ ਵਿੱਚ ਜਿਹੜੀ ਸਥਿਤੀ ਹੈ ਉਸ ਦਾ ਲਾਹਾ ਲੈਣ ਦੀ ਫਿਰਾਕ ਦੇ ਵਿੱਚ ਹਰ ਪਾਰਟੀ ਜਿਹੜੀ ਹੈ ਉਹ ਜੁਟੀ ਹੈ, ਪਰ ਅਜੇ ਲਾਹਾ ਕਿਸੇ ਨੂੰ ਵੀ ਮਿਲਦਾ ਨਜ਼ਰ ਨਹੀਂ ਆਉਂਦਾ। ਜਿੱਥੋਂ ਤੱਕ ਸੈਂਟਰ ਪੋਲੀਟਿਕਸ ਹੈ, ਸੈਂਟਰ ਪੋਲੀਟਿਕਸ ਦੇ ਵਿੱਚ ਜਿਹੜੀ ਸਥਿਤੀ ਹੈ ਉਸ ਦੌਰਾਨ ਉਹ ਪਾਰਟੀ ਅਜੇ ਕੋਈ ਵੀ ਕੋਸ਼ਿਸ਼ ਨਹੀਂ ਕਰ ਰਹੀ। ਸ਼ਾਇਦ ਮੋਦੀ ਸਰਕਾਰ ਦਾ ਦਬਕਾ ਲਾ ਲਓ ਜਾਂ ਉਹਨਾਂ ਦੀ ਆਪਣੀ ਜਿਹੜੀ ਹੈ ਸਥਿਤੀ ਪਤਲੀ ਹੋਈ ਪਈ ਹੈ, ਪਰ ਪੰਜਾਬ ਦੇ ਵਿੱਚ ਜਿਹੜੀਆਂ ਦੋਨੇ ਤਿੰਨੇ ਸਿਆਸੀ ਪਾਰਟੀਆਂ ਨੇ ਇਹ ਆਪਣੀ ਆਪਣੀ ਕੋਸ਼ਿਸ਼ ਦੇ ਵਿੱਚ ਮਸ਼ਰੂਫ ਨੇ, ਕਿਉਂਕਿ ਸੈਂਟਰ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਉੱਤੇ ਕਈਆਂ 'ਤੇ ਕੇਸ ਹੈ, ਕਈਆਂ ਦੀ ਮਜਬੂਰੀ ਹੈ, ਪਰ ਇਹਨਾਂ ਚੀਜ਼ਾਂ ਤੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਨਹੀਂ ਬਚੀ। ਹਾਲਾਂਕਿ ਆਪੋਜੀਸ਼ਨ ਪਾਰਟੀਆਂ ਦੀਆਂ ਆਮ ਆਦਮੀ ਪਾਰਟੀ 'ਤੇ ਤਾਂ ਕੋਈ ਬਹੁਤਾ ਦਬਾਅ ਨਹੀਂ ਹੈ। ਹਾਂ ਦਿੱਲੀ ਸਰਕਾਰ ਦਾ ਅਸਰ ਜਿਹੜਾ ਕੇਜਰੀਵਾਲ ਸਰਕਾਰ ਦਾ ਅਸਰ ਪੰਜਾਬ ਦੀ ਆਮ ਆਦਮੀ ਪਾਰਟੀ ਜ਼ਰੂਰ ਕਬੂਲਦੀ ਹੈ, ਪਰ ਅਕਾਲੀ ਦਲ ਦੇ ਆਪਣੇ ਕੁਝ ਇੱਕ ਕੇਸ ਖਾਸ ਕਰਕੇ ਈਡੀ ਦਾ ਕੋਲ ਜਿਹੜਾ ਕੇਸ ਹੈ ਬਿਕਰਮ ਸਿੰਘ ਮਜੀਠਾ ਦਾ ਉਹ ਪ੍ਰੈਸ਼ਰ ਹੋ ਸਕਦਾ। ਬਾਕੀ ਜਿਹੜਾ ਬੇਅਦਬੀ ਵਾਲਾ ਕੇਸ ਸੀਗਾ ਉਹ ਤਾਂ ਚਲੋ ਹੁਣ ਪੰਜਾਬ ਪੁਲਿਸ ਕੋਲ ਹੀ ਆ ਗਿਆ, ਉਹ ਤਾਂ ਸੈਂਟਰਲ ਏਜੰਸੀਆਂ ਕੋਲੋਂ ਜਾਂਦਾ ਰਿਹਾ। ਪਰ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜਿਹੜੇ ਕਈ ਕੇਸ ਨੇ ਜਾਂ ਪੰਜਾਬ ਸਰਕਾਰ ਨੇ ਕੁਝ ਇੱਕ ਫੰਡ ਲੈਣੇ ਨੇ ਜਾਂ ਸਾਧੂ ਸਿੰਘ ਧਰਮਸੋਤ ਦਾ ਜਿਹੜਾ ਮਾਮਲਾ ਉਹ ਮਾਮਲਾ ਵੀ ਕਿਤੇ ਨਾ ਕਿਤੇ ਕੇਂਦਰੀ ਜਾਂਚ ਏਜੰਸੀਆਂ ਕੋਲ ਆ, ਜਿਹੜਾ ਵਜ਼ੀਫਾ ਘੁਟਾਲੇ ਦਾ ਸੀਗਾ ਉਹ ਵੀ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਦਿੱਕਤ ਖੜੀ ਕਰ ਸਕਦਾ ਹੈ। ਅਤੇ ਇਸ ਦੌਰਾਨ ਅਜੇ ਪੰਜਾਬ ਦੀ ਪੋਲੀਟੀਕਲ ਸਥਿਤੀ ਦੇ ਬਾਰੇ ਜਿਹੜੀ ਹੈ ਭੰਬਲ ਭੂਸਾ ਬਣਿਆ ਹੋਇਆ ਕਿ ਕਿਹੜੀ ਪਾਰਟੀ ਇਸ ਦੇ ਵਿੱਚੋਂ ਕਿੰਨਾ ਕੁ ਨਫਾ ਨੁਕਸਾਨ ਲਾਹਾ ਤੇ ਜਿਹੜਾ ਲਾਗਾ ਖੱਟ ਸਕਦੀ ਹੈ। ਤੇ ਤੁਸੀਂ ਇਸ ਬਾਰੇ ਆਪਣੇ ਵਿਚਾਰ ਦੇ ਸਕਦੇ ਹੋ। ਲਓ ਸੁਰਿੰਦਰ ਸਿੰਘ ਹੋਰੀ ਇਸ ਬਾਰੇ ਆਪਣੇ ਨਾਲ ਦੁਬਾਰਾ ਜੁੜ ਚੁੱਕੇ ਨੇ। ਹਾਂਜੀ ਸੁਰਿੰਦਰ ਸਿੰਘ ਜੀ, ਸੌਰੀ ਭਾਜੀ ਲਾਈਨ ਕੱਟ ਗਈ ਸੀਗੀ ਜੀ, ਪਲੀਜ਼ ਕੰਟੀਨਿਊ। ਹਾਂਜੀ ਉਹ ਪਤਾ ਕੀ ਹੈ ਜੀ, ਉਹ ਅੰਬਾਨੀ ਲਾਈਨ ਕੱਟ ਦਿੰਦੇ ਆ ਕਿ ਜਿਹੜਾ ਕੁਝ ਉਹਨਾਂ ਦੇ ਵਿਰੁੱਧ ਜਾਂਦਾ ਨਾ ਉਹ ਲਾਈਨ ਵੀ ਕੱਟ ਦਿੰਦੇ ਆ। ਆਪਣੇ ਕੋਲੋਂ ਹੀ ਮਿਸਟੇਕ ਹੋਈ ਸੀਗੀ, ਆਪਾਂ ਉਹ ਪੱਤਰਕਾਰ ਕੇ ਇੰਨੀਆਂ ਗੱਲਾਂ ਦਾ ਕ੍ਰੈਡਿਟ ਲਈਏ, ਜਸਟ ਜੋਕਿੰਗ ਹੈ ਨਾ, ਤੁਸੀਂ ਵੀ ਮਜ਼ਾਕ ਕਰ ਰਹੇ ਹੋ, ਮੈਂ ਸਮਝ ਗਿਆ ਜੀ। ਇਸ ਕਰਕੇ ਟਵਾਣਾ ਸਾਹਿਬ ਪਤਾ ਕੀ ਹੈ ਕਿ ਦੇਖੋ ਪੰਜਾਬ ਦਾ ਕੱਲਾ ਕੱਲਾ ਪਿੰਡ ਜਿਹੜਾ ਉਹਦੇ ਚ ਕਿਸ ਤਰ੍ਹਾਂ ਵਹੀਰਾਂ ਜਿਹੜੀਆਂ ਉਹ ਘੱਟੀਆਂ ਜਾ ਰਹੀਆਂ ਨੇ, ਕਿਸ ਤਰ੍ਹਾਂ ਤੁਸੀਂ ਦੇਖੋ ਦਿੱਲੀ ਨੂੰ ਚਾਲੇ ਪਾਏ ਜਾ ਰਹੇ। ਜੇ ਕਹਿ ਦਈਏ ਕਿ ਇਹ ਜਿਹੜੇ ਕਾਨੂੰਨ ਨੇ ਇਹਦੇ ਬਾਰੇ ਕੋਈ ਵਾਕਫ ਨਾ ਹੋਵੇ, ਪਿੰਡ ਦਾ ਹਰ ਬੱਚਾ, ਹਰ ਬਜ਼ੁਰਗ, ਹਰ ਮਾਈ, ਹਰ ਭਾਈ,
ਹਰ ਇਨਸਾਨ ਜਿਹੜਾ ਉਹ ਇਹਦੇ ਤੋਂ ਵੱਖ-ਵੱਖ, ਅਸੀਂ ਸੁਪਰੀਮ ਕੋਰਟ ਦੇ ਕਾਨੂੰਨ ਨੂੰ ਨਹੀਂ ਮੰਨਣਾ ਕਿਉਂਕਿ ਸੁਪਰੀਮ ਕੋਰਟ ਜਿਹੜੀ ਆ ਉਹ ਕੇਂਦਰ ਦੇ ਹੱਥਾਂ ਦੇ ਵਿੱਚ ਖੇਡ ਰਹੀ ਆ। ਇਸ ਕਰਕੇ ਟਵਾਣਾ ਸਾਹਿਬ ਇਹਦਾ ਤਾਂ ਕਿਸੇ ਤੇ ਕੋਈ ਅਸਰ ਨਹੀਂ ਹੋਣਾ, ਕੋਈ ਕੁਛ ਨਹੀਂ। ਅਲਟੀਮੇਟਲੀ ਕੇਂਦਰ ਸਰਕਾਰ ਜਿਹੜੀ ਉਹਨੂੰ ਝੁਕਣਾ ਪੈਣਾ, ਤੇ ਜੇ ਕੇਂਦਰ ਸਰਕਾਰ ਨੇ, ਮੈਂ ਪਹਿਲਾਂ ਵੀ ਕਿਹਾ, ਕੋਈ ਗਲਤੀ ਕਰ ਲਈ ਤਾਂ ਕੇਂਦਰ ਸਰਕਾਰ ਨੂੰ ਬਹੁਤ ਵੱਡੀ ਉਹਦੀ ਕੀਮਤ ਜਿਹੜੀ ਉਹ ਅਦਾ ਕਰਨੀ ਪੈਣੀ ਆ। ਜਿਹੋ ਜਿਹੀਆਂ ਗਲਤੀਆਂ ਪਹਿਲਾਂ ਕਾਂਗਰਸ ਨੇ ਕੀਤੀਆਂ ਸੀ 1984 ਵਾਲੀਆਂ, ਜਿਹੜੀਆਂ ਅੱਜ ਤੱਕ ਭੁਗਤ ਰਹੀ ਆ ਟਵਾਣਾ ਸਾਹਿਬ, ਤੇ ਜੇ ਕਿਤੇ ਮੋਦੀ ਸਰਕਾਰ ਏਦਾਂ ਦੀਆਂ ਗਲਤੀਆਂ ਕਰ ਗਈ ਤਾਂ ਇਹਨਾਂ ਨੂੰ ਸਦਾ ਦੇ ਲਈ ਇਹਨਾਂ ਨੂੰ ਹਾਸ਼ੀਏ ਤੇ ਜਾਣਾ ਪੈ ਜਾਣਾ, ਔਰ ਇਹਨਾਂ ਨੂੰ ਦੁਬਾਰਾ ਪੈਰ ਨਹੀਂ ਲੱਗਣੇ ਇਹਨਾਂ ਦੇ। ਔਰ ਕਿਸਾਨ ਜਿਹੜੇ ਆ ਉਹਨਾਂ ਨੇ ਇਹ ਦਿਖਾਤਾ ਕਿ ਪੂਰੇ ਵਰਲਡ ਲੈਵਲ 'ਚ ਕੋਈ ਅਜਿਹੀ ਐਜੀਟੇਸ਼ਨ ਆ ਕਿ ਜਿਸ ਐਜੀਟੇਸ਼ਨ ਦੇ ਵਿੱਚ ਕੋਈ ਵੈਲੈਂਸ ਨਹੀਂ, ਕੋਈ ਕੁਛ ਨਹੀਂ, ਔਰ ਉਹਨਾਂ ਨੇ ਅਗਲਾ ਘਰ ਜਿਹੜਾ ਉਹ ਦਿਖਾ ਦਿੱਤਾ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਲੰਬਾ ਸਮਾਂ ਜਿਹੜੀ ਉਹ ਕੇਂਦਰ ਜਿਹੜੀ ਕਿਸਾਨਾਂ ਮੋਰੇ ਹੁਣ ਅੜੇਗੀ। ਜਿੱਥੇ ਆਰ ਪਾਰ ਦੀ ਲੜਾਈ ਆ ਗਈ, ਕਿਤੇ ਨਾ ਕਿਤੇ ਜਾ ਕੇ ਕੇਂਦਰ ਜਿਹੜਾ ਉਹਨੂੰ ਝੁਕਣਾ ਪੈਣਾ, ਤੇ ਝੁਕ ਕੇ, ਔਰ ਬਿਹਤਰੀ ਵੀ ਉਹਦੇ ਲਈ ਇਹੀ ਆ ਕਿ ਉਹ ਝੁਕੇਗੀ, ਝੁਕ ਕੇ ਉਹ ਜਿਹੜੀ ਆ ਉਹ ਕਿਤੇ ਨਾ ਕਿਸੇ ਟਿਕਾਣੇ ਇਹ ਪੂਰੇ ਜਿਹੜਾ ਕਾਨੂੰਨ ਆ ਇਹਨਾਂ ਤੇ ਠੋਸ ਨਿਰਣਾ ਲੈ ਲਵੇ ਤੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨ ਲਵੇ ਤੇ ਬਚ ਜਾਏਗੀ। ਅਦਰਵਾਈਜ਼ ਉਹਦੇ ਪੱਲੇ ਕੁਛ ਨਹੀਂ ਬਚਣਾ ਜੀ। ਅੱਛਾ, ਜਿਸ ਤਰ੍ਹਾਂ ਵਾਇਲੈਂਸ ਹੈ ਜਿਹੜੀ ਸੈਂਟਰ ਦੀ ਸਰਕਾਰ ਨੂੰ ਜਾਂ ਕਿਸੇ ਵੀ ਸਰਕਾਰ ਨੂੰ ਰਾਸ ਆ ਸਕਦੀ ਹੈ ਇਸ ਅੰਦੋਲਨ ਨੂੰ ਖਤਮ ਕਰਨ ਦੇ ਲਈ, ਇਹ ਜਿਹੜਾ ਕੁਛ ਹਰਿਆਣਾ 'ਚ ਵਾਪਰਿਆ ਇਹਦੇ 'ਚ ਲੋਕ ਕਿਤੇ ਨਾ ਕਿਤੇ ਆਪ ਮੁਹਾਰੇ ਵੀ ਹੋਣਗੇ, ਲੋਕ ਓਵਰ ਕੌਨਫੀਡੈਂਸ ਵੀ ਹੋਣਗੇ, ਜਿਹੜਾ ਕਿ ਇਸ ਅੰਦੋਲਨ ਲਈ ਖਤਰਨਾਕ ਹੋ ਸਕਦਾ ਹੈ। ਪਰ ਜਿਸ ਤਰ੍ਹਾਂ ਹੁਣ ਹਰਿਆਣੇ 'ਚ ਹਿੰਸਾ ਹੋਈ ਹੈ, ਇਹ ਕਹਿੰਦੇ ਵੀ ਇਹ ਤਕਰੀਬਨ ਕੋਈ ਕਾਰਵਾਈ ਹੋ ਸਕਦੀ ਹੈ ਕਿਉਂਕਿ ਪਹਿਲਾਂ ਵੀ ਹਰਿਆਣੇ ਦੀਆਂ ਜਥੇਬੰਦੀਆਂ 'ਤੇ ਇਰਾਦਾ ਕਤਲ ਦੇ ਕੇਸ ਦਰਜ ਹੋਏ ਨੇ, ਪਰ ਅੰਦੋਲਨ ਉਸ ਤੋਂ ਬਾਅਦ ਹੋਰ ਮਗਿਆ। ਕੀ ਹੁਣ ਹਾਲੀਆ ਜਿਹੜਾ ਚੀਫ ਮਿਨਿਸਟਰ ਦਾ ਘਿਰਾਓ ਹੋਇਆ, ਇਸ 'ਤੇ ਹਰਿਆਣਾ ਸਰਕਾਰ ਫਿਰ ਉਹੀ ਬੇਵਕੂਫੀ ਕਰੇਗੀ, ਸਖਤੀ ਕਰੇਗੀ? ਇਸ ਦੇ ਨਾਲ ਨਾਲ ਕੀ ਦੂਜੇ ਸੂਬਿਆਂ ਜਿਸ ਤਰ੍ਹਾਂ ਪੋਲ ਖੋਲ ਰੈਲੀਆਂ ਕਰ ਰਹੇ ਨੇ, ਕੀ ਦੂਜੇ ਸੂਬੇ ਵੀ ਇਸ ਤਰ੍ਹਾਂ ਇਸ ਅੰਦੋਲਨ ਦੇ ਵਿੱਚ ਆਪਣਾ ਭਰਵਾਂ ਯੋਗਦਾਨ ਪਾਉਣ ਦੇ ਲਈ ਅੱਗੇ ਆਉਣਗੇ? ਕੀ ਸਥਿਤੀ ਬਣ ਰਹੀ ਹੈ? ਕਿਉਂਕਿ ਇਹਨਾਂ ਨੇ ਜਥੇਬੰਦੀਆਂ ਨੇ ਹੁਣ ਪੋਲ ਖੋਲ ਰੈਲੀਆਂ ਦਾ ਸਿਲਸਿਲਾ ਜਿਹੜਾ ਹੁਣ ਮੰਗਾ ਦੇਣਾ ਮਹਾਰਾਸ਼ਟਰ ਤੱਕ ਜਾਂ ਇਹ ਜਾ ਰਹੇ ਨੇ। ਜਾਣੀ ਇਹ ਅੰਦੋਲਨ ਹੁਣ ਭਾਰਤ ਭਰ ਦੇ ਵਿੱਚ ਉੱਠੇਗਾ ਜਾਂ ਸੁਪਰੀਮ ਕੋਰਟ ਦੇ ਇਸ ਫੈਸਲਿਆਂ ਤੋਂ ਬਾਅਦ ਠੁੱਸ ਹੋ ਸਕਦਾ ਹੈ? ਜੀ ਨਹੀਂ ਟਵਾਣਾ ਸਾਹਿਬ, ਪਹਿਲੀ ਗੱਲ ਤੇ ਜਿੱਥੋਂ ਤੱਕ ਅੰਦੋਲਨ ਦਾ ਸਵਾਲ ਆ ਉਹ ਭਾਰਤ ਭਰ 'ਚ ਉੱਠ ਚੁੱਕਿਆ। ਕੋਈ ਸਟੇਟ ਐਸੀ ਨਹੀਂ ਹੈ ਜਿੱਥੇ ਇਸ ਅੰਦੋਲਨ ਦੀ ਹਵਾ ਜਿਹੜੀ ਉਹ ਨਹੀਂ ਚੱਲ ਰਹੀ। ਰਹੀ ਗੱਲ ਹਰਿਆਣੇ ਦੀ, ਟਵਾਣਾ ਸਾਹਿਬ ਜਿਹੜਾ ਇਹ ਕਿਸਾਨਾਂ ਦੇ ਗਲ ਪਾ ਰਹੇ ਆ, ਪਹਿਲੀ ਗੱਲ ਜਿਹੜਾ ਕੁਠਾਲਾ ਪਿੰਡ ਦਾ ਉਹਦੀ ਗੱਲ ਆਈ ਆ, ਉਸ ਪਿੰਡ ਦੇ ਵਿੱਚ ਬੀਜੇਪੀ ਬਹੁਮਤ ਨਾਲ ਜਿੱਤੀ ਹੋਈ ਸੀ। ਇਹਨਾਂ ਨੇ ਤਾਂ ਹੀ ਉਸੇ ਪਿੰਡ 'ਚ ਰੈਲੀ ਰੱਖੀ, ਔਰ ਜਦੋਂ ਕਿਸਾਨ ਵਿਰੋਧ ਕਰਨ ਦੇ ਲਈ ਉੱਥੇ ਪਹੁੰਚੇ, ਉਸ ਪੂਰੇ ਪਿੰਡ ਨੇ ਕਿਸਾਨਾਂ ਦਾ ਸਵਾਗਤ ਕੀਤਾ, ਔਰ 15 ਕਿਲੋਮੀਟਰ ਤੋਂ ਵੱਧ ਸਫ਼ਰ ਕਿਸਾਨਾਂ ਨੇ ਪੈਦਲ ਤੈਅ ਕੀਤਾ। ਉਹਨਾਂ ਨੂੰ ਵਹੀਕਲ ਨਹੀਂ ਲਿਜਾਣ ਦਿੱਤੇ ਗਏ, ਉਹ ਸਿਰਫ ਵਿਰੋਧ ਕਰਨ ਗਏ ਸੀ। ਜਿਹੜਾ ਇਹਨਾਂ ਨੇ ਸਰਕਾਰੀ ਤੰਤਰ ਸੀ, ਜਿਹੜੇ ਸਰਕਾਰ ਪੱਖੀ ਕਿਸਾਨ ਉੱਥੇ ਇਕੱਠੇ ਕੀਤੇ ਹੋਏ ਸੀ, ਜਾਂ ਜੇ ਕਹਿ ਲਈਏ ਬੀਜੇਪੀ ਦੇ ਜਿਹੜੇ ਵਰਕਰ ਸੀ, ਉਹਨਾਂ ਨੇ ਉਹਨਾਂ ਤੇ ਅਟੈਕ ਕੀਤਾ। ਉਹਦੇ ਤੋਂ ਗੱਲ ਵੱਧ ਗਈ, ਲੇਕਿਨ ਸੀ ਫੇਰ ਵੀ ਪੁਲਿਸ ਜਿਹੜੀ ਸੀ, ਪੁਲਿਸ ਨੇ ਕੋਈ ਬਹੁਤੀ ਵੱਡੀ ਕਾਰਵਾਈ ਨਹੀਂ ਕੀਤੀ, ਜਿਹਦਾ ਕਰਕੇ ਕੋਈ ਖੂਨ ਖਰਾਬਾ ਨਹੀਂ ਹੋਇਆ। ਜੇ ਪੁਲਿਸ ਕੋਈ ਬੇਵਕੂਫੀ ਕਰ ਜਾਂਦੀ ਤਾਂ ਫੇਰ ਹੋਰ ਸ਼ਾਇਦ ਸਰਕਾਰ ਨੂੰ ਭੁਗਤਣੀ ਔਖੀ ਹੋ ਜਾਣੀ ਸੀ। ਟਵਾਣਾ ਸਾਹਿਬ ਕਿਸਾਨਾਂ ਦੇ ਗੱਲ ਪਾਈ ਜਾਂਦੇ, ਕਿਸਾਨਾਂ ਕੀਤਾ, ਕਿਸਾਨਾਂ ਨੂੰ ਭੜਕਾਇਆ ਕਿਹਨੇ, ਕਿਸਾਨਾਂ ਤੇ ਲਾਠੀਆਂ ਕਿਹਨੇ ਮਾਰੀਆਂ? ਜੇ ਪੁਲਿਸ ਕਰਦੀ ਤੇ ਸ਼ਾਇਦ ਹੋਰ ਗੱਲ ਹੁੰਦੀ। ਪੁਲਿਸ ਨੇ ਵਾਟਰ ਕੈਨਨ ਚਲਾਇਆ, ਉਹਦੇ ਨਾਲ ਸਹਿਮਤ ਆ ਲੋਕ ਜਿਹੜੇ ਉਹ ਖੇਤਾਂ ਵਿੱਚ ਦੀ ਹੋ ਤੁਰੇ ਕਿ ਅਸੀਂ ਵਿਰੋਧ ਕਰਨਾ, ਜਿੱਥੇ ਉਹਦਾ ਹੈਲੀਪੈਡ ਆ ਉੱਥੇ ਵਿਰੋਧ ਕਰਨਾ। ਹੈਲੀਕਾਪਟਰ ਜਿਹੜਾ ਹਵਾ 'ਚ ਉੱਡਦਾ ਫਿਰ ਰਿਹਾ ਸੀ। ਜਿਹੜੇ ਮੰਤਰੀ ਸੀ ਉਹ ਇੱਕ ਘਰ ਦੇ ਵਿੱਚ ਲੋਕੇ ਬੈਠੇ ਸੀਗੇ, ਮੰਤਰੀਆਂ ਨੂੰ ਭੱਜਣ ਲਈ ਥਾਂ ਨਹੀਂ ਸੀ ਲੱਭ ਰਹੀ। ਔਰ ਜਿਹੜੇ ਉਹਨਾਂ ਦੇ ਬੀਜੇਪੀ ਵਾਲੇ ਵਰਕਰ ਸੀ, ਉਹਨਾਂ ਨੇ ਆ ਕੇ ਅਟੈਕ ਕਰਤਾ। ਜਦੋਂ ਅਟੈਕ ਕਰ ਦਿੱਤਾ ਤਾਂ ਆਟੋਮੈਟਿਕਲੀ ਉਹਦਾ ਰਿਐਕਸ਼ਨ ਹੋਣਾ ਸੀਗਾ, ਔਰ ਇਹ ਕੋਈ ਸਰਕਾਰ ਵੀ ਚਾਹੁੰਦੀ ਸੀ ਕਿ ਇੱਥੇ ਰਿਐਕਸ਼ਨ ਹੋਵੇ, ਅਸੀਂ ਕੱਲ ਨੂੰ ਕਹਿਣ ਜੋਗੇ ਹੋਈਏ ਕਿ ਦੇਖੋ ਜੀ ਇਹਨਾਂ ਨੇ ਇਹ ਕੁਛ ਕੀਤਾ। ਚੰਗਾ ਹੁੰਦਾ ਸਰਕਾਰ ਦੇ ਪੱਖੀ ਜਿਹੜੇ ਲੋਕ ਉੱਥੇ ਬੈਠੇ ਸੀ ਉਹ ਇਹ ਕੁਛ ਨਾ ਕਰਦੇ। ਪਰ ਟਵਾਣਾ ਸਾਹਿਬ ਜਿੰਨਾ ਹਜੂਮ ਜਿਸ ਕਦਰ ਪਿਆ, ਔਰ ਉਸ ਪਿੰਡ ਨੇ ਜਿਹਦੇ 'ਚ ਇਹ ਰੈਲੀ ਸੀ, ਉਸ ਪਿੰਡ ਨੇ ਜਿਸ ਤਰ੍ਹਾਂ ਉਸ ਪੂਰਾ ਜਿਹੜਾ ਕਿਸਾਨ ਆਏ ਸੀ ਉਹਨਾਂ ਦਾ ਸਵਾਗਤ ਕੀਤਾ, ਟਵਾਣਾ ਸਾਹਿਬ ਉਹਦੀ ਵੀ ਇੱਕ ਅਲੱਗ ਮਿਸਾਲ ਆ। ਹੁਣ ਵੱਖਰੀ ਗੱਲ ਆ ਕਿ ਮੀਡੀਆ ਸਾਰਾ ਉਹਨਾਂ ਦੇ ਕੋਲੇ ਆ, ਉਹ ਜੋ ਮਰਜ਼ੀ ਪ੍ਰਚਾਰ ਕਰੀ ਜਾਣ ਤੇ ਦੇਖੋ ਜੀ ਉੱਥੇ ਹਰਿਆਣੇ ਦੇ ਵਿੱਚ ਜਿਹੜਾ ਸੀ ਉਹ ਗੁਰਨਾਮ ਸਿੰਘ ਚਟੂਨੀ ਦਾ ਨਾਂ ਲਈ ਜਾਂਦੇ ਜੀ, ਉਹਨੇ ਭੜਕਾਇਆ। ਉਹ ਕਹਿੰਦਾ ਮੈਂ ਭੜਕਾਏ ਨਹੀਂ, ਮੈਂ ਕਿਹਾ ਸੀ ਕਿ ਕਿਸਾਨ ਅਸੀਂ ਵਿਰੋਧ ਕਰਾਂਗੇ ਕਿ ਇੱਥੇ ਰੈਲੀ ਨਾ ਰੱਖੋ। ਇਹਨਾਂ ਨੇ ਜਾਣ ਬੁੱਝ ਕੇ ਰੱਖੀ। ਜਦੋਂ ਤੁਹਾਨੂੰ ਪਤਾ
ਪਹਿਲਾਂ ਬਲਦੀ ਤੇ ਤੇਲ ਕਿਉਂ ਪਾਉਂਦੇ ਆ? ਸਰਕਾਰ ਦਾ ਕੰਮ ਹੁੰਦਾ ਹਰ ਮਸਲੇ ਨੂੰ ਸ਼ਾਂਤ ਕਰਨਾ। ਤੁਸੀਂ ਹਰ ਮਸਲੇ ਦੇ ਵਿੱਚ ਜਾਣਬੁੱਝ ਕੇ ਦਖਲਅੰਦਾਜ਼ੀ ਕਰਦੇ ਹੋ ਔਰ ਤੁਸੀਂ ਇਸ ਮਸਲੇ ਨੂੰ ਨਿਪਟ ਲੈਣ ਦਿੰਦੇ। ਤੁਸੀਂ ਇੱਕ ਬੰਨੇ ਉਹਨਾਂ ਨਾਲ ਗੱਲਬਾਤ ਚਲਾਉਂਦੇ ਹੋ, ਦੂਜੇ ਬੰਨੇ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਉਹਦੇ ਫਾਇਦੇ ਗਿਣਾਉਣ ਜਾਂਦੇ ਆ ਕਿ ਅਸੀਂ ਤੁਹਾਨੂੰ ਫਾਇਦੇ ਗਿਣਾਵਾਂਗੇ, ਇਸ ਕਾਨੂੰਨ ਦੇ ਤੁਹਾਨੂੰ ਫਾਇਦੇ ਕੀ ਆ। ਭਾਈ ਫਿਰ ਗੱਲਬਾਤ ਕਿਉਂ ਚਲਾ ਰਹੇ ਆ? ਇੱਕ ਬੰਨੇ ਕਹਿੰਦੇ ਆਓ ਅਸੀਂ ਤੁਹਾਡਾ ਮਸਲਾ ਹੱਲ ਕਰੀਏ, ਦੂਜੇ ਬੰਨੇ ਕਹਿ ਦਿੰਦੇ ਅਸੀਂ ਇਹ ਕਾਨੂੰਨ ਤਾਂ ਰੱਦ ਨਹੀਂ ਕਰਨੇ। ਜੇ ਤੁਸੀਂ ਕਾਨੂੰਨ ਰੱਦ ਨਹੀਂ ਕਰਨੇ ਫਿਰ ਗੱਲਬਾਤ ਕਿਉਂ ਚਲਾਉਂਦੇ ਆ? ਜੇ ਕਾਨੂੰਨ ਰੱਦ ਨਹੀਂ ਕਰਨੇ ਤੇ ਫਿਰ ਭਾਈ ਤੁਸੀਂ ਆ ਕੇ ਲੋਕਾਂ ਨਾਲ ਗੱਲ ਕਿਉਂ ਕਰਦੇ ਹੋ ਕਿ ਭਾਈ ਅਸੀਂ ਇੱਕ ਬੰਨੇ ਕਾਨੂੰਨ ਰੱਦ ਕਰਨ ਦੀ ਗੱਲ, ਇੱਕ ਬੰਨੇ ਆ ਕੇ ਲੋਕਾਂ ਨੂੰ ਉਹਦੇ ਫਾਇਦੇ ਗਿਣਾਉਣੇ? ਕੀ ਆ ਇਹ? ਜੋ ਸਰਕਾਰਾਂ ਦੀਆਂ ਪੁੱਠੀਆਂ ਤੋਂ ਪੁੱਠੀਆਂ ਹਰਕਤਾਂ ਨੇ ਉਹ ਸਾਰੇ ਦੀਆਂ ਸਾਰੀਆਂ ਇੱਥੇ ਚਲੀਆਂ ਗਈਆਂ। ਫਿਰ ਬਾਅਦ ਦੇ ਵਿੱਚ ਆ ਕੇ ਕਹਿ ਦਿਓ ਕੋਈ ਕਿਸਾਨਾਂ ਨੇ ਭਾਈ ਔਰ ਹੜਦੁੰਗ ਮਚਾਇਆ। ਔਰ ਹੜਦੁੰਗ ਮਚਣਾ ਉੱਤੇ ਟਵਾਣਾ ਸਾਹਿਬ ਸੁਭਾਵਕ ਸੀ ਜਦੋਂ ਤੁਸੀਂ ਕਿਸਾਨਾਂ ਦੇ ਉੱਤੇ ਅੰਨੇਵਾਹ ਲਾਠੀਆਂ ਵਰਾਈਆਂ, ਜਿਹੜੀਆਂ ਆਮ ਜਿਹੜੇ ਬੀਜੇਪੀ ਦੇ ਵਰਕਰ ਸੀ ਉਹਨਾਂ ਵਰਾਈਆਂ। ਜੇ ਪੁਲਿਸ ਦੀਆਂ ਵਰਾਈਆਂ ਹੁੰਦੀਆਂ ਸ਼ਾਇਦ ਹੋਰ ਗੱਲ ਹੁੰਦੀ, ਪਰ ਪੁਲਿਸ ਨੇ ਉੱਥੇ ਕਿਸਾਨਾਂ ਨੂੰ ਸਵਾਏ ਵਾਟਰ ਕੈਨਨ ਚਲਾਉਣ ਤੋਂ ਹੋਰ ਕੁਝ ਵੀ ਨਹੀਂ ਕੀਤਾ। ਕਿਸੇ ਕਿਸਾਨ ਦਾ ਉਹਨਾਂ ਨੇ ਨੁਕਸਾਨ ਨਹੀਂ ਕੀਤਾ, ਕਿਸੇ ਨੂੰ ਹੋਰ ਚੋਟ ਨਹੀਂ ਆਈ। ਕੇਵਲ ਤੇ ਕੇਵਲ ਜੋ ਕੁਝ ਕੀਤਾ ਉੱਥੇ ਬੀਜੇਪੀ ਦੇ ਪੱਖੀ ਜਿੰਨੇ ਲੋਕ ਸੀ ਉਹਨਾਂ ਨੇ ਕੀਤਾ ਜੀ। ਸੋ ਸਰ ਸੁਰਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਬੇਸ਼ਕੀਮਤੀ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਅੰਦੋਲਨ ਦਾ ਪੂਰਾ ਹਿੱਜ ਪਿਆਜ਼ ਨੰਗਾ ਕਰ ਦਿੱਤਾ ਸਰਕਾਰੀ ਤੰਤਰ ਦਾ। ਸੋ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਥੈਂਕ ਯੂ। ਸੋ ਇਹ ਸਨ ਸਰ ਸੁਰਿੰਦਰ ਸਿੰਘ, ਰਾਜਨੀਤਿਕ ਮਾਮਲਿਆਂ ਦੇ ਬਾਹਰ ਤੇ ਵਕਾਲਤ ਨਾਲ ਵਾਬਸਤਾ। ਲਓ ਦੋਸਤੋ, ਹੁਣ ਤੁਹਾਡੇ ਜੁੜਨ ਦਾ ਵਕਤ ਹੈ। ਤੇ ਉਹ ਕਹਿੰਦੇ ਆ ਕਿ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ। ਇਸ ਤਰ੍ਹਾਂ ਸਰਕਾਰ ਜਾਨਵਰਾਂ ਦਾ ਕੀ ਪਤਾ ਨਹੀਂ ਕਿੰਨੀਆਂ ਲੋਕਾਂ ਦੀਆਂ ਜਾਨਾਂ ਲੈ ਲੈਂਦੇ ਨੇ। ਸੋ ਸ਼ੌਕ ਦੇ ਵਿੱਚ ਜਿਸ ਤਰ੍ਹਾਂ ਅਸੀਂ ਕਈ ਸ਼ੌਕ ਜਾਨਲੇਵਾ ਪਾਲ ਰੱਖੇ ਨੇ। ਪਾਕਿਸਤਾਨ ਦੇ ਲੋਕ ਤਿੱਤਰ ਬਹੁਤ, ਬਟੇਰੇ ਬਹੁਤ ਲੜਾਉਂਦੇ ਨੇ। ਅਤੇ ਪੰਜਾਬ ਦੇ ਵਿੱਚ ਤਾਂ ਇਹ ਜਿਹੜੀਆਂ ਮੁਰਗਿਆਂ ਦੀਆਂ ਲੜਾਈਆਂ ਜਾਂ ਇਸ ਤਰ੍ਹਾਂ ਦੀਆਂ ਖੂਨੀ ਲੜਾਈਆਂ ਨਹੀਂ ਹੁੰਦੀਆਂ। ਅਤੇ ਅਸੀਂ ਤਾਂ ਟਰੈਕਟਰ ਟੋਚਨਾਂ 'ਤੇ ਆ ਗਏ। ਪਹਿਲਾਂ ਬਲਦਾਂ ਦੀਆਂ ਦੌੜਾਂ ਜ਼ਰੂਰ ਅਸੀਂ ਕਰਾਉਂਦੇ ਸੀ। ਉਹ ਦੌੜਾਂ ਅਸੀਂ ਭੁੱਲ ਗਏ ਹਾਂ। ਭੁੱਲੇ ਨਹੀਂ, ਭੁਲਾ ਦਿੱਤੇ ਗਏ ਮੇਨਕਾ ਗਾਂਧੀ ਜੀ ਵੱਲੋਂ ਜਾਂ ਹੋਰਾਂ ਵੱਲੋਂ। ਕਈ ਲੋਕ ਕੁੱਤਿਆਂ ਦੀ ਰੇਸ ਕਰਾਉਂਦੇ ਨੇ ਅਤੇ ਇਸ ਦੌਰਾਨ ਮੇਨਕਾ ਗਾਂਧੀ ਹੋਰਾਂ ਨੇ ਪਿਛਲੇ ਦਿਨੀ ਕੈਪਟਨ ਸਾਹਿਬ ਨੂੰ ਉਲਾਂਭਾ ਵੀ ਦਿੱਤਾ ਸੀ ਕਿ ਭਾਈ ਤੁਹਾਡੇ ਸੂਬੇ ਦੇ ਕੁਝ ਲੋਕ ਨਾ ਕੁੱਤਿਆਂ ਵਾਲੇ ਸਰਦਾਰ ਕੁੱਤਿਆਂ ਦੀ ਲੜਾਈ ਕਰਾਉਂਦੇ ਨੇ। ਖਤਰਨਾਕ ਕਿਸਮ ਦੇ ਜਿਹੜੇ ਕੁੱਤੇ ਨੇ ਉਹਨਾਂ ਦੀ ਲੜਾਈ ਕਰਾਉਂਦੇ ਨੇ। ਪਰ ਉਸ 'ਤੇ ਵੀ ਬਹੁਤ ਪਾਬੰਦੀ ਹੈ। ਝਾਰਖੰਡ ਦੇ ਵਿੱਚ ਮੁਰਗਿਆਂ ਦੀ ਲੜਾਈ ਹੁੰਦੀ ਹੈ, ਕਰਵਾਈ ਜਾਂਦੀ ਹੈ, ਜਿਸ ਦੇ ਵਿੱਚ ਲੱਖਾਂ ਰੁਪਏ ਦਾ ਹੁੰਦਾ ਹੈ। ਮੁਰਗੇ ਸਿਰਫ ਆਪਣੀਆਂ ਨੌਂਦਰਾਂ ਦੇ ਨਾਲ ਹੀ ਨਹੀਂ, ਪੌਂਚਿਆਂ ਨਾਲ ਹੀ ਨਹੀਂ, ਬਲਕਿ ਤਿੱਖੇ ਬਲੇਡਾਂ ਨਾਲ ਲੜਦੇ ਨੇ। ਉਹ ਲੜਾਈ ਕੀ ਹੈ ਉਹਦੇ ਬਾਰੇ ਅਪਡੇਟ ਦੇਵਾਂਗੇ। ਪਹਿਲਾਂ ਆਪਣੇ ਨਾਲ ਸਰੋਤੇ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨਰ ਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਟਿਵਾਣਾ ਜੀ। ਜੀ ਬਨਵਾਸ ਸਾਹਿਬ, ਸਤਿ ਸ਼੍ਰੀ ਅਕਾਲ। ਕੀ ਸਥਿਤੀ ਵੇਖ ਰਹੇ ਹੋ ਬਨਵਾਸ ਸਾਹਿਬ ਪਰਥ ਤੋਂ? ਪਰਮਜੀਤ ਬਾਈ ਜੀ, ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਕੀ ਲੱਗਦਾ ਇਸ ਅੰਦੋਲਨ ਦਾ ਕਿਸ ਪਾਸੇ ਨੂੰ ਵਹਾਅ ਹੋ ਰਿਹਾ ਹੈ? ਜੀ, ਜਿਹੜੇ ਆਪ ਜੀ ਦੇ ਪਹਿਲੇ ਬੁਲਾਏ ਹੋਏ ਸੀ ਗੈਸਟ ਜਿਹਨਾਂ ਨਾਲ ਤੁਸੀਂ ਗੱਲ ਕਰ ਰਹੇ ਸੀ, ਸੁਰਿੰਦਰ ਸਿੰਘ, ਕਾਫੀ ਕੁਝ ਸਹੀ ਦੱਸ ਰਹੇ ਸਨ। ਜੀ ਨੂੰ ਮੈਂ ਦੱਸਾਂ, ਜਿਹੜੇ ਮਤਲਬ ਸਵੇਰੇ ਵੀ ਗੱਲ ਕੀਤੀ ਸੀ ਆਪ ਜੀ ਦੇ ਨਾਲ ਰੇਡੀਓ ਦੇ ਉੱਤੇ ਕਿ ਜਿਹੜਾ ਉਹਨਾਂ ਨੇ ਵੀ ਕਨਫਰਮ ਕਰ ਦਿੱਤਾ ਹੈਗਾ ਕਿ ਉਹ ਜਿਹੜੇ ਬੰਦੇ ਆਏ ਹੋਏ ਸੀ ਪੁਲਿਸ ਨੇ ਉਨੀ ਤਸੱਦਦ ਨਹੀਂ ਕੀਤੀ ਸਿਵਾਏ ਵਾਟਰ ਕੈਨਨ ਤੋਂ। ਬਾਕੀ ਲਾਠੀਆਂ ਲੂਠੀਆਂ ਜਿਹੜੀਆਂ ਬਰਸਾਈਆਂ ਗਈਆਂ ਸਨ ਉਹ ਬੀਜੇਪੀ ਦੇ ਬੰਦੇ ਨੇ ਬਰਸਾਈਆਂ ਸਨ। ਆਪ ਭਾਈ ਸਾਹਿਬ ਕਹਿ ਕੇ ਗਏ ਨੇ ਹੁਣੇ ਤੁਹਾਨੂੰ, ਜਿਹਨਾਂ ਨਾਲ ਤੁਸੀਂ ਗੱਲ ਕਰ ਰਹੇ ਸੀ। ਸੋ ਉਹ ਬੀਜੇਪੀ ਦੇ ਵਰਕਰ ਬੁਲਾਏ ਹੋਏ ਸੀਗੇ ਜਿਹੜੇ ਕਿ ਇਵੈਂਟ ਮੈਨੇਜਮੈਂਟ ਕਰਕੇ ਦਿਖਾਉਣਾ ਮੀਡੀਆ ਦੇ ਅੰਦਰ ਚਾਹੁੰਦੇ ਸੀਗੇ। ਦੇਖੋ ਕਿੰਨੀ ਵੱਡੀ ਗੈਦਰਿੰਗ ਕੀਤੀ ਗਈ ਹੈ ਜਿਹਦੇ ਅੰਦਰ ਅਸੀਂ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਹਾਂ ਇਸ ਕਾਨੂੰਨਾਂ ਦੇ ਫਾਇਦੇ, ਤੇ ਕਿਸਾਨ ਸੁਣਨ ਵਾਸਤੇ ਤੇ ਮੰਨਣ ਵਾਸਤੇ ਤਿਆਰ ਨੇ। ਆਹ ਸਾਰਾ ਮੀਡੀਆ ਮੈਨੇਜਮੈਂਟ ਸੀਗਾ, ਟੈਲੀਵਿਜ਼ਨਾਂ ਦੇ ਉੱਤੇ, ਮੀਡੀਆ ਦੇ ਉੱਤੇ, ਚੈਨਲਾਂ ਦੇ ਉੱਤੇ ਚਲਾਉਣ ਵਾਸਤੇ ਕੀਤਾ ਗਿਆ ਆਰਗੇਨਾਈਜ਼ ਪ੍ਰੋਗਰਾਮ। ਠੀਕ ਹੈ ਜੀ। ਜਿਹੜੇ ਅਸਲੀ ਕਿਸਾਨ ਸੀਗੇ ਉਹ ਭਾਈ ਸਾਹਿਬ ਨੇ ਵੀ ਦੱਸਿਆ ਸੀ ਉਸ ਲੋਕਲ ਜਿਹੜੇ ਉਸ ਪਿੰਡ ਦੇ ਹੀ ਬੰਦੇ ਸੀਗੇ, ਉਸ ਇਲਾਕੇ ਦੇ ਬੰਦੇ ਸੀਗੇ, ਉਹਨਾਂ ਨੇ ਤੇ ਸਾਰੇ ਨਾਲ ਮਿਲ ਕੇ ਇਸ ਚੀਜ਼ ਦਾ ਵਿਰੋਧ ਕੀਤਾ ਜੀ। ਫਿਰ ਉਹ ਬਾਹਰੋਂ ਲਿਆਏ ਹੋਏ ਬੰਦੇ ਸਨ, ਕਨਫਰਮ ਹੋ ਰਿਹਾ। ਬੀਜੇਪੀ ਦੇ ਬੰਦੇ ਸਨ, ਇਹ ਵੀ ਕਨਫਰਮ ਹੋ ਰਿਹਾ। ਇਵੈਂਟ ਮੈਨੇਜਮੈਂਟ ਸੀਗਾ, ਇਹ ਵੀ ਕਨਫਰਮ ਹੋ ਰਿਹਾ। ਕਿਸ ਵਾਸਤੇ ਸੀਗਾ? ਮੀਡੀਆ 'ਚ ਸਿਰਫ ਦਿਖਾਉਣ ਵਾਸਤੇ, ਲੋਕਾਂ ਨੂੰ ਭਰਮਾਉਣ ਵਾਸਤੇ। ਠੀਕ ਹੈ ਜੀ। ਸੋ ਜਿਹੜਾ ਕੰਮ ਕਰ ਰਹੇ ਨੇ ਇਹਦੀ ਜਗ੍ਹਾ ਅਗਰ ਚੰਗੀ ਇਮਾਨਦਾਰੀ ਨਾਲ ਕੰਮ ਕਰ ਲੈਣ, ਦੇਸ਼ ਮੁਲਕ ਦੀ ਜਨਤਾ ਦਾ ਜੇ ਪ੍ਰੋਪਰ ਲੁੱਕ ਆਫਟਰ ਕਰ ਲੈਣ ਕਿ ਇਹ ਮਾਹੌਲ ਮਿੰਟ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਮਾਹੌਲ ਖੜਾ ਹੋ ਜਾਂਦਾ। ਜੇ ਪ੍ਰੋਟੈਸਟ ਹੋ ਰਹੇ ਨੇ ਪਿਛਲੇ 5-6 ਸਾਲਾਂ ਦੇ ਅੰਦਰ ਵੱਖਰੇ ਚੀਜ਼ਾਂ ਦੇ ਉੱਤੇ, ਇਨਸਾਨੀਅਤ ਰੱਖੋ, ਇਨਸਾਨੀਅਤ ਦੇ ਕੰਮ ਕਰੋ, ਲੋਕ ਤੁਹਾਡੀ ਐਪਰੀਸ਼ੀਏਸ਼ਨ ਕਰਨ।
ਉਲਟ ਛੁਲਟ ਕੰਮ ਕਰਕੇ ਕੀ ਹਾਸਲ ਕਰੋਗੇ? ਸਿਰਫ ਸੱਤਾ 'ਚ ਰਹਿਣ ਵਾਸਤੇ, ਲੋਕਾਂ ਨੂੰ ਭਰਮਾਉਣ ਵਾਸਤੇ, ਆਪਣੇ ਇੱਕ ਏਜੰਡਾ ਹਿਡਨ ਜਿਹੜੇ ਬਣਾਏ ਹੋਏ ਨੇ ਉਹਨਾਂ ਨੂੰ ਅੱਗੇ ਪ੍ਰਮੋਟ ਕਰਨ ਵਾਸਤੇ, ਉਹਨਾਂ ਨੂੰ ਧਰਾਤਲ ਤੇ ਲੈ ਕੇ ਆਉਣ ਵਾਸਤੇ, ਭੂਮੀ ਦੇ ਉੱਤੇ ਲਿਆਉਣ ਵਾਸਤੇ। ਮੁਲਕ ਸਮਝਦਾ ਹੈ ਆਜ਼ਾਦੀ ਦੇ ਅੰਦਰ ਸਾਰਿਆਂ ਨੇ ਯੋਗਦਾਨ ਪਾਇਆ, ਬਥੇਰਿਆਂ ਨੇ ਤੇ ਪਾਇਆ ਵੀ ਨਹੀਂ ਹੋਣਾ, ਤੇ ਅੱਜ ਉਹ ਦਾਅਵਾ ਕਰ ਰਹੇ ਨੇ ਕਿ ਮੁਲਕ ਉਹਨਾਂ ਦਾ ਹੈ। ਉਹ ਮੁਲਕ ਦੇ ਲਈ ਜਿਹੜੇ ਮਰ ਗਏ, ਜਿਹੜੇ ਸ਼ਹੀਦੀਆਂ ਦੇ ਗਏ, ਉਹਨਾਂ ਦਾ ਜ਼ਿਆਦਾ ਹੱਕ ਹੋਏਗਾ ਕਿ ਤੁਹਾਡਾ ਹੱਕ ਹੋਏਗਾ ਜੀ? ਹੈ ਜੀ। ਹਾਲਾਤਾਂ ਨੂੰ ਸਮਝਣ ਦੀ ਲੋੜ ਹੈ। ਆਮ ਪਬਲਿਕ ਨੂੰ ਧਰਮ ਜਾਤ ਤੋਂ ਉੱਪਰ ਉੱਠ ਕੇ ਜੇ ਮੁਲਕ ਨਾਲ ਪਿਆਰ ਕਰਦੇ ਨੇ, ਜੇ ਭਾਰਤ ਨਾਲ ਪਿਆਰ ਕਰਦੇ ਨੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਸੱਚ ਨੂੰ ਸੱਚ ਕਹੋ, ਝੂਠ ਨੂੰ ਝੂਠ ਕਹੋ, ਇੰਨੀ ਹਿੰਮਤ ਰੱਖੋ। ਸ਼ੁਕਰੀਆ ਜੀ। ਮਿਹਰਬਾਨੀ। ਪਰਮਜੀਤ ਸਿੰਘ ਬਨਵਾਤ ਪਰਥ ਤੋਂ ਜੁੜੇ ਸੀਗੇ। ਬਿਲਕੁਲ, ਇਸ ਅੰਦੋਲਨ ਦੇ ਵਿੱਚ ਕੁਝ ਚੀਜ਼ਾਂ ਪਲਾਂਟ, ਕਿਸੇ ਵੀ ਅੰਦੋਲਨ ਦੇ ਵਿੱਚ ਅਕਸਰ ਕੁਝ ਚੀਜ਼ਾਂ ਪਲਾਂਟ ਹੋ ਜਾਂਦੀਆਂ ਨੇ ਜਿਹੜੀਆਂ ਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਸਿਸਟਮ ਦਾ ਕਾਰਨ ਬਣਦੀਆਂ ਨੇ। ਮੈਂ ਜ਼ਿਕਰ ਕਰ ਰਿਹਾ ਸੀ ਪਹਿਲਾਂ ਤਾਂ ਦੇ ਦਈਏ ਕਿ ਇਸ ਜਿਸ ਤਰ੍ਹਾਂ ਬਾਈ ਜੀ ਬਨਵਾਤ ਸਾਹਿਬ ਹੋਰੀ ਗੱਲ ਕਰਕੇ ਗਏ ਨੇ, ਦੇਖੋ ਹਾਕੀ ਦੇ ਕਪਤਾਨ ਨੇ ਸੰਦੀਪ ਸਿੰਘ, ਬੜਾ ਹੋਣਹਾਰ ਮੁੰਡਾ, ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ, ਖੇਡ ਮੰਤਰਾਲਾ ਵੀ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ। ਸੰਬੰਧਿਤ ਮੰਤਰੀ ਉਸ ਪ੍ਰੋਫੈਸ਼ਨ ਨਾਲ ਹੀ ਸੰਬੰਧਿਤ ਹੋਣਾ ਚਾਹੀਦਾ, ਬੜਾ ਤਬਦੀਲੀ ਇਸ ਦੇ ਵਿੱਚ ਆਉਂਦੀ ਹੈ। ਪਰ ਸੰਦੀਪ ਸਿੰਘ ਨੂੰ ਵੀ ਭੱਜ ਦੌੜ ਕਪਤਾਨੀ 'ਚ ਨਹੀਂ, ਮੈਦਾਨ 'ਚ ਨਹੀਂ, ਬਲਕਿ ਇਸ ਸਮਾਗਮ ਦੇ ਵਿੱਚ ਕਰਨੀ ਪਈ, ਕਿਉਂਕਿ ਲੋਕ ਜਿਸ ਤਰ੍ਹਾਂ ਸਟੇਜ 'ਤੇ ਭਾਰੂ ਹੋ ਗਏ, ਭੰਨ ਤੋੜ ਕੀਤੀ। ਹਾਲਾਂਕਿ ਉਸ ਦੇ ਵਿੱਚ ਸਿੱਖ ਚਿਹਰੇ ਵੀ ਸੀ, ਹਿੰਦੂ ਵੀ ਸੀ, ਹਰ ਲੋਕ ਰਲੇ ਮਿਲੇ ਸੀ। ਸ਼ੁਕਰ ਹੈ ਜੇ ਸਿੱਖਾਂ ਦੇ ਗਲ ਪਾ ਕੇ ਨਹੀਂ ਸਾਰਿਆ ਸਰਕਾਰ ਨੇ ਇਸ ਨੂੰ। ਪਰ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਜਿਸ ਤਰ੍ਹਾਂ ਹਿੰਸਕ ਰੂਪ ਦਿਖਾਇਆ, CM ਦਾ ਜਿਹੜਾ ਉੱਡਣ ਖਟੋਲਾ ਅਸਮਾਨ 'ਚ ਹੀ ਲਟਕਦਾ ਰਿਹਾ, ਹੈਲੀਪੈਡ ਵੀ ਪੁੱਟ ਸੁੱਟਿਆ। ਇਸ ਦੌਰਾਨ ਜਿਹੜੇ ਨੇ ਭਾਜਪਾ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਜਿਹੜੇ ਕਹਿੰਦੇ ਸੀ ਸਾਡੀ ਸਰਕਾਰ ਲਿਆਓ, ਅਸੀਂ ਬਿਹਾਰ ਤੋਂ ਤੁਹਾਨੂੰ ਵੋਟੀਆਂ ਲਿਆ ਕੇ ਦੇਵਾਂਗੇ, ਇਹਦਾ ਉਦੋਂ ਵੀ ਵਿਰੋਧ ਹੋਇਆ ਸੀ ਧਨਖੜ ਹੋਰਾਂ ਦਾ। ਅਤੇ ਕਰਨਾਲ ਤੋਂ ਮੈਂਬਰ ਪਾਰਲੀਮੈਂਟ ਸੰਜੇ ਭਾਟੀਆ, ਖੇਡ ਮੰਤਰੀ ਸੰਦੀਪ ਸਿੰਘ, ਵਿਧਾਇਕ ਰਾਜਕੁਮਾਰ ਕਸ਼ਯਪ, ਹਰਵਿੰਦਰ ਕਲਿਆਣ, ਇਹ ਸਾਰੇ ਨੇਤਾਵਾਂ ਨੂੰ ਆਪਣੇ ਬਚਾਅ ਵਾਸਤੇ ਮੰਦਰ ਦੀ ਸ਼ਰਨ ਲੈਣੀ ਪਈ। ਦੂਜੇ ਬੰਨੇ ਮੈਂ ਜ਼ਿਕਰ ਕਰ ਰਿਹਾ ਸੀ ਝਾਰਖੰਡ ਦੇ ਵਿੱਚ ਜੋ ਕੁਛ ਹੋ ਰਿਹਾ ਹੈ। ਝਾਰਖੰਡ ਦੇ ਵਿੱਚ ਇਨੀ ਦਿਨੀ ਮੁਰਗਿਆਂ ਦੀ ਲੜਾਈ ਦਾ ਇੱਕ ਵੱਡਾ ਉਤਸਵ ਮਨਾਇਆ ਜਾਂਦਾ। ਉੱਥੇ ਖਾਸ ਕਿਸਮ ਦਾ ਮੇਲਾ ਲੱਗਦਾ ਹੈ। ਇਸ ਮੇਲੇ ਦੇ ਵਿੱਚ ਜਿਹੜੀ ਖਾਸੀਅਤ ਹੁੰਦੀ ਹੈ ਕਿ ਇਹ ਜਿਹੜਾ ਮੇਲਾ ਲੱਗਦਾ ਜਿਸ ਜਗ੍ਹਾ 'ਤੇ, ਉਸ ਪਿੰਡ ਦਾ ਨਾਂ ਵੀ ਮੁਰਗਾ ਪਾੜਾ ਹੈ। ਉੱਥੇ ਇਲਾਕਿਆਂ ਦੇ ਨਾਂ ਪਾੜਾ ਤੋਂ ਪੈਂਦੇ ਨੇ। ਇੱਥੇ ਦੁਮਾਨੀ ਹੈ ਜਿੱਥੇ ਇਹ ਮੁਰਗਾ ਪਾੜਾ ਨਾਂ ਦੀ ਇਹ ਜਗ੍ਹਾ ਪਿੰਡ ਹੈ, ਜਿੱਥੇ 2 ਦਿਨਾਂ ਮੇਲਾ ਲੱਗਦਾ, ਸੱਭਿਆਚਾਰਕ ਮੇਲਾ ਹੁੰਦਾ, ਜਿੱਥੇ ਮੁਰਗਿਆਂ ਦੀਆਂ ਲੜਾਈਆਂ 'ਤੇ ਲੱਖਾਂ ਰੁਪਏ ਲਾਏ ਜਾਂਦੇ ਨੇ। ਪਹਿਲੇ ਦਿਨ 160 ਦੇ ਕਰੀਬ ਮੁਰਗਿਆਂ ਦੀ ਜਿਹੜੀ ਲੜਾਈ ਹੋਈ। ਇਹ ਲੜਾਈ ਬਹੁਤ ਜਾਨਲੇਵਾ ਹੁੰਦੀ ਹੈ ਕਿਉਂਕਿ ਇਹ ਸਿਰਫ ਪੌਂਚਿਆਂ ਦੇ ਨਾਲ ਹੀ ਨਹੀਂ, ਖਾਸ ਕਰਕੇ ਲੱਖਾਂ ਰੁਪਏ ਦੀ ਕੀਮਤ ਇਹਨਾਂ ਮੁਰਗਿਆਂ ਦੀ ਹੁੰਦੀ ਹੈ। ਇਸ ਦੌਰਾਨ ਇਹ ਜਮਸ਼ੈਦਪੁਰ ਦੇ ਵਿੱਚ ਪੈਂਦਾ। ਮੈਨੂੰ 1-2 ਵਾਰੀ ਇਸ ਸ਼ਹਿਰ ਦੇ ਵਿੱਚੋਂ, 1-2 ਵਾਰੀ ਤਾਂ ਨਹੀਂ, ਦਰਜਨਾਂ ਵਾਰ ਮੈਂ ਨਿਕਲਿਆ ਵਾਂ। ਜਿਹੜੀਆਂ ਟਾਟਾ ਦੀਆਂ ਗੱਡੀਆਂ ਬਣਦੀਆਂ ਨੇ ਉਹ ਵੀ ਇਸ ਜਮਸ਼ੈਦਪੁਰ ਦੇ ਵਿੱਚ ਹੀ ਬਣਦੀਆਂ ਨੇ। ਪਹਿਲਾਂ ਇਹ ਬਿਹਾਰ ਦਾ ਹਿੱਸਾ ਸੀ, ਹੁਣ ਇਹ ਝਾਰਖੰਡ ਦੇ ਵਿੱਚ ਬਣ ਗਿਆ। ਅਤੇ ਇਸ ਦੌਰਾਨ ਮਾਘੀ ਦੇ ਮੌਕੇ, ਮਕਰ ਸੰਕ੍ਰਾਂਤੀ ਦੇ ਮੌਕੇ ਜਿਹੜਾ ਇਹ ਇਵੈਂਟਸ ਉੱਥੇ ਸੰਸਕ੍ਰਿਤਿਕ ਹੁੰਦੇ ਨੇ, ਹੈਰੀਟੇਜ ਦਾ ਪੁਰਾਣਾ ਹਿੱਸਾ ਹੈ। ਉਸ ਦੌਰਾਨ ਮੁਰਗਿਆਂ ਦੀ ਆਪਸੀ ਲੜਾਈ ਦਾ ਮੈਦਾਨ ਭਖਿਆ ਹੋਇਆ। ਇਸ ਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਇਹ ਜਿਹੜਾ ਸਮਾਗਮ ਆਯੋਜਿਤ ਹੋਇਆ, ਇਸ ਦੇ ਵਿੱਚ ਜਿਹੜੇ ਮੁਰਗਿਆਂ ਦੇ ਪੈਰਾਂ ਦੇ ਵਿੱਚ ਇੱਕ ਤੇਜ਼ ਧਾਰ ਚਾਕੂਨੁਮਾ ਚੀਜ਼ ਬੰਨ੍ਹੀ ਜਾਂਦੀ ਆ, ਬਲੇਡ ਦੀ ਤਰ੍ਹਾਂ। ਮੁਰਗਿਆਂ ਦੇ ਪਹੁੰਚਿਆਂ ਨਾਲ ਉਸ ਨੂੰ ਬੰਨ੍ਹ ਦਿੱਤਾ ਜਾਂਦਾ ਅਤੇ ਉਹ ਫਿਰ ਉਹਨਾਂ ਲੋਹੇ ਦੀ ਪੱਤਰੀ ਹੁੰਦੀ ਆ, ਬਲੇਡ ਹੁੰਦਾ, ਜਿਸ ਦੇ ਨਾਲ ਆਪਣੇ ਵਿਰੋਧੀ ਮੁਰਗੇ 'ਤੇ ਉਹ ਵਾਰ ਕਰਦਾ ਹੈ। ਮੁਰਗਿਆਂ ਦਾ ਕਈ ਵਾਰੀ ਗਲ ਵੀ ਕੱਟ ਦਿੰਦੇ ਨੇ, ਕਲਗੀ ਅੱਡ ਅਤੇ ਮੁਰਗੇ ਦਾ ਧੜ ਅੱਡ। ਅਤੇ ਇਸ ਦੌਰਾਨ ਉਹਨਾਂ ਮੁਰਗਿਆਂ 'ਤੇ ਲੱਖਾਂ ਰੁਪਏ ਦੀ ਸ਼ਰਤ ਲੱਗਦੀ ਹੈ। ਅਤੇ ਇਹ ਜਿਹੜਾ ਹਥਿਆਰ ਹੈ ਇਸ ਨੂੰ ਕਾਂਧੀ ਕਿਹਾ ਜਾਂਦਾ ਹੈ। ਸੋ ਇਹ ਕਾਂਧੀ ਲੱਗਣ ਦੇ ਨਾਲ ਬਹੁਤ ਸਾਰੇ ਮੁਰਗੇ ਜ਼ਖਮੀ ਹੋ ਜਾਂਦੇ ਨੇ, ਪਰ ਜਿਹੜਾ ਮੁਰਗਾ ਇਸ 'ਚੋਂ ਜਿੱਤਦਾ ਉਸ ਦੀ ਕੀਮਤ ਲੱਖਾਂ ਰੁਪਏ ਹੋਰ ਵੱਧ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਵੀ ਕਈ ਬਲੱਲੇ ਸ਼ੌਕ ਹੁੰਦੇ ਨੇ। ਦੂਸਰੇ ਪਾਸੇ ਉਹ ਕਹਿੰਦੇ ਨੇ ਕਿ ਤਿੱਤਰਾਂ ਨਾਲ ਬਟੇਰੀ ਖਹਿੰਦੀ ਫਿਰਦੀ ਖੰਭ ਪਟਾਉਣ ਨੂੰ। ਪਰ ਬਟੇਰੇ ਦੀ ਜਿਹੜੀ ਫਿਤਰਤ ਹੈ, ਮੈਂ ਤਾਂ ਰੱਖੇ ਹੋਏ ਸੀਗੇ, ਐਡੇ ਸ਼ਰਾਰਤੀ ਹੁੰਦੇ ਨੇ ਕਿ ਚੰਗੀਆਂ ਠੁੰਗਾਂ ਮਾਰਦੇ ਨੇ ਜਦੋਂ ਉਹਨਾਂ ਨੂੰ ਛੇੜੋ। ਡਰਦਾ ਘੱਟ ਹੁੰਦਾ ਬਟੇਰ, ਖਾਸ ਕਰਕੇ ਪਾਲਤੂ ਜਾਪਾਨੀ ਬਟੇਰ ਅੱਜ ਕੱਲ੍ਹ ਲੋਕ ਰੱਖਦੇ ਨੇ। ਤਿੱਤਰ ਤਾਂ ਤੁਸੀਂ ਘਰੇ ਨਹੀਂ ਰੱਖ ਸਕਦੇ, ਬਟੇਰ ਜ਼ਰੂਰ ਪਾਲ ਸਕਦੇ ਹੋ। ਕਈਆਂ ਦੇ ਪੈਰ ਹੇਠ ਜ਼ਿੰਦਗੀ 'ਚ ਬਟੇਰ ਬਹੁਤ ਆਉਂਦਾ ਹੈ। ਉਹ ਜਿਵੇਂ ਕਹਿੰਦੇ ਆ ਨਾ ਕਿ ਅੰਨੇ ਨੂੰ ਲੱਭ ਗਿਆ ਬਟੇਰ, ਕਹਿੰਦਾ ਤੁਸੀਂ ਇਹ ਬਣਾਓ, ਮੈਂ ਹੋਰ ਭਾਲ ਕੇ ਲਿਆਉਣਾ। ਇੱਥੇ ਮਾਫ਼ ਕਰਨਾ, ਅੰਨਾ ਇੱਕ ਅੱਖਾਂ ਤੋਂ ਬਲਾਈਂਡ ਨਹੀਂ, ਸਿਰਫ ਇੱਕ ਤਸ਼ਬੀਹ ਦਿੱਤੀ ਗਈ ਹੈ ਕਿ ਨਾਕਾਬਲ ਬੰਦੇ ਨੂੰ, ਨਖਿੱਧ ਬੰਦੇ ਨੂੰ ਜਦੋਂ ਖਾਸ ਚੀਜ਼ ਪ੍ਰਾਪਤ ਹੋ ਜਾਂਦੀ ਹੈ ਨਾ, ਅਤੇ ਉਦੋਂ ਕਹਿੰਦੇ ਆ ਕਿ ਅੰਨੇ ਦੇ ਪੈਰ ਹੇਠ ਬਟੇਰਾ ਆ ਗਿਆ। ਮਤਲਬ
ਬਟੇਰਾ ਫੜਨਾ ਬਹੁਤ ਮੁਸ਼ਕਿਲ ਕਾਰਜ ਹੁੰਦਾ, ਬੜਾ ਤੇਜ਼ ਤਰਾਰ ਬੰਦਾ ਵੀ ਬਟੇਰਾ ਨਹੀਂ ਫੜ ਸਕਦਾ ਜਾਲ ਤੋਂ ਬਿਨਾਂ। ਪਰ ਜੇ ਕੋਈ ਕੰਮ ਕਿਸੇ ਦੇ ਰਾਸ ਆ ਜਾਵੇ, ਇਹਨੂੰ ਪੰਜਾਬੀ 'ਚ ਮੇਥੀ ਮਾਰਨੀ ਵੀ ਕਹਿੰਦੇ ਨੇ, ਕਿ ਮਾਰ ਗਿਆ ਕਰਤਾਰਾ ਮੇਥੀ ਮਾਰ ਗਿਆ। ਮੇਥੀ ਦੀ ਆਪਣੀ ਖਾਸੀਅਤ ਹੈ, ਮੇਥੀ ਮਾਰਨੇ ਵੀ ਕੋਈ ਖਾਸ ਚੀਜ਼ ਪ੍ਰਾਪਤ ਕਰਨੀ, ਬਟੇਰੇ ਵਾਲਾ ਹੀ ਉਦਾਹਰਨ ਹੈ। ਅਤੇ ਇਹ ਬਟੇਰਿਆਂ ਦੀ ਲੜਾਈ ਪਾਕਿਸਤਾਨ 'ਚ ਵੀ ਵੱਡੇ ਪੱਧਰ 'ਤੇ ਹੁੰਦੀ ਹੈ, ਅਤੇ ਉਸ ਦੌਰਾਨ ਸ਼ਰਤਾਂ ਬਟੇਰਿਆਂ ਦੀ ਲੜਾਈ 'ਤੇ ਵੀ ਲੱਗਦੀਆਂ ਨੇ। ਤੁਸੀਂ ਵੇਖੋ ਕਿ ਪਾਕਿਸਤਾਨੀ ਲੋਕ ਕਿੰਨਾ ਐਂਟਰਟੇਨ ਕਰਦੇ ਨੇ, ਮੌਜ ਆਪਣੀ 'ਚ ਰਹਿੰਦੇ ਨੇ। ਗੁਰਬਤ ਗਰੀਬੀ ਭਾਵੇਂ ਬਹੁਤ ਹੈ, ਮੰਦਹਾਲੀ ਬਹੁਤ ਹੈ, ਪਰ ਫਿਰ ਵੀ ਦੋ ਬਟੇਰੇ ਲੜਦੇ ਹੁੰਦੇ ਨੇ। 100-100 150-150 ਪਾਕਿਸਤਾਨੀ ਜਿਹੜੇ ਨੇ ਨਾ, ਖਾਸ ਕਰਕੇ ਪਾਕਿਸਤਾਨੀ ਪੰਜਾਬ ਦੇ ਲੋਕ, ਉਹਨਾਂ ਬਟੇਰਿਆਂ ਦੇ ਆਲੇ ਦੁਆਲੇ ਬੈਠ ਜਾਂਦੇ ਨੇ। ਉਹ ਲੜਾਈ ਦਾ ਉਹਨਾਂ ਦਾ ਖਾਸ ਕਿਸਮ ਦਾ ਇੱਕ ਤਰੀਕਾ, ਬੜੀਆਂ ਖੁਰਾਕਾਂ ਇਹਨਾਂ ਬਟੇਰਿਆਂ ਨੂੰ ਪਾਉਂਦੇ ਨੇ। ਕਈ ਤਾਂ ਬੜਾ ਸਖਤ ਕਿਸਮ ਦਾ ਜਿਹੜਾ ਸਟੀਰੋਇਡ ਆ ਉਹਨਾਂ ਬਟੇਰਿਆਂ ਨੂੰ ਵੀ ਦਿੱਤਾ ਜਾਂਦਾ ਹੈ। ਪਰ ਪਾਕਿਸਤਾਨੀ ਜਿਹੜੇ ਲੋਕ ਨੇ, ਇਹਨਾਂ ਰਵਾਇਤੀ ਚੀਜ਼ਾਂ, ਖਾਸ ਕਰਕੇ ਮੁਰਗਿਆਂ ਦੀਆਂ ਲੜਾਈ, ਜਿਹੜੇ ਬੋਕ ਦੀ ਲੜਾਈ, ਅਤੇ ਇੱਕ ਪਾਕਿਸਤਾਨ ਦੇ ਵਿੱਚ ਕੁੱਦਣਾ ਬੱਕਰਾ ਵੀ ਮਿਲਦਾ ਹੈ। ਕੁੱਦਣਾ ਬੱਕਰਾ, ਜਿਹੜਾ ਵਿਅਕਤੀ ਮਸਤਿਆ ਹੋਵੇ ਨਾ, ਉਹਨੂੰ ਕਹਿੰਦੇ ਨੇ ਤਾਂ ਕੁੱਦਣਾ ਬੱਕਰਾ ਬਣਿਆ ਜਾਂਦਾ। ਹੋਇਆ ਕੀ ਹੈ ਕਿ ਬਲੀ ਦੇ ਵਾਸਤੇ ਜਿਸ ਤਰ੍ਹਾਂ ਕੋਈ ਬੱਕਰਾ ਛੱਡ ਦਿੰਦੇ ਆ ਲੋਕ ਪਹਿਲਾਂ ਹੀ ਈਦ ਤੋਂ ਜਾਂ ਕਿਸੇ ਵੀ ਦਿਨ ਤਿਉਹਾਰ ਤੋਂ, ਉਹ ਬੱਕਰਾ ਕਿਸੇ ਪੀਰ ਫਕੀਰ ਦੇ ਨਾਂ 'ਤੇ ਛੱਡ ਦਿੱਤਾ ਜਾਂਦਾ। ਉਹ ਬੱਕਰਾ ਫਿਰ ਆਜ਼ਾਦ ਘੁੰਮਦਾ ਰਹਿੰਦਾ, ਜਿਵੇਂ ਸਾਨ ਛੱਡਿਆ ਹੁੰਦਾ ਕਈਆਂ ਨੇ, ਅਤੇ ਉਹਨੂੰ ਕੋਈ ਨਹੀਂ ਫੜਦਾ ਕਿਉਂਕਿ ਉਹ ਪਵਿੱਤਰ ਸਮਝਿਆ ਜਾਂਦਾ। ਫਿਰ ਖਾਸ ਦਿਨ 'ਤੇ ਉਸ ਬੱਕਰੇ ਦੀ ਬਲੀ ਹੁੰਦੀ ਹੈ, ਉਹ ਜਿਹਦੇ ਮਰਜ਼ੀ ਖੇਤ 'ਚ ਵੜੇ, ਕੋਈ ਉਸ 'ਤੇ ਹਮਲਾ ਨਹੀਂ ਕਰਦਾ। ਅਤੇ ਇਸ ਕਰਕੇ ਉਹ ਖੁੱਲ੍ਹਾ ਖਾ ਪੀ ਕੇ ਨਾ ਹਰ ਇੱਕ ਨਾਲ ਪੰਗੇ ਲੈਂਦਾ, ਜਗ੍ਹਾ ਜਗ੍ਹਾ ਕੁੱਦਦਾ ਫਿਰਦਾ। ਉਸ ਨੂੰ ਪਾਕਿਸਤਾਨ ਦੇ ਵਿੱਚ ਕੁੱਦਣਾ ਬੱਕਰਾ ਕਿਹਾ ਜਾਂਦਾ ਹੈ, ਕਿ ਦਾਗ ਦੇ ਕੇ ਛੱਡਿਆ ਹੋਇਆ, ਇਹ ਤਾਂ ਪੀਰਾਂ ਦੇ ਨਾਂ 'ਤੇ ਬਲੀ ਵਾਲੇ ਦਿਨ ਇਹਨੂੰ ਦੇਖਿਆ ਜਾਵੇ। ਖੈਰ, ਸੋ ਇਸ ਤਰ੍ਹਾਂ ਦਾ ਜਿਹੜਾ ਐਂਟਰਟੇਨ ਹੈ ਪਾਕਿਸਤਾਨੀ ਲੋਕ ਬਹੁਤ ਕਰਦੇ ਨੇ। ਪਰ ਇਹ ਜਿਹੜੀ ਹੁਣ ਮੁਰਗਾ ਪਾੜਾ ਦੇ ਵਿੱਚ ਇਹ ਜਿਹੜੀ ਮੁਰਗਿਆਂ ਦੀ ਲੜਾਈ ਪਰੰਪਰਾ ਦੇ ਨਾਂ 'ਤੇ ਹੋਈ ਹੈ, ਇਸ ਦਾ ਅਜੇ ਤੱਕ ਨੋਟਿਸ ਜਿਹੜਾ ਮੇਨਕਾ ਗਾਂਧੀ ਹੋਰਾਂ ਨੇ ਨਹੀਂ ਲਿਆ। ਪੀਪਲਸ ਫਾਰ ਐਨੀਮਲ ਜਿਹੜੇ ਪੀਟਾ ਵਾਲੇ ਨੇ, ਉਹਨਾਂ ਨੇ ਨਹੀਂ ਲਿਆ। ਹਾਲਾਂਕਿ ਇਸ ਲੜਾਈ ਦਾ ਦ੍ਰਿਸ਼ ਦੇਖਣ ਦੇ ਵਾਸਤੇ, ਉਦਘਾਟਨ ਕਰਨ ਵਾਸਤੇ ਉੱਥੋਂ ਦੇ ਜਿਹੜੇ ਵਿਧਾਇਕ ਸੀਗੇ ਉੱਥੋਂ ਦੀ ਸਰਕਾਰ ਦੇ ਵਿੱਚ, ਉਹਨਾਂ ਨੇ ਇਸ ਦਾ ਜਿਹੜਾ ਮੁਰਗਿਆਂ ਦੀ ਲੜਾਈ ਦਾ ਉਦਘਾਟਨ ਕੀਤਾ। ਪਹਿਲੇ ਦਿਨ 160 ਜੋੜਿਆਂ ਦੀ ਜਿਹੜੀ ਲੜਾਈ ਮੁਰਗਿਆਂ ਦੀ ਹੋਈ ਹੈ। ਦੂਜੇ ਬੰਨੇ ਪਾਕਿਸਤਾਨ ਦੇ ਆਪਾਂ ਬਟੇਰਿਆਂ ਦੀ ਗੱਲ ਕੀਤੀ ਸੀ। ਪਾਕਿਸਤਾਨ ਦੇ ਵਿੱਚ ਸਥਿਤੀ ਇਹ ਹੈ ਕਿ ਕੱਲ੍ਹ ਸ਼ਨੀਵਾਰ, ਐਤਵਾਰ ਨੂੰ, ਬੀਤੇ ਸ਼ਨੀਵਾਰ ਦੀ ਰਾਤ ਅਤੇ ਐਤਵਾਰ ਵਾਲੇ ਦਿਨ ਬਲੈਕ ਆਊਟ ਹੋ ਗਿਆ। ਪਾਵਰ ਟਰਾਂਸਮਿਸ਼ਨ ਦੀ ਫਰੀਕੁਐਂਸੀ 'ਤੇ ਜਿਹੜੀ ਹੈ ਇਹ ਪ੍ਰੋਬਲਮ ਆਈ ਸੀਗੀ, ਜਿਸ ਕਾਰਨ ਪਾਕਿਸਤਾਨ ਦੇ ਵਿੱਚ ਟੋਟਲ ਬਲੈਕ ਆਊਟ ਰਿਹਾ। 21 ਕਰੋੜ ਲੋਕ 2 ਘੰਟੇ ਹਨੇਰੇ 'ਚ ਰਹੇ। ਜਿਨ੍ਹਾਂ ਕੋਲ ਇਨਵਰਟਰ ਸੀ ਜਾਂ ਪਹੁੰਚ ਵਾਲੇ ਲੋਕ ਸੀ, ਉਹਨਾਂ ਦੇ ਤਾਂ ਰੌਸ਼ਨੀ ਸੀ, ਪਰ ਆਮ ਲੋਕਾਂ ਦਾ ਬੱਤੀ ਗੁੱਲ ਰਹੀ। ਇਸ ਦੌਰਾਨ ਪਾਕਿਸਤਾਨ ਦੇ ਵਿੱਚ ਇਹ ਅਫਵਾਹ ਫੈਲ ਗਈ ਕਿ ਭਾਰਤ ਹਮਲਾ ਕਰਨ ਵਾਲਾ ਹੈ, ਇਸ ਲਈ ਇਹ ਬਲੈਕਡਾਊਨ ਰਾਤ ਨੂੰ ਹੋਇਆ। ਅਤੇ ਹਾਲਾਂਕਿ ਇਹ ਜਿਹੜਾ ਬਲੈਕ ਆਊਟ 2 ਘੰਟੇ ਦਾ ਸੀ, ਪਰ 21 ਕਰੋੜ ਆਬਾਦੀ ਦੇ ਵਿੱਚੋਂ ਮੈਨੂੰ ਲੱਗਦਾ 1.5, 2, 4 ਕਰੋੜ ਬੰਦੇ ਹੋਣੇ ਜਿਨ੍ਹਾਂ ਦੇ ਆਪਣਾ ਸਾਧਨ ਹੁੰਦੇ ਨੇ। ਬਾਕੀ ਜਿਹੜਾ ਇਸ ਭੈ ਦੇ ਕਾਰਨ, ਇਸ ਅਫਵਾਹ ਦੇ ਕਾਰਨ ਬਹੁਤਿਆਂ ਨੇ ਆਪਣੇ ਇਨਵਰਟਰ ਵੀ ਬੰਦ ਕਰ ਦਿੱਤੇ ਕਿ ਭਾਰਤ ਇਸ ਮੌਕੇ ਹਮਲਾ ਕਰ ਸਕਦਾ, ਕਿਉਂਕਿ ਭਾਰਤ ਦੇ ਵਿੱਚ ਜਿਹੜੀ ਸਿਆਸੀ ਸਥਿਤੀ ਚੱਲ ਰਹੀ ਹੈ, ਇਸ ਦੌਰਾਨ ਇਸ ਤਰ੍ਹਾਂ ਦੀ ਹਰਕਤ ਹੋ ਸਕਦੀ ਹੈ। ਅਤੇ ਇਸ ਲਈ ਇਹ ਪਾਕਿਸਤਾਨ ਦੇ ਵਿੱਚ ਅਫਵਾਹਾਂ ਵੀ ਗਰਮ ਨੇ। ਇੰਨਾ ਹੀ ਨਹੀਂ, ਇਸ ਬਲੈਕ ਆਊਟ ਦੇ ਪਿੱਛੇ ਕਈ ਅਫਵਾਹਾਂ ਵੀ ਸੀ, ਅਤੇ ਇਸ ਤੋਂ ਖਾਸ ਕਰਕੇ ਪਾਕਿਸਤਾਨ ਦਾ ਜਿਹੜਾ ਮੰਤਰੀ ਹੈ ਸ਼ੇਖ ਰਸ਼ੀਦ, ਪਾਕਿਸਤਾਨ ਦੇ ਅੰਦਰੂਨੀ ਮਾਮਲੇ ਦਾ ਮੰਤਰੀ ਹੈ, ਉਸਨੇ ਇਸ ਘਟਨਾ ਪਿੱਛੇ ਭਾਰਤ ਦਾ ਹੱਥ ਦੱਸ ਦਿੱਤਾ। ਐਤਵਾਰ ਨੂੰ ਉਸਨੇ ਬਿਆਨ ਦਿੱਤਾ ਕਿ ਪਾਕਿਸਤਾਨ ਦੀ ਬਿਜਲੀ ਭਾਰਤ ਨੇ ਕੱਟੀ ਹੈ, ਤਾਂ ਕਿ ਦਿੱਲੀ ਦੇ ਵਿੱਚ ਹੋ ਰਹੇ ਕਿਸਾਨ ਅੰਦੋਲਨ ਦਾ ਧਿਆਨ ਦੁਨੀਆ ਤੋਂ ਹਟਾਇਆ ਜਾ ਸਕੇ। ਕਮਾਲ ਹੈ। ਹਾਲਾਂਕਿ ਜਲਦ ਹੀ ਇਸ ਨੂੰ ਗਲਤ ਸਾਬਤ ਕਰ ਦਿੱਤਾ ਗਿਆ, ਜਦੋਂ ਪਤਾ ਲੱਗਿਆ ਕਿ ਭਾਈ ਤੁਹਾਡਾ ਪਾਵਰ ਟਰਾਂਸਮਿਸ਼ਨ ਸਿਸਟਮ ਫੇਲ ਹੋਇਆ। ਰਸ਼ੀਦ ਸਾਹਿਬ, ਭਾਰਤ ਨੇ, ਮੋਦੀ ਨੇ ਤੁਹਾਡੀ ਬਿਜਲੀ ਨਹੀਂ ਕੱਟੀ, ਸੋ ਇਹ ਤੁਹਾਡੀ ਆਪਣੀ ਸਮੱਸਿਆ ਕਾਰਨ ਕੱਟੀ ਗਈ ਹੈ। ਸੋ ਫਿਰ ਪਾਕਿਸਤਾਨ ਦੀ ਸਰਕਾਰ ਦੀ ਤਰਫੋਂ ਇਹ ਸਪਸ਼ਟੀਕਰਨ ਆਇਆ ਕਿ ਸਿੰਧ ਸੂਬੇ 'ਚ ਸਥਿਤ ਜਿਹੜਾ ਗੁੱਡੂ ਪਾਵਰ ਪਲਾਂਟ ਹੈ, ਉੱਥੇ ਤਕਨੀਕੀ ਖਰਾਬੀ ਦੇ ਕਾਰਨ ਇਹ ਬਲੈਕ ਆਊਟ ਹੋਇਆ, ਜਿਸ ਦੀ ਪੂਰਤੀ ਦੇ ਵਾਸਤੇ ਤਕਰੀਬਨ ਜਿਹੜੀ ਹੈ ਬਦਲਵੇਂ ਸਾਧਨ ਕੀਤੇ ਗਏ, ਕਿਉਂਕਿ ਬਿਜਲੀ ਸਰਦੀ ਦੇ ਦਿਨਾਂ ਦੇ ਵਿੱਚ ਪੂਰੇ ਦੇਸ਼ ਲਈ ਭਾਵੇਂ ਉਹਨਾਂ ਕੋਲ ਵਾਧੂ ਹੈ, ਪਰ ਫਿਰ ਵੀ ਬਲੈਕ ਆਊਟ ਕਿਉਂ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕੋਈ ਤਕਨੀਕੀ ਸਮੱਸਿਆ ਸੀ, ਬਿਜਲੀ ਦੀ ਸ਼ਾਰਟੇਜ ਨਹੀਂ ਸੀ, ਕਿਉਂਕਿ ਬਿਜਲੀ ਦੀ ਸ਼ਾਰਟੇਜ 'ਤੇ ਪਾਕਿਸਤਾਨ ਦੇ ਅਦਾਕਾਰਾਂ ਨੇ ਬਹੁਤ ਸੋਹਣਾ ਗੀਤ ਗਾਇਆ, ਮੇਰੇ ਮੁਲਕ ਦੀ ਬਿਜਲੀ ਜੀ, ਸੁਣਨ ਵਾਲਾ ਕਮਾਲ ਦੀ ਚੀਜ਼ ਹੈ। ਸੋ ਇਸ ਬਲੈਕ ਆਊਟ ਹੋਣ ਦੇ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ 'ਤੇ ਵੀ ਟਰੈਂਡਿੰਗ ਰਿਹਾ। ਪਾਕਿਸਤਾਨ ਦੇ ਲੋਕਾਂ ਨੇ ਇਹਨਾਂ ਪਰੇਸ਼ਾਨੀਆਂ ਦਾ ਕਾਰਨ ਗੁਆਂਢੀ ਮੁਲਕ ਭਾਰਤ ਨੂੰ ਦੱਸਿਆ, ਕੁਝ ਨੇ ਆਪਣੀ ਸਰਕਾਰ ਨੂੰ ਵੀ ਕੋਸਿਆ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਕਿ ਕਿਸੇ ਦੇਸ਼ ਦੀ ਪੂਰੀ ਬਿਜਲੀ ਗੁੱਲ ਹੋਈ ਹੋਵੇ। ਯੁੱਧ ਦੇ ਦਿਨਾਂ ਦੇ ਦੌਰਾਨ ਦੁਸ਼ਮਣ ਨੂੰ ਚਕਮਾ ਦੇਣ ਦੇ ਵਾਸਤੇ ਅਕਸਰ ਪੂਰੇ ਦੇਸ਼ ਦੀ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਕਿ ਦੁਸ਼ਮਣ ਲਾਈਟ ਵੇਖ ਕੇ ਹਮਲਾ ਨਾ ਕਰ ਦੇਵੇ। ਸੋ ਭਾਰਤ, ਕੈਨੇਡਾ, ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਜਿਹਾ ਹੋ ਚੁੱਕਾ ਹੈ। 2019 ਦੇ ਵਿੱਚ ਸਭ ਤੋਂ ਲੰਬਾ ਬਲੈਕਆਊਟ ਹੋਇਆ ਸੀ, 1 ਹਫ਼ਤੇ ਦਾ। ਸੋ 65-71 ਦੀਆਂ ਜੰਗਾਂ ਦੇ ਵਕਤ ਇਸ ਤਰ੍ਹਾਂ ਦਾ ਬਲੈਕਆਊਟ ਹੁੰਦਾ ਸੀ। ਬਜ਼ੁਰਗ ਦੱਸਦੇ ਸੀਗੇ ਕਿ ਜਿਹੜਾ ਜਦੋਂ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਕਿ ਤੇ ਫਿਰ ਜਿਹੜਾ ਤੁਹਾਡਾ ਰੂਮ ਹੈ ਉਸ ਦੇ ਖੂੰਜਿਆਂ 'ਚ ਖੜ੍ਹ ਜਾਣਾ ਚਾਹੀਦਾ, ਕਿਉਂਕਿ ਜਦੋਂ ਲੈਂਟਰ ਵਗੈਰਾ ਵੀ ਡਿੱਗਦਾ ਕਈ ਵਾਰੀ ਉਹ ਸੈਂਟਰ ਦੇ ਵਿੱਚ ਜਿੱਥੇ ਪੱਖਾ ਲੱਗਿਆ ਹੁੰਦਾ ਉੱਥੇ ਜ਼ਿਆਦਾ ਅਸਰ ਹੁੰਦਾ ਹੈ। ਜਿਹੜੇ ਵਿਅਕਤੀ ਕੋਨਿਆਂ 'ਚ ਹੁੰਦੇ ਨੇ ਉਹ ਜ਼ਿਆਦਾ ਸੇਫ ਰਹਿੰਦੇ ਨੇ ਜਦੋਂ ਘਰ ਢਹਿਣ ਦੀ ਨੌਬਤ ਆ ਜਾਵੇ। ਖੈਰ, ਕੁਛ ਲੋਕ ਇਸ ਤਰ੍ਹਾਂ ਦੀਆਂ ਨਾਪਾਕ ਹਰਕਤਾਂ ਕਰਦੇ ਨੇ ਜਿਸ ਦੇ ਨਾਲ ਮੁਲਕ ਅਤੇ ਮਜ਼ਹਬ ਬਦਨਾਮ ਹੁੰਦੇ ਨੇ। ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਖੈਬਰ ਪਖਤੂਨਵਾ ਦੇ ਵਿੱਚ ਕਰਖ ਜ਼ਿਲ੍ਹੇ ਦੇ ਵਿੱਚ ਟੇਰੀ ਪਿੰਡ ਹੈ ਜਿੱਥੇ ਕੁਝ ਲੋਕਾਂ ਨੇ ਨਾਪਾਕ ਹਰਕਤ ਕੀਤੀ ਸੀ। 100 ਸਾਲ ਪੁਰਾਣਾ ਇੱਕ ਹਿੰਦੂ ਮੰਦਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਉੱਥੋਂ ਦੇ ਮੌਲਵੀ ਤੇ ਜਮੀਅਤ ਉਲੇਮਾ ਇਸਲਾਮ ਪਾਰਟੀ ਦੇ ਸਮਰਥਕ ਜਿਹੜੇ 400-500 ਦੀ ਤਾਦਾਦ ਸੀ, ਇਹਨਾਂ ਨੇ ਮੰਦਰ ਨੂੰ ਅੱਗ ਦੇ ਹਵਾਲੇ ਕੀਤਾ ਸੀ। ਇਸ ਸੰਬੰਧੀ 100-150 ਬੰਦਾ ਗ੍ਰਿਫਤਾਰ ਹੈ, ਜਿਨ੍ਹਾਂ ਦੇ ਵਿੱਚੋਂ 56 ਦੋਸ਼ੀਆਂ ਨੂੰ ਰਿਮਾਂਡ 'ਤੇ ਲੈਣ ਦਾ ਆਦੇਸ਼ ਦਿੱਤਾ ਗਿਆ ਤੇ ਸਥਾਨਕ ਮੌਲਵੀ ਸ਼ਰੀਫ ਵੀ ਇਸ ਦੇ ਵਿੱਚ ਸ਼ਾਮਲ ਹੈ ਜਿਸ ਨੇ ਭੀੜ ਨੂੰ ਭੜਕਾਇਆ ਤੇ ਅਗਵਾਈ ਕੀਤੀ। ਪਾਕਿਸਤਾਨ ਦੇ ਅੱਤਵਾਦ ਵਿਰੋਧੀ ਅਦਾਲਤ ਨੇ ਇਸ ਸੰਬੰਧੀ ਸ਼ਨੀਵਾਰ ਨੂੰ ਸੁਣਵਾਈ ਕਰਦੇ ਹੋਏ ਇਸ ਦੋਸ਼ੀ ਸ਼ਰੀਫ ਸਮੇਤ 55 ਲੋਕਾਂ ਨੂੰ 9 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ। ਖੈਬਰ ਪਖਤੂਨਵਾ ਪੁਲਿਸ ਦੇ ਪ੍ਰਮੁੱਖ ਸਨਾਉੱਲਾ ਅਵਾਸੀ ਨੇ ਆਖਿਆ ਕਿ ਮੁੱਖ ਦੋਸ਼ੀ ਫਾਜ਼ਲੁੱਲਾ ਨੂੰ ਕਰਕ ਜ਼ਿਲ੍ਹੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਮੰਦਰ 'ਤੇ ਹਮਲਾ ਕਰਕੇ ਜਿਹੜਾ ਸੀ ਉੱਥੇ ਇੱਕ ਧਾਰਮਿਕ ਵਿਅਕਤੀ ਸੀ ਜਿਸ ਦੀ ਸਮਾਧੀ ਸੀ ਉਸ ਨੂੰ ਨੁਕਸਾਨ ਪਹੁੰਚਾਇਆ। ਉਸ ਨੂੰ ਸਮਾਧੀ ਨੂੰ ਭੰਨਣ ਦੇ ਵਾਸਤੇ ਹੀ ਇਸ ਮੁੱਲਾ ਨੇ ਉਕਸਾਇਆ ਸੀ। ਪਰ ਹੁੰਦਾ ਇਹ ਹੈ ਕਿ ਦੇਖੋ ਇਸ ਤਰ੍ਹਾਂ ਦੇ ਨਾਪਾਕ ਲੋਕ ਹਰ ਧਰਮ ਮਜ਼ਹਬ ਦੇ ਵਿੱਚ ਨੇ। ਸਾਡੇ ਇੱਧਰ ਵੀ ਹੈਗੇ ਨੇ, ਉੱਧਰ ਵੀ ਹੈਗੇ ਨੇ ਸਰਫਰੇ। ਇਸ ਦਾ ਖਮਿਆਜਾ ਅਸੀਂ 1947 ਦੇ ਹੱਲਿਆਂ ਦੇ ਦੌਰਾਨ ਖੂਬ ਭੁਗਤ ਚੁੱਕੇ ਹਾਂ, ਪਰ ਫਿਰ ਵੀ ਅਸੀਂ ਆਪਣੀਆਂ ਇਹਨਾਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਪਰ ਕੁਝ ਲੋਕ ਧਰਮਾਂ 'ਚ ਨੇ ਜਿਹੜੇ ਲੁੱਟ ਖਸੁੱਟ ਕਰਕੇ ਵੀ ਆਪਣੇ ਆਪ ਨੂੰ ਦਾਨੀ ਅਤੇ ਆਪਣੇ ਆਪ ਨੂੰ ਧਾਰਮਿਕ ਆਗੂ ਦੇ ਤੌਰ 'ਤੇ ਪੇਸ਼ ਕਰਦੇ ਨੇ। ਨਵੀਂ ਦਿੱਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਕਿ ਇਹ ਬੰਦਾ ਇੱਕ ਚੋਰੀਆਂ ਠੱਗੀਆਂ ਕਰਦਾ ਸੀ, ਕ੍ਰਾਈਮ ਕਰਦਾ ਸੀ, ਮਹਿੰਗੀਆਂ ਕਾਰਾਂ ਰੱਖਣ ਦਾ ਸ਼ੌਕੀਨ ਸੀ, ਬ੍ਰਾਂਡਡ ਕੱਪੜੇ ਪਾਉਂਦਾ ਸੀ ਅਤੇ ਆਖਰ ਨੂੰ ਇਹ ਫੜਿਆ ਗਿਆ ਅਤੇ ਇਹ ਰੋਬਨ ਹੁੱਡ ਵਾਲੀ ਜ਼ਿੰਦਗੀ ਬਤੀਤ ਕਰਦਾ ਸੀਗਾ। ਚੋਰੀ ਕਰਨਾ, ਫਿਰ ਉਸ ਚੋਰੀ ਦੇ ਪੈਸੇ ਦਾ ਦਾਨ ਦੇਣਾ, ਹੈਲਥ ਕੈਂਪ ਲਾਉਣੇ, ਇਸ ਦਾ ਇਹ ਡਰਾਮਾ ਸੀ ਜਿਹੜਾ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਜਨਤਕ ਕੀਤਾ। ਸੋ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਮੁਹੰਮਦ ਇਰਫਾਨ ਨਾਂ ਦੇ ਇੱਕ ਵਿਅਕਤੀ ਨੂੰ ਫੜਿਆ ਜਿਹੜਾ ਆਪਣੇ ਗੈਂਗ ਦੇ ਨਾਲ ਦਿੱਲੀ, ਪੰਜਾਬ ਸਮੇਤ ਪੂਰੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਚੋਰੀਆਂ ਕਰਦਾ ਸੀ ਅਤੇ ਮਹਿੰਗੇ ਕੱਪੜੇ ਅਤੇ ਗੱਡੀਆਂ ਖਰੀਦਦਾ ਸੀ ਅਤੇ ਫਿਰ ਗਰੀਬਾਂ ਦਾ ਮਸੀਹਾ ਵੀ ਬਣਦਾ ਸੀ। ਸੋ ਇਸਨੇ ਆਪਣੇ ਘਰ ਦੇ ਨੇੜੇ ਸੀਤਾਮੜੀ ਦੇ ਵਿੱਚ ਹੈਲਥ ਕੈਂਪ ਵੀ ਲਵਾਇਆ ਸੀ ਅਤੇ ਉਸ ਦੇ ਵਿੱਚ ਦਾਨ ਵੀ ਦਿੱਤਾ ਸੀ। ਸੋ ਕ੍ਰਾਈਮ ਬ੍ਰਾਂਚ ਦੀ DCP ਮੋਨਿਕਾ ਭਾਰਦਵਾਜ ਨੇ ਦੱਸਿਆ ਕਿ ਇਰਫਾਨ ਉਰਫ ਰੋਬਨ ਹੁੱਡ ਦੇ ਨਾਂ ਨਾਲ ਇਹ ਮਸ਼ਹੂਰ ਸੀ। ਬੀਤੇ ਦਿਨ 7 ਜਨਵਰੀ ਨੂੰ ਫੜਿਆ ਗਿਆ ਅਤੇ ਉਸ ਦੇ ਕੋਲੋਂ ਜੈਗੂਅਰ, ਨਿਸਾਨ ਦੀਆਂ 2 ਮਹਿੰਗੀਆਂ ਗੱਡੀਆਂ ਵੀ ਬਰਾਮਦ ਹੋਈਆਂ। ਉਸ ਨੇ ਪੁੱਛਗਿੱਛ ਦੇ ਦੌਰਾਨ ਮੰਨਿਆ ਕਿ ਉਹ ਕੇਵਲ ਪੌਸ਼ ਇਲਾਕਿਆਂ 'ਚ ਚੋਰੀ ਕਰਦਾ ਸੀ ਅਤੇ ਚੋਰੀ ਦੇ ਲਈ ਘਰ ਨੂੰ ਟਾਰਗੇਟ ਕਰਦਾ, ਰੇਕੀ ਕਰਦਾ, ਫਿਰ ਪੌਸ਼ ਇਲਾਕੇ ਦੇ ਵਿੱਚ ਵੱਡੇ ਲੋਕਾਂ ਦੇ ਘਰ ਨੂੰ ਹੀ ਚੋਰੀ ਦਾ ਨਿਸ਼ਾਨਾ ਬਣਾਉਂਦਾ ਸੀ, ਕਿਉਂਕਿ ਉਸਨੇ ਇਹ ਵੀ ਆਖਿਆ ਕਿ ਉਸ ਦਾ ਇਹ ਮੰਨਣਾ ਸੀ ਕਿ ਅੱਜ ਕੱਲ੍ਹ ਜਿਹੜੇ ਵਿਅਕਤੀਆਂ ਕੋਲ ਇੰਨਾ ਪੈਸਾ ਬਿਨਾਂ ਲੁੱਟ ਖਸੁੱਟ ਦੇ ਉਹ ਪੈਸਾ ਇਕੱਠਾ ਨਹੀਂ ਹੋ ਸਕਦਾ। ਸ਼ਾਇਦ ਬਾਬਾ ਬੁੱਲੇ ਸ਼ਾਹ ਨੂੰ ਜ਼ਿਆਦਾ ਪੜ੍ਹ ਗਿਆ ਲੱਗਦਾ, ਕਹਿੰਦਾ ਬੋਲਿਆ ਭੰਨ ਕਰ ਰੱਬ ਦਾ ਉਸ ਠੱਗਾਂ ਦੇ ਠੱਗ ਨੂੰ ਠੱਗ। ਪਰ ਬਹੁਤ ਲੋਕ ਨੇ ਜਿਹੜੇ ਰੋਬਨ ਹੁੱਡ ਬਣਦੇ ਜਿਨ੍ਹਾਂ ਕੋਲ ਵਧੀਆ ਤਰੀਕੇ ਵੀ ਨੇ। ਇਹ ਖਬਰਾਂ ਨੇ ਇਸ ਕਿਸਾਨ ਅੰਦੋਲਨ ਤੋਂ ਕਿ ਇਸ ਕਿਸਾਨ ਅੰਦੋਲਨ ਦੇ ਦੌਰਾਨ ਕੁੰਡਲੀ ਬਾਰਡਰ 'ਤੇ ਪੰਜਾਬ ਦੇ ਦਰਜਨਾਂ ਨੌਜਵਾਨਾਂ ਨੇ ਇੱਕ ਗਰੁੱਪ ਬਣਾਇਆ ਅਤੇ ਉਹ 200-250 ਬੱਚਿਆਂ ਨੂੰ ਕੈਂਪ ਲਾ ਕੇ ਪੜ੍ਹਾ ਰਹੇ ਨੇ। ਇਹ ਬੱਚੇ ਗਰੀਬ ਘਰਾਂ ਦੇ ਬੱਚੇ ਨੇ, ਝੁੱਗੀ ਝੌਂਪੜੀ ਵਾਲਿਆਂ ਦੇ, ਕਾਗਜ਼ ਚੁਗਣ ਵਾਲਿਆਂ ਦੇ ਬੱਚੇ ਨੇ ਜਿਹੜੇ ਸਕੂਲ ਜਾਣ ਦੀ ਹੈਸੀਅਤ ਦੇ ਵਿੱਚ ਨਹੀਂ ਹੈ। ਸੋ ਇਹਨਾਂ ਬੱਚਿਆਂ ਨੂੰ ਉੱਥੇ ਕੈਂਪ ਦੇ ਵਿੱਚ ਇੱਕ ਬਿਲਡਿੰਗ ਹੈ, ਉੱਥੇ ਬਿਠਾ ਕੇ ਉਹਨਾਂ ਨੂੰ ਪਹਿਲਾਂ ਚੋਕਲੇਟ, ਹੋਰ ਚੀਜ਼ਾਂ, ਲੰਗਰ ਵਗੈਰਾ ਛਕਾਉਂਦੇ ਨੇ, ਥੋੜ੍ਹਾ ਖਾਣ ਦਾ ਲਾਲਚ ਵੀ ਦਿੰਦੇ ਨੇ, ਲੰਗਰ ਆਪਣਾ ਚੋਕਲੇਟ ਵਗੈਰਾ ਦਾ।
ਤੇ ਇਹ ਜਿਹੜੇ ਝੁੱਗੀ ਝੋਪੜੀ ਵਾਲੇ ਗਰੀਬ ਬੱਚੇ ਨੇ, ਗੁਰਬਤ ਮਾਰੇ ਬੱਚੇ ਨੇ, ਇਹਨਾਂ ਦਾ ਅਕਸਰ ਸਕੂਲ ਉੱਥੇ ਲੱਗਦਾ। ਸੋ ਪੰਜਾਬ ਦੇ ਨਾਲ ਸੰਬੰਧਿਤ ਸੁਖਵਿੰਦਰ ਸਿੰਘ ਵਧਾਵਾ, ਗੈਰੀ ਵੜਿੰਗ, ਦਿਨੇਸ਼ ਚੱਢਾ, ਪਰਮਿੰਦਰ ਗੋਲਡੀ, ਸਤਨਾਮ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਹੋਰਾਂ ਦਾ ਇਹ ਆਈਡੀਆ ਕਿ ਉਹਨਾਂ ਦੇ ਵਿੱਚੋਂ ਕਈ MA ਪਾਸ ਨੇ, ਕਈ PhD ਨੇ, ਇਹ ਇਸ ਅੰਦੋਲਨ ਦੇ ਵਿੱਚ ਨੇ। ਸੋ ਇਹਨਾਂ ਨੇ ਗਰੁੱਪ ਬਣਾ ਕੇ ਉੱਥੇ 200 ਬੱਚਿਆਂ ਨੂੰ ਪੜ੍ਹਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਤੇ ਕਈ ਬੱਚਿਆਂ ਦੀ ਜਿਹੜੀ ਅੰਗਰੇਜ਼ੀ ਜਾਂ ਉਹਨਾਂ ਦੀ ਸਕਿੱਲ ਕਾਫੀ ਅੱਛੀ ਹੈ, ਕਈਆਂ ਨੂੰ ਡਰਾਇੰਗ ਪੇਂਟਿੰਗ ਸਿਖਾਈਆਂ ਜਾ ਰਹੀਆਂ ਨੇ ਤੇ ਬੱਚਿਆਂ ਦਾ ਦਿਲ ਵੀ ਲੱਗਦਾ ਹੈ, ਇਕੱਠੇ ਉਹ ਬੈਠਦੇ ਨੇ, ਉਹਨਾਂ ਨੂੰ ਜਿਹੜਾ ਫਿਜ਼ੀਕਲ ਐਕਟੀਵਿਟੀ ਵੀ ਕਰਵਾਈ ਜਾਂਦੀ ਹੈ। ਇਸ ਦੌਰਾਨ ਸਾਂਝੀ ਸੱਥ ਨਾਂ ਦੀ ਉਹਨਾਂ ਨੇ ਆਪਣੀ ਜਿਹੜੀ ਸੱਥ ਵੀ ਉੱਥੇ ਬਣਾਈ ਹੈ। ਸੋ ਇਹਨਾਂ 7 ਨੌਜਵਾਨਾਂ ਦੇ ਇਸ ਗਰੁੱਪ ਦੇ ਵਿੱਚ 450 ਤੋਂ ਜ਼ਿਆਦਾ ਮੈਂਬਰ ਹੋ ਗਏ ਨੇ ਤੇ ਸਾਰਿਆਂ ਨੂੰ ਬੋਲਣ ਦਾ ਮੌਕਾ ਮਿਲੇ, ਇਸ ਲਈ ਉਹਨਾਂ ਨੇ ਆਪਣੀ ਸਾਂਝੀ ਸੱਥ ਦੀ ਸ਼ੁਰੂਆਤ ਕੀਤੀ ਹੈ। ਸ਼ਾਮ ਨੂੰ 6 ਤੋਂ 8 ਵਜੇ ਤੱਕ 300 ਤੋਂ ਜ਼ਿਆਦਾ ਜਿਹੜੇ ਇਹ ਧਰਨੇ ਦੇ ਵਿੱਚ ਬੈਠੇ, ਕਿਸਾਨ ਅੰਦੋਲਨ 'ਚ ਬੈਠੇ ਲੋਕ ਨੇ, ਇਹ ਉੱਥੇ ਹੁੰਦੇ ਨੇ। ਬਜ਼ੁਰਗਾਂ ਨੂੰ ਵੀ ਟਾਈਮ ਦਿੰਦੇ ਨੇ ਤੇ ਉੱਥੇ ਬੁਲਾਰੇ ਇਹਨਾਂ ਦੇ ਵਿੱਚੋਂ ਪੇਸ਼ ਹੁੰਦੇ ਨੇ। ਤੇ ਇਹ ਬਠਿੰਡਾ ਤੋਂ ਆਏ ਗੁਰਪ੍ਰੀਤ ਨੇ ਵੀ ਦੱਸਿਆ ਕਿ ਇਸ ਅੰਦੋਲਨ ਦੇ ਵਿੱਚ ਉਹਨਾਂ ਨੇ ਬਿਜ਼ੀ ਰਹਿਣ ਦੇ ਵਾਸਤੇ ਜਾਂ ਮਸ਼ਰੂਫ ਹੋਣ ਵਾਸਤੇ ਇਹਨਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਤੇ ਕੁਝ ਇੱਕ ਮਹਿਲਾਵਾਂ ਵੀ ਇਸ ਬੱਚਿਆਂ ਦੀ ਕਲਾਸ ਲੈਂਦੀਆਂ ਨੇ। ਪਰ ਇਹਦੇ 'ਚ ਤੁਸੀਂ ਵੇਖੋ ਕਿ ਇਸ ਅੰਦੋਲਨ ਦੇ ਵਿੱਚ ਬਹੁਤ ਸਾਰੇ ਕਰੈਕਟਰ ਪੈਦਾ ਹੋ ਗਏ ਨੇ। ਹਾਲਾਂਕਿ ਉਹ ਇਹਨਾਂ ਨੇ ਕਦੇ ਮਾਈਕ 'ਤੇ ਨਹੀਂ ਬੋਲਿਆ ਹੋਣਾ, ਪਰ ਫਿਰ ਵੀ ਉਹਨਾਂ ਦੇ ਵਿੱਚ ਮੁਹਾਰਤ ਇੰਨੀ ਆ ਗਈ ਹੈ ਕਿ ਉਹ ਬਹੁਤ ਤਰੀਕੇ ਦੇ ਨਾਲ ਆਪਣੀ ਗੱਲ ਕਹਿ ਰਹੇ ਨੇ। ਕਿਉਂਕਿ ਜਿਵੇਂ ਸਾਡੀ ਭਾਸ਼ਾ 'ਚ ਕਿਹਾ ਜਾਂਦਾ ਕਿ ਕਿਸੇ ਦਾ ਏਅਰ 'ਤੇ ਜਾਣਾ, ਔਨ ਏਅਰ ਹੋਣਾ, ਇਹ ਚੀਜ਼ਾਂ ਹੌਲੀ ਹੌਲੀ ਬੰਦਾ ਸਿੱਖਦਾ ਹੈ। ਪਰ ਜਦੋਂ ਕਿਸੇ ਵਿਅਕਤੀ ਨਾਲ ਕੋਈ ਜ਼ਿਆਦਤੀ ਵਾਪਰਦੀ ਹੈ, ਕੋਈ ਧੱਕਾ ਹੁੰਦਾ, ਤਾਂ ਉਹ ਫਿਰ ਆਪਣੇ ਜਿਹੜੇ ਰੋਹ ਭਰੇ ਲਫ਼ਜ਼ ਬੋਲਦਾ, ਉਹ ਆਪ ਮੁਹਾਰੇ ਹੁੰਦੇ ਨੇ। ਮੈਂ ਹੈਰਾਨ ਰਹਿੰਦਾ ਕਿ ਕਈ ਇਸ ਅੰਦੋਲਨ 'ਚ ਕਈ ਸਾਦੇ ਮੁਰਾਦੇ ਲੋਕ ਇੰਨੇ ਕਮਾਲ ਦੇ ਬ੍ਰੌਡਕਾਸਟਰ ਨੇ ਕਿ ਸ਼ਾਇਦ ਬੜੇ ਮਹਿੰਗੇ ਸਟੂਡੀਓ 'ਚ ਬੈਠੇ ਲੋਕ ਵੀ ਇੰਨੀ ਵੰਨਗੀ ਦੇ ਸ਼ਬਦ ਤੇ ਇੰਨੀ ਵੇਰੀਏਸ਼ਨ, ਜਿਹਨੂੰ ਕਹਿ ਲਈਏ ਉਤਰਾਅ ਚੜ੍ਹਾਅ, ਲਹਿਰਾਂ ਦੇ ਨਾਲ ਨਹੀਂ ਬੋਲਦੇ, ਤਰੰਗਾਂ ਦੇ ਨਾਲ ਨਹੀਂ ਬੋਲਦੇ, ਜਿੰਨੇ ਇਹ ਲੋਕ ਆਪ ਮੁਹਾਰੇ ਐਡਾ ਸੋਹਣਾ ਬੋਲ ਜਾਂਦੇ ਨੇ। ਸੋ ਜਿਸ ਤਰ੍ਹਾਂ ਕੱਲ੍ਹ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵੀ ਜਲੰਧਰ ਦੇ ਵਿੱਚ ਸਖਤ ਵਿਰੋਧ ਹੋਇਆ, ਉਹਨਾਂ ਦੀ ਗੱਡੀ ਨੂੰ ਵੀ ਬੜੇ ਮੁਸ਼ਕਲ ਨਾਲ ਕੱਢਿਆ ਗਿਆ। ਪਰ ਇਸ ਸਾਰੇ ਦਾ ਦੋਸ਼ ਉਸਨੇ ਲਾਇਆ ਕਿ ਇਹ ਕਿਸਾਨ ਨਹੀਂ ਬਲਕਿ ਕਾਂਗਰਸ ਦੇ ਗੁੰਡੇ ਨੇ ਤੇ ਇਸ ਦੌਰਾਨ ਕਾਂਗਰਸ ਨੂੰ ਸਿੱਧਾ ਸਿੱਧਾ ਨਿਸ਼ਾਨਾ ਉਹਨਾਂ ਨੇ ਬਣਾਇਆ। ਤੇ ਜਿਸ ਤਰ੍ਹਾਂ ਆਪਾਂ ਸਵੇਰ ਦੀਆਂ ਖਬਰਾਂ 'ਚ ਵੀ ਅਪਡੇਟ ਦਿੱਤਾ ਸੀ ਕਿ ਸਿਟੀਜ਼ਨ ਫਾਰ ਫਾਰਮਰਜ਼ ਵੱਲੋਂ ਜਿਹੜਾ ਕੌਮੀ ਸੈਮੀਨਾਰ ਕਰਾਇਆ ਗਿਆ, ਉਸ ਦੇ ਵਿੱਚ ਵੀ ਮੁੱਖ ਤੌਰ 'ਤੇ ਇਹ ਗੱਲ ਉੱਭਰੀ ਹੈ ਕਿ ਜਿਹੜਾ ਨਵਾਂ ਖੇਤੀ ਮਾਡਲ ਹੈ, ਇਸ ਦਾ ਵਿਕਾਸ ਜਿਹੜਾ ਹੁਣ ਲੋਕ ਖੁਦ ਕਰਨਗੇ। ਇਸ ਸੰਬੰਧੀ ਪ੍ਰੋਫੈਸਰ ਸਾਈਨਾਥ ਆਏ, ਉਹਨਾਂ ਨੇ ਵੀ ਆਖਿਆ ਕਿ ਇਹ ਕਿਸਾਨਾਂ ਦਾ ਘੋਲ ਹੈ। ਇਹ ਘੋਲ ਇੱਕਦਮ ਜਿਹੜਾ ਹੈਗਾ ਸਾਹਮਣੇ ਨਹੀਂ ਆਇਆ। ਇਸ ਘੋਲ ਦੇ ਪਿੱਛੇ ਕਾਰਨ ਉਹ ਹੈ ਜਿਹੜਾ ਸਦੀਆਂ ਤੋਂ, ਦਹਾਕਿਆਂ ਤੋਂ ਮੱਘ ਰਿਹਾ। ਹਾਲਾਂਕਿ ਇਸ ਸੰਬੰਧੀ ਪ੍ਰੋਫੈਸਰ ਦਵਿੰਦਰ ਸ਼ਰਮਾ, ਜਿਨ੍ਹਾਂ ਦੀ ਸਪੀਚ ਤੁਸੀਂ ਅਕਸਰ ਬਾਕਮਾਲ ਬਹੁਤ ਸਾਰੇ ਮੰਚਾਂ 'ਤੇ ਸੁਣੀ ਹੈ, ਉਹਨਾਂ ਨੇ ਆਪਣਾ ਪੱਖ ਪੇਸ਼ ਕੀਤਾ ਕਿ ਇਹ ਜਿਹੜੇ ਖੇਤੀ ਦੇ ਕਾਨੂੰਨ ਨੇ, ਇਸ ਦੇ ਬਾਰੇ ਜੇ ਅਸੀਂ ਪੜਚੋਲ ਨਾ ਕੀਤੀ ਤਾਂ ਇਹ ਕਿਸਾਨ ਜਿਹੜਾ ਹੈਗਾ ਇਹ ਸੁਸਾਈਡ ਵੱਲ ਦੀ ਸਥਿਤੀ ਨੂੰ ਹੋਰ ਜਾਏਗਾ। ਅੱਜ ਜਾਂ ਕੱਲ੍ਹ ਸਾਨੂੰ ਇਸ ਬਾਰੇ ਸੋਚਣਾ ਹੀ ਪੈਣਾ, ਕਿਉਂਕਿ ਅਸੀਂ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਬੇਤਹਾਸ਼ਾ ਵਾਧਾ ਕਰ ਦਿੱਤਾ, ਪਰ ਕਿਸਾਨ ਦੀ ਜਿਹੜੀ ਬਣਦੀ ਕੀਮਤ ਹੈ ਉਹ ਅਸੀਂ ਦੇਣ ਤੋਂ ਇਨਕਾਰੀ ਹਾਂ। ਉਹਨੂੰ ਵੀ ਛੱਡੋ, ਜਿਹੜਾ MSP ਹੈ ਅਸੀਂ ਤਾਂ ਉਹ ਵੀ ਦੇਣ ਤੋਂ ਇਨਕਾਰੀ ਹੋਏ ਹਾਂ। ਸੋ ਇਸ ਕਰਕੇ ਸਾਨੂੰ ਹੁਣ ਸੋਚਣਾ ਬਣਦਾ ਕਿ ਇਹ ਕਿਸਾਨਾਂ ਦੀ ਜਿਹੜੀ ਜ਼ਰਾਇਤ ਹੈ, ਜਿਹੜੀ ਪੈਦਾਵਾਰ ਹੈ, ਉਸ ਨੂੰ ਉਸ ਦਾ ਮੁੱਲ ਮਿਲੇ। ਇਸ ਅੰਦੋਲਨ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ, ਬਹੁਤ ਸਾਰੇ ਫਨਕਾਰ ਜਿਹੜੇ ਨੇ ਪੁੱਜੇ ਨੇ ਤੇ ਇਸ ਦੇ ਵਿੱਚ ਸਾਬਕਾ ਚੀਫ ਜਸਟਿਸ ਨੇ ਜਿਹੜੇ ਆਂਧਰਾ ਪ੍ਰਦੇਸ਼ ਦੀ ਹਾਈ ਕੋਰਟ ਦੇ MS ਲਿਬਰਹਾਨ, ਉਹਨਾਂ ਨੇ ਆਪਣਾ ਪ੍ਰਧਾਨਗੀ ਭਾਸ਼ਣ ਦਿੰਦੇ ਆਖਿਆ ਕਿ ਖੇਤੀ ਆਰਡੀਨੈਂਸਾਂ ਨੂੰ ਕੋਵਿਡ ਦੀ ਪਰਿਸਥਿਤੀ ਦੇ ਦੌਰਾਨ ਲਿਆ ਕੇ ਸਰਕਾਰ ਨੇ ਬਹੁਤ ਸਾਰੇ ਸ਼ੰਕੇ ਖੜੇ ਕੀਤੇ ਨੇ, ਕਿਉਂਕਿ ਇਸ ਤਰ੍ਹਾਂ ਦੇ ਆਰਡੀਨੈਂਸ ਉਦੋਂ ਹੀ ਆਉਂਦੇ ਨੇ ਜਦੋਂ ਬਹੁਤ ਐਮਰਜੈਂਸੀ ਹੋਵੇ ਕਿਸੇ ਚੀਜ਼ ਦੀ। ਪਰ ਇੱਕ ਪਾਸੇ ਐਮਰਜੈਂਸੀ ਪਈ ਆ, ਉੱਥੇ ਕੋਵਿਡ 'ਤੇ ਕੰਮ ਕਰਨ ਦੀ ਜ਼ਰੂਰਤ ਸੀ, ਨਾ ਕਿ ਉੱਥੇ ਟ੍ਰੇਡ 'ਤੇ। ਜਿਵੇਂ ਅਮਿਤ ਸ਼ਾਹ ਖੁਦ ਮੰਨਦੇ ਨੇ ਕਿ ਅਸੀਂ ਇਹ ਖੇਤੀ ਕਾਨੂੰਨ ਠੀਕ ਹੈ, ਸਟੇਟ ਦਾ ਸਬਜੈਕਟ ਹੈ, ਪਰ ਅਸੀਂ ਇਸ ਨੂੰ ਵਪਾਰ ਦੇ ਮੱਦੇਨਜ਼ਰ ਬਣਾਇਆ ਕਿ ਭਾਈ ਇੱਕ ਪਾਸੇ ਤਾਂ ਜਾਨ ਲੋਕਾਂ ਦੀ ਜਾ ਰਹੀ ਹੈ, ਲੋਕਾਂ ਦੇ ਰੁਜ਼ਗਾਰ ਖੁੱਸ ਰਹੇ ਨੇ, ਲੋਕਾਂ ਦੇ ਟੱਬਰ ਦੇ ਜੀਅ ਖੁੱਸ ਰਹੇ ਨੇ। ਇਸ ਦੌਰਾਨ ਤੁਸੀਂ ਟ੍ਰੇਡ ਦੇ ਸੰਬੰਧਿਤ ਜਿਹੜਾ ਕਾਨੂੰਨ ਹੈ, ਐਗਰੀਕਲਚਰ ਦੇ ਜਿਹੜੇ ਕਾਨੂੰਨ ਤੁਸੀਂ ਲਿਆਂਦੇ ਨੇ, ਉਹ ਤੁਸੀਂ ਕਿਉਂ ਲਿਆਂਦੇ ਆ? ਇਸ ਕਰਕੇ ਜਿਹੜੇ ਸਾਬਕਾ ਚੀਫ ਜਸਟਿਸ ਨੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ। ਇਸ ਦੇ ਨਾਲ ਨਾਲ ਸੁਪਰੀਮ ਕੋਰਟ ਦੇ ਵੀ ਜਿਹੜੇ 2 ਸਾਬਕਾ ਜੱਜ ਨੇ, ਜਸਟਿਸ ਅਫਤਾਬ ਆਲਮ ਤੇ ਜਸਟਿਸ ਗੋਪਾਲ ਗੌੜਾ, ਉਹਨਾਂ ਨੇ ਵੀ ਆਪਣੇ ਲਿਖਤੀ ਸੰਦੇਸ਼ ਇੱਥੇ ਭੇਜੇ ਨੇ। ਪ੍ਰੋਫੈਸਰ ਦਵਿੰਦਰ ਸ਼ਰਮਾ
ਉਹਨਾਂ ਨੇ ਇੱਕ ਤਰਕ ਦਿੱਤਾ, ਕਹਿੰਦੇ ਪਿਛਲੇ 50 ਸਾਲਾਂ ਦੇ ਦੌਰਾਨ ਸਰਕਾਰਾਂ ਨੇ ਆਪਣੇ ਮੁਲਾਜ਼ਮਾਂ ਦੀ ਤਨਖਾਹ ਹੈ ਨਾ ਜਿਹੜੀ, ਉਸ ਦੇ ਵਿੱਚ 120 ਗੁਣਾ ਵਾਧਾ ਕੀਤਾ। 50 ਸਾਲਾਂ 'ਚ ਸਰਕਾਰ ਨੇ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ 120 ਗੁਣਾ ਵਾਧਾ ਕੀਤਾ। ਇਹ ਜਿਹੜਾ ਵਾਧਾ ਮਹਿੰਗਾਈ ਦੇ ਆਧਾਰ 'ਤੇ ਹੁੰਦਾ ਕਿ ਮਹਿੰਗਾਈ ਵੱਧ ਗਈ, ਇਸ ਕਰਕੇ ਮੁਲਾਜ਼ਮਾਂ ਦੀ ਤਨਖਾਹ ਜਿਹੜਾ ਵਧਾ ਦਿਓ। ਜਦੋਂ ਕਿ ਕਿਸਾਨੀ ਜਿਣਸਾਂ ਦੇ ਵਿੱਚ ਸਿਰਫ 19% ਵਾਧਾ ਹੋਇਆ। ਤੁਸੀਂ ਵੇਖੋ, ਜਿਵੇਂ ਕਹਿੰਦੇ ਨਾ ਕਿ ਤਕੜੇ ਦਾ 37 ਵੀਹੀ 100। ਸਰਕਾਰ ਨੇ, ਹਾਲਾਂਕਿ ਸਰਕਾਰ ਨੇ ਆਪਣੀ ਜੇਬ 'ਚੋਂ ਪੈਸਾ ਦੇਣਾ ਹੁੰਦਾ ਮੁਲਾਜ਼ਮਾਂ ਨੂੰ, ਕਰਮਚਾਰੀਆਂ ਨੂੰ, ਉਸ ਦੇ ਵਿੱਚ ਤਾਂ 50 ਸਾਲਾਂ 'ਚ 120 ਗੁਣਾ ਵਾਧਾ ਹੋਇਆ। ਪਰ ਜਿਹੜਾ ਖੇਤ ਦੇ ਵਿੱਚ ਜਿਣਸ ਪੈਦਾ ਕਰਦਾ, ਉਸ ਦੀ ਜਿਣਸ ਦੇ ਰੇਟ ਦੇ ਵਿੱਚ 19 ਗੁਣਾ ਵਾਧਾ ਹੋਇਆ। ਇਸ ਕਰਕੇ ਇਹ ਜਿਹੜਾ ਪੱਖਪਾਤ ਹੈ ਨਾ, ਇਹ ਕਿਤੇ ਨਾ ਕਿਤੇ ਇਸ ਅੰਦੋਲਨ ਦੇ ਰੂਪ ਦੇ ਵਿੱਚ ਸਾਹਮਣੇ ਆਇਆ। ਅਤੇ ਇਸ ਦੌਰਾਨ ਜਿਹੜਾ ਸਾਬਕਾ ਐਡਵੋਕੇਟ ਜਨਰਲ ਨੇ ਰਜਿੰਦਰ ਸਿੰਘ ਚੀਮਾ, ਉਹਨਾਂ ਨੇ ਆਖਿਆ ਕਿ ਖੇਤੀ ਕਾਨੂੰਨਾਂ ਦੇ ਕਾਰਨ ਪੈਣ ਵਾਲੇ ਆਰਥਿਕ ਅਤੇ ਸਮਾਜ ਪ੍ਰਭਾਵ ਸਾਨੂੰ ਸਪਸ਼ਟ ਦਿਸ ਰਹੇ ਨੇ। ਖਾਸ ਕਰਕੇ ਇਸ ਅੰਦੋਲਨ ਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਉਹ ਆਰਥਿਕ ਤੌਰ 'ਤੇ ਪੰਜਾਬ ਨੂੰ ਹੋਏਗਾ, ਕਿਉਂਕਿ ਇਸ ਦੇ ਨਾਲ ਸਿਰਫ ਇਹ ਨਹੀਂ ਕਿ ਜਿਹੜੇ ਸ਼ਹਿਰੀ ਮਹਾਜਨ ਨੇ, ਭਾਜਪਾ ਦੇ ਜਿਹੜੇ ਨੇਤਾ ਨੇ, ਕਿ ਉਹਨਾਂ ਦੀ ਜਾਇਦਾਦ ਨਹੀਂ ਘਟੇਗੀ। ਇਹ ਠੀਕ ਹੈ, ਹਰਜੀਤ ਸਿੰਘ ਗਰੇਵਾਲ ਜਿਆਣੀ ਹੈ, ਇਹਨਾਂ ਨੂੰ ਸੈਂਟਰ ਤੋਂ ਕਿਸੇ ਚੀਜ਼ ਦਾ ਗੱਫਾ ਮਿਲ ਜਾਵੇ, ਕੋਈ ਬਿਜ਼ਨਸ ਇਹ ਕਰ ਲੈਣਗੇ। ਪਰ ਜਿਸ ਤਰ੍ਹਾਂ ਜਿਆਣੀ ਸਾਹਿਬ ਦੀ ਵੀ ਜਿਹੜੀ ਹੈ ਜ਼ਮੀਨ ਜਾਇਦਾਦ 250-300 ਏਕੜ ਹੈ, ਗਰੇਵਾਲ ਦੀ ਵੀ ਹੋਣੀ ਹੈ, ਹੋਰ ਮਹਾਜਨਾਂ ਦੀ ਵੀ ਹੋਣੀ ਹੈ। ਜੇ ਜ਼ਮੀਨ ਦਾ ਰੇਟ 20 ਤੋਂ 10 'ਤੇ ਆਏਗਾ ਨਾ, ਤਾਂ ਫਿਰ ਜਿਹੜੀ ਸ਼ਹਿਰ 'ਚ ਤੁਹਾਡੀ ਕਰੋੜ ਦੀ ਕੋਠੀ ਹੈ ਉਹ ਵੀ 50 ਲੱਖ ਦੀ ਰਹਿ ਜਾਣੀ ਹੈ। ਯਾਨੀ ਕਿ ਪੰਜਾਬ ਦੀ ਇਕੋਨਮੀ 'ਤੇ ਇਸ ਦਾ ਬਹੁਤ ਅਸਰ ਪੈਣਾ, ਕਿਉਂਕਿ ਸਾਡੀ ਜਿਹੜੀ ਇਕੋਨਮੀ ਹੈ ਉਹ ਪੰਜਾਬ ਦੀ ਇਕੋਨਮੀ ਪੇਂਡੂ ਜ਼ਮੀਨ 'ਤੇ ਖੜੀ ਹੈ, ਖੇਤੀਬਾੜੀ ਵਾਲੀ ਜ਼ਮੀਨ 'ਤੇ ਖੜੀ ਹੈ। ਜਦੋਂ ਉਸ ਦਾ ਰੇਟ ਘਟਦਾ ਹੈ ਪਿੰਡਾਂ ਦੀ ਜ਼ਮੀਨ ਦਾ, ਅਤੇ ਫਿਰ ਸ਼ਹਿਰਾਂ ਦੀ ਪ੍ਰਾਪਰਟੀ ਦਾ ਵੀ ਰੇਟ ਘਟਦਾ। ਸੋ ਇੱਕ ਪਾਸੇ ਜਿੱਥੇ ਇਹ ਕੇਂਦਰ ਤੇ ਕਿਸਾਨਾਂ ਦੇ ਦਰਮਿਆਨ ਮੱਲ ਯੁੱਧ ਹੋ ਰਿਹਾ, ਪਰ ਇਸ ਦੌਰਾਨ ਕੱਲ੍ਹ ਦਿੱਲੀ ਬਾਰਡਰ 'ਤੇ ਮੱਲ ਯੁੱਧ ਵੀ ਹੋਇਆ। ਇਹ ਮੱਲ ਯੁੱਧ ਕ੍ਰਿਸ਼ਨ ਜੀ ਦੇ ਵਕਤ ਵੀ ਹੁੰਦੇ ਸੀਗੇ, ਉਸ ਤੋਂ ਬਾਅਦ ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਮੱਲ ਯੁੱਧ ਕਰਾਏ, ਕਿਉਂਕਿ ਇਸ ਖੇਡ ਨੂੰ ਧਾਰਮਿਕ ਸਰਪ੍ਰਸਤੀ ਵੀ ਹਾਸਲ ਰਹੀ ਹੈ। ਬਹੁਤ ਸਾਰੇ ਤੁਸੀਂ ਵੇਖੋ ਕਿ ਜਿਹੜੇ ਸ਼੍ਰੀ ਹਨੂੰਮਾਨ ਦੇ ਭਗਤ ਨੇ, ਅਖਾੜੇ ਨੇ, ਉਹ ਵੀ ਜਿਹੜੇ ਮੱਲ ਯੁੱਧ ਨੂੰ ਤਵੱਜੋ ਦਿੰਦੇ ਨੇ। ਸੋ ਇਸ ਕਰਕੇ ਇਸ ਨੂੰ ਦੂਸਰੀਆਂ ਖੇਡਾਂ ਦੇ ਨਾਲੋਂ ਵਿਸ਼ੇਸ਼ ਤਵੱਜੋ ਦਿੱਤੀ ਜਾਂਦੀ ਹੈ, ਕਿਉਂਕਿ ਜਿਹੜੇ ਅਖਾੜਿਆਂ 'ਚ ਲੋਕ ਨੇ ਉਹ ਜ਼ਿਆਦਾ ਸ਼੍ਰੀ ਹਨੂੰਮਾਨ ਦੇ ਭਗਤ ਹੁੰਦੇ ਨੇ, ਉਹਨਾਂ ਦੇ ਵਿੱਚ ਜੱਤ ਸੱਤ ਵੀ ਹੁੰਦਾ। ਅਤੇ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਬੱਡੀ ਹੋਰ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਐਂਟਰਟੇਨ ਦਾ ਸਾਧਨ ਬਣਦੀਆਂ ਨੇ। ਸੋ ਕਿਸਾਨ ਕੇਸਰੀ ਦੰਗਲ ਜਿਹੜਾ ਕੱਲ੍ਹ ਦਿੱਲੀ ਦੇ ਵਿੱਚ ਹੋਇਆ, ਉਸ ਦੌਰਾਨ 50 ਤੋਂ ਵੱਧ ਕਿਸਾਨਾਂ ਨੇ ਇਸ ਦੰਗਲ ਦੇ ਵਿੱਚ ਹਿੱਸਾ ਲਿਆ। ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਕਿਸਾਨ ਕੇਸਰੀ ਦੰਗਲ ਕਰਵਾਇਆ ਗਿਆ। ਇਸ ਦੰਗਲ ਦੇ ਵਿੱਚ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ ਤੋਂ 50 ਦੇ ਕਰੀਬ ਪਹਿਲਵਾਨ, ਸਿਰਫ ਲੜਕੇ ਨਹੀਂ ਲੜਕੀਆਂ ਨੇ ਵੀ ਹਿੱਸਾ ਲਿਆ। ਭਾਰਤੀ ਕਿਸਾਨ ਯੂਨੀਅਨ ਟਕੈਤ ਦੇ ਕੌਮੀ ਬੁਲਾਰੇ ਨਰੇਸ਼ ਟਕੈਤ ਨੇ ਇਸ ਸਾਰੇ ਸਮਾਗਮ ਨੂੰ ਕਰਾਇਆ, ਅਤੇ ਜਿਸ ਖੇਡ ਮੁਕਾਬਲੇ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਆਏ ਨਰੇਸ਼ ਟਕੈਤ ਨੇ ਕਾਨੂੰਨਾਂ ਦੇ ਨਾਲ ਨਾਲ ਸਾਨੂੰ ਇਹ ਜਿਹੜੀਆਂ ਸਾਡੀਆਂ ਰਵਾਇਤੀ ਖੇਡਾਂ ਨੇ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ। ਸੋ ਉਹਨਾਂ ਆਖਿਆ ਕਿ 26 ਜਨਵਰੀ ਦੀ ਜਿਹੜੀ ਗਣਤੰਤਰ ਦਿਵਸ ਪਰੇਡ ਦੇ ਮੌਕੇ 1 ਲੱਖ ਟਰੈਕਟਰਾਂ ਦੀ ਸ਼ਮੂਲੀਅਤ ਹੋਵੇਗੀ। ਅਸੀਂ ਇਹ ਇਤਿਹਾਸ ਸਿਰਜ ਦੇਣਾ ਕਿ ਇਸ 26 ਤਾਰੀਖ ਦੇ ਇਸ ਕਿਸਾਨ ਪਰੇਡ ਦੇ ਵਿੱਚ 1 ਲੱਖ ਟਰੈਕਟਰ ਆਉਣਗੇ। ਤੁਸੀਂ ਇਮੈਜਿਨ ਕਰੋ, ਜੇ ਉਹਨਾਂ ਦਾ 1 ਲੱਖ ਦਾ ਟਾਰਗੇਟ ਆ ਤਾਂ 70-80 ਹਜ਼ਾਰ ਤੇ ਵੱਟ 'ਤੇ ਪਏ ਨੇ, ਅਤੇ ਮੈਨੂੰ ਤਾਂ ਲੱਗਦਾ 1 ਲੱਖ ਤੋਂ ਵੀ ਵੱਧ ਜਾਣਗੇ। ਜਿਸ ਤਰ੍ਹਾਂ ਲੋਕਾਂ ਨੇ ਟਰੈਕਟਰ ਟਰਾਲੀਆਂ ਸ਼ਿੰਗਾਰ ਰਹੇ ਨੇ, ਪੂਰੇ ਐਨ ਮਤਲਬ ਜਿਹੜੇ ਸਟੀਲ ਦੇ ਰਿਮ ਪੂਰੇ ਲਸ਼ ਕਰਦੀਆਂ ਬਿਲਗੇ ਵਾਲੀਆਂ ਟਰਾਲੀਆਂ ਵਾਹੋ ਦਾਹੀ ਨੇ ਜਿਹੜੀਆਂ, ਉਹ ਤਿਆਰੀਆਂ ਦੇ ਵਿੱਚ ਨੇ ਅਤੇ ਜਾ ਰਹੀਆਂ ਨੇ ਦਿੱਲੀ ਬਾਰਡਰ ਵੱਲ ਨੂੰ। ਸੋ ਸੁਪਰੀਮ ਕੋਰਟ ਇਸ ਮਾਮਲੇ 'ਚ ਕੀ ਕੁਛ ਕਰਦੀ ਹੈ, ਕੀ ਕੁਛ ਨਹੀਂ ਕਰਦੀ, ਉਹ ਤਾਂ ਬਾਅਦ ਦੀ ਗੱਲ ਹੈ। ਪਰ ਜਿਸ ਤਰ੍ਹਾਂ ਲੋਕਾਂ ਨੇ ਇਨਸਾਨੀਅਤ ਦਾ ਹੋਕਾ ਦਿੱਤਾ, ਏਕੇ ਦੀ ਮਿਸਾਲ ਦਿੱਤੀ ਹੈ, ਉਹ ਬਾਕਮਾਲ ਹੈ। ਦਿੱਲੀ ਬਹਾਦਰਗੜ੍ਹ ਮਾਰਗ 'ਤੇ ਹਜ਼ਾਰਾਂ ਕਿਸਾਨਾਂ ਦਾ ਇਕੱਠ ਦੌਰਾਨ ਏਕੇ ਦਾ ਪ੍ਰਤੀਕ ਦਿਸ ਰਿਹਾ। ਮੈਟਰੋ ਸਟੇਸ਼ਨ ਤੋਂ ਲੈ ਕੇ ਹਰਿਆਣਾ ਦੇ ਸ਼ਹਿਰ ਬਹਾਦਰਗੜ੍ਹ ਦੀ ਹੱਦ ਤੱਕ ਦੋਵੇਂ ਪਾਸੇ ਬੇਤਰਤੀਬੀਆਂ ਖੜੀਆਂ ਟਰਾਲੀਆਂ ਦੇ ਵਿੱਚ ਜਾਂ ਆਲੇ ਦੁਆਲੇ ਫਿਰਦੇ ਜਿਹੜੇ ਕਿਸਾਨ ਨੇ, ਉਹਨਾਂ ਦੇ ਵਿੱਚ ਏਕੇ ਦੀ ਤਸਵੀਰ ਦਿਖ ਰਹੀ ਹੈ। ਕਿਸੇ ਦਾ ਪਹਿਰਾਵਾ ਕਿੱਦਾਂ ਦਾ, ਕਿਸੇ ਦਾ ਪਹਿਰਾਵਾ ਕਿੱਦਾਂ ਦਾ, ਇਕੱਠੇ ਲੰਗਰ ਬਣ ਰਹੇ ਨੇ, ਕੋਈ ਸਰਦਾਰ ਪੱਗ ਬੰਨ੍ਹ ਰਿਹਾ ਅਤੇ ਕੋਈ ਹਿੰਦੂ ਵੀਰ ਸ਼ੀਸ਼ਾ ਲੈ ਕੇ ਖੜ੍ਹਾ। ਸੋ ਪੱਗ ਭਾਵੇਂ ਇਸ ਖਿੱਤੇ ਦੇ ਵਿੱਚ ਸਰਦਾਰਾਂ ਦੇ ਵਾਸਤੇ ਦੇ ਹੀ ਹਿੱਸੇ ਨਹੀਂ ਆਈ,
ਪੱਗ ਜਿਹੜੀ ਹੈ ਈਸਾਈਆਂ ਦੇ ਵੀ ਧਰਮ 'ਚ ਆਉਂਦੀ ਹੈ, ਮੁਸਲਮਾਨਾਂ ਦੇ ਵੀ ਬਾਅਦ 'ਚ ਆਈ ਹੈ, ਹਿੰਦੂ ਧਰਮ ਦਾ ਸਤਿਕਾਰਤ ਚਿੰਨ੍ਹ ਹੈ ਪੱਗ, ਹੈ ਨਾ। ਸੋ ਉਹ ਪੱਗ ਨੂੰ ਵੀ ਇਸ ਅੰਦੋਲਨ ਦੇ ਵਿੱਚ ਬਹੁਤ ਮਹੱਤਤਾ ਮਿਲੀ ਹੈ। ਤੁਸੀਂ ਵੇਖੋ ਕਿ ਹਰਿਆਣੇ ਦੇ ਵਿੱਚੋਂ ਕਿੰਨੀਆਂ ਜਿਹੜੀਆਂ ਮਹਿਲਾਵਾਂ ਨੇ ਉਹ ਦਸਤਾਰਾਂ ਸਜਾ ਕੇ ਉੱਥੇ ਆਈਆਂ ਨੇ। ਪਰ ਇਸ ਤਰ੍ਹਾਂ ਹੁਣ ਜਿਸ ਤਰ੍ਹਾਂ ਸਰਕਾਰਾਂ ਦੀ ਪੱਗ ਲੱਥੀ ਹੈ, ਪੱਗ ਲੱਥਣਾ ਮੈਂ ਸਮਝਦਾ ਕਿਸੇ ਦੀ ਵੀ ਹੋਵੇ ਮੌਤ ਦੀ ਨਿਸ਼ਾਨੀ ਹੁੰਦਾ ਹੈ। ਪਰ ਸਰਕਾਰਾਂ ਦੀਆਂ ਜਿਹੜੀਆਂ ਅਖੌਤੀ ਪੱਗਾਂ ਨੇ, ਜਿਸ ਤਰ੍ਹਾਂ ਮੋਦੀ ਸਾਹਿਬ ਬੜਾ ਲੜ ਛੱਡ ਕੇ ਬੰਨ੍ਹਦੇ ਨੇ, ਸੋ ਇਹ ਪੱਗ ਤਾਂ ਹੀ ਬਚਦੀ ਹੈ ਜੇ ਅਸੀਂ ਪਬਲਿਕ ਦੀ ਭਲਾਈ ਸੋਚਾਂਗੇ, ਜੇ ਅਸੀਂ ਕਾਰਪੋਰੇਟ ਦੀ ਭਲਾਈ ਸੋਚਾਂਗੇ। ਅਤੇ ਇਹ ਪੱਗ ਮੋਦੀ ਸਾਹਿਬ, ਖੱਟੜ ਸਾਹਿਬ ਨਹੀਂ ਬਚਣੀ। ਸੋ ਇਸ ਪੱਗ ਨੂੰ ਦਾਅ 'ਤੇ ਲਾਓ, ਕਿਉਂਕਿ ਪੱਗ ਘਰ ਦੇ ਉਸ ਜੀ ਨੂੰ ਹੀ ਦਿੱਤੀ ਜਾਂਦੀ ਹੈ ਜਿਹੜਾ ਲਾਣੇਦਾਰ ਹੋਵੇ। ਅੱਜ ਪੱਗ ਮੋਦੀ ਸਾਹਿਬ ਤੁਹਾਡੇ ਕੋਲ ਹੈ, ਤੁਸੀਂ ਜਿਸ ਹਿੱਸੇ 'ਚ ਵੀ ਜਾਂਦੇ ਹੋ ਉਸ ਖਿੱਤੇ ਦੇ ਲੋਕ, ਪੰਜਾਬ 'ਚ ਵੀ ਤੁਹਾਨੂੰ ਪੱਗ ਪਹਿਨਾਉਂਦੇ ਨੇ, ਯੂਪੀ ਵਾਲੇ ਵੀ, ਗੁਜਰਾਤ ਵਾਲੇ ਵੀ ਪੱਗ ਪਹਿਨਾਉਂਦੇ ਨੇ। ਉਸ ਪੱਗ ਦੀ ਲਾਜ ਰੱਖੋ। ਇਹ ਲਾਣੇਦਾਰੀ ਜੇ ਤੁਹਾਨੂੰ ਮਿਲੀ ਹੈ, ਸਿਰਫ ਕਾਰਪੋਰੇਟ ਦਾ ਨਾ ਸੋਚੋ ਜਾਂ ਸਿਰਫ ਆਪਣੇ ਹੀ ਧਰਮ ਦਾ ਨਾ ਸੋਚੋ। ਤੁਹਾਡੇ ਧਰਮ ਦੇ ਵਿੱਚ ਵੀ ਕਿੰਨੇ ਲੋਕ ਨੇ ਜਿਹੜੇ ਤੁਹਾਡੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਨੇ। ਤੁਸੀਂ ਮੁਸਲਿਮ, ਸਿੱਖ, ਈਸਾਈ, ਬੋਧੀ, ਪਾਰਸੀ, ਦੂਸਰੇ ਦੇ ਧਰਮ ਦੇ ਲੋਕਾਂ ਦਾ ਵੀ ਸੋਚੋ, ਤਾਂ ਤੁਸੀਂ ਨੈਸ਼ਨਲ ਇੰਟਰਨੈਸ਼ਨਲ ਲੀਡਰ ਬਣ ਸਕੋਗੇ। ਜੇ ਤੁਸੀਂ ਸਿਰਫ ਕਾਰਪੋਰੇਟ ਦਾ ਸੋਚੋਗੇ ਅਤੇ ਗੱਲ ਰਾਮ ਰਾਜ ਦੀ ਕਰੋਗੇ, ਇਹ ਗੱਲ ਨਹੀਂ ਬਣਨੀ। ਰਾਮ ਰਾਜ ਦੇ ਮਾਅਨੇ ਤੁਸੀਂ ਸਮਝੋ, ਅਤੇ ਤੁਹਾਡੇ ਮੁਤਾਬਕ ਜਿਸ ਤਰ੍ਹਾਂ ਦਾ ਤੁਸੀਂ ਆਪਣੇ ਕਾਨੂੰਨਾਂ ਦਾ ਪਸਾਰ ਦੇ ਰਹੇ ਹੋ ਲੋਕਾਂ ਨੂੰ, ਆਪਣੇ ਕਾਨੂੰਨਾਂ ਦਾ ਜਾਲ ਬੁਣ ਰਹੇ ਹੋ, ਇਸ ਨੇ ਤਾਂ ਰਾਮ ਰਾਜ ਦੇ ਮਾਅਨਿਆਂ ਨੂੰ ਵੀ ਕਿੰਤੂ ਕਰ ਦੇਣਾ ਕਿ ਰਾਮ ਰਾਜ ਸਿਰਫ ਚੰਦ ਲੋਕਾਂ ਵਾਸਤੇ ਹੁੰਦਾ, ਅੰਬਾਨੀਆਂ ਅਡਾਨੀਆਂ ਵਾਸਤੇ ਹੁੰਦਾ। ਰਾਮ ਰਾਜ ਰਾਮ ਪ੍ਰਕਾਸ਼ ਜਾਂ ਰਾਮ ਸਿੰਘ ਵਾਸਤੇ ਨਹੀਂ ਹੁੰਦਾ। ਸੋ ਇਸ ਕਰਕੇ ਉਸ ਰਾਮ ਰਾਜ ਦੇ ਪਵਿੱਤਰ ਸਿਧਾਂਤ ਨੂੰ ਵੀ ਦਾਅ 'ਤੇ ਨਾ ਲਾਓ। ਅਤੇ ਉੱਧਰ ਕੁਝ ਇੱਕ ਹੋਰ ਦਿਲਚਸਪ ਖਬਰਾਂ ਨੇ। ਮੇਘਾਲਿਆ ਦੇ ਵਿੱਚ, ਮੇਘਾਲਿਆ ਬਹੁਤ ਖੂਬਸੂਰਤ ਇਲਾਕਾ ਹੈ, ਅਤੇ ਇਸ ਸੰਬੰਧੀ ਪੰਜਾਬ ਸਰਕਾਰ ਦਾ ਇੱਕ ਮਸਲਾ ਸਾਹਮਣੇ ਆਇਆ ਸੀ। ਉੱਧਰ ਅਸਾਮ, ਮੇਘਾਲਿਆ ਦੇ ਵਿੱਚ ਇੱਕ ਖਾਸੀ ਜਾਤੀ ਦੇ ਲੋਕ ਨੇ। ਖਾਸੀ ਕਬੀਲੇ ਦੇ ਨੌਜਵਾਨਾਂ ਦੀ ਨੁਮਾਇੰਦਗੀ ਕਰਨ ਵਾਲੀ ਜਿਹੜੀ ਜਥੇਬੰਦੀ ਆ, ਹਾਈਨੀ ਟਰਾਈਬ ਯੂਥ ਕੌਂਸਲ, ਇਹ ਹਿਮਾਚਲ ਦੇ ਵਿੱਚ ਮੇਘਾਲਿਆ ਦੇ ਵਿੱਚ ਹੈ, ਸ਼ਿਲੌਂਗ ਦੇ ਵਿੱਚ ਹੈ। ਤੁਹਾਨੂੰ ਯਾਦ ਹੋਣਾ ਕਿ ਮੇਘਾਲਿਆ ਦੀ ਜਿਹੜੀ ਰਾਜਧਾਨੀ ਹੈ ਸ਼ਿਲੌਂਗ, ਸ਼ਿਮਲੇ ਦੀ ਨਿੱਕੀ ਭੈਣ। ਸੋ ਉੱਥੋਂ ਦੀ ਹਰੀਜਨ ਕਲੋਨੀ ਹੈ, ਉੱਥੇ ਦਲਿਤ ਸਿੱਖ ਰਹਿ ਰਹੇ ਨੇ। ਅਸਲ ਦੇ ਵਿੱਚ ਇਹ ਪੰਜਾਬ ਨਾਲ ਸੰਬੰਧਿਤ ਲੋਕ ਸੀਗੇ। ਹੌਲੀ ਹੌਲੀ ਇਹ ਸਿੰਘ ਸੱਜ ਗਏ। ਇਹਨਾਂ ਨੂੰ ਉੱਥੇ ਸਾਫ਼ ਸਫਾਈ ਦੇ ਕੰਮ 'ਤੇ ਰੱਖਿਆ ਹੋਇਆ ਸੀ ਅੰਗਰੇਜ਼ਾਂ ਦੇ ਵਕਤ, ਕਿਉਂਕਿ ਸ਼ਿਲੌਂਗ ਬਹੁਤ ਖੂਬਸੂਰਤ ਸ਼ਹਿਰ ਹੈ, ਮੈਨੂੰ ਬੜੀ ਵਾਰ ਜਾਣ ਦਾ ਮੌਕਾ ਮਿਲਿਆ। ਉੱਥੇ ਇਹ ਪੰਜਾਬੀ ਲਾਈਨ ਇਲਾਕਾ ਹੈ। ਜਿਵੇਂ ਹੁੰਦਾ ਕਿ ਸ਼ਹਿਰ ਦੇ ਵਿਚਕਾਰ ਕਈ ਪੌਸ਼ ਇਲਾਕੇ ਹੁੰਦੇ ਨੇ, ਉੱਥੇ ਨਾਲ ਗਰੀਬ ਲੋਕ ਆਪਣਾ ਛੋਟੇ ਛੋਟੀਆਂ ਝੁੰਗੀਆਂ ਬਣਾ ਲੈਂਦੇ ਨੇ, ਹੌਲੀ ਹੌਲੀ ਉਹ ਘਰ ਬਣਾ ਲੈਂਦੇ ਨੇ। ਇੱਦਾਂ ਹੀ ਜਿਹੜਾ ਉੱਥੋਂ ਦਾ ਇਹ ਭਾਈਚਾਰਾ ਹੈ, ਇਹਦੇ ਵਿੱਚ ਬਹੁਤੇ ਸਿੱਖ ਨੇ। ਉਹਨਾਂ ਨੇ ਸਿੱਖ ਧਰਮ ਦੇ ਵਿੱਚ ਆਸਥਾ ਰੱਖੀ ਹੋਈ ਹੈ, ਸਿੱਖ ਪਹਿਰਾਵੇ ਨੇ ਉਹਨਾਂ ਦੇ। ਉਹਨਾਂ ਨੂੰ ਉੱਥੋਂ ਦੀ ਜਿਹੜੀ ਪੌਸ਼ ਲੋਕ ਨੇ, ਉਹ ਉੱਥੋਂ ਉਸ ਹਰੀਜਨ ਕਲੋਨੀ ਨੂੰ ਖਾਲੀ ਕਰਾ ਰਹੇ ਨੇ। ਦਲਿਤ ਸਿੱਖਾਂ ਨੂੰ ਉੱਥੋਂ ਕੱਢਣ ਵਾਸਤੇ ਜਗ੍ਹਾ ਹਰ ਵਾਰ ਉਹਨਾਂ 'ਤੇ ਹਮਲਾ ਹੁੰਦਾ ਹੈ। ਹੁਣ ਪੰਜਾਬ ਸਰਕਾਰ ਨੇ ਸਿੱਖ ਭਾਈਚਾਰੇ ਨੇ ਉਹਨਾਂ ਦੀ ਉਸ ਵਕਤ ਬਾਂਹ ਫੜੀ ਸੀ ਜਦੋਂ ਉਹਨਾਂ 'ਤੇ ਜਾਨਲੇਵਾ ਹਮਲਾ ਹੋਇਆ ਸੀ। ਅਤੇ ਇਹ ਜਿਹੜੀ ਉੱਥੋਂ ਦਾ ਖਾਸੀ ਕਬੀਲਾ, ਉੱਥੋਂ ਦਾ ਉਹਨਾਂ ਦੀ ਜਥੇਬੰਦੀ ਹੈ ਜਿਹੜੇ ਹਨੀ ਟਰਾਈਬ ਯੂਥ ਕੌਂਸਲ, ਇਸ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਦੀ ਹਰੀਜਨ ਬਸਤੀ ਦੇ ਵਿੱਚ ਰਹਿ ਰਹੇ ਦਲਿਤ ਸਿੱਖਾਂ ਦੇ ਮੁੜ ਵਸੇਵੇਂ ਦਾ ਮਸਲਾ ਉਹਨਾਂ ਨੇ ਚੁੱਕਿਆ ਜਾਂ ਉਹਨਾਂ ਨੂੰ ਉੱਥੇ ਮੁੜ ਵਸਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਸਿੱਟੇ ਖਤਰਨਾਕ ਨਿਕਲਣਗੇ। ਸੋ ਸ਼ਿਲੌਂਗ ਦੇ ਵਿੱਚ ਜਾਰੀ ਬਿਆਨ ਦੇ ਵਿੱਚ ਇਸ ਸੰਸਥਾ HUI ਦੇ ਪ੍ਰਧਾਨ ਰੋਬਰਟ ਜੋਨ ਖਾਜਰੀਨ ਇਸ ਦਾ ਨਾਂ ਆ, ਉਸ ਨੇ ਆਖਿਆ ਕਿ ਇਸ ਮਾਮਲੇ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਹਰੀ ਏਜੰਸੀਆਂ ਨੂੰ, ਖਾਸ ਕਰਕੇ ਪੰਜਾਬ ਸਰਕਾਰ ਨੂੰ ਇਸ ਦੇ ਸਖਤ ਨਤੀਜੇ ਭੁਗਤਣੇ ਪੈ ਸਕਦੇ ਨੇ। ਇਸ ਨੇ ਆਖਿਆ ਕਿ ਬਾਹਰੀ ਏਜੰਸੀਆਂ, ਜਾਣੀ ਕਿ ਪੰਜਾਬ ਸਰਕਾਰ ਦਾ ਬਿਨਾਂ ਨਾਂ ਲਾਏ ਉਸਨੇ ਬਾਹਰੀ ਏਜੰਸੀਆਂ ਆਖਿਆ ਕਿ ਖਾਸੀ ਫਿਰਕੇ ਦੀਆਂ ਕਈ ਜਥੇਬੰਦੀਆਂ ਇਸ ਹਰੀਜਨ ਕਲੋਨੀ ਨੂੰ ਖਾਲੀ ਕਰਾਉਣ ਦੇ ਵਾਸਤੇ ਦਲਿਤ ਸਿੱਖਾਂ ਨੂੰ ਮਜਬੂਰ ਕਰ ਰਹੇ ਨੇ, ਅਤੇ ਇਹ ਖਾਸ ਕਰਕੇ ਪੰਜਾਬ ਸਰਕਾਰ ਟੇਢੇ ਤਰੀਕੇ ਨਾਲ ਉਹਨਾਂ ਨੂੰ ਉੱਥੇ ਹੀ ਵਸਾਉਣ 'ਤੇ ਅੜੀ ਹੈ। ਜਿਸ ਕਰਕੇ ਪੰਜਾਬ ਸਰਕਾਰ ਦਾ ਇਹ ਉੱਥੇ ਉਹ ਸਥਾਨਕ ਸਿੱਖਾਂ ਦੇ ਮਾਮਲੇ 'ਚ ਦਖਲ ਦੇਣਾ ਇਹਨਾਂ ਨੂੰ ਮਹਿੰਗਾ ਪੈ ਸਕਦਾ। ਵੈਸੇ ਇਸ ਖਿੱਤੇ ਦੇ ਵਿੱਚ ਜਿਹੜੇ ਇਹ ਸਥਾਨਕ ਕਬੀਲੇ ਨੇ, ਅਸਾਮ ਦੇ ਵਿੱਚ ਵੀ ਅਸਾਮ ਗਣ ਪ੍ਰੀਸ਼ਦ ਸੀ, ਜਿਸ ਦੇ ਵਿੱਚ ਫਿਰ ਉਹ ਚੀਫ ਮਿਨਿਸਟਰ ਵੀ ਬਣ ਗਏ ਸੀਗੇ। ਇਹਨਾਂ ਨੇ ਪਹਿਲਾਂ ਉੱਥੋਂ ਬੰਗਾਲੀਆਂ ਨੂੰ ਭਜਾਇਆ ਸੀਗਾ, ਫਿਰ ਇਹਨਾਂ ਨੇ ਖਾਸ ਕਰਕੇ ਮਾਰਵਾੜੀਆਂ ਨੂੰ, ਬੰਗਾਲੀਆਂ ਨੂੰ ਨਹੀਂ, ਮਾਰਵਾੜੀਆਂ ਨੂੰ, ਰਾਜਸਥਾਨ ਦੇ ਲੋਕਾਂ ਨੂੰ।
ਤੇ ਇਹ ਬੇਸਿਕਲੀ ਇਹ ਹਿੰਦੂ ਵੀ ਨੇ ਤੇ ਇਸ ਦੇ ਵਿੱਚ ਜਿਸ ਤਰ੍ਹਾਂ ਖਾਸੀ ਕਬੀਲੇ ਦੇ ਕੁਝ ਲੋਕ ਨੇ, ਇਹਨਾਂ ਦੇ ਵਿੱਚ ਇਹ ਲੋਕ ਹਿੰਦੂ ਵੀ ਨੇ, ਕੁਝ ਲੋਕ ਇਹਨਾਂ ਦੇ ਵਿੱਚ ਕ੍ਰਿਸਚੀਅਨ ਬਣ ਗਏ ਨੇ, ਕਿਉਂਕਿ ਉੱਥੇ ਕ੍ਰਿਸਚੈਨਿਟੀ ਨੇ ਆਪਣਾ ਬਹੁਤ ਪਸਾਰਾ ਕੀਤਾ। ਦੂਰ ਦਰਾਡੇ ਦਾ ਇਲਾਕਾ ਸੀ, ਅੰਗਰੇਜ਼ ਮਿਸ਼ਨਰੀ ਉੱਥੇ ਆਏ ਤੇ ਉੱਥੇ ਫਿਰ ਇਹਨਾਂ ਨੇ ਇਹਨਾਂ ਨੂੰ ਆਪਣੇ ਧਰਮ ਦੇ ਵਿੱਚ ਲਿਆਂਦਾ। ਤੇ ਇਹਨਾਂ ਅਸਾਮ ਗਣ ਪਰਿਸ਼ਦ ਜਾਂ ਇਹ ਸਟੂਡੈਂਟ ਜਥੇਬੰਦੀਆਂ ਨੇ ਜਿਸ ਤਰ੍ਹਾਂ ਬਗਾਵਤ ਕੀਤੀ, ਇਹਨਾਂ ਨੂੰ ਲੱਗਿਆ ਕਿ ਇਹ ਬਾਹਰੀ ਲੋਕ ਆ ਕੇ ਉੱਥੇ ਬਿਜ਼ਨਸ ਕਰਦੇ ਨੇ। ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਮਾਰਵਾੜੀ ਸੀ ਰਾਜਸਥਾਨੀ, ਉਹਨਾਂ ਦੇ ਵੱਡੇ ਬਿਜ਼ਨਸ ਸੀਗੇ, ਚਾਹ ਦੇ ਬਗਾਨ ਸੀਗੇ ਅਸਾਮ ਦੇ ਵਿੱਚ, ਬੰਗਾਲ ਦੇ ਵਿੱਚ, ਉਹਨਾਂ ਨੂੰ ਖਦੇੜਿਆ। ਫਿਰ ਉਸ ਤੋਂ ਬਾਅਦ ਕੋਲੇ ਦਾ ਬਿਜ਼ਨਸ ਕਰਦੇ ਜਿਹੜੇ ਲੋਕ ਸੀ ਉਹਨਾਂ ਨੂੰ ਉੱਥੋਂ ਖਦੇੜਿਆ। ਤੇ ਮੈਨੂੰ ਚੇਤੇ ਆ ਅਸਾਮ ਗੁਹਾਟੀ ਦੇ ਵਿੱਚ ਕੀ ਕੁਛ ਹੁੰਦਾ ਸੀ, ਅੱਖੀਂ ਵੇਖਿਆ। ਫਿਰ ਇਹਨਾਂ ਨੇ ਪੰਜਾਬੀਆਂ ਨਾਲ ਪੰਗਾ ਲਿਆ, ਕੁਝ ਇੱਕ ਪੰਜਾਬੀਆਂ ਦਾ ਵੀ ਇਹਨਾਂ ਨੇ ਜਾਨੀ ਤੇ ਮਾਲੀ ਨੁਕਸਾਨ ਕੀਤਾ। ਤੇ ਹੌਲੀ ਹੌਲੀ ਇਹ ਫਿਰ ਸਟੂਡੈਂਟ ਜਥੇਬੰਦੀਆਂ ਨੇ ਜਿਹੜੀਆਂ ਇਹ ਸੱਤਾ ਦੇ ਵਿੱਚ ਆਈਆਂ। ਤੇ ਇਸ ਤੋਂ ਬਾਅਦ ਇੱਥੇ ਜਿਹੜਾ ਹੈਗਾ ਬੰਗਲਾਦੇਸ਼ ਤੋਂ ਵੀ ਬਹੁਤ ਸਾਰੇ ਲੋਕ ਆ ਕੇ ਵਸਦੇ ਰਹੇ। ਤੇ ਇਹ ਫਿਰ ਜਿਹੜੀਆਂ ਸਥਾਨਕ ਇਹ ਜਥੇਬੰਦੀਆਂ ਸੀ ਜਿਨ੍ਹਾਂ ਨੇ ਪਹਿਲਾਂ ਮਾਰਵਾੜੀਆਂ ਨੂੰ ਭਜਾਇਆ, ਫਿਰ ਪੰਜਾਬੀਆਂ ਨੂੰ ਭਜਾਇਆ, ਇਹਨਾਂ ਦਾ ਫਿਰ ਬੰਗਾਲੀਆਂ ਦੇ ਨਾਲ ਬਹੁਤ ਇੱਟ ਖੜੱਕਾ, ਬੰਗਲਾਦੇਸ਼ੀਆਂ ਨਾਲ ਇੱਟ ਖੜੱਕਾ ਹੁੰਦਾ ਰਿਹਾ, ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਬੰਗਲਾਦੇਸ਼ੀ ਦੂਜੇ ਮੁਲਕ ਦੇ ਨੇ, ਖਾਸ ਕਰਕੇ ਬਹੁਤੇ ਮੁਸਲਮਾਨ ਗਰੀਬ ਲੋਕ ਨੇ। ਮੈਨੂੰ ਚੇਤਾ ਹੈ ਕਿ ਟਰੱਕਾਂ ਦੇ ਵਿੱਚ ਇਹ ਲੋਕ ਵਿਚਾਰੇ ਆਉਂਦੇ ਸੀਗੇ। ਇੱਕ ਦੋ ਵਾਰੀ ਤਾਂ ਮੈਂ ਖੁਦ ਵੇਖਿਆ ਕਿ ਅਗਰਤਲਾ ਤੋਂ ਆਉਂਦੇ ਲੋਕ ਟਰੱਕਾਂ ਦੇ ਵਿੱਚ ਚੜ੍ਹ ਜਾਂਦੇ ਸੀ। ਤੇ ਇਹ ਜਿਹੜੇ ਖਾਸੀ ਕਬੀਲੇ ਦੇ ਲੋਕ ਨੇ ਸ਼ਿਲੌਂਗ ਦੇ ਵਿੱਚ ਉਹਦਾ ਸਪੈਸ਼ਲ ਨਾਕਾ ਲਾ ਕੇ ਵੇਖਦੇ ਸੀ ਕਿ ਕੋਈ ਵੀ ਬੰਗਲਾਦੇਸ਼ੀ ਟਰੱਕਾਂ ਦੇ ਵਿੱਚ, ਕੋਲੇ ਵਾਲੇ ਟਰੱਕਾਂ 'ਚ ਤਾਂ ਨਹੀਂ ਜਾ ਰਿਹਾ। ਜਿਹੜਾ ਫੜਿਆ ਜਾਂਦਾ ਸੀ ਉਹਨੂੰ ਕੁੱਟ ਕੇ ਇਹ ਮਾਰ ਤੱਕ ਵੀ ਦਿੰਦੇ ਸੀਗੇ। ਤੇ ਫਿਰ ਇਹ ਸਾਰੀ ਚੀਜ਼ ਨੂੰ ਬੀਜੇਪੀ ਨੇ ਕੈਸ਼ ਕੀਤਾ ਕਿ ਇਹ ਬੰਗਲਾਦੇਸ਼ੀ ਮੁਸਲਮਾਨ ਨੇ, ਇਹ ਗੈਰ ਕਾਨੂੰਨੀ ਇੱਥੇ ਆ ਕੇ ਰਹਿੰਦੇ ਨੇ। ਉਸ ਲਈ ਜਿਹੜਾ ਕਈ ਨੈਸ਼ਨਲ ਕੈਪੀਟਲ ਰਜਿਸਟਰ ਦੀ ਵੀ ਗੱਲ ਹੋਈ। ਤੇ ਇਹ ਖਾਸੀ ਕਬੀਲਾ ਜਾਂ ਇਹ ਕਬੀਲਿਆਂ ਨੂੰ ਬੀਜੇਪੀ ਪੂਰੀ ਸਪੋਰਟ ਕਰ ਰਹੀ ਹੈ। ਤੇ ਇਸ ਦੌਰਾਨ ਇਹਨਾਂ ਸਿੱਖਾਂ ਦਾ ਇਸ ਕਰਕੇ ਵਿਰੋਧ ਕਰ ਰਹੇ ਨੇ, ਹਾਲਾਂਕਿ ਇੱਥੇ ਇਹ ਦਹਾਕਿਆਂ ਤੋਂ, ਸਦੀਆਂ ਤੋਂ, ਅੰਗਰੇਜ਼ਾਂ ਦੇ ਵਕਤ ਤੋਂ ਉਸ ਸ਼ਹਿਰ ਦੀ ਸਾਫ਼ ਸਫਾਈ ਵੀ ਕਰ ਰਹੇ ਨੇ। ਪਰ ਇਹਨਾਂ ਨੂੰ ਲੱਗਦਾ ਕਿ ਸਾਡੇ ਪੌਸ਼ ਇਲਾਕੇ 'ਚ ਇਹ ਗਰੀਬ ਲੋਕ ਕਿਉਂ ਰਹਿਣ। ਸੋ ਜਿਸ ਕਰਕੇ ਇਹਨਾਂ ਨੇ ਹੁਣ ਸਿੱਧੀ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦੇ ਦਿੱਤੀ ਹੈ। ਤੇ ਉਧਰ ਪ੍ਰਧਾਨ ਮੰਤਰੀ ਨੇ 1364 ਕਰੋੜ ਰੁਪਈਆ PM ਕਿਸਾਨ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ ਦਿੱਤੇ ਨੇ। ਤੇ ਇਸ ਸੰਬੰਧੀ ਜਿਹੜੇ ਪੈਸੇ ਵੰਡੇ ਨੇ ਉਹਨਾਂ ਦੇ ਵਿੱਚ 1364 ਕਰੋੜ ਰੁਪਈਆ ਅਯੋਗ ਲਾਭਪਾਤਰੀਆਂ ਨੂੰ ਮਿਲਿਆ। RTE ਦੇ ਵਿੱਚ ਇਸ ਜਾਣਕਾਰੀ ਦਾ ਖੁਲਾਸਾ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀ ਆਪਣੀ ਬਹੁਤ ਬਿਹਤਰ ਯੋਜਨਾ ਉਹ ਦੱਸਦੇ ਨੇ ਕਿਸਾਨ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਯੋਜਨਾ, ਉਸ ਦੇ ਵਿੱਚ 20.40 ਲੱਖ ਕਰੋੜ ਰੁਪਈਆ ਅਯੋਗ ਲਾਭ ਦੇ ਵਿੱਚੋਂ ਅਯੋਗ ਲਾਭਪਾਤਰੀਆਂ ਨੂੰ 1364 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ। ਇਸ ਗੱਲ ਦਾ ਖੁਲਾਸਾ RTE ਦੇ ਵਿੱਚ ਸਾਹਮਣੇ ਆਇਆ। ਖੇਤੀ ਮੰਤਰਾਲੇ ਨੇ ਜਾਣਕਾਰੀ ਮੰਨੀ ਹੈ। ਸੋ ਅੰਕੜਿਆਂ ਦੇ ਮੁਤਾਬਕ ਸਭ ਤੋਂ ਵੱਧ ਅਯੋਗ ਲਾਭਪਾਤਰੀ ਪੰਜਾਬ ਨਾਲ ਸੰਬੰਧਿਤ ਨੇ, ਜਾਣੀ ਕਿ ਇਹ ਜਿਹੜੇ ਪੈਸੇ ਪ੍ਰਧਾਨ ਮੰਤਰੀ ਦੇ 20.48 ਲੱਖ ਕਰੋੜ ਹੈ, ਇਹਦੇ ਵਿੱਚੋਂ ਕਈ ਜਾਲੀ ਕਿਸਾਨ ਸੀਗੇ ਜਿਹੜੇ ਇਸ ਨੂੰ ਲੈਣ ਦੇ ਵਿੱਚ ਕਾਮਯਾਬ ਹੋਏ ਨੇ। ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਇਸ ਫੰਡ ਦਾ ਮਿਸਯੂਜ਼ ਹੋਇਆ। ਦੂਜਾ, ਪ੍ਰਧਾਨ ਮੰਤਰੀ ਨੇ ਸਾਲ 2019 ਦੇ ਵਿੱਚ ਇਹ ਜਿਹੜੇ ਪੈਸੇ ਵੰਡੇ ਸੀ, ਜਿਸ ਦੇ ਵਿੱਚ 2 ਹੈਕਟੇਅਰ ਦੇ ਜਿਹੜੇ ਮਾਲਕ ਸੀਗੇ, 2 ਹੈਕਟੇਅਰ ਜ਼ਮੀਨ ਦੇ, ਉਸ ਤੋਂ ਜਿਹੜੇ ਛੋਟੇ ਕਿਸਾਨ ਸੀਗੇ ਉਹਨਾਂ ਨੂੰ 6,000 ਰੁਪਇਆ ਜਿਹੜਾ 3 ਬਰਾਬਰ ਕਿਸ਼ਤਾਂ 'ਚ ਦੇਣਾ ਸੀ, 2-2 ਹਜ਼ਾਰ ਰੁਪਈਆ। ਸੋ ਕੇਂਦਰੀ ਖੇਤੀ ਮੰਤਰਾਲੇ ਨੇ RTE ਦੇ ਵਿੱਚ ਜਵਾਬ ਦਿੰਦੇ ਆਖਿਆ ਕਿ ਅਯੋਗ ਲਾਭਪਾਤਰੀਆਂ ਦੇ 2 ਵਰਗਾਂ ਦੀ ਪਛਾਣ ਹੋਈ ਹੈ ਜਿਨ੍ਹਾਂ ਨੇ PM ਕਿਸਾਨ ਸਕੀਮ ਦੇ ਤਹਿਤ ਪੈਸਾ ਲਿਆ। ਇਹ 2 ਵਰਗ ਅਯੋਗ ਕਿਸਾਨ ਤੇ ਆਮਦਨ ਕਰ ਅਦਾ ਕਰਨ ਵਾਲੇ ਕਿਸਾਨ ਨੇ। ਸੋ RTE ਦੇ ਤਹਿਤ ਇਹ ਸੂਚਨਾ ਹਾਸਲ ਕਰਨ ਵਾਲਿਆਂ ਦੇ ਵਿੱਚ ਕਾਮਨਵੈਲਥ ਹਿਊਮਨ ਰਾਈਟਸ ਇਨੀਸ਼ੀਏਟਿਵ ਦੇ ਵੈਂਕਟੇਸ਼ ਨਾਇਕ ਨੇ ਆਖਿਆ ਕਿ ਇਹਨਾਂ ਅਯੋਗ ਲਾਭਪਾਤਰੀਆਂ ਦੇ ਵਿੱਚੋਂ ਅੱਧੇ ਤੋਂ ਵੱਧ ਆਪਣਾ ਆਮਦਨ ਕਰ ਅਦਾ ਕਰਨ ਵਾਲੇ ਲੋਕ ਨੇ। ਜਾਣੀ ਇੱਕ ਪਾਸੇ ਤਾਂ ਉਹ ਇਨਕਮ ਟੈਕਸ ਭਰ ਰਹੇ ਨੇ ਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਤੋਂ 6,000 ਰੁਪਈਆ ਵੀ ਲੈ ਗਏ ਨੇ। ਲੋਕ ਬਹੁਤ ਜੁਗਾੜੀ ਨੇ। ਪੰਜਾਬ ਦੇ ਵਿੱਚ ਬੁਢਾਪਾ ਪੈਨਸ਼ਨ ਨਹੀਂ ਤੁਸੀਂ ਵੇਖਿਆ ਕਿ ਕਿੰਨੇ ਲੋਕ ਭਾਵੇਂ ਜਵਾਨ ਨੇ, ਹੱਟੇ ਕੱਟੇ ਨੇ, ਪਰ ਉਹ ਵੀ ਬਜ਼ੁਰਗਾਂ ਵਾਲੀ ਪੈਨਸ਼ਨ ਛਕੀ ਜਾ ਰਹੇ ਨੇ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਉਸ ਦੇ ਵਾਸਤੇ ਫ਼ੋਨ ਨੰਬਰ 9876309655 'ਤੇ ਕਾਲ ਕਰ ਸਕਦੇ ਹੋ। ਜੇ ਤੁਹਾਡੀ ਫੋਨ ਲਾਈਨ ਮਿਲਣ 'ਚ ਦਿੱਕਤ ਹੈ ਤਾਂ ਤੁਸੀਂ WhatsApp ਦੇ ਜ਼ਰੀਏ ਵੀ ਇਸੇ ਨੰਬਰ 'ਤੇ ਕਾਲ ਕਰ ਸਕਦੇ ਹੋ 9876309655 'ਤੇ, ਜਾਂ ਜਿਨ੍ਹਾਂ ਸੱਜਣਾ ਕੋਲ ਮੇਰਾ ਸੈੱਲ ਫੋਨ ਹੈ ਉਹ ਉਸ 'ਤੇ ਵੀ ਕਾਲ ਕਰ ਸਕਦੇ ਹਾਂ। ਆਪਣੀ ਗੱਲਬਾਤ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਦੇ ਇਸ 6,000 ਰੁਪਏ ਦੀ ਸਕੀਮ ਦਾ ਕਿੰਨਾ ਮਿਸਯੂਜ਼ ਹੋਇਆ।
ਤੇ ਇਸ ਸੰਬੰਧੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹਨਾਂ ਗੈਰ ਮਤਲਬ ਅਯੋਗ ਲਾਭਪਾਤਰੀਆਂ ਨੂੰ ਜਿਹੜੀ ਹੁਣ ਤੱਕ ਅਦਾਇਗੀ ਹੋਈ ਹੈ ਉਸ ਦੀ ਵਸੂਲੀ ਵੀ ਆਰੰਭ ਕਰ ਦਿੱਤੀ ਹੈ ਕਿ ਜਿਹੜੇ 6000 ਰੁਪਇਆ ਵਿਆਜ ਸਮੇਤ ਤੁਹਾਨੂੰ ਵਾਪਸ ਕਰਨੇ ਪੈਣਗੇ। ਪੰਜਾਬ ਤੋਂ ਬਾਅਦ ਦੂਸਰੀ ਵੱਡੀ ਠੱਗੀ ਜਿਹੜੇ ਜਾਲੀ ਕਿਸਾਨਾਂ ਨੇ ਲਾਈ ਹੈ, ਜਾਲੀ ਤਾਂ ਨਹੀਂ ਮਤਲਬ ਉਹਨਾਂ ਦੀ ਜ਼ਮੀਨ 2 ਹੈਕਟੇਅਰ ਤੋਂ ਜ਼ਿਆਦਾ ਤੇ ਉਹ ਇਨਕਮ ਟੈਕਸ ਵੀ ਦਿੰਦੇ ਨੇ। ਇਹ 5 ਰਾਜ ਨੇ, ਪੰਜਾਬ, ਅਸਾਮ, ਮਹਾਰਾਸ਼ਟਰ, ਗੁਜਰਾਤ ਤੇ ਉੱਤਰ ਪ੍ਰਦੇਸ਼। ਅੰਕੜੇ ਦੇ ਮੁਤਾਬਕ 23.16% ਜਾਣੀ ਕਿ 4.74 ਲੱਖ ਅਯੋਗ ਲਾਭਪਾਤਰੀ ਜਾਣੀ ਕਿ 4.5 ਲੱਖ ਗਲਤ ਕਿਸਾਨ ਨੇ ਜਿਹੜੇ ਇਸ ਦਾ ਫਾਇਦਾ ਲੈ ਗਏ ਨੇ। ਅਸਾਮ ਦੇ ਵਿੱਚ ਤੇ ਅਸਾਮ ਦੇ ਵਿੱਚ 16.87% ਗਲਤ ਪੈਸਾ ਵੰਡਿਆ ਗਿਆ ਤੇ ਮਹਾਰਾਸ਼ਟਰ ਦੇ ਵਿੱਚ 13.19% ਗਲਤ ਪੈਸਾ ਵੰਡਿਆ ਗਿਆ। ਤੇ ਇਹਨਾਂ ਅੰਕੜਿਆਂ ਨੂੰ ਜੇ ਇਕੱਠਾ ਕੀਤਾ ਜਾਵੇ ਤਾਂ ਅੱਧ ਤੋਂ ਵੱਧ ਜਾਣੀ ਕਿ 54% ਅਯੋਗ ਲਾਭਪਾਤਰੀ ਨੇ ਜਿਹੜੇ ਇਹ ਫਾਇਦਾ ਲੈ ਗਏ ਨੇ। ਜਾਣੀ ਕਿ ਟੋਟਲ ਜਿਹੜਾ 20 ਲੱਖ ਕਰੋੜ ਵੰਡਿਆ ਇਸ ਦੇ ਵਿੱਚੋਂ 54% ਪੈਸਾ ਗਲਤ ਵੰਡਿਆ ਗਿਆ, ਜਿਹੜਾ ਕਿ ਪੰਜਾਬ, ਅਸਾਮ, ਗੁਜਰਾਤ, ਉੱਤਰ ਪ੍ਰਦੇਸ਼ ਆਦਿ 5 ਸੂਬਿਆਂ ਦੇ ਵਿੱਚ ਵੰਡਿਆ ਗਿਆ। ਹਾਲਾਂਕਿ ਸਿੱਕਮ ਦੇ ਵਿੱਚ ਇੱਕ ਅਯੋਗ ਲਾਭਪਾਤਰੀ ਦੇ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ ਕਿ ਸਿੱਕਮ ਦੇ ਵਿੱਚ ਦੂਰ ਦਰਾਡੇ ਦਾ ਸੂਬਾ, ਉੱਥੇ ਸਿਰਫ ਇੱਕੋ ਹੀ ਬੰਦਾ ਜਿਹਨੇ ਮੋਦੀ ਸਾਹਿਬ ਦੇ ਪੈਸੇ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਹੈ। ਸੋ ਬੋਲਿਆ ਭੰਨ ਘਰ ਰੱਬ ਦਾ, ਉਸ ਠੱਗਾਂ ਦੇ ਠੱਗ ਨੂੰ ਠੱਗ, ਕਈ ਲੋਕ ਇੱਦਾਂ ਵੀ ਸੋਚਦੇ ਹੋਣੇ ਆ। ਖੈਰ, ਤੇ ਲਓ ਤੁਹਾਨੂੰ ਇੱਕ ਗੀਤ ਦੇ ਨਾਲ ਜੋੜਦੇ ਹਾਂ ਤੇ ਇਸ ਦੌਰਾਨ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਉਸ ਦੇ ਲਈ ਵੀ ਆਪ ਦਾ ਸਵਾਗਤ ਰਹੇਗਾ। ਤੇ ਮਕਰ, ਝੂਠ, ਫਰੇਬ, ਠੱਗੀ, ਇਹਨਾਂ ਚੀਜ਼ਾਂ ਦੇ ਬਾਰੇ ਬੜਾ ਕੁਝ ਲਿਖਿਆ ਰਚਿਆ ਗਿਆ। ਮਾਣਕ ਸਾਹਿਬ ਨੂੰ ਵੀ ਤੁਸੀਂ ਸੁਣਿਆ। ਆਪਾਂ ਕਈ ਵਾਰੀ ਕਹਿੰਦੇ ਆ ਹਿੰਦੀ ਦਾ ਵੈਸੇ ਲਫ਼ਜ਼ ਜਾਂ ਹੋਰ ਭਾਸ਼ਾ 'ਚ ਲਫ਼ਜ਼ ਮਕਰ ਵਰਤ ਲਿਆ ਜਾਂਦਾ ਇਸ ਦੇ ਵਿੱਚ, ਪਰ ਮਕਰ ਦਾ ਚੰਗਾ ਪੱਖ ਵੀ ਹੈ। ਜਿਹੜਿਆਂ ਦੀ ਰਾਸ਼ੀ, ਕਿਉਂਕਿ ਮੈਂ ਤਾਂ ਖੈਰ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ, ਪਰ ਇਹ ਚੀਜ਼ਾਂ ਫਿਰ ਵੀ ਸਾਡੇ ਫੋਕਲੋਰ ਦਾ, ਧਾਰਮਿਕ ਅਕੀਦਿਆਂ ਦਾ ਹਿੱਸਾ ਨੇ। ਇਸ ਗੱਲ ਤੋਂ ਮਨਫੀ ਨਹੀਂ ਹੋਇਆ ਜਾ ਸਕਦਾ, ਕਿਉਂਕਿ ਜੇ ਤੁਸੀਂ ਇਸ ਖਿੱਤੇ ਦੇ ਸੱਭਿਆਚਾਰ ਨੂੰ ਵੇਖੋ ਕਿ ਜਿਹੜੇ ਆ ਦਿਨ ਸੋਮਵਾਰ, ਮੰਗਲਵਾਰ, ਇਹ ਵੀ ਨਕਸ਼ਤਰਾਂ ਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਸਾਂਝੇ ਨੇ, ਕਿਉਂਕਿ ਇੱਥੋਂ ਦਾ ਜਿਹੜਾ ਸਨਾਤਨ ਧਰਮ ਹੈ, ਜੋ ਇਸ ਖਿੱਤੇ ਦਾ ਪਿਛਲਾ ਸਾਡਾ ਪਿਛੋਕੜ ਹੈ, ਭਾਵੇਂ ਇਹਦੇ ਵਿੱਚ ਇਤਿਹਾਸ ਹੈ, ਕਈ ਚੀਜ਼ਾਂ ਨੇ, ਉਸ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਹੁਣ ਮਕਰ ਕੀ ਹੈ, ਜਿਹਨੂੰ ਆਪਾਂ ਉੱਦਾਂ ਝੂਠ ਵੀ ਕਹਿ ਲੈਂਦੇ ਹਾਂ। ਇੱਕ ਤਾਂ ਮਕਰ ਕੇਤੂ ਜਿਹੜਾ ਕਾਮ ਦੇਵਤਾ ਹੈ ਨਾ, ਉਹਦੀ ਵੀ ਇੱਕ ਉਪਾਧੀ ਹੈ। ਕਾਮ ਦੇ ਝੰਡੇ ਉੱਤੇ ਮਕਰ ਦੀ ਜਿਹੜੀ ਸ਼ਕਲ ਚਿੱਤਰੀ ਹੋਣ ਕਰਕੇ ਇਸ ਨੂੰ ਮਕਰ ਕੇਤੂ ਵੀ ਕਿਹਾ ਜਾਂਦਾ ਹੈ। ਸੋ ਮਕਰ ਜਿਹੜੀਆਂ ਆਮ 12 ਰਾਸ਼ੀਆਂ ਨੇ ਬੰਦੇ ਦੀਆਂ, ਕਈਆਂ ਦੀਆਂ ਆਪਣੀਆਂ ਆਪਣੀਆਂ ਰਾਸ਼ੀਆਂ ਹੁੰਦੀਆਂ ਨੇ। ਕਿਸੇ ਦੇ ਨਾਂ ਤੋਂ ਰਾਸ਼ੀ ਵੇਖੀ ਜਾਂਦੀ ਹੈ, ਕਿਸੇ ਦੇ ਜਨਮ ਸਥਿਤੀ ਤੋਂ ਰਾਸ਼ੀ ਵੇਖੀ ਜਾਂਦੀ ਹੈ। ਸੋ ਇਹ ਮਕਰ 12 ਰਾਸ਼ੀਆਂ ਦੇ ਵਿੱਚ ਇੱਕ ਰਾਸ਼ੀ ਹੈ ਜਿਹੜੀ ਕਿਸੇ ਸ਼ਖਸ, ਖਾਸ ਕਰਕੇ ਜਿਹੜਾ ਮੰਨਿਆ ਜਾਂਦਾ ਕਿ ਜਿਹਦੀ ਰਾਸ਼ੀ ਮਕਰ ਹੈ, ਉਹਦੀ ਸੂਝ ਬੜੀ ਤਿੱਖੀ ਹੈ। ਭਾਵੇਂ ਇਹ ਚੀਜ਼ਾਂ ਮਿੱਥ ਨੇ, ਇਹਨਾਂ ਦਾ ਕੋਈ ਵਿਗਿਆਨਕ ਪੱਖ ਨਹੀਂ ਹੈ, ਪਰ ਉਹ ਧਰਮ ਵਾਲੇ ਤਾਂ ਇਹਦਾ ਵਿਗਿਆਨਕ ਪੱਖ ਪੇਸ਼ ਕਰਦੇ ਨੇ, ਜੋਤਸ਼ੀ। ਸੋ ਕਹਿੰਦੇ ਮਕਰ ਰਾਸ਼ੀ ਵਾਲਾ ਬੰਦਾ ਜਿਹੜੇ ਕੰਮ ਨੂੰ ਹੱਥ ਪਾਉਂਦਾ, ਪੂਰਾ ਕਰੇ ਬਿਨਾਂ ਨਹੀਂ ਛੱਡਦਾ। ਉਹ ਖਾਣ ਪੀਣ ਦਾ ਵੀ ਬੜਾ ਸ਼ੌਕੀਨ ਹੁੰਦਾ ਅਤੇ ਸਫ਼ਰ ਦਾ ਵੀ ਚਾਹਵਾਨ ਹੁੰਦਾ। ਵੈਸੇ ਮੋਦੀ ਸਾਹਿਬ ਦੀ ਰਾਸ਼ੀ ਤਾਂ ਹੁਣ ਤੁਸੀਂ ਦੱਸ ਸਕਦੇ ਹੋ, ਮੈਨੂੰ ਤਾਂ ਪਤਾ ਨਹੀਂ। ਮੋਦੀ ਸਾਹਿਬ ਖਾਣ ਪੀਣ ਦੇ ਵੀ ਬਹੁਤ ਸ਼ੌਕੀਨ ਨੇ ਅਤੇ ਸਫ਼ਰ ਦੇ ਵੀ ਬਹੁਤ ਸ਼ੌਕੀਨ ਨੇ। ਅਤੇ ਰਾਸ਼ੀ ਵੀ ਉਹਨਾਂ ਦੀ ਮਕਰ ਹੈ, ਅਤੇ ਮੈਨੂੰ ਨਹੀਂ ਪਤਾ, ਤੁਹਾਨੂੰ ਪਤਾ ਹੋਵੇ ਕੋਈ ਜਾਣਕਾਰੀ ਤਾਂ ਦੱਸ ਸਕਦੇ ਹੋ। ਪਰ ਫਿਰ ਵੀ ਹਿੰਦੂ ਮਿਥਕ ਕਥਾਵਾਂ ਦੇ ਵਿੱਚ ਮਕਰ ਰਾਸ਼ੀ ਨੂੰ ਮਕਰ ਚਿੰਨ੍ਹ ਰਾਹੀਂ ਪ੍ਰਗਟ ਕੀਤਾ ਜਾਂਦਾ। ਮਕਰ ਕੀ ਹੁੰਦਾ ਹੈ? ਮਗਰਮੱਛ ਦੀ ਸ਼ਕਲ ਦਾ ਇੱਕ ਸਮੁੰਦਰੀ ਜੀਵ ਹੁੰਦਾ ਜਿਸ ਨੂੰ ਮਕਰ ਕਿਹਾ ਜਾਂਦਾ ਹੈ। ਮਕਰ ਸੰਕ੍ਰਾਂਤੀ ਵੀ ਅਸੀਂ ਮਨਾ ਕੇ ਹਟੇ ਹਾਂ। ਸੋ ਹਿੰਦੂ ਮਿਥਿਹਾਸ, ਧਰਮ ਅਤੇ ਕਲਾ ਦੇ ਵਿੱਚ ਮਕਰ ਦਾ ਬਹੁਤ ਸਥਾਨ ਹੈ। ਇਹਦਾ ਸੰਬੰਧ ਕਈ ਦੇਵਤਿਆਂ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੜਦਾ ਹੈ। ਜਿਹੜਾ ਪਾਣੀ ਦਾ ਦੇਵਤਾ ਹੈ, ਜਲ ਦਾ ਦੇਵਤਾ, ਜਿਹੜਾ ਵਰਣ ਆਕਾਸ਼ ਮੰਡਲ ਉੱਤੇ ਮਕਰ 'ਤੇ ਸਵਾਰ ਹੋ ਕੇ ਘੁੰਮਦਾ, ਯਾਨੀ ਕਿ ਜਿਹੜਾ ਪਾਣੀ ਦਾ ਦੇਵਤਾ ਵਰੁਣ, ਇਹ ਆਕਾਸ਼ ਮੰਡਲ ਉੱਤੇ ਜਦੋਂ ਸਵਾਰੀ ਕਰਦਾ ਤਾਂ ਇਸ ਦਾ ਵਾਹਨ ਮਕਰ ਹੈ। ਵਰਣ ਦਾ ਜਿਹੜਾ ਵਾਹਨ ਦੇ ਰੂਪ ਦੇ ਵਿੱਚ ਮਕਰ ਦਾ ਜੋ ਚਿੱਤਰ ਉਲੀਕਿਆ ਜਾਂਦਾ ਹੈ, ਉਸ ਦੇ ਵਿੱਚ ਉਸ ਦਾ ਸਿਰ ਅਤੇ ਅਗਲੀਆਂ 2 ਲੱਤਾਂ 12 ਸਿੰਗੇ ਦੀਆਂ ਨੇ, ਅਤੇ ਉਸ ਦਾ ਜਿਹੜਾ ਧੜ ਅਤੇ ਪੂਛ ਆ ਉਹ ਮੱਛੀ ਦੀ ਹੈ। ਇਹ ਜਿਹੜਾ ਚਿੱਤਰ ਹੈ ਤੁਸੀਂ ਵੇਖਿਆ ਹੋਣਾ ਕਿ ਉਹਦਾ ਅਗਲਾ ਪਾਰਟ, ਜਿਹੜੀਆਂ ਉਹਦੀਆਂ ਲੱਤਾਂ ਅਤੇ ਉਹਦਾ ਸਿਰ, ਧੜ, ਅਗਲਾ ਪਾਸਾ ਉਹ 12 ਸਿੰਗੇ ਵਰਗੇ, ਅਤੇ ਉਹਦੀ ਬੈਕ ਹੈ ਜਿਹੜੀ ਉਹ ਮੱਛੀ ਵਰਗੀ ਹੈ। ਇਹ ਚਿੰਨ੍ਹ ਮਕਰ ਦਾ ਇੱਦਾਂ ਦਾ ਹੁੰਦਾ ਜਿਸ 'ਤੇ ਵਰੁਣ ਦੇਵਤੇ ਦਾ ਚਿੱਤਰ ਬਣਦਾ ਹੈ। ਸੋ ਵਰੁਣ ਦਾ ਜਿਹੜਾ ਵਾਹਨ ਹੈ ਉਸ ਦੇ ਉੱਤੇ ਇਹ ਮਕਰ ਦਾ ਚਿੰਨ੍ਹ ਚਿੱਤਰਿਆ ਹੁੰਦਾ। ਅਤੇ ਇਸ ਦੇ ਨਾਲ ਮਕਰ ਗੰਗਾ ਦੇਵੀ ਦਾ ਵੀ ਵਾਹਨ ਹੈ। ਪ੍ਰੇਮ ਦੇ ਦੇਵਤੇ
ਕਾਮ ਦੇ ਝੰਡੇ ਉੱਤੇ ਵੀ ਮਕਰ ਦਾ ਚਿੰਨ੍ਹ ਚਿੱਤਰਿਆ ਹੁੰਦਾ। ਵਿਸ਼ਨੂੰ ਨੇ ਆਪਣੇ ਖੱਬੇ ਕੰਨ ਦੇ ਵਿੱਚ ਵੀ ਮਕਰ ਦੀ ਸ਼ਕਲ ਦਾ ਗਹਿਣਾ ਪਾਇਆ ਹੁੰਦਾ, ਜਿਸ ਨੂੰ ਮਕਰ ਕੁੰਡਲਾ ਵੀ ਕਹਿੰਦੇ ਨੇ। ਤੁਸੀਂ ਕਈਆਂ ਨੂੰ ਤੁਸੀਂ ਪੁੱਛੋ ਇਸ 'ਤੇ ਖਾਸ ਕਿਸਮ ਦਾ ਕੁੰਡਲ ਕੰਨ 'ਚ ਪਾਇਆ ਹੁੰਦਾ, ਉਸ ਨੂੰ ਵੀ ਮਕਰ ਕੁੰਡਲਾ ਕਿਹਾ ਜਾਂਦਾ। ਇਹ ਜਿਹੜਾ ਗਹਿਣਾ ਸੂਰਜ ਦੇਵਤੇ ਦੇ ਸੱਜੇ ਕੰਨ ਦੇ ਵਿੱਚ ਪਹਿਨਿਆ ਮੰਨਿਆ ਜਾਂਦਾ। ਅਤੇ ਅਸ਼ਵਮੇਧ ਦੇ ਸਮੇਂ ਜਦੋਂ ਘੋੜੇ ਦੀ ਬਲੀ, ਕਿਉਂਕਿ ਅਸ਼ਵ ਘੋੜੇ ਨੂੰ ਕਿਹਾ ਜਾਂਦਾ, ਇਹ ਯੱਗ ਅਸ਼ਵਮੇਧ ਯੱਗ ਸ਼੍ਰੀ ਰਾਮ ਨੇ ਵੀ ਕੀਤਾ ਸੀ, ਜਿਸ ਘੋੜੇ ਨੂੰ ਫਿਰ ਲਵ ਅਤੇ ਕੁਸ਼ ਨੇ ਫੜਿਆ ਸੀਗਾ। ਅਤੇ ਅਸ਼ਵਮੇਧ ਦੇ ਸਮੇਂ ਜਿਹਨਾਂ ਪਵਿੱਤਰ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ, ਉਹਨਾਂ 'ਚੋਂ ਇੱਕ ਮਕਰ ਵੀ ਹੈ। ਜਾਣੀ ਇਸ ਮਕਰ ਨਾਂ ਦੇ ਪਸ਼ੂ ਹੈ ਜਿਹੜਾ, ਉਸ ਦੀ ਵੀ ਬਲੀ ਦਿੱਤੀ ਜਾਂਦੀ ਹੈ। ਸੋ ਮਕਰ ਦਾ ਜਿਹੜਾ ਰਾਸ਼ੀ ਹੈ ਜਿਹੜੀ, ਇਹਦਾ ਪ੍ਰਧਾਨ ਸ਼ਨੀ ਦੇਵਤਾ ਹੈ, ਜਿਸ ਦਾ ਰੰਗ ਨੀਲਾ ਮੰਨਿਆ ਜਾਂਦਾ ਹੈ। ਨੀਲਮ ਪੱਥਰ ਇਸ ਰਾਸ਼ੀ ਨਾਲ ਇਕਸੁਰ ਬੈਠਦਾ। ਇਸ ਕਰਕੇ ਤੁਸੀਂ ਵੇਖੋ ਕਿ ਬਹੁਤ ਸਾਰੇ ਲੋਕਾਂ ਨੇ, ਖਾਸ ਕਰਕੇ ਸਿੱਖ ਲੀਡਰਾਂ ਨੇ ਵੀ ਇਸ ਤਰ੍ਹਾਂ ਦੇ ਨੀਲੇ ਨਗ ਨੀਲਮ ਪਾਏ ਹੁੰਦੇ ਨੇ। ਹਾਲਾਂਕਿ ਇਹ ਚੀਜ਼ਾਂ ਦਾ ਜਿਹੜਾ ਲੌਜਿਕ ਹੈ ਨਾ, ਕਿਉਂਕਿ ਤੁਸੀਂ ਕਿਸੇ ਵਿਅਕਤੀ ਨੂੰ ਕਹਿ ਦਿਓ ਕਿ ਤੁਸੀਂ ਨੀਲਮ ਪਾ ਲਿਆ, ਪਾਉਣਾ ਉਦੋਂ ਹੀ ਆ ਜਦੋਂ ਇਹ ਰਾਸ਼ੀ ਹੋਵੇ। ਪਰ ਮੈਂ ਜੋ ਇਹਦਾ ਇੱਕ ਬੰਦੇ ਦੇ ਮਨ 'ਤੇ ਅਸਰ ਵੇਖਦਾ, ਲੌਜਿਕ ਜਿਹੜਾ ਕੀ ਹੈ, ਹਾਲਾਂਕਿ ਉਹ ਮਿੱਟੀ ਹੈ, ਬਿਨਾਂ ਦੱਸੇ ਤੁਸੀਂ ਕਿਸੇ ਬੰਦੇ ਨੂੰ ਕੋਈ ਵੀ ਚੀਜ਼ ਦੇ ਦਿਓ, ਸੋਨਾ ਵੀ ਦੇ ਦਿਓ, ਉਹਨੂੰ ਦੀ ਕੀਮਤ ਨਹੀਂ ਪਤਾ। ਹਾਲਾਂਕਿ ਮੈਂ ਦੱਸਦਾ, ਮੇਰਾ ਇਹਨਾਂ ਚੀਜ਼ਾਂ ਦੇ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ, ਪਰ ਫਿਰ ਵੀ ਮੈਂ ਸੱਭਿਆਚਾਰ ਦਾ ਵਿਦਿਆਰਥੀ ਹਾਂ, ਕਲਚਰ ਦਾ ਵਿਦਿਆਰਥੀ ਹਾਂ। ਇਹ ਚੀਜ਼ਾਂ ਦੇ ਬਾਰੇ ਜੋ ਤਜਰਬੇ ਨੇ ਤੁਹਾਡੇ ਨਾਲ ਮੈਂ ਸਾਂਝੇ ਕਰਾਂਗਾ ਕਿ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਨੇ ਕਹਿ ਦਿੱਤਾ, ਹੁਣ ਸਿਆਸਤ ਦੇ ਵਿੱਚ ਇਹ ਜੋਤਸ਼ੀਆਂ ਦੀ, ਪਾਂਡਿਆਂ ਦੀ ਬਹੁਤ ਪੈਂਠ ਹੈ। ਤੁਸੀਂ ਵੇਖੋ ਚੰਡੀਗੜ੍ਹ ਕਦੇ ਜਾਓ, ਮਟਕਾ ਝਟਕਾ ਚੌਂਕ ਹੈ ਨਾ ਜਿਹੜਾ ਪੌਸ਼ ਇਲਾਕਾ, ਉੱਥੇ ਉਸ ਪੌਸ਼ ਇਲਾਕੇ ਦੇ ਵਿੱਚ ਮੰਗਲਵਾਰ ਅਤੇ ਸ਼ਨੀਵਾਰ ਨੂੰ ਇੰਨੇ ਪਾਂਡੇ ਉੱਥੇ ਹੁੰਦੇ ਨੇ ਨਾ, VIP ਮਹਿੰਗੀਆਂ ਗੱਡੀਆਂ 'ਚੋਂ ਆਉਂਦੇ ਨੇ ਅਤੇ ਆਪਣਾ ਹਵਨ ਪੂਜਾ ਕਰਕੇ ਉਹ ਚਲੇ ਜਾਂਦੇ ਨੇ। ਇਹ ਨਹੀਂ ਕਿ ਸਿਰਫ ਸਿੱਖਾਂ ਦੇ ਨਹੀਂ ਆਉਂਦੇ, ਜਿਹੜੇ ਅੰਮ੍ਰਿਤਧਾਰੀ ਕਹਾਉਂਦੇ ਸਿੱਖ ਨੇਤਾ ਨੇ, ਉਹਨਾਂ ਦੇ ਘਰੇ ਵੀ ਹਵਨ ਪੂਜਾ ਇਹ ਹੁੰਦੀ ਹੈ, ਕਿਉਂਕਿ ਇਹ ਸਿਆਸਤਦਾਨ ਲੋਕ ਬਹੁਤ ਵਿਸ਼ਵਾਸ ਇਹਨਾਂ ਚੀਜ਼ਾਂ 'ਤੇ ਕਰਦੇ ਨੇ। ਅਤੇ ਖਾਸ ਕਰਕੇ ਇਹ ਜਿਹੜਾ ਫਿਰ ਜਿਸ ਤਰ੍ਹਾਂ ਕੋਈ ਨੀਲਮ ਪਾ ਲੈਂਦਾ, ਕੋਈ ਪੰਨਾ ਪੁਖਰਾਜ ਪਾ ਲੈਂਦਾ। ਹੁਣ ਤੁਸੀਂ ਵੇਖੋ ਕਿ ਸਭ ਤੋਂ ਪਹਿਲਾਂ ਮੈਂ ਵੇਖਿਆ ਸੀਗਾ ਕਿ ਸੁਖਬੀਰ ਬਾਦਲ ਹੋਣਾ ਦੇ ਦੁਧੀਆ ਪੱਥਰ ਪਾਇਆ ਹੁੰਦਾ ਸੀਗਾ, ਅਤੇ 2007 ਤੋਂ ਬਾਅਦ ਇਹ ਪ੍ਰਕਾਸ਼ ਸਿੰਘ ਬਾਦਲ ਦੇ ਵੀ ਪਾਇਆ ਹੋਇਆ ਚਿੱਟਾ ਪੱਥਰ, ਜਿਹੜਾ ਫਸਟ ਫਿੰਗਰ ਦੇ ਵਿੱਚ ਪਾਇਆ ਜਾਂਦਾ। ਕਾਫੀ ਕੋਸਟ ਇਸ ਦੀ ਦੱਸੀ ਜਾਂਦੀ ਹੈ। ਖੈਰ, ਇਹ ਪੱਥਰ ਪਾਉਣ ਦੇ ਨਾਲ, ਇਹ ਨਗ ਪਾਉਣ ਦੇ ਨਾਲ, ਜਿਹੜਾ ਵਿਅਕਤੀ ਇਹ ਪਾਉਂਦਾ ਉਹਦੀ ਨਾ ਵਿਲ ਪਾਵਰ ਸਟਰੋਂਗ ਹੁੰਦੀ ਹੈ। ਹਾਲਾਂਕਿ ਭਾਵੇਂ ਮਿੱਟੀ ਹੋਵੇ, ਜਦੋਂ ਉਹ ਮਤਲਬ ਕਹਿ ਦਿੱਤਾ ਕਿ ਬੜਾ ਕੀਮਤੀ 2-4 ਕਰੋੜ ਵੀ ਲਾ ਲੈਂਦੇ ਨੇ ਕਈ ਤਾਂ ਇਹਨਾਂ ਚੀਜ਼ਾਂ 'ਤੇ, ਜਦੋਂ ਉਹ ਚੀਜ਼ ਪਾਈ ਜਾਂਦੀ ਹੈ ਨਾ, ਉਸ ਵਿਅਕਤੀ ਨੂੰ ਲੱਗਦਾ ਕਿ ਯਾਰ ਮੈਂ ਹੁਣ ਇਹ ਨਗ ਪਾ ਲਿਆ, ਹੁਣ ਤਾਂ ਮੈਂ ਜਿਹੜੇ ਕੰਮ ਨੂੰ ਹੱਥ ਪਾਵਾਂਗਾ ਨਾ ਅਤੇ ਮੇਰਾ ਕੰਮ ਹੋ ਜਾਏਗਾ। ਇਹ ਉਹਦਾ ਕੌਨਫੀਡੈਂਸ, ਉਹਦਾ ਵਿਸ਼ਵਾਸ ਉਸ ਚੀਜ਼ 'ਤੇ, ਉਸ ਅਕੀਦੇ ਪ੍ਰਤੀ ਜਾਂ ਉਸ ਟਾਰਗੇਟ ਪ੍ਰਤੀ ਡੂੰਘਾ ਬਣ ਜਾਂਦਾ ਹੈ। ਇਸ ਕਰਕੇ ਉਹ ਪੈਸ਼ਨ ਨਾਲ ਕੰਮ ਕਰਦਾ। ਜਦੋਂ ਕੋਈ ਚੀਜ਼ ਪੈਸ਼ਨ ਨਾਲ ਕੰਮ ਕੀਤੀ ਜਾਂਦੀ ਹੈ ਤਾਂ ਸਫਲ ਹੋ ਜਾਂਦੀ ਹੈ। ਜਾਣੀ ਇਹਨਾਂ ਦੇ ਵਿੱਚ ਹੈ ਤਾਂ ਭਾਵੇਂ ਪਖੰਡ, ਪਰ ਇਹ ਪਖੰਡ ਉਦੋਂ ਪੱਕਾ ਵਿਸ਼ਵਾਸ ਬਣ ਜਾਂਦਾ, ਅਕੀਦਾ ਬਣ ਜਾਂਦਾ ਬੰਦੇ ਦਾ, ਕਿ ਜਦੋਂ ਉਹਨੇ ਕੋਈ ਇੱਦਾਂ ਦੀ ਚੀਜ਼ ਪਾ ਲਈ, ਉਹਨੂੰ ਲੱਗਦਾ ਜਿਵੇਂ ਆਪਾਂ ਬਹੁਤ ਸਾਰੇ ਲੋਕਾਂ ਦੀ ਆਸਥਾ ਹੁੰਦੀ ਕਿ ਮੈਂ ਉੱਥੇ ਮੱਥਾ ਟੇਕ ਕੇ ਕੰਮ ਸ਼ੁਰੂ ਕਰਾਂਗਾ, ਮੇਰਾ ਕੰਮ ਹੋ ਜਾਏਗਾ। ਉਹ ਰੱਬ ਹੈ, ਭਾਵੇਂ ਤੁਸੀਂ ਉਹਨੂੰ ਕਿਤੇ ਮਹਿਸੂਸ ਕਰ ਲਓ, ਕਿਸੇ ਨੂੰ ਮਿੱਟੀ 'ਚ ਨਜ਼ਰ ਆਉਂਦਾ, ਕਿਸੇ ਨੂੰ ਕਿਸੇ ਚੀਜ਼ 'ਚ ਨਜ਼ਰ ਆਉਂਦਾ, ਉਹ ਉਹਦੀ ਆਸਥਾ ਹੈ। ਜਦੋਂ ਉਹਦਾ ਆਸਥਾ ਬਣ ਜਾਂਦੀ ਹੈ, ਉਹਦਾ ਹੌਸਲਾ ਬਣ ਜਾਂਦਾ, ਅਤੇ ਉਹ ਫਿਰ ਨਿੱਠ ਕੇ ਕੰਮ ਕਰਦਾ, ਉਹ ਦੁਚਿੱਤੀ 'ਚ ਕੰਮ ਨਹੀਂ ਕਰਦਾ। ਕਿਉਂਕਿ ਕੰਮ ਉਦੋਂ ਹੀ ਖਰਾਬ ਹੁੰਦਾ ਜਦੋਂ ਕੋਈ ਬੰਦਾ ਦੁਚਿੱਤੀ 'ਚ ਡਬਲ ਮਾਈਂਡਡ ਹੋ ਕੇ ਕੰਮ ਕਰਦਾ, ਫਿਰ ਉਹ ਨਿਸ਼ਾਨਾ ਨਹੀਂ ਲਾ ਪਾਉਂਦਾ। ਇਸੇ ਕਰਕੇ 2 ਬੇੜੀਆਂ ਦੇ ਸਵਾਰ ਅਕਸਰ ਡੁੱਬਦੇ ਨੇ। ਪਰ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਟੋਟਕੇ, ਇਹ ਨਗ, ਇਹ ਟੂਣੇ ਟਾਮਣ, ਇਹ ਵਿਸ਼ਵਾਸ, ਜਿਹੜੇ ਉਸ ਵਿਅਕਤੀ ਦੇ ਵਿਸ਼ਵਾਸ ਨੂੰ ਹੋਰ ਪੱਕਾ ਕਰ ਦਿੰਦੇ ਨੇ। ਹੋਰ ਇਹਨਾਂ ਚੀਜ਼ਾਂ ਦਾ ਕੋਈ ਲੌਜਿਕ ਨਹੀਂ ਹੈ। ਹਾਲਾਂਕਿ ਜਿਹੜੇ ਵਿਅਕਤੀ ਨਾਸਤਿਕ ਨੇ, ਕਾਮਰੇਡ ਕਹਾਉਂਦੇ ਲੋਕ ਨੇ, ਜਿਹੜੇ ਰੱਬ 'ਚ ਵਿਸ਼ਵਾਸ ਨਹੀਂ ਕਰਦੇ, ਉਹ ਵੀ ਅਜਿਹੇ ਮੌਕੇ ਉਹਨਾਂ ਮਹਾਨ ਬੰਦਿਆਂ ਦੀਆਂ ਜੀਵਨੀਆਂ ਪੜ੍ਹਦੇ ਨੇ ਜਿਨ੍ਹਾਂ ਨੇ ਜ਼ਿੰਦਗੀ 'ਚ ਮਹਾਨ ਕੰਮ ਕੀਤਾ ਹੋਵੇ। ਹੁਣ ਜਿਸ ਤਰ੍ਹਾਂ ਭਗਤ ਸਿੰਘ ਹੈ, ਭਗਤ ਸਿੰਘ ਦੇ ਬਾਰੇ ਕਿਹਾ ਜਾਂਦਾ, ਕਹਿੰਦਾ ਮੈਂ ਨਾਸਤਿਕ ਹਾਂ, ਮੈਂ ਅਜਿਹੇ ਰੱਬ ਨੂੰ ਜਿਹੜਾ ਠੱਗਾਂ ਨੂੰ ਸਪੋਰਟ ਕਰਦਾ ਮੈਂ ਨਹੀਂ ਮੰਨਦਾ। ਗੁਰੂ ਨਾਨਕ ਸਾਹਿਬ ਨੇ ਵੀ ਅਜਿਹੇ ਰੱਬ ਨੂੰ ਲਾਂਭਾ ਦਿੱਤਾ ਸੀ ਕਿ ਇੱਥੇ ਮਾਰ ਪਈ ਕਰਲਾਣੇ ਤਹਿ ਕੀ ਦਰਦ ਨਾ ਆਇਆ, ਕਿ ਲੋਕਾਂ 'ਤੇ ਇੰਨਾ ਜ਼ੁਲਮ ਹੋ ਰਿਹਾ, ਉਹ ਰੱਬਾ ਤੂੰ ਕਿੱਥੇ ਆ, ਲੋਕਾਂ ਦੀ ਬਾਂਹ ਫੜ, ਹੈ ਨਾ। ਕਈ ਵਾਰੀ ਰੱਬ ਨੂੰ ਜਿਹੜੇ ਧਾਰਮਿਕ ਲੋਕ ਨੇ ਉਹ ਵੀ ਲਾਂਭਾ ਦੇ ਦਿੰਦੇ ਨੇ। ਹੁਣ ਭਗਤ ਸਿੰਘ ਦਾ ਵੀ ਲਾਂਭਾ ਇਹ ਸੀ ਕਿ ਮੈਂ ਇਸ ਰੱਬ ਨੂੰ ਕਿਉਂ ਪੂਜਾਂ ਜਿਹੜਾ ਗਰੀਬਾਂ ਦੇ ਹੱਕ 'ਚ ਨਹੀਂ ਭੁਗਤਦਾ, ਅਮੀਰਾਂ ਦੀ ਗੱਲ ਕਰਦਾ। ਸੋ ਜਿਹੜੇ ਨਾਸਤਿਕ ਲੋਕ ਨੇ ਨਾ, ਉਹਨਾਂ ਦੇ ਵੀ ਵਿਲ ਪਾਵਰ ਸਟਰੋਂਗ ਬਣਾਉਣ ਵਾਸਤੇ ਕੁਝ ਸਬਕ ਨੇ। ਉਹ ਆਪਣੇ ਮਾਰਕਸ ਨੂੰ, ਲੈਲਨ ਨੂੰ, ਜਾਂ ਜੋ ਉਹਨਾਂ ਦੇ ਫਿਲਾਸਫਰ ਨੇ, ਉਹ ਉਹਨਾਂ ਨੂੰ ਪੜ੍ਹਦੇ ਨੇ। ਉਹਨਾਂ ਦੀਆਂ ਜੀਵਨੀਆਂ ਤੋਂ ਵੀ ਉਹਨਾਂ ਨੂੰ ਸੇਧ ਮਿਲਦੀ ਹੈ। ਫਰਕ ਇੰਨਾ ਹੀ ਹੈ ਕਿ ਜਿਹੜੇ ਕਾਮਰੇਡ ਕਿਸਮ ਦੇ ਲੋਕ ਨੇ, ਨਾਸਤਿਕ ਲੋਕ ਨੇ,
ਸਿਰੜੀ ਕਾਮਰੇਡ ਨੇ। ਮੈਂ ਦੂਜੇ ਜਾਲੀ ਦੀ ਤਾਂ ਨਹੀਂ ਗੱਲ ਕਰਾਂਗਾ, ਕੋਈ ਜਾਲੀਆਂ ਦਾ ਤਾਂ ਕੋਈ ਗੁਰਪੀਰ ਨਹੀਂ, ਜਿੱਧਰ ਮਰਜ਼ੀ ਲੈ ਜਾਓ ਉਹਨਾਂ ਨੂੰ। ਅਤੇ ਉਹ ਤਾਂ ਪੱਖ ਬਦਲਦੇ ਰਹਿੰਦੇ ਨੇ, ਜਦੋਂ ਇੱਧਰ ਆਉਣਾ ਚੱਲਿਆ ਤਾਂ ਧਾਰਮਿਕ ਹੋ ਕੇ ਡਰਾਮਾ ਕਰ ਲੈਂਦੇ ਨੇ। ਸੋ ਇਸ ਕਰਕੇ ਕਾਮਰੇਡ ਜਦੋਂ ਧਾਰਮਿਕ ਹੋ ਜਾਏ ਨਾ, ਉਦੋਂ ਬਹੁਤ ਖਤਰਨਾਕ ਹੋ ਜਾਂਦਾ, ਬੜਾ ਬਚ ਕੇ ਰਹਿਣ ਦੀ ਜ਼ਰੂਰਤ ਹੈ। ਬਹੁਤ ਸਾਰੇ ਬਣੇ ਹੋਏ ਨੇ ਪੰਜਾਬ ਦੇ ਵਿੱਚ ਸਿੱਖ ਕਾਮਰੇਡ, ਵਿਦਵਾਨ, ਪੱਤਰਕਾਰ, ਲੇਖਕ। ਸੋ ਇਸ ਕਰਕੇ ਜਿਹੜੇ ਕਾਮਰੇਡ ਜਾਂ ਨਾਸਤਿਕ ਲੋਕ ਵੀ ਨੇ, ਉਹ ਵੀ ਫਿਰ ਉਸ ਫਲਸਫੇ ਤੋਂ, ਜਿਵੇਂ ਮਾਰਕਸ ਦੇ ਫਲਸਫੇ ਤੋਂ, ਉਹ ਲੋਕ ਮਾਰਗ ਦਰਸ਼ਨ ਆਪਣਾ ਕਰਦੇ ਨੇ। ਸੋ ਕਿਸੇ ਨੂੰ ਧਰਮ, ਆਸਥਾ, ਮੁਕੱਦਸ ਗ੍ਰੰਥ ਸੇਧ ਦਿੰਦੇ ਨੇ, ਅਤੇ ਕਿਸੇ ਨੂੰ ਉਹਨਾਂ ਨਾਸਤਿਕ ਕਹੇ ਜਾਂਦੇ ਲੋਕਾਂ ਦਾ ਫਲਸਫਾ ਵੀ ਉਹਨਾਂ ਦਾ ਮਾਰਗ ਦਰਸ਼ਨ ਕਰਦਾ। ਕਹਾਣੀ ਸਿਰਫ ਇੰਨੀ ਹੈ। ਇਸੇ ਕਰਕੇ ਇਹ ਜਿਹੜੇ ਨੀਲ ਪੱਥਰ ਜਾਂ ਕੋਈ ਵੀ ਪਾਉਂਦਾ, ਕੋਈ ਪਾਠ ਕਰਦਾ, ਕੋਈ ਚਲੀਸੇ ਕੱਢਦਾ, ਕੋਈ ਕੁਛ ਕਰਦਾ, ਇਹ ਚੀਜ਼ਾਂ ਕਮਜ਼ੋਰ ਮਾਨਸਿਕਤਾ ਵਾਲੇ ਵਿਅਕਤੀ ਨੂੰ ਸਟਰੋਂਗ ਕਰਦੀਆਂ ਨੇ। ਉਹਨਾਂ ਦਾ ਵਿਸ਼ਵਾਸ ਅਟੱਲ ਹੋ ਜਾਂਦਾ ਉਹਨਾਂ ਪ੍ਰਤੀ। ਹਾਂ, ਇਹ ਜ਼ਰੂਰ ਹੈ ਕਿ ਇਹਨਾਂ ਦੀ ਬਣਾ 'ਤੇ ਉਹ ਲੁੱਟੇ ਪੁੱਟੇ ਬਹੁਤ ਜਾਂਦੇ ਨੇ, ਇਹਨਾਂ ਬਲੀਆਂ ਟੂਣਿਆਂ ਦੇ ਨਾਲ, ਇਹਨਾਂ ਸਾਰੇ ਨਗਾਂ ਸ਼ਗਾਂ ਦੇ ਪ੍ਰੋਸੈਸ ਦੇ ਨਾਲ। ਇਸੇ ਤਰ੍ਹਾਂ ਮੰਨਿਆ ਜਾਂਦਾ ਕਿ ਮਕਰ ਰਾਸ਼ੀ ਦਾ ਪ੍ਰਧਾਨ ਸ਼ਨੀ ਦੇਵਤਾ ਹੈ, ਜਿਸ ਦਾ ਰੰਗ ਨੀਲਾ ਹੈ। ਵੈਸੇ ਤਸਵੀਰ ਜੇ ਦੇਖੋ ਨਾ, ਮੈਂ ਇਹ ਗੱਲ ਸਪਸ਼ਟ ਕਰ ਦਿਆਂ ਕਿ ਮੈਂ ਗੁਰਮਤ ਫਲਸਫੇ ਦੇ ਵਿੱਚ ਤਾਂ ਆਸਥਾ ਰੱਖਦਾ, ਪਰ ਬਾਕੀ ਜਿਹੜੇ ਨੇ ਠੀਕ ਹੈ, ਮੈਂ ਸਾਰਿਆਂ ਦੀ ਰਿਸਪੈਕਟ ਕਰਦਾ, ਜਿਹੜੀਆਂ ਵੀ ਮੁਕੱਦਸ ਚੀਜ਼ਾਂ ਨੇ। ਪਰ ਜੇ ਦੇਖਿਆ ਜਾਵੇ, ਜਿਹੜੀ ਸ਼ਨੀ ਦੇਵਤੇ ਦੀ ਤਸਵੀਰ ਹੈ ਨਾ, ਹੈ ਤਾਂ ਇਹ ਚੀਜ਼ਾਂ ਚਲੋ ਕਲਪਤ ਨੇ, ਮਨੁੱਖੀ ਕਲਪਨਾ ਸਾਰੀ, ਪਰ ਉਹ ਸ਼ਨੀ ਦੇਵਤੇ ਦੀ ਤਸਵੀਰ ਬਹੁਤ ਕਮਾਲ ਦੀ ਹੁੰਦੀ ਹੈ ਨਾ। ਹਾਲਾਂਕਿ ਇਹ ਤਸਵੀਰਾਂ ਵੀ ਵਕਤ ਦਰ ਵਕਤ ਬਦਲੀਆਂ ਨੇ। ਕਦੇ ਸ਼ਿਵ ਜੀ ਜਾਂ ਸ਼੍ਰੀ ਰਾਮ ਜਟਾਜੂਟ ਹੁੰਦੇ ਸੀਗੇ, ਵਾਲਾਂ ਵਾਲੇ ਹੁੰਦੇ ਸੀਗੇ, ਪਰ ਹੁਣ ਹੌਲੀ ਹੌਲੀ ਜਿਸ ਤਰ੍ਹਾਂ ਇਹ ਟਰੈਂਡ ਚੱਲਿਆ, ਉਹ ਸੀਰੀਅਲ ਆ ਗਏ, ਫਿਲਮਾਂ ਆ ਗਈਆਂ, ਅਤੇ ਸ਼੍ਰੀ ਰਾਮ ਵੀ ਜਿਹੜੀ ਤਸਵੀਰ ਬਣੀ ਹੈ ਉਹ ਕਲੀਨ ਸ਼ੇਵ ਹੋ ਗਈ। ਹਾਲਾਂਕਿ ਤੁਸੀਂ ਰਾਜਸਥਾਨ 'ਚ ਜਿਹੜਾ ਸਾਲਾਸਰ ਮੰਦਰ ਹੈ ਹਨੂੰਮਾਨ ਦਾ, ਉਹ 'ਚ ਦੇਖੋ ਕਿ ਉੱਥੇ ਹਨੂੰਮਾਨ ਦਾ ਜਿਹੜਾ ਰੂਪ ਹੈ ਬਿਲਕੁਲ ਰਾਜਸਥਾਨੀ ਪੰਜਾਬੀ ਜੱਟ ਵਰਗਾ ਚਿਹਰਾ ਮੋਹਰਾ ਉਹਨਾਂ ਦਾ, ਹੈ ਨਾ। ਇਸੇ ਕਰਕੇ ਕੁਛ ਨੇਤਾਵਾਂ ਨੇ ਕਹਿ ਦਿੱਤਾ ਸੀ ਕਿ ਹਨੂੰਮਾਨ ਜੀ ਜੱਟ ਨੇ, ਵਿਵਾਦ ਵੀ ਹੋਇਆ ਸੀਗਾ। ਖੈਰ, ਸੋ ਇਹ ਜਿਹੜੀਆਂ ਨੇ ਤਸਵੀਰਾਂ ਦੇ ਵਿੱਚੋਂ ਤੁਸੀਂ ਜਦੋਂ ਸ਼ਨੀ ਦੇਵਤੇ ਦੀ ਤਸਵੀਰ ਵੇਖਦੇ ਹੋ, ਅਤੇ ਮੇਰੇ ਖਿਆਲ ਉਹਨਾਂ ਦਾ ਜਿਹੜਾ ਵਾਹਨ ਹੈ ਉਹਨੂੰ ਕਾਂ ਜੁੜਿਆ ਹੋਇਆ, ਕਾਲਾ ਕਾਂ, ਅਤੇ ਤਸਵੀਰ ਉਹਨਾਂ ਦੀ ਬਹੁਤ ਸੋਹਣੀ ਹੈ। ਅਤੇ ਮਕਰ ਨਾਲ ਸੰਬੰਧਿਤ ਕੁਝ ਉਤਸਵ ਵੀ ਪੰਜਾਬ 'ਚ ਮਨਾਏ ਜਾਂਦੇ ਨੇ, ਜਿਵੇਂ ਮਕਰ ਸੰਕ੍ਰਾਂਤੀ ਹੈ, ਜਿਹਨੂੰ ਅਸੀਂ ਮਾਘੀ ਕਹਿੰਦੇ ਹਾਂ। ਉਸ ਦਿਨ ਵੀ ਜਿਹੜਾ ਸੂਰਜ ਹੈ ਉਹ ਰਾਸ਼ੀਆਂ ਬਦਲਦਾ, ਨਕਸ਼ਤਰ ਜਿਹੜੀਆਂ ਇਹਨਾਂ ਚੀਜ਼ਾਂ ਨੇ, ਇਸੇ ਕਰਕੇ ਮਾਘ ਤੋਂ ਜਿਹੜੀ ਹੈ ਮਾਘੀ ਬਣਿਆ। ਸੋ ਮਾਘੀ ਤੋਂ ਲੈ ਕੇ ਮਾਘ ਪੂਰਨਮਾਸ਼ੀ ਤੱਕ ਲੋਕ ਇਸ਼ਨਾਨ ਕਰਦੇ ਨੇ, ਅਤੇ ਕਿਹਾ ਜਾਂਦਾ ਕਿ ਉਹਨਾਂ ਦੇ ਪਾਪ ਧੁੱਲ ਗਏ। ਪਾਪ ਤਾਂ ਭਾਈ ਆਪੇ ਧੁੱਲਣੇ ਆ। ਜਦੋਂ ਪੋਹ ਦੀਆਂ ਠੰਡਾਂ 'ਚ ਕਿਹੜਾ ਨਹਾਉਂਦਾ ਸੀ, ਕਿਹੜੇ ਸਾਧਨ ਸੀਗੇ, ਮਹੀਨਾ ਮਹੀਨਾ ਲੋਕ ਜਿਹੜੇ ਨਹੀਂ ਨਹਾਉਂਦੇ ਸੀ। ਇਸ ਕਰਕੇ ਤੁਸੀਂ ਵੇਖੋ ਕਿ ਬਹੁਤ ਸਾਰਿਆਂ ਦਾ ਨਾਂ ਘੋਰੀ ਬਾਬਾ ਹੈ ਨਾ, ਉਹਨਾਂ ਨੂੰ ਲੋਕ ਪੂਜਦੇ ਨੇ। ਲੁਧਿਆਣੇ ਦੇ ਵਿੱਚ ਵੀ ਇੱਕ ਜਗ੍ਹਾ ਬਣੀ ਹੈ, ਕਿਸੇ ਦੀ ਲਗਾ ਘੋਰੀ ਬਾਬਾ, ਬੋਰੀ ਵਾਲਾ ਬਾਬਾ। ਖੈਰ, ਅਤੇ ਉਹ ਮਤਲਬ ਜਿਹੜਾ ਹੈਗਾ ਉਹ ਸੁਆਹ ਨਾਲ, ਗਰਮ ਸੁਆਹ ਨਾਲ ਇਸ਼ਨਾਨ ਕਰ ਲੈਂਦੇ ਸੀਗੇ। ਅੱਗੇ ਲੋਕ ਪਾਣੀ ਨਾਲ ਇਸ਼ਨਾਨ ਨਹੀਂ ਸੀ ਕਰਦੇ, ਕਿਉਂਕਿ ਇਸ਼ਨਾਨ ਦੀਆਂ ਵੀ ਬਹੁਤ ਬਣ ਗਈਆਂ ਨੇ। ਇਹ ਨਹੀਂ ਕਿ ਤੁਸੀਂ ਮਤਲਬ ਗਰਮ ਜਾਂ ਠੰਡੇ ਪਾਣੀ ਨਾਲ ਹੀ ਨਹਾਉਂਦੇ ਹੋ। ਕੋਈ ਭਭੂਤੀ ਇਸ਼ਨਾਨ ਕਰਦਾ, ਸੁਆਹ ਨਾਲ ਇਸ਼ਨਾਨ ਕਰ ਲੈਂਦਾ ਸੀ, ਕਿਉਂਕਿ ਜੇ ਸੁਆਹ ਨਾਲ ਭਾਂਡੇ ਮਾਂਜੇ ਜਾ ਸਕਦੇ ਆ, ਅਤੇ ਸੁਆਹ ਨਾਲ ਉਹ ਕਹਿੰਦੇ ਸੀ ਅਸੀਂ ਪਵਿੱਤਰ ਹੋ ਗਏ ਹਾਂ, ਹੈ ਨਾ। ਹਾਲਾਂਕਿ ਉਹਨਾਂ ਦਾ ਨਜ਼ਰੀਆ ਸੀ, ਅੱਗੇ ਜਦੋਂ ਪੰਜਾਬ ਦੇ ਵਿੱਚ ਪਾਣੀ ਦੀ ਘਾਟ ਹੁੰਦੀ ਸੀ, ਪਿੱਤਲ ਦੇ ਭਾਂਡੇ ਹੁੰਦੇ ਸੀ, ਲੋਕ ਇਕੱਲੀ ਸੁਆਹ ਨਾਲ ਹੀ ਮਾਂਜ ਦਿੰਦੇ ਸੀਗੇ। ਸਬਜ਼ੀ ਉਹਨੂੰ ਲੱਗੀ ਆ, ਠੰਡਾ ਲੱਗਿਆ, ਸੁਆਹ ਨਾਲ ਉਹਨੂੰ ਮਾਂਜਣਾ, ਅਤੇ ਫਿਰ ਕੱਪੜੇ ਨਾਲ ਸਾਫ਼ ਕਰ ਦੇਣਾ, ਕਿਉਂਕਿ ਸੁਆਹ ਦੇ ਵਿੱਚ ਕੋਈ ਵਾਇਰਸ ਨਹੀਂ ਹੁੰਦਾ, ਕੀਟਾਣੂ ਨਹੀਂ ਹੁੰਦਾ। ਚੁੱਲ੍ਹੇ ਦੀ ਜਿਹੜੀ ਰਾਖ ਹੈ, ਜਦੋਂ ਉਸ ਰਾਖ ਨਾਲ ਰਗੜ ਕੇ ਪਿੱਤਲ ਦਾ ਭਾਂਡਾ ਤੁਸੀਂ ਮਾਂਜ ਦਿੱਤਾ, ਅਤੇ ਫਿਰ ਪਾਣੀ ਨਾਲ ਧੋਣ ਦੀ ਲੋੜ ਹੀ ਨਹੀਂ ਸੀ ਹੁੰਦੀ, ਅਤੇ ਉਹ ਸੁਆਹ ਨੂੰ ਬਾਅਦ ਦੇ ਵਿੱਚ ਕੱਪੜੇ ਨਾਲ ਸਾਫ਼ ਕਰ ਦਿੱਤਾ ਜਾਂਦਾ ਸੀ। ਜਿਹੜਾ ਮਤਲਬ ਬਿਨਾਂ ਪਾਣੀ ਤੋਂ ਵੀ ਪੰਜਾਬ 'ਚ ਭਾਂਡੇ ਧੋਤੇ ਜਾਂਦੇ ਰਹੇ ਨੇ, ਜਿਹੜੇ ਇਲਾਕਿਆਂ 'ਚ ਪਾਣੀ ਦੀ ਘਾਟ ਸੀਗੀ। ਬਾਕੀ ਮੈਂ ਉੱਥੇ ਵੇਖਿਆ ਕਈ ਸੁਆਹ ਦਾ ਪ੍ਰਸ਼ਾਦ ਵੀ ਦਿੱਤਾ ਜਾਂਦਾ, ਜਿਹੜਾ ਉੱਥੇ ਧੂਣਾ ਨਾ, ਜਗ੍ਹਾ ਰਾਮ ਤੀਰਥ ਹੈ ਨਾ, ਜਿਹੜੀ ਲਵ ਅਤੇ ਕੁਸ਼ ਅਤੇ ਸੀਤਾ ਜੀ ਨਾਲ ਸੰਬੰਧਿਤ ਜਗ੍ਹਾ ਹੈ, ਜਗ੍ਹਾ ਰਾਮ ਤੀਰਥ, ਭਗਵਾਨ ਵਾਲਮੀਕ ਦਾ ਤੀਰਥ ਸਥਾਨ, ਬਹੁਤ ਵਧੀਆ ਬਣਿਆ ਹੋਇਆ ਅੰਮ੍ਰਿਤਸਰ ਦੇ ਵਿੱਚ। ਉੱਥੇ ਮੈਨੂੰ ਇੱਕ ਦੋ ਵਾਰ ਜਾਣ ਦਾ ਮੌਕਾ ਮਿਲਿਆ, ਦੇਖਣ ਦਾ, ਉਹਦੀ ਕੋਈ ਡਾਕੂਮੈਂਟਰੀ ਬਣਾਉਣੀ ਸੀ। ਤਾਂ ਉੱਥੇ ਜਿਹੜੇ, ਹਾਲਾਂਕਿ ਉਹਨਾਂ ਮਹੰਤਾਂ ਦੇ ਵਿੱਚ ਆਪਸ 'ਚ ਵਿਵਾਦ ਹੈ, ਉੱਥੇ ਜਿਹੜਾ ਇੱਕ ਸੀਤਾ ਕੁਟੀਆ ਵੀ ਬਣੀ ਹੋਈ ਆ। ਉਹ ਲੋਕ ਕਹਿੰਦੇ ਨੇ ਬਹੁਤ ਮੋਟੀਆਂ ਕੰਧਾਂ ਨੇ, ਵੈਸੇ ਹੋਣੀਆਂ 1.5-2 ਫੁੱਟ, 3 ਫੁੱਟ ਮੋਟੀ ਕੰਧ ਹੈ, ਛੋਟੀ ਜਿਹੀ ਕੁਟੀਆ। ਉਹ ਪੁਜਾਰੀ ਉੱਥੇ ਦੱਸਦਾ ਸੀ ਕਿ ਸੀਤਾ ਜੀ ਇੱਥੇ ਰਹੇ। ਹਾਲਾਂਕਿ ਇਹ ਚੀਜ਼ਾਂ ਤੁਸੀਂ ਦੱਸ ਸਕਦੇ ਹੋ ਕਿ ਇਹਦੇ 'ਚ ਕੀ ਸੱਚ ਹੈ, ਪਰ ਇਹ ਸਾਡੇ ਸੱਭਿਆਚਾਰ ਦਾ, ਸਾਡੇ ਗ੍ਰੰਥਾਂ ਦਾ, ਵਾਲਮੀਕ ਰਾਮਾਇਣ ਦਾ ਹਿੱਸਾ ਨੇ। ਹਾਂ, ਇਹ ਠੀਕ ਹੈ ਕਿ ਕੁਟੀਆ ਬਾਅਦ 'ਚ ਬਣੀ ਹੋ ਸਕਦੀ ਹੈ, ਕਿਉਂਕਿ ਕੁਟੀਆ 150-200 ਸਾਲ ਪੁਰਾਣੀ ਹੈ।
ਹਾਲਾਂਕਿ ਇਹ ਚੀਜ਼ਾਂ ਤਾਂ ਬਹੁਤ ਪਹਿਲਾਂ ਹੋਈਆਂ ਮੰਨੀਆਂ ਜਾਂਦੀਆਂ ਨੇ, ਜਿਨ੍ਹਾਂ ਦੀ ਕੋਈ ਐਗਜ਼ੈਕਟ ਤਾਰੀਖ ਵੀ ਨਹੀਂ ਹੈ, ਪਰ ਫਿਰ ਵੀ ਉਸ ਜਗ੍ਹਾ ਨੂੰ ਲੈ ਕੇ ਵਿਵਾਦ ਹੋਇਆ। ਉਹ ਜਿਹੜੀ ਐਜ਼ ਇਟ ਇਜ਼ ਪੁਰਾਣੇ 2 ਧੂਣੇ ਨੇ ਉੱਥੇ, ਅੱਡ ਅੱਡ 2 ਮਹੰਤਾਂ ਦਾ ਆਪਸ ਦੇ ਵਿੱਚ ਜੋ ਉਹਦੀ ਰੱਖ ਰਖਾਓ ਕਰਦੇ ਨੇ। ਹਾਲਾਂਕਿ ਜਿਹੜਾ ਪੰਜਾਬ ਸਰਕਾਰ ਨੇ ਇੱਧਰ ਬਣਾਇਆ ਬਾਦਲ ਵਜ਼ਾਰਤ ਵਕਤ ਕਰੋੜਾਂ ਰੁਪਏ ਲਾ ਕੇ, ਬਹੁਤ ਸੋਹਣਾ ਪ੍ਰੋਜੈਕਟ ਜਿਹੜਾ ਬਣਿਆ ਹੋਇਆ ਉੱਥੇ। ਅਤੇ ਉੱਥੇ ਜਿਹੜਾ ਹੈਗਾ ਨਾ, ਉੱਥੇ ਧੂਣਾ ਧੁਖਦਾ ਹੈ। ਉੱਥੇ ਜਦੋਂ ਅਸੀਂ ਗਏ ਤਾਂ ਉੱਥੇ ਜਿਹੜਾ ਪੁਜਾਰੀ ਸੀ ਉਹਨੇ ਸਾਨੂੰ ਪ੍ਰਸ਼ਾਦ ਦਿੱਤਾ ਉਸ ਧੂਣੇ 'ਚੋਂ ਕੱਢ ਕੇ, ਜਿਵੇਂ ਹਰ ਜਗ੍ਹਾ ਕਿਤੇ ਕਿਸੇ ਚੀਜ਼ ਦਾ ਪ੍ਰਸ਼ਾਦ ਦਿੰਦੇ, ਉਹਨੇ ਮਤਲਬ ਸਾਨੂੰ ਰਾਖ ਦਾ ਪ੍ਰਸ਼ਾਦ ਦਿੱਤਾ। ਜਦੋਂ ਰਾਖ ਉਹਨੇ ਉੱਥੋਂ ਚੱਕੀ ਅਤੇ ਸਾਨੂੰ ਕਹਿੰਦਾ ਹੱਥ ਕਰੋ, ਸਾਡੀ ਹੱਥ 'ਤੇ ਰੱਖਤੀ। ਸਰ ਮੈਨੂੰ ਉਹਦੇ ਬਾਰੇ ਪਤਾ ਨਹੀਂ ਸੀ ਕੀ ਚੀਜ਼ ਹੈ, ਮੈਂ ਪਹਿਲੀ ਵਾਰੀ ਗਿਆ ਸੀ। ਕਹਿੰਦਾ ਜੀ ਜੇ ਤੁਸੀਂ ਇਹਨੂੰ ਇਹ ਛਕੋ, ਤੁਸੀਂ ਇਹਨੂੰ, ਕਹਿੰਦਾ ਜੇ ਤੁਸੀਂ ਇਹਨੂੰ ਛਕਣਾ ਨਾ ਨਹੀਂ ਨਾ, ਵੀ ਜੇ ਤੁਸੀਂ ਖਾਣਾ ਨਹੀਂ, ਕਿਉਂਕਿ ਕਈ ਲੋਕ ਸਵਾਹ ਦਾ ਪ੍ਰਸ਼ਾਦ ਨਹੀਂ ਖਾਂਦੇ, ਉਹਨਾਂ ਨੂੰ ਸ਼ਾਇਦ ਨਹੀਂ ਉਹ ਲੱਗਦਾ, ਪਰ ਮੈਂ ਵੇਖਿਆ ਬਹੁਤ ਸਾਰੇ ਲੋਕ ਸਵਾਹ ਦਾ ਪ੍ਰਸ਼ਾਦ ਉਹ ਖਾ ਰਹੇ ਸੀਗੇ, ਧੂਣੇ ਦਾ, ਉਹ ਰਾਖ ਦਾ ਪ੍ਰਸ਼ਾਦ ਮਤਲਬ ਖਾ ਰਹੇ ਸੀ। ਉਹ ਕਹਿੰਦਾ ਜੀ ਜੇ ਤੁਸੀਂ ਮਤਲਬ ਖਾਣਾ ਨਹੀਂ ਹੈ ਨਾ, ਤਾਂ ਇਹਨੂੰ ਸੁੱਟਿਓ ਨਾ, ਇਹਨੂੰ ਆਪਣੇ ਘਰ ਗੱਡੀ 'ਚ ਜਾਂ ਕਿਤੇ ਵੀ ਉੱਥੇ ਰੱਖ ਦਿਓ, ਜਾਂ ਇਹਨੂੰ ਕਹਿੰਦਾ ਚਲਦੇ ਪਾਣੀ 'ਚ ਪ੍ਰਵਾਹ ਕਰ ਦਿਓ, ਕਹਿੰਦਾ ਪਰ ਸੜਕ 'ਤੇ ਨਾ ਸੁੱਟਿਓ। ਇਹ ਉਹਨੇ ਤਾਕੀਦ ਕੀਤੀ ਉਹਨੂੰ। ਖੈਰ ਅਸੀਂ ਖਾਧਾ ਤਾਂ ਨਹੀਂ, ਉੱਥੇ ਹੀ ਉਹ ਸਰੋਵਰ ਦੇ ਪਾਣੀ 'ਚ ਉਹਨੂੰ ਪਾਤਾ ਸੀਗਾ। ਖੈਰ ਕਿਉਂਕਿ ਆਸਥਾ ਕਿਸੇ ਨਾਲ ਜੁੜੀ ਹੈ, ਕਿਉਂਕਿ ਜਿਸ ਤੁਸੀਂ ਧਾਰਮਿਕ ਸਥਾਨ 'ਚ ਕਿਤੇ ਵੀ ਜਾਂਦੇ ਹੋ ਅਤੇ ਫਿਰ ਉੱਥੇ ਉਸ ਧਰਮ ਦੇ ਅਕੀਦਿਆਂ ਦਾ ਤੁਸੀਂ ਤਿਰਸਕਾਰ ਨਹੀਂ ਕਰ ਸਕਦੇ, ਕਿਉਂਕਿ ਉਹ ਉਹਨਾਂ ਦੀ ਆਸਥਾ। ਜਾਂ ਤਾਂ ਤੁਸੀਂ ਜਾਓ ਨਾ, ਜੇ ਗਏ ਹੋ ਤਾਂ ਫਿਰ ਉੱਥੇ ਭਾਵੇਂ ਕੋਈ ਗੁਰਦੁਆਰੇ ਆਉਂਦਾ, ਮੰਦਰ ਆਉਂਦਾ, ਮਸਜਿਦ ਜਾਂਦਾ, ਅਤੇ ਫਿਰ ਉੱਥੇ ਉਹਦੀਆਂ ਜਿਹੜੀਆਂ ਰਸਮਾਂ ਨੇ ਨਾ, ਉਹਨਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਖੈਰ ਸੋ ਇਸ ਕਰਕੇ ਮਤਲਬ ਜੇ ਸਵਾਹ ਭਾਂਡੇ ਨੂੰ ਲੱਗੀ ਹੁੰਦੀ ਸੀ, ਕੋਈ ਕਣਕਾਂ ਅੰਦਰ ਜਾਂਦਾ, ਤਾਂ ਮੈਨੂੰ ਲੱਗਦਾ ਕੋਈ ਨੁਕਸਾਨਦਾਇਕ ਵੀ ਨਹੀਂ ਸੀਗਾ। ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਆਯੁਰਵੈਦ ਜਾਂ ਮੈਡੀਸਨ ਬਣਦੀਆਂ ਨੇ, ਇਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਭਸਮ ਵੀ ਹੁੰਦੀ ਹੈ, ਜਿਵੇਂ ਸੋਨਾ ਚਾਂਦੀ ਦੀ ਭਸਮ ਹੈ, ਬਹੁਤ ਮਹਿੰਗੇ ਭਾਅ 'ਤੇ ਹੁੰਦੀ ਹੈ ਨਾ। ਹਾਲਾਂਕਿ ਸੋਨਾ ਚਾਂਦੀ ਸੜਦਾ ਜਾਂ ਕੀ ਹੁੰਦਾ ਉਹ ਬਾਅਦ ਦੀਆਂ ਗੱਲਾਂ ਨੇ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਾੜ ਕੇ ਜਦੋਂ ਉਹਦੀ ਰਾਖ ਬਣਾ ਦਿੱਤੀ ਜਾਂਦੀ ਹੈ ਨਾ, ਅਤੇ ਉਹ ਫਾਇਦੇਮੰਦ ਹੈ। ਹੁਣ ਤੁਸੀਂ ਵੇਖੋ ਭਖੜਾ, ਜਿਵੇਂ ਕਹਿੰਦੇ ਨਾ, ਜੁੱਤੀ ਲੈ ਦੇਵੇ ਸਿਤਾਰਿਆਂ ਵਾਲੀ, ਭਖੜੇ ਨੇ ਪੈਰ ਖਾ ਲਏ, ਪੁਰਾਣਾ ਗੀਤ ਹੈ ਕਿਸੇ ਸਿੰਗਰ ਦਾ। ਹੁਣ ਭਖੜਾ ਜਿਹੜਾ ਨਾ ਆਪਣੇ ਆਪ ਦੇ ਵਿੱਚ ਉਹ ਬਹੁਤ ਵਧੀਆ ਔਸ਼ਧੀ ਹੈ। ਇੱਕ ਪਹਾੜੀ ਭਖੜਾ ਆਉਂਦਾ ਆਪਣੇ ਭਖੜੇ ਨਾਲੋਂ ਥੋੜ੍ਹਾ ਜਿਹਾ ਵੱਡਾ, ਉਹ ਭਖੜੇ ਨੂੰ ਬਹੁਤ ਸਾਰੇ ਲੋਕ ਨਾ ਤਵੇ 'ਤੇ ਰਾੜ ਲੈਂਦੇ ਨੇ, ਅਤੇ ਰਾੜ ਕੇ ਉਸ ਨੂੰ ਖਾਂਸੀ ਜਾਂ ਇਸ ਤਰ੍ਹਾਂ ਦੀ ਜਿਹੜੀ ਖਾਸ ਇਨਫੈਕਸ਼ਨ ਆ, ਉਹ ਰਾਖ ਨੂੰ ਤਵੇ 'ਤੇ ਰਾੜੀ ਹੋਈ ਨੂੰ ਖਾ ਲੈਂਦੇ ਨੇ। ਹੁਣ ਜਦੋਂ ਅਸੀਂ ਲਸਣ ਭੁੰਨਦੇ ਹਾਂ, ਖਾਸ ਕਰਕੇ ਅਸੀਂ ਤਾਂ ਬਚਪਨ 'ਚ ਵੇਖਿਆ ਕਿ ਉਹ ਲਸਣ ਨੂੰ ਐਜ਼ ਇਟ ਇਜ਼ ਗੰਢੀ ਨੂੰ ਧੂਣੀ 'ਤੇ ਬਾਲ ਕੇ, ਬਲਦੀ ਧੂਣੀ 'ਤੇ ਬਾਲ ਕੇ ਨਾ ਘੁਮਾ ਲੈਂਦੇ ਸੀ, ਅਤੇ ਉਹ ਰੋਸਟ ਹੋ ਜਾਂਦਾ ਸੀਗਾ, ਅਤੇ ਉਸ ਨੂੰ ਛਿੱਲ ਕੇ ਖਾਂਦੇ ਸੀ, ਬਹੁਤ ਟੇਸਟੀ ਹੁੰਦਾ ਸੀ ਉਹ ਵੀ ਲਸਣ। ਭਾਵੇਂ ਤੁਸੀਂ ਤਵੇ 'ਤੇ ਘਿਓ 'ਚ ਭੁੰਨੋ ਜਾਂ ਅੱਗ 'ਚ ਭੁੰਨੋ, ਜਾਂ ਸ਼ੱਕਰਕੰਦੀ ਹੈ ਜਿਹੜੀ ਭੁੰਨ ਕੇ ਖਾਂਦੇ ਆ ਲੋਕ, ਜਾਂ ਛੱਲੀਆਂ ਭੁੰਨ ਕੇ ਖਾਂਦੇ ਆ, ਖਾਸ ਕਰਕੇ ਹੋਲਾਂ ਭੁੰਨ ਕੇ ਖਾਂਦੇ ਆ, ਉਦੋਂ ਵੀ ਕਿੰਨੀ ਸਾਰੀ ਰਾਖ ਉਸ ਚੀਜ਼ ਦੀ ਬਣ ਜਾਂਦੀ ਹੈ। ਜੇ ਹੋਲਾਂ ਖਾਧੀਆਂ ਨੇ, ਪਤਾ ਮੂੰਹ ਕਿੱਦਾਂ ਕਾਲਾ ਹੁੰਦਾ, ਅਤੇ ਉਹ ਰਾਖ ਅੰਦਰ ਜਾਂਦੀ, ਉਹ ਚੀਜ਼ਾਂ ਨੁਕਸਾਨਦਾਇਕ ਵੀ ਨਹੀਂ ਹੁੰਦੀਆਂ। ਖੈਰ ਕਈਆਂ ਦਾ ਜਿਨ੍ਹਾਂ ਦਾ ਮਿਹਦਾ ਸਟਰੋਂਗ ਹੈ, ਉਸ ਚੀਜ਼ ਦੇ ਗੁਣ ਵੀ ਹੁੰਦੇ ਨੇ। ਸੋ ਇਹ ਜਿਹੜਾ ਸੀ ਗੱਲਬਾਤ ਚੱਲੀ ਸੀ ਮਕਰ 'ਤੇ, ਅਤੇ ਇਸ ਦੇ ਨਾਲ ਜਿਹੜਾ ਹੋਰ ਬੜੀਆਂ ਇੰਟਰਸਟਿੰਗ ਚੀਜ਼ਾਂ ਆਉਣ ਵਾਲੇ ਸਮਾਂ ਦੇ ਵਿੱਚ ਆਪਾਂ ਵਿਰਸੇ ਵਿਰਾਸਤ ਦੇ ਨਾਲ ਸਾਂਝੀਆਂ ਕਰਾਂਗੇ। ਅਤੇ ਇਹ ਚੀਜ਼ਾਂ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ, ਇਹਦੇ ਬਾਰੇ ਜ਼ਰੂਰ ਫੀਡਬੈਕ ਦਿਓ। ਮੈਨੂੰ ਉਮੀਦ ਹੈ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਪਸੰਦ ਵੀ ਕਰਦੇ ਹੋ, ਇਹ ਮੇਰਾ ਆਪਣਾ ਤਜਰਬਾ। ਪਰ ਇਹਦੇ ਨਾਲ ਜੇ ਤੁਸੀਂ ਫੀਡਬੈਕ ਦਿੰਦੇ ਹੋ ਤਾਂ ਵਧੀਆ ਲੱਗਦਾ, ਕਿਉਂਕਿ ਸਰੋਤਿਆਂ ਦੀ ਜਿਹੜੀ ਅੱਜ ਵੀ ਬਾਈ ਜੀ ਜਤਿੰਦਰ ਵਿਰਕ ਨੇ ਕਰਨਾਲ ਤੋਂ, ਭਾਵੇਂ ਉਹ ਮਾਡਰਨ ਪੇਸ਼ਿਆਂ ਦੇ ਨਾਲ ਜੁੜੇ ਨੇ, ਹਾਈਟੈਕ ਇੰਜੀਨੀਅਰ ਨੇ, ਕੰਪਿਊਟਰ ਇੰਡਸਟਰੀ ਦੇ ਨਾਲ ਜੁੜੇ ਹੋਏ, ਸੰਧ ਤੋਂ ਨੇ, ਅਤੇ ਉਹਨਾਂ ਨੇ ਵੀ ਆਖਿਆ ਸੀ ਕਿ ਵਿਰਾਸਤ ਵਿਰਸੇ ਦੀ ਗੱਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਇੱਕ ਸੈਗਮੈਂਟ ਜਿਹੜਾ ਆਪਾਂ ਇਸ ਤਰ੍ਹਾਂ ਦਾ ਬਣਾਉਣਾ ਕਿ ਸਿਆਸਤ ਦੇ ਨਾਲ ਨਾਲ ਵਿਰਾਸਤ ਵੀ ਹੋਵੇ। ਅਤੇ ਇਸੇ ਤਰ੍ਹਾਂ ਜਿਹੜਾ ਸੀਗਾ ਕਿ ਵਿਰਾਸਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਨਾ ਮਨਫੀ ਹੋ ਗਈਆਂ ਨੇ ਇਹਦੇ ਵਿੱਚ, ਕਿ ਸਾਡੇ ਬਜ਼ੁਰਗ ਕੀ ਕਰਦੇ ਰਹੇ ਨੇ, ਕੀ ਉਹਨਾਂ ਦਾ ਜਿਹੜਾ ਰੋਜ਼ਮर्रा ਦੀ ਜ਼ਿੰਦਗੀ ਸੀ, ਕੀ ਉਹਨਾਂ ਦੀ ਤਰਜ਼ੇ ਜ਼ਿੰਦਗੀ ਸੀ। ਅਤੇ ਉਸ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਨੇ ਪੁਰਾਣੇ ਗਹਿਣੇ ਨੇ। ਹੁਣ ਦੇਖੋ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਚੀਜ਼ਾਂ ਦੇ ਹਵਾਲੇ ਨੇ, ਪਰ ਅਸੀਂ ਉਹ ਪਾਠ ਸਰਵਣ ਵੀ ਕਰਦੇ ਹਾਂ, ਸੁਣਦੇ ਵੀ ਹਾਂ, ਪਰ ਉਹਦਾ ਸਾਨੂੰ ਮਾਨੇ ਨਹੀਂ ਪਤਾ। ਜਿੰਨੀ ਦੇਰ ਸਾਨੂੰ ਉਹਨਾਂ ਦੇ ਮਾਨੇ ਨਹੀਂ ਪਤਾ ਨਾ, ਅਸੀਂ ਉਹਨੂੰ ਅੱਛੀ ਤਰ੍ਹਾਂ ਸਮਝ ਨਹੀਂ ਪਾਉਂਦੇ, ਆਪਣੀ ਜ਼ਿੰਦਗੀ 'ਤੇ
ਲਾਗੂ ਨਹੀਂ ਕਰ ਪਾਉਂਦੇ ਕਿ ਇਹਦਾ ਮਤਲਬ ਕੀ ਹੈ, ਕਿ ਇਹ ਕੀ ਚੀਜ਼ ਹੋਈ। ਸੋ ਇਸ ਕਰਕੇ ਸਾਨੂੰ ਹਰ ਚੀਜ਼ ਦੇ ਸ਼ਬਦ ਦੇ ਮਾਨੇ ਜਦੋਂ ਵੀ ਸਮਾਂ ਮਿਲੇ ਉਹ ਸਾਨੂੰ ਸਮਝ ਲੈਣਾ ਚਾਹੀਦਾ। ਇਸ ਤਰ੍ਹਾਂ ਕੁਝ ਚੀਜ਼ਾਂ ਨੇ ਜਿਹੜੀਆਂ, ਜਿਵੇਂ ਬਹੁਤ ਸਾਰੇ ਕਬੱਡੀ ਦੇ ਖਿਡਾਰੀ ਨੇ, ਉਹਨਾਂ ਦੇ ਡੌਲਿਆਂ 'ਤੇ ਤੁਸੀਂ ਵੇਖਿਓ ਤਵੀਤ ਬੰਨੇ ਹੁੰਦੇ ਨੇ, ਜਾਂ ਹੁਣ ਤਾਂ ਪੰਜਾਬ ਦੇ ਵਿੱਚ ਕੀ ਇੰਡੀਆ ਦੇ ਵਿੱਚ ਲੱਤ ਨੂੰ ਕਾਲਾ ਧਾਗਾ ਬੰਨ੍ਹਣ ਦਾ ਬਹੁਤ ਰਿਵਾਜ ਹੈ। ਠੀਕ ਹੈ, ਕੁੜੀਆਂ ਦੀ ਜਿਹੜਾ ਗਿੱਟਾ ਸੋਹਣਾ ਹੁੰਦਾ, ਉਹ ਫੈਸ਼ਨ ਵੀ ਹੁੰਦਾ, ਉਹਨਾਂ ਦੇ ਗਿੱਟੇ ਨੂੰ ਕਾਲਾ ਧਾਗਾ ਬੰਨਿਆ ਜਿਹੜਾ ਗੋਰੇ ਰੰਗ 'ਤੇ ਸੋਹਣਾ ਵੀ ਲੱਗਦਾ। ਪਰ ਕਈ ਮੇਰੇ ਵਰਗੇ ਮਿੱਤਰ ਗਿੱਟੇ ਆ ਜਿਹੜੇ ਮੈਲ ਨਾਲ ਭਰੇ ਹੁੰਦੇ ਨੇ, ਉਹ ਵੀ ਫੈਸ਼ਨ 'ਚ ਕਾਲਾ ਧਾਗਾ ਪਾ ਲੈਂਦੇ ਨੇ, ਕਹਿਣਗੇ ਪੀਰ ਨੇ ਦਿੱਤਾ। ਸੋ ਇਸ ਤਰ੍ਹਾਂ ਕਈ ਚੀਜ਼ ਨੇ ਜਿਹੜੇ, ਕਿਉਂਕਿ ਕਾਲਾ ਰੰਗ ਸਰੀਰ 'ਤੇ ਲਾਉਣਾ, ਅੱਗੇ ਟਿੱਕਾ ਲਾਉਂਦੇ ਹੁੰਦੇ ਸੀ, ਇਹ ਅਸੀਂ ਵੀ ਨਜ਼ਰ ਨਾ ਲੱਗੇ ਕਾਲਾ ਟਿੱਕਾ ਲਾਉਣਾ, ਹੈ ਨਾ, ਪਰ ਉਹਦੀ ਜਗ੍ਹਾ ਹੁਣ ਕਾਲਾ ਧਾਗਾ ਪੱਕਾ ਹੀ ਬੰਨ ਲੈਂਦੇ ਨੇ। ਇਹ ਵੀ ਵੈਸੇ ਟੋਟਕਾ ਹੈ। ਜਿਸ ਤਰ੍ਹਾਂ ਟੈਬੋ ਹੁੰਦੇ ਨੇ, ਕਈ ਚੀਜ਼ਾਂ ਦੇ ਟੋਟਮ ਹੁੰਦੇ ਨੇ, ਟੋਟਕੇ ਹੁੰਦੇ ਨੇ, ਉਸ ਚੀਜ਼ ਦਾ ਹਿੱਸੇ ਦੇ ਵਿੱਚ ਇਹ ਕਾਲਾ ਧਾਗਾ ਪਿਛਲੇ 10 ਕੁ ਸਾਲਾਂ ਤੋਂ ਇਹ ਪ੍ਰਮੋਟ ਹੋਇਆ। ਹਾਲਾਂਕਿ ਬਹੁਤ ਸਾਰੇ ਜਿਹੜੇ ਗਹਿਣੇ ਨੇ ਉਹਨਾਂ ਦੇ ਵਿੱਚ ਕਾਲਾ ਧਾਗਾ ਪਾਇਆ ਹੁੰਦਾ ਸੀਗਾ ਗਲ ਦੇ ਵਿੱਚ, ਪਰ ਉਹ ਹੁਣ ਲੱਤ 'ਤੇ ਜਿਹੜੇ ਕਾਲੇ ਧਾਗੇ ਬੰਨ੍ਹਣ ਦਾ ਲੌਜਿਕ ਸਾਹਮਣੇ ਆਇਆ ਨਾ, ਉਹ ਇਹੀ ਸੀ ਕਿ ਕਾਲਾ ਟਿੱਕਾ ਲੋਕ ਲਾਉਂਦੇ ਨੇ, ਕੱਪੜੇ ਸ਼ਰਟਾਂ ਖਰਾਬ ਹੁੰਦੀਆਂ ਅਤੇ ਕਾਲਸ ਮਿਲਦੀ ਵੀ ਕਿਤੋਂ ਨਹੀਂ। ਹੁਣ ਕਿਹਦਾ ਸੁਰਮਾ ਜਾਂ ਮਸਕਾਰਾ ਲੈਂਦੇ ਫਿਰੋ ਤੁਸੀਂ, ਹੈ ਨਾ। ਅਤੇ ਇਸ ਦੌਰਾਨ ਫਿਰ ਉਹ ਕਾਲਾ ਧਾਗਾ ਵੀ ਨਜ਼ਰ ਤੋਂ ਬਚਣ ਵਾਸਤੇ ਕਾਲਾ ਟਿੱਕਾ ਦੀ ਜਗ੍ਹਾ ਲਾਉਣ ਦਾ ਲੌਜਿਕ ਵਧਿਆ। ਜਾਂ ਕੁਝ ਕੁ ਜਿਹੜੇ ਲੋਕ ਪੀਰਾਂ ਫਕੀਰਾਂ ਦੇ ਜ਼ਿਆਦਾ ਜਾਂਦੇ ਨੇ, ਕਿਉਂਕਿ ਇਹ ਵੀ ਚੱਲਣ ਕਾਫੀ ਵਧਿਆ ਮਸਤਾਂ ਦਾ ਪੰਜਾਬ 'ਚ। ਉਸ ਦੌਰਾਨ ਲੋਕਾਂ ਨੇ, ਖਾਸ ਕਰਕੇ ਕੁੜੀਆਂ ਮੁੰਡਿਆਂ ਨੇ, ਲੱਤਾਂ 'ਤੇ ਗਿੱਟੇ 'ਤੇ ਕਾਲਾ ਧਾਗਾ ਬੰਨ੍ਹਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਜਿਹੜੇ ਕਬੱਡੀ ਦੇ ਖਿਡਾਰੀ ਨੇ, ਉਹਨਾਂ ਨੇ ਬਹੁਤ ਸਾਰੇ ਤਵੀਤ ਪਾਏ ਹੁੰਦੇ ਨੇ ਕਿ ਦਮੜੀ ਦਾ ਸੱਕ ਮਲ ਕੇ ਮੁੰਡਾ ਮੋਹ ਲਿਆ ਤਵੀਤਾਂ ਵਾਲਾ। ਦਮੜੀ ਹੁੰਦਾ ਦੰਦਾਸਾ, ਇਹ ਇੱਕ ਖਾਸ ਕਿਸਮ ਦਾ ਸੱਕ ਹੁੰਦਾ, ਦਰਖਤ ਹੁੰਦਾ, ਉਹਦਾ ਛਿਲਕਾ ਹੁੰਦਾ ਨਾ ਜਿਹੜਾ, ਉਹ ਬੁੱਲ ਸੁਰਖ ਕਰਨ ਦੇ ਕੰਮ ਆਉਂਦਾ। ਗਿਆ ਲਿਪਸਟਿਕਾਂ ਵਗੈਰਾ ਨਹੀਂ ਸੀ ਹੁੰਦੀਆਂ, ਸੋ ਇਸ ਕਰਕੇ ਬੇਬਿਆਂ ਦਾਦੀਆਂ ਸਾਡੀਆਂ ਪੰਜਾਬੀਆਂ ਦੀਆਂ ਇਹ ਸੱਕ ਹੀ ਹੁੰਦੇ ਸੀ। ਅੱਜ ਕੱਲ੍ਹ ਜਿਹੜੀ ਉਹ ਸ਼ਗਨ ਪਟਾਰੀ ਜੀ ਨਹੀਂ ਹੁੰਦੀ, ਵਿਆਹ ਵੇਲੇ ਪਟਾਰੀ ਹੁੰਦੀ ਹੈ, ਬਾਕਸ ਜਦ ਦਿੱਤਾ ਜਾਂਦਾ ਵਿਆਹੁਤਾ ਔਰਤ ਨੂੰ, ਉਹਦੇ ਵਿੱਚ ਇਹ ਉਚੇਚਾ ਸੱਕ ਵੀ ਹੁੰਦਾ। ਸੋ ਉਹ ਦਮੜੀ ਦਾ ਸੱਕ ਮਲ ਕੇ, ਜਾਣੀ ਕਿ ਦਮੜੀ ਪੈਸੇ ਦੀ ਕੀਮਤ, ਕਰੰਸੀ ਹੁੰਦੀ ਸੀ ਦਮੜੀ, ਦਮੜੀ ਦਾ ਸੱਕ ਮਲ ਕੇ ਮੁੰਡਾ ਮੋਹ ਲਿਆ ਤਬੀਤਾਂ ਵਾਲਾ। ਦਮੜੀ ਤੋਂ ਮੈਨੂੰ ਚੇਤੇ ਆਇਆ, ਇੱਕ ਮੈਂ ਬੇਨਤੀ ਕਰਾਂਗਾ, ਕਿਉਂਕਿ ਕੋਈ ਵੀ ਅਦਾਰੇ ਨੇ ਜਿਹੜੇ ਉਹ ਫਾਈਨਾਂਸ ਨਾਲ ਹੀ ਚੱਲਦੇ ਹੁੰਦੇ ਨੇ, ਅਤੇ ਫਿਰ ਤੁਸੀਂ ਕਹੋਗੇ ਕਹਾਣੀ ਪਾ ਗਿਆ। ਸੋ ਮੈਂ ਇਹ ਵੀ ਕਹਾਂਗਾ ਕਿ ਜਿਹੜੀਆਂ ਸਾਡੀਆਂ ਐਪਸ ਨੇ ਉਹ ਡਾਊਨਲੋਡ ਕਰੋ। ਜਿਹੜਾ ਸਾਡਾ YouTube ਪੇਜ ਹੈ ਟਿਵਾਣਾ ਰੇਡੀਓ ਦਾ, ਜਿਸ 'ਤੇ ਸਾਰੇ ਪ੍ਰੋਗਰਾਮ ਅਪਲੋਡ ਹੁੰਦੇ ਨੇ, ਉਹ ਵੀ ਤੁਸੀਂ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅੱਗੇ। ਉੱਥੋਂ ਸਾਨੂੰ 4 ਦਮੜੀ ਆਉਣਗੀਆਂ, ਜਿਨ੍ਹਾਂ ਦੇ ਨਾਲ ਆਪਾਂ ਦਮਾਮੇ ਪਾਉਣੇ ਆ ਇਸ ਅਦਾਰੇ ਨੂੰ ਕਾਮਯਾਬ ਕਰਨਾ। ਸੋ ਇਹ ਤੁਸੀਂ ਐਪਸ ਨੇ ਜਿਹੜੀਆਂ ਜ਼ਰੂਰ ਡਾਊਨਲੋਡ ਕਰੋ, ਅਤੇ ਸੁਣਨ ਦੇ ਵਾਸਤੇ ਜਾਂ ਰਿਪੀਟ ਤੁਸੀਂ ਸੁਣਨਾ ਤਾਂ ਟਿਵਾਣਾ ਰੇਡੀਓ ਦਾ ਜਿਹੜਾ YouTube ਪੇਜ ਹੈ ਉਹ ਜ਼ਰੂਰ ਸ਼ੇਅਰ ਕਰੋ। ਸੋ ਤਵੀਤ ਜਿਹੜਾ ਨਾ, ਇਹ ਵੀ ਨਜ਼ਰ ਤੋਂ ਜਾਂ ਹਿਫਾਜ਼ਤ ਵਾਸਤੇ ਜਾਂ ਆਪਣਾ ਸੈਲਫ ਕੌਨਫੀਡੈਂਸ, ਵਿਲ ਪਾਵਰ ਸਟਰੋਂਗ ਕਰਨ ਦਾ ਇੱਕ ਜੁਗਾੜਬਾਜ਼ੀ ਹੈ। ਇਸ ਤਰ੍ਹਾਂ ਇੱਕ ਬੱਗ ਨਖੀ ਹੁੰਦੀ ਸੀਗੀ, ਇੱਕ ਤਵੀਤ ਹੁੰਦਾ ਸੀ ਜਿਸ ਦੇ ਵਿੱਚ ਸ਼ੇਰ ਦੇ ਨਹੁੰ ਨੂੰ ਚਾਂਦੀ ਜਾਂ ਤਾਂਬੇ ਦੀ ਡੱਬੀ ਦੇ ਵਿੱਚ ਮੜ ਕੇ ਗਲ 'ਚ ਪਾਇਆ ਹੁੰਦਾ ਸੀ, ਕਿਉਂਕਿ ਬਘਿਆੜ ਦੇ ਜਿਹੜਾ ਜਾਂ ਸ਼ੇਰ ਦੇ ਜਿਹੜੇ ਨਹੁੰ ਸੀ ਉਹ ਇਸ ਦੇ ਵਿੱਚ ਹੁੰਦੇ ਸੀਗੇ, ਅਤੇ ਮੰਨਿਆ ਜਾਂਦਾ ਸੀ ਕਿ ਇਸ ਦੇ ਨਾਲ ਬੱਚੇ ਨੂੰ ਨਜ਼ਰ ਨਹੀਂ ਲੱਗਦੀ, ਬੱਚਾ ਦਲੇਰ ਹੋ ਜਾਂਦਾ। ਖਾਸ ਕਰਕੇ ਇਕੱਲਾ ਪਿਆ ਬੱਚਾ ਨਹੀਂ ਡਰਦਾ। ਸੋ ਇਹ ਵਿਸ਼ਵਾਸ ਸਮ ਤੋਂ ਸਮ ਦੀ ਉਤਪਤੀ ਦੇ ਆਧਾਰਿਤ ਹੈ। ਇਹ ਬਘਿਆੜ, ਕਿਉਂਕਿ ਇੱਕ ਬਘਿਆੜ ਜਾਂ ਸ਼ੇਰ, ਸਿੰਘ ਨਾਂ ਵੀ ਹੈ ਜਿਹੜਾ ਸ਼ੇਰ ਤੋਂ ਹੀ ਬਣਿਆ, ਕਿਉਂਕਿ ਸ਼ੇਰ ਨੂੰ ਵੀ ਸਿੰਘ ਕਿਹਾ ਜਾਂਦਾ। ਸੋ ਇਸ ਕਰਕੇ ਇਹ ਚੀਜ਼ਾਂ ਕਈ ਵਾਰੀ ਕਮਜ਼ੋਰ ਮਨਾਂ ਨੂੰ ਸਟਰੋਂਗ ਕਰਨ ਦਾ ਇੱਕ ਟੋਟਕਾ ਹੁੰਦੀਆਂ ਨੇ। ਬੱਗ ਨੱਖੀ ਬੜੀ ਮਸ਼ਹੂਰ ਰਹੀ ਹੈ। ਬਹੁਤ ਸਾਰੇ ਤੁਸੀਂ ਦੇਖੋ ਕਿ ਬਜ਼ੁਰਗਾਂ ਦੇ, ਖਾਸ ਕਰਕੇ ਜਿਹੜੇ ਕਬੱਡੀ ਦੇ ਖਿਡਾਰੀ ਨੇ, ਭਲਵਾਨ ਨੇ ਅਖਾੜਿਆਂ ਵਾਲੇ, ਉਹ ਇਹਨਾਂ ਚੀਜ਼ਾਂ 'ਚ ਬਹੁਤ ਵਿਸ਼ਵਾਸ ਰੱਖਦੇ ਨੇ, ਕਿਉਂਕਿ ਵਹਿਮ ਦੁਨੀਆ ਭਰ 'ਚ ਵੱਧ ਰਿਹਾ। ਇਸ ਕਰਕੇ ਮੈਂ ਤੁਹਾਨੂੰ ਦੱਸਦਾ ਕਿ ਇਹ ਚੀਜ਼ਾਂ ਸੀ। ਹੁਣ ਤੁਸੀਂ ਬਘਿਆੜ ਵੇਖ ਲਓ, ਸ਼ੇਰ ਵੇਖ ਲਓ, ਇਹਨਾਂ ਦਾ ਸ਼ਿਕਾਰ ਹੁੰਦਾ। ਚਾਈਨਾ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਕਰੋੜਾਂ ਅਰਬਾਂ ਦਾ ਕਾਰ ਹੈ, ਕਿਉਂਕਿ ਚਾਈਨਾ ਦੀ ਜਿਹੜੀ ਪੁਰਾਤਨ ਪੱਧਤੀ ਹੈ ਦਵਾਈਆਂ ਦੀ, ਉਹਦੇ ਵਿੱਚ ਇਹ ਉਹਨਾਂ ਚੀਜ਼ਾਂ ਦਾ, ਸ਼ੇਰ ਦਾ ਵਾਲ, ਉਹਨਾਂ ਦੀਆਂ ਆਂਦਰਾਂ, ਉਹਨਾਂ ਦਾ ਹੱਡੀਆਂ, ਬਹੁਤ ਸਾਰੀਆਂ ਚੀਜ਼ਾਂ ਪੈਂਦੀਆਂ ਨੇ। ਪਿੱਛੇ ਜੇ ਇੱਕ ਸਾਧ ਫੜਿਆ ਗਿਆ ਸੀ ਹਿਮਾਚਲ ਦੇ ਵਿੱਚ, ਉਸ ਕੋਲ ਵੀ ਕਈ ਬਾਘਾਂ ਦੀ ਖੱਲ ਸੀਗੀ ਜਾਂ ਉਹਨਾਂ ਦੇ ਪਾਰਟਸ ਮਿਲੇ ਸੀ। ਇਹਨਾਂ ਦੀ ਬਹੁਤ ਵੱਡੇ ਪੱਧਰ 'ਤੇ ਇੰਡੀਆ 'ਚ ਤਸਕਰੀ ਹੁੰਦੀ ਹੈ। ਸੋ ਇਸ ਤਰ੍ਹਾਂ ਜਿਹੜੀ ਬੱਗ ਨਖੀ ਹੈ ਨਾ, ਇਹ ਵੀ ਕਾਫੀ ਕੋਸਟਲੀ ਹੁੰਦੀ ਹੈ, ਕਿਉਂਕਿ ਹੁਣ ਸ਼ੇਰ ਦਾ ਨਹੁੰ ਕਿੱਥੇ ਮਿਲਦਾ, ਹੁਣ ਕਿੱਡਾ ਕੁ ਉਹਦੇ ਨਹੁੰ ਹੁੰਦੇ ਨੇ, ਕਿੰਨੀਆਂ ਕੁ ਉਹਦੇ ਵਿੱਚੋਂ ਬਣ ਜਾਣਗੀਆਂ। ਇਸ ਕਰਕੇ ਜਾਲੀ ਮਾਲ ਬਹੁਤ ਵਿਕਦਾ, ਅਤੇ ਬਹੁਤ ਸਾਰੇ ਅਮੀਰ ਲੋਕ ਤਾਂ ਅਮੀਰ, ਗਰੀਬ ਵੀ ਬਹੁਤ ਲੁੱਟੇ ਜਾਂਦੇ ਨੇ ਇਹਨਾਂ ਬੱਗ ਨਖੀਆਂ ਦੇ ਚੱਕਰਾਂ ਦੇ ਵਿੱਚ। ਬਿਹਤਰ ਇਹ ਹੈ ਕਿ ਤੁਸੀਂ ਆਪਣਾ ਧਾਰਮਿਕ ਲਿਟਰੇਚਰ ਪੜ੍ਹੋ, ਉਸ ਨੂੰ ਤੁਸੀਂ, ਭਾਵੇਂ ਉਹ ਗੀਤਾ, ਕੁਰਾਨ ਹੈ, ਬਾਈਬਲ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ,
ਉਹਨੂੰ ਆਪਣੀ ਤਰਜ਼ੇ ਜ਼ਿੰਦਗੀ 'ਤੇ ਲਾਗੂ ਕਰੋ। ਇਹਨਾਂ ਸਾਰਿਆਂ ਦਾ ਇੱਕੋ ਹੀ ਟੋਟਕਾ ਹੈ, ਇੱਕੋ ਹੀ ਵਿਲ ਪਾਵਰ ਦਾ ਖਜ਼ਾਨਾ ਹੈ, ਉਹ ਤੁਹਾਡੇ ਧਾਰਮਿਕ ਗ੍ਰੰਥ ਜੇ ਤੁਸੀਂ ਖੁਦ ਪੜ੍ਹਦੇ ਹੋ। ਅਦਰਵਾਈਜ਼ ਤਾਂ ਇੱਦਾਂ ਹੀ ਜੋਸ਼ੀਆਂ ਕੋਲੋਂ ਲੁੱਟੇ ਜਾਂਦੇ ਰਹੋਗੇ। ਇਸੇ ਤਰ੍ਹਾਂ ਇੱਕ ਬਘਿਆੜੀ ਹੁੰਦਾ ਸੀ, ਹਾਲਾਂਕਿ ਬਘਿਆੜ ਦੀ ਮਿਸੇਜ ਨੂੰ ਬਘਿਆੜੀ ਕਿਹਾ ਜਾਂਦਾ। ਬਘਿਆੜੀ ਕਈ ਤਰ੍ਹਾਂ ਦੀ ਹੁੰਦੀ ਸੀ। ਇਹ ਸੋਨੇ ਅਤੇ ਚਾਂਦੀ ਦਾ ਗਹਿਣਾ ਹੁੰਦਾ ਸੀਗਾ ਜੋ ਪਰਾਂਦੇ ਦੇ ਉੱਪਰ ਪਾਇਆ ਜਾਂਦਾ ਸੀ। ਅਤੇ ਉਸ ਵਕਤ ਦੇ ਜਿਹੜੇ ਇਹ ਟੋਟਕੇ ਨੇ ਨਾ ਕਿ ਚੌਕੀਦਾਰ ਨਹੀਂ ਬਣੀ ਬਘਿਆੜੀ, ਹੈ ਨਾ, ਤੀਲੀ ਬਣੀ ਟਹਿਲਦਾਰ ਨਹੀਂ। ਤੀਲੀ ਵੀ ਇੱਕ ਗਹਿਣਾ ਹੁੰਦਾ ਸੀਗਾ। ਤੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ, ਨਹੀਂ ਕਿ ਆਦਮੀ ਦਾ ਪਸਾਰਾ ਹੋ ਗਿਆ। ਜਿਵੇਂ ਸੁੱਬੀਓਂ ਸੱਪ ਬਣ ਗਈ ਖਾ ਕੇ ਮਲ ਪਰਾਇਆ, ਰਣਜੀਤ ਕੌਰ ਸਦੀਕ ਦਾ ਗੀਤ ਵੀ ਹੈ। ਇਸੇ ਤਰ੍ਹਾਂ ਚੌਕੀਦਾਰ ਨਹੀਂ ਬਣੀ ਬਘਿਆੜੀ, ਤੀਲੀ ਬਣੀ ਟਹਿਲਦਾਰ ਨਹੀਂ। ਇਹ ਸਾਡੇ ਪੁਰਾਤਨ ਲੋਕ ਗੀਤਾਂ ਦਾ, ਸੱਭਿਆਚਾਰ ਦਾ ਹਿੱਸਾ, ਸਾਡੇ ਗਹਿਣਿਆਂ ਦਾ ਹਿੱਸਾ ਨੇ। ਅੱਜ ਕੱਲ੍ਹ ਤਾਂ ਗਹਿਣੇ ਵੀ ਬੜੇ ਮਾਡਰਨ ਹੋ ਗਏ ਨੇ, ਹੈ ਨਾ। ਸੋ ਰੰਗਾਂ ਦੇ ਨਾਮ ਬਦਲ ਗਏ ਨੇ। ਅੱਗੇ ਹੁੰਦਾ ਸੀ ਬਤਾਊਆਂ ਤੋਂ ਬੈਂਗਣੀ ਰੰਗ, ਫਲਾਣਾ ਰੰਗ। ਹੁਣ ਜਿਹੜੇ ਨੇ ਉਹ ਰੰਗ ਵੀ ਅੰਗਰੇਜ਼ੀ ਵਾਲੇ ਹੋ ਗਏ ਨੇ। ਸਵਾਗਤ ਹੈ ਸਰ, ਵੈਲਕਮ ਤੁਹਾਡਾ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ ਜੀ। ਜੀ ਬਾਜਵਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਅੱਜ ਤਵੀਤਾਂ ਦੀਆਂ ਗੱਲਾਂ ਹੋ ਰਹੀਆਂ, ਮੁੰਡਾ ਮੋਹਲਿਆ ਤਵੀਤਾਂ ਵਾਲਾ ਦਮੜੀ ਤੋਂ ਸੱਕ ਮਾਰ ਗਏ। ਹਾਂ ਇਹ ਤੁਹਾਡੇ ਵਕਤਾਂ ਦੇ ਗੀਤ ਆ। ਕਲਪਨਾ ਕਿੰਨੀ ਵਧੀਆ ਕੀਤੀ ਹੈ। ਕਹਿੰਦੇ ਬਈ ਉਹ ਮੁੰਡਾ, ਕਿਉਂਕਿ ਤੀਰ ਜਿਹੜਾ ਸੀ ਕਿ ਸਰਦੇ ਪੁੱਜਦੇ ਘਰ ਦਾ ਪੌਦਾ ਸੀ, ਉਹਦੇ ਇੱਕ ਤੇ ਡੋਲੇ ਦੇ ਬੰਨਿਆ ਜਾਂਦਾ ਹੈ ਤੇ ਉਹ ਤੀਰ ਜਿਹੜਾ ਸੀ ਉਹ ਗਲਤ ਪਾਇਆ ਜਾਂਦਾ ਸੀ ਵਿੱਚ, ਜਾਂ ਕਾਲਾ ਧਾਗਾ ਪਾ ਕੇ ਪਾਉਂਦੇ ਤੇ ਕਈ ਲਾਲ ਧਾਗਾ ਪਾ ਕੇ ਪਾਉਂਦੇ ਸੀ। ਤੇ ਉਹਦੇ ਨਾਲ ਇੱਕ ਤਵੀਤੜੀ ਹੁੰਦਾ ਹੈ ਤੇ ਇੱਕ ਤਵੀਤੜੀ ਹੁੰਦੀ ਜਿਹੜਾ ਬਲਕਾਰ ਸਿੱਧੂ ਗਾਣਾ ਗਾ ਕੇ ਕਹਿੰਦਾ ਲੌਂਗ ਲੌਂਗ ਤਵੀਤੜੀਆਂ। ਬਲਕਾਰ ਦਾ ਗੀਤ ਵੀ ਹੈ। ਇਹਦੇ ਵਿੱਚੋਂ ਕੁਝ ਗੱਲ ਛੇੜਾਂਗੇ, ਇਹਦੇ ਵਿੱਚੋਂ ਕਈ ਕੁਛ ਨਿਕਲ ਆਉਂਦਾ। ਇਹ ਜਿਹੜਾ ਡੋਲੇ ਤੇ ਤਵੀਤ ਬਣਨੇ ਆ, ਇਹ ਉਹ ਆਪਣੇ ਜਿਹੜਾ ਪਹਿਲਵਾਨ ਲੈ ਲਓ ਜਾਂ ਕਬੱਡੀ ਵਾਲੇ ਲੈ ਲਓ, ਇਹ ਆਪਣੇ ਕੋਈ ਮੁਰਸ਼ਿਦ ਦੀ, ਆਪਣੇ ਪੀਰਾਂ ਦੀ ਕੋਈ ਰੱਖ ਜਿਹੜੀ ਉਹਨੂੰ ਉਹਦੇ ਵਿੱਚ ਮੜਾ ਕੇ ਪਿੱਤਲ ਵਿੱਚ ਜਾਂ ਚਾਂਦੀ ਵਿੱਚ, ਜਿਵੇਂ ਦੱਸਿਆ ਜਾਂਦਾ, ਜਿਹੜਾ ਤੁਸੀਂ ਗੱਲ ਛੇੜੀ ਹੈ, ਕਿ ਜਿੱਥੋਂ ਦੀ ਮੰਨਤ ਮੰਨਦਾ ਉਹਦੇ ਮੁਤਾਬਕ ਉਹਨੂੰ ਮੰਨਣਾ ਨਹੀਂ ਚਾਹੀਦਾ ਤੇ ਉਹਦੇ ਮੁਤਾਬਕ ਉਹ ਤਵੀਤ ਬਣਦਾ ਹੈ। ਇਹ ਲੌਂਗ ਤਵੀਤੜੀਆਂ ਤੇ ਇਹ ਉਹ ਤਵੀਤ ਹੈ ਜਿਹੜਾ ਗਲ ਵਿੱਚ ਪਾਇਆ ਜਾਂਦਾ ਹੈ। ਤੇ ਉੱਥੇ ਉਹਨੇ ਬੜਾ ਵਧੀਆ ਇੱਕ ਮਤਲਬ ਇੱਕ ਤਾਨਾ ਜਿਹਾ ਮਾਰਿਆ ਵੀ ਕੁੜੀਏ ਤੋਂ ਕਲਪਨਾ ਕਰਨ ਵਾਲੇ ਨੇ ਕਿ ਮੁੰਡਾ ਤਾਂ ਬੜਾ ਸਰਦਾ ਪੁੱਜਦਾ ਸੀ, ਉੱਚੇ ਘਰ ਦਾ ਸੀ, ਜਿਹੜਾ ਉਸ ਸਮੇਂ ਗਲ ਦੇ ਵਿੱਚ ਸੋਨੇ ਦਾ ਤਵੀਤ ਪਾਉਂਦਾ ਸੀ। ਤੇ ਤੂੰ ਇੱਕ ਦਮੜੀ, ਜਿਹਨੂੰ ਆਪਾਂ ਇੱਕ ਪੈਸਾ ਕਹਿ ਲਈਏ, ਬਿਲਕੁਲ ਸਭ ਤੋਂ ਘਟੀਆ ਨਿੱਕਾ ਪੈਸਾ, ਤੇ ਤੂੰ ਉਹਦਾ ਸੱਕ ਮਾਰ ਗਈ, ਉਹਨੂੰ ਮੋਹ ਲਿਆ ਤੋਂ ਵਸ ਕਰ ਲਿਆ। ਕਲਪਨਾ ਕੀਤੀ ਹੈ ਨਾ ਲੌਂਗ ਤਵੀਤੜੇ। ਇਸ ਕਰਕੇ ਹਰ ਇੱਕ ਗਹਿਣੇ ਦਾ, ਹਰ ਇੱਕ ਚੀਜ਼ ਦਾ ਆਪਣਾ ਆਪਣਾ ਜਿਹੜਾ ਮਹੱਤਵ ਹੈ। ਤੁਸੀਂ ਗੱਲ ਕੀਤੀ, ਸੁਆਹ ਦੀ ਗੱਲ ਕੀਤੀ, ਮੈਂ ਸੁਣਦਾ ਪਿਆ ਸੀ। ਦੇਖੋ ਇਹ ਸੁਆਹ ਜਿਹੜੀ ਚੀਜ਼, ਕਈ ਤੇ ਜਿਹੜੀਆਂ ਨੇ ਗੰਦਾ ਚੀਜ਼ਾਂ ਵਿੱਚ ਤਾਕਤ ਨੇ, ਤੇ ਕਈ ਚੀਜ਼ਾਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨਾਂ ਨੂੰ ਉਹਨਾਂ ਨੂੰ ਸੜਨ ਤੋਂ ਬਾਅਦ ਉਹਦੇ ਵਿੱਚ ਜੋ ਚੀਜ਼ ਚਾਹੀਦੀ ਹੁੰਦੀ ਹੈ ਸੜਨ ਤੋਂ ਬਾਅਦ ਉਹਦੇ ਵਿੱਚ ਬਣਦੀ ਹੈ ਜੀ। ਤੇ ਉਹ ਤੇ ਬਹੁਤ ਸਾਰੀਆਂ ਐਸੀ ਦਵਾਈਆਂ ਨੇ ਜਿਹੜੀਆਂ ਜਿਹਨੂੰ ਆਪਾਂ ਕਹਿੰਦੇ ਮਾਰ ਰਹੀਆਂ, ਤੇ ਉਹ ਸੜ ਕੇ ਬਣਾਈਆਂ ਜਾਂਦੀਆਂ ਨੇ, ਤੇ ਉਹ ਸੜ ਕੇ ਫਿਰ ਆਪਣਾ ਨਸ਼ਟ ਕਰਕੇ ਸੁਆਹ ਬਣ ਕੇ ਤੇ ਫਿਰ ਉਹ ਕਿਸੇ ਦੇ ਰੋਗ ਵਾਸਤੇ ਉਹ ਜਿਹੜੀ ਦਵਾਈ ਬਣਦੀ ਹੈ। ਮੈਨੂੰ ਯਾਦ ਹੈ ਕਿ ਸਾਡੇ ਮਾਤਾ ਜੀ ਤੇ ਜਦੋਂ ਕਈ ਨਾ ਛੋਟੇ ਹੁੰਦਾ, ਜਿੱਦਾਂ ਹੁਣ ਆਪਾਂ ਖੰਘ ਜ਼ੁਕਾਮ ਕਿਵੇਂ ਲੱਗ ਜਾਣਾ, ਤੇ ਜਿਹੜੀ ਖੰਘ ਲੱਗ ਜਾਂਦੀ ਸੀ ਨਾ, ਤੇ ਉਹ ਚੁੱਲ੍ਹੇ ਦੇ ਕੇ ਬੈਠਾ ਲਿਖਿਆ ਤੇ ਉਹਨੇ ਆਖਣਾ ਇਹ ਹਾਲਤ ਏਰਨੇ ਗੋਏ ਦੀ ਸੁਆਹ ਖਾ। ਹੁਣ ਬਹੁਤਿਆਂ ਨੂੰ ਲੱਗੇ ਤੇ ਕਈਆਂ ਨੂੰ ਪਤਾ ਹੀ ਨਹੀਂ ਰਹਿਣਾ ਵੀ ਗੋਏ ਚ ਕੀ ਫਰਕ ਹੈ, ਏਰਨਾ ਗੋਇਆ ਤੇ ਦੂਜਾ ਗੋਇਆ ਕੀ ਹੁੰਦਾ ਹੈ। ਅੱਛਾ, ਉਹ ਕਹਿੰਦੇ ਵੀ ਹਾਂ ਤੂੰ ਆਹ ਖੜੇ ਨੇ ਕੱਢ ਕੇ ਠੰਡੀ ਸੁਆਹ ਹੋਈ ਹੋਣੀ, ਜਿਹੜੀ ਜਿਹੜੇ ਚੁੱਲ੍ਹੇ ਚ ਗੋਏ ਡਾਉਂਦੇ ਸੀ ਪਾਥੀਆਂ, ਤੇ ਤੂੰ ਏਰਨੇ ਗੋਏ ਦੀ ਸੁਆਹ ਖਾ ਤੇ ਇਹਦੇ ਨਾਲ ਤੇਰੀ ਜਿਹੜੀ ਛਾਤੀ ਠੀਕ ਹੋ ਜਾਵੇਗੀ। ਅੱਛਾ, ਏਰਨਾ ਗੋਇਆ ਉਹ ਹੁੰਦਾ ਜੇ ਜਦੋਂ ਡੰਗਰ ਚਰਦੇ ਨੇ ਨਾ ਬਾਹਰ, ਤੇ ਜਿਹੜਾ ਉੱਥੇ ਉਹ ਫੋਰਸ ਕਰ ਦਿੰਦੇ ਨੇ ਆਪ ਹੀ ਗੋਇਆ, ਤੇ ਉਹ ਪਿਆ ਸੁੱਕ ਜਾਂਦਾ, ਤੇ ਉਹ ਲੋਕ ਜਦੋਂ ਸੁੱਕ ਜਾਂਦਾ ਸੀ ਉਹਦੇ ਬਾਲਣ ਤੇ ਹੁੰਦਾ ਨਹੀਂ ਸੀ, ਨਾਲ ਲੱਕੜੀਆਂ ਲੁਕੜੀਆਂ ਤੇ ਨਾਲ ਉਸੇ ਤਰ੍ਹਾਂ ਚੁੱਕ ਲਿਆਉਣਾ ਸੁੱਕਾ। ਉਹਨੂੰ ਕਹਿੰਦੇ ਨੇ ਜਿਹੜਾ ਕੁਦਰਤੀ ਬਣਿਆ ਜਿਹੜਾ ਆਪ ਪੱਥਿਆ ਨਹੀਂ ਜਾਂਦਾ, ਜਿਹੜੇ ਪਾਥੀਆਂ ਪੁੱਠੀਆਂ ਥੱਪਦੇ ਨੇ ਨਾ, ਉਹਦੇ ਪੱਤੀਆਂ ਜਾਂਦੀਆਂ, ਉਹ ਆਟੋਮੈਟਿਕ ਉਹਨੂੰ ਕਹਿੰਦੇ ਸੀ ਏਰਨਾ ਹੋਇਆ। ਓਕੇ, ਮਤਲਬ ਜਿਹੜਾ ਬਾਹਰ ਖੁੱਲੇ ਮੈਦਾਨ 'ਚ ਜਾਨਵਰ ਫੋਰਸ ਕਰ ਦਿੰਦਾ, ਪਸ਼ੂ ਫੋਰਸ ਕਰ ਦਿੰਦਾ, ਉਹ ਫੋਰਸ ਆਪ ਮਾਰੇ ਸੁੱਕਦਾ, ਉਹਦੇ ਗੋਹੇ ਨੂੰ ਏਰਨਾ ਕਿਹਾ ਜਾਂਦਾ ਸੀ ਕਿ ਖੰਘ ਖਾਂਸੀ ਵਾਸਤੇ ਉਸ ਗੋਹੇ ਦੀ ਰਾਖ ਕਹਿੰਦੇ ਸੀ, ਏਰਨੇ ਗੋਹੇ ਦੀ ਰਾਖ ਖਾਓ। ਵਾਕਈ ਉਹ ਠੀਕ ਸੀ। ਉਹਨੂੰ ਨਾ ਮੂੰਹ ਰੱਖ ਕੇ ਕਹਿਣਾ ਵੀ ਇਹਨੂੰ ਮਤਲਬ ਇਹ ਨੀ ਵੀ ਤੂੰ ਮੂੰਹ ਚ ਪਾਈ ਤੇ ਖਾ ਕੇ ਲੰਘਾ ਜਾ, ਇਹਨੂੰ ਮੂੰਹ ਦੇ ਵਿੱਚ ਰੱਖ ਕੇ ਤੇ ਚੂਸ ਕੇ ਅੰਦਰ ਦਾ ਰਸਾ ਲੰਘਾਉਣਾ, ਚੂਸ ਕੇ ਲੰਘਾਉਣੀ ਹੈ।
ਕਿ ਬਿਲਕੁਲ ਡੋਨਾ ਸਾਹਿਬ ਠੀਕ ਵੀ ਹੋ ਜਾਂਦੇ ਸੀ। ਜਿੱਦਾਂ ਕਹਿੰਦੇ ਨੇ ਕਈ ਪੁਰਾਣੇ ਜਿਹੜੇ ਉਹ ਰਿਪੋਰਟ ਤੇ ਟੋਟਕੇ ਨੇ ਬੜੇ ਹੀ ਕਾਰਾਮਦ ਨੇ। ਇਸ ਕਰਕੇ ਕਈ ਵਾਰੀ ਹੁਣ ਡਾਕਟਰਾਂ ਦੇ ਭਜਦੇ ਨੇ ਦਾੜ ਪੀੜ ਹੋਣੀ ਤੇ ਆਖਣਾ ਤੂੰ ਅੱਖ ਦੀ ਕੁੰਡੀ ਤੋੜ ਕੇ ਜਿਹੜਾ ਕੌੜਾ ਆਖਿਆ ਤੇ ਇਹਦਾ ਦੁੱਧ ਮਾੜਾ ਜਿਹਾ ਲਾ ਤੇ ਪੀੜ ਖਲੋ ਜਾਣੀ। ਇਹ ਬੜਾ ਕੁਛ ਸਾਡੇ ਕੋਲ ਕੁਦਰਤ ਨੇ ਸਾਨੂੰ ਬੜੀਆਂ ਨਿਆਮਤ ਚੀਜ਼ਾਂ ਦਿੱਤੀਆਂ ਨੇ। ਸਿਰਫ ਸਾਨੂੰ ਨਾਲ ਇਹਦੇ ਅਕਲ ਵੀ ਦਿੱਤੀ ਤੇ ਉਹ ਸਕਦਾ ਵੀ ਅਸੀਂ ਵਰਤ ਕੇ ਹਰ ਚੀਜ਼ ਨੂੰ ਸਮਝਣਾ ਕਿ ਸਮਝ ਕੇ ਤੇ ਫਿਰ ਇਹਨਾਂ ਚੀਜ਼ਾਂ ਦਾ ਲਾਹ ਲੈਣਾ ਹੈ। ਹਾਂਜੀ ਚਲੋ ਇੰਨਾ ਕਿ ਟਾਈਮ ਮਿਹਰਬਾਨੀ ਜੀ। ਫਿਰ ਸਹੀ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ। ਗੁਰਬਾਣੀ ਨੂੰ ਤੁਸੀਂ ਬਹੁਤ ਜਿਹੜਾ ਹੈਗਾ ਜਾਣਕਾਰੀ ਗੁਰਮਤ ਫਲਸਫੇ ਦੇ ਬਾਰੇ ਰੱਖਦੇ ਹੋ। ਉਹਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਸ਼ਬੀਹਾਂ, ਭਾਵੇਂ ਗੁਰਮਤ ਉਹਨਾਂ ਦੇ ਨਾਲ ਸਹਿਮਤ ਨਹੀਂ ਹੈਗੀ, ਪਰ ਫਿਰ ਵੀ ਉਹ ਤਸ਼ਬੀਹਾਂ ਉਸ ਵਕਤ ਇਹਨਾਂ ਚੀਜ਼ਾਂ ਦੀਆਂ ਨੇ ਜਿਹੜੀਆਂ ਗੁਰਮਤ ਦੇ ਵਿੱਚ ਵੀ ਕਈ ਮੇਰਾ ਖਿਆਲ ਆ ਤਵੀਤ ਬਾਰੇ ਵੀ ਜ਼ਿਕਰ ਆਉਂਦਾ, ਹੋਰ ਚੀਜ਼ਾਂ ਦੇ ਬਾਰੇ ਵੀ। ਪਰ ਉਸ ਸੰਦਰਭ ਦੇ ਵਿੱਚ ਸਿਖਾਇਆ ਗਿਆ ਕਿ ਭਾਈ ਜੇ ਤੂੰ ਤਵੀਤ ਬੰਨ੍ਹਣਾ ਨਾ ਤਾਂ ਨਾਮ ਦਾ ਤਵੀਤ ਬੰਨ, ਐ ਨਹੀਂ ਕਿ ਤੂੰ ਚ ਵੈਗਰੂ ਬਣਾ ਕੇ ਵਿੱਚ ਪਾ ਕੇ ਬੰਨ ਲੈ। ਜਨੇਊ ਦੀ ਗੱਲ ਕੀਤੀ ਹੈ ਉਹ ਪੰਡਤ ਪਾਉਂਦਾ ਹੈ ਤੇ ਹਾਂਜੀ ਹਾਂਜੀ ਉਹ ਸਾਰਾ ਕੁਝ ਗੁਰਬਾਣੀ ਦੇ ਵਿੱਚ ਨਾ ਮਤਲਬ ਵੀ ਤੇ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸ ਸਾਡੇ ਕੋਲ ਸਮੁੰਦਰ ਅਥਾਹ ਸਮੁੰਦਰ, ਵੱਡਾ ਖਾਰ ਸਮੁੰਦਰ ਜਿਹਨੂੰ ਕਹਿ ਲਈਏ ਪਰੇ ਤੋਂ ਪਰੇ, ਫਿਰ ਇਹਦੇ ਵਿੱਚੋਂ ਅਸੀਂ ਜਿਹੜਾ ਕੋਈ ਲੱਭਣਾ ਚਾਹੇ ਲੱਭ ਸਕਦਾ ਚੀਜ਼ ਨੂੰ ਤੇ ਪ੍ਰਾਪਤ ਕਰ ਸਕਦਾ। ਸਿਰਫ ਲੱਭਣ ਦੀ ਲੋੜ ਹੈ। ਇਹਦੇ ਵਿੱਚ ਮਤਲਬ ਕਈ ਤਿੰਨੇ ਲੋਕਾਂ ਦੀ ਪਤਾਲ ਲੋਕ ਆ ਜਿਹੜਾ ਮਾਤਮ ਜਿੱਥੇ ਅਸੀਂ ਰਹਿ ਰਹੇ ਹਾਂ, ਆਕਾਸ਼ ਲੋਕ, ਇਹਨਾਂ ਦੇ ਵਿੱਚ ਜੋ ਵੀ ਕਿਉਂਕਿ ਇਹਨਾਂ ਤਿੰਨਾਂ ਲੋਕਾਂ ਵਿੱਚ ਥੱਲੇ ਵੀ ਚੀਜ਼ ਹੈ ਵਸਤੂ ਹੈਗੀਆਂ ਨੇ, ਐਸੇ ਵੀ ਹੈਗੀਆਂ ਨੇ ਜਿਸ ਤਰ੍ਹਾਂ ਹੁਣ ਬਨਸਪਤੀ ਹੈ ਤੇ ਥੱਲੇ ਵਾਲੇ ਚ ਵੀ ਬਹੁਤ ਕੁਛ ਹੈ ਤੇ ਉੱਪਰ ਪ੍ਰਕਾਸ਼ ਮੰਡਲ ਵਿੱਚ ਵੀ ਬਹੁਤ ਕੁਛ ਹੈ ਜਿਹੜੇ ਹੁਣ ਨਾਸਾ ਵਾਲੇ ਲੱਭਦੇ ਫਿਰਦੇ ਜਾਂ ਹੋਰ ਕੰਪਨੀਆਂ ਜਿਹੜੀਆਂ ਲੱਭਦੀਆਂ ਹੈ ਨਾ, ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗਾ। ਮੈਂ ਦੱਸਿਆ ਵੀ ਫਲਾਣੀ ਜਗ੍ਹਾ ਆ ਇਸ ਤਰ੍ਹਾਂ ਹੋਇਆ, ਇੱਥੇ ਆ ਹੋਇਆ, ਸਾਰਾ ਕੁਝ ਲੱਭਣ ਦੀ ਲੋੜ ਹੈ। ਖੋਜਣ ਜੋ ਬ੍ਰਹਮੰਡ ਹੈ ਜੋ ਖੋਜੇ ਸੋ ਪਾਵੇ ਕਿ ਜੋ ਕੁਛ ਬ੍ਰਹਮੰਡ ਮਿਲਦਾ ਉਹ ਕੁਛ ਸਰੀਰ ਦੇ ਵਿੱਚ ਹੈ ਤੇ ਜੋ ਲੱਭ ਲੱਗ ਨੂੰ ਲੱਭਦਾ ਅਕਲ ਚਾਹੀਦੀ ਹੈ। ਕਰਿਆ ਕਰਾਂਗੇ ਗੱਲਾਂ ਬਾਤਾਂ ਜ਼ਰੂਰ ਕਰਿਆ ਕਰਾਂਗੇ। ਮਿਹਰਬਾਨੀ ਸਾਹਿਬ। ਮਿਹਰਬਾਨੀ ਬਾਜਵਾ ਸਾਹਿਬ, ਬਹੁਤ ਬੇਸ਼ਕੀਮਤੀ ਤੁਸੀਂ ਜਾਣਕਾਰੀ ਦਿੱਤੀ ਉਸ ਏਰ ਨੇ ਗੋਹੇ ਬਾਰੇ ਜੀ, ਥੈਂਕ ਯੂ। ਸੋ ਇਹ ਉਸ ਵਕਤ ਦੀ ਪੱਧਤੀ ਸੀ ਜਿਹਦੇ ਵਿੱਚ ਮੈਂ ਸਮਝਦਾ ਕਿ ਵਿਗਿਆਨਕ ਪੱਖ, ਜਿਵੇਂ ਹੁਣ ਸ਼ਰਾਬ ਹੈ ਜਾਂ ਕੋਈ ਵੀ ਚੀਜ਼ ਹੈ, ਜਦੋਂ ਉਸ ਦੀ ਫੋਰਮੈਟੇਸ਼ਨ ਵੇਖਦੇ ਹੋ, ਹੁਣ ਗੁੜ ਹੈ, ਗੁੜ ਦੀ ਤਸੀਰ ਗਰਮ ਹੈ, ਜਦੋਂ ਤੁਸੀਂ ਉਸ ਨੂੰ ਚੱਕ ਦੇ ਵਿੱਚ ਜਦੋਂ ਪਾਇਆ ਹੁੰਦਾ, ਉਸ ਦੇ ਵਿੱਚ ਜਦੋਂ ਉਹ ਗੁੜ ਹੈ ਜਿਹੜਾ ਫੈਂਟਿਆ ਜਾਂਦਾ, ਜਦੋਂ ਉਸ ਦੀ ਸ਼ੱਕਰ ਬਣਦੀ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ ਨਾ। ਇਸੇ ਤਰ੍ਹਾਂ ਚਾਹ ਜੇ ਕਿਸੇ ਨੂੰ ਲੱਗੇ ਕਿ ਨਾ ਕਿ ਗਰਮੀ ਕਰਦੀ ਹੈ, ਚਾਹ ਨੂੰ ਜਦੋਂ ਤੁਸੀਂ ਫੈਂਟਦੇ ਹੋ ਖੁੱਲ੍ਹੇ ਭਾਂਡੇ 'ਚ ਪਾ ਕੇ, ਜਿਵੇਂ ਤੂੰਬੇ ਜਾਂ ਜੱਗ 'ਚ ਫੈਂਟੋ, ਇਸ ਤਰ੍ਹਾਂ ਜਿਵੇਂ ਦੁੱਧ ਫੈਂਟਿਆ ਜਾਂਦਾ, ਉਹਦੇ ਨਾਲ ਤੁਸੀਂ ਦੇਖੋਗੇ ਕਿ ਚਾਹ ਜਦੋਂ ਫੈਂਟੋਗੇ ਨਾ ਉਹਦੀ ਗਰਮੈਸ਼ ਨਿਕਲ ਜਾਂਦੀ ਹੈ, ਉਹਦਾ ਜਿਹੜਾ ਗਰਮ ਉਹਦੀ ਤਸੀਰ ਕਹਿ ਲਈਏ ਨਾ, ਉਹ ਠੰਡੀ ਹੋ ਜਾਂਦੀ ਹੈ, ਬਦਲ ਜਾਂਦੀ ਹੈ ਅਤੇ ਉਹਦੇ ਸਵਾਦ 'ਚ ਵੀ ਫਰਕ ਪੈਂਦਾ ਜਿੰਨਾ ਉਸ ਨੂੰ ਫੈਂਟੋਗੇ। ਹੁਣ ਤੁਸੀਂ ਸਾਗ, ਅੱਜ ਕੱਲ੍ਹ ਸਾਗ ਦੀ ਰੁੱਤ ਹੈ, ਸਾਗ ਨੂੰ ਜਦੋਂ ਘੋਟਣੇ ਨਾਲ ਘੋਟਦੇ ਹੋ ਉਹਦਾ ਅਤੇ ਮਿਕਸੀ ਗ੍ਰੈਂਡਰ ਦੇ ਵਿੱਚ ਘੋਟੇ ਹੋਏ ਸਾਗ ਦਾ ਜ਼ਮੀਨ ਅਸਮਾਨ ਦਾ ਫ਼ਰਕ ਪੈ ਜਾਂਦਾ। ਸੋ ਇਸ ਕਰਕੇ ਹਰ ਚੀਜ਼ ਦਾ ਨਾ ਜਿਹੜਾ, ਇਸੇ ਕਰਕੇ ਘਰਾਟਾਂ ਦਾ ਆਟਾ ਚੰਗਾ ਹੈ ਅਤੇ ਚੱਕੀ 'ਤੇ ਖਾਸ ਕਰਕੇ ਫਲੋਰ ਮਿਲ ਦੇ ਆਟੇ 'ਚੋਂ ਫੁੱਲ ਕੀ ਹੈ, ਹੋਰ ਕੁਛ ਨਹੀਂ ਲੱਭਦਾ, ਕਿਉਂਕਿ ਆਪਣਾ ਆਪਣਾ ਤਰੀਕਾ ਹੈ। ਖੈਰ, ਸੋ ਇਸ ਦੌਰਾਨ ਵਕਤ ਤੁਹਾਡੇ ਤੋਂ ਵਿਦਾਇਗੀ ਦਾ। ਤੁਸੀਂ ਕੋਈ ਵਿਚਾਰ ਸਾਂਝੇ ਕਰਨੇ ਹੋਣ ਤਾਂ 98-763-09655 'ਤੇ ਆਪ ਜੀ ਕਾਲ ਕਰ ਸਕਦੇ ਹੋ। ਇਸੇ ਨੰਬਰ 'ਤੇ 98-763-09655 'ਤੇ ਵਟਸਐਪ ਵੀ ਹੈ, ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਇਸ ਨੰਬਰ ਦੇ ਨਾਲ ਜੁੜਿਆ ਜਾ ਸਕਦਾ ਹੈ। ਸੋ ਸਾਡੀਆਂ ਜਿਹੜੀਆਂ ਐਪਸ ਨੇ ਉਹ ਆਈਫੋਨ, ਐਂਡਰਾਇਡ 'ਤੇ ਆਪ ਜੀ ਨੂੰ ਮਿਲਣਗੀਆਂ, ਜ਼ਰੂਰ ਡਾਊਨਲੋਡ ਕਰੋ। ਅਤੇ ਜੇ ਤੁਸੀਂ ਅਮਰੀਕਾ ਦੇ ਵਿੱਚ ਫ਼ੋਨ ਦੇ ਜ਼ਰੀਏ ਪ੍ਰੋਗਰਾਮ ਸੁਣਨਾ ਤਾਂ ਫਿਰ 667-930-9260 ਯਾਨੀ ਕਿ 667-9309-260 'ਤੇ ਕਾਲ ਕਰਕੇ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਅਤੇ ਜਾਂ tiwana.radio.com ਦੇ ਉੱਤੇ ਵੀ ਤੁਹਾਨੂੰ ਸਾਡੀਆਂ ਐਪਸ ਜਾਂ ਹੋਰ ਇਨਫੋਰਮੇਸ਼ਨ ਅਤੇ ਉਸ 'ਤੇ ਵੀ ਇਸ ਰੇਡੀਓ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ। ਸੋ ਸਵੇਰੇ ਫਿਰ ਭਾਰਤੀ ਸਮਾਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡੇ ਨਾਲ ਜੁੜਾਂਗੇ, ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਲਾਈਵ ਹੁੰਦਾ। ਉਸ ਤੋਂ ਬਾਅਦ ਇਹ ਪ੍ਰੋਗਰਾਮ ਰਿਪੀਟ ਚੱਲਦੇ ਰਹਿੰਦੇ ਨੇ। ਤੁਸੀਂ ਇਸ ਰੇਡੀਓ ਲਿੰਕ ਨੂੰ ਜ਼ਰੂਰ ਅੱਗੇ ਸ਼ੇਅਰ ਕਰੋ। ਸੋ ਇਸ ਦੇ ਨਾਲ ਪਰਮਿੰਦਰ ਸਿੰਘ ਟਿਵਾਣਾ ਨੂੰ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਧੰਨਵਾਦ, ਸਤਿ ਸ਼੍ਰੀ ਅਕਾਲ।